ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਆਪਾਂ ਇਦਾਂ ਕਰਦੇ ਹਾਂ, ਥੋੜਾ ਥੋੜਾ ਸਟਾਰਟ ਕਰ ਲੈਂਦੇ ਹੈਗੇ ਆ ਤਾਂ ਕਿ ਬਾਕੀ ਤਕਰੀਬਨ 20 ਦੇ ਕਰੀਬ ਪਾਰਟਿਸਪੈਂਟਸ ਜੁਆਇਨ ਕਰ ਚੁੱਕੇ ਹੈ। ਬਾਕੀ ਜਿੱਦਾਂ ਜਿੱਦਾਂ ਜੁਆਇਨ ਕਰਦੇ ਰਹਿਣਗੇ ਆਪਣੇ ਨਾਲ ਇੱਕ ਵਾਰ ਰਿਕਾਰਡਿੰਗ ਦੇ ਉੱਤੇ ਆਪਾਂ ਇਹ ਸੈਸ਼ਨ ਲਗਾ ਦਿੱਤਾ ਹੈ। ਤਾਂ ਮੈਂ ਇਹ ਡਿਸਕਸ਼ਨ ਸਟਾਰਟ ਕਰਦਾ ਜਿਸ ਤਰ੍ਹਾਂ ਪਹਿਲਾਂ ਆਪਣੀਆਂ ਰੈਵਨਿਊ ਜ਼ੂਮ ਮੀਟਿੰਗਸ ਬੜੀਆਂ ਅੱਛੀਆਂ ਰਹੀਆਂ। ਅਰਾਊਂਡ 20 ਸੈਸ਼ਨਸ ਹੋਏ ਸੀਗੇ ਤੇ ਕਾਫੀ ਵਿੱਚੋਂ ਆਪਾਂ ਰਿਕਾਰਡ ਵੀ ਕੀਤੇ ਸੀਗੇ। ਕੁਝ ਸੈਸ਼ਨਸ ਰਿਕਾਰਡ ਨਹੀਂ ਕੀਤੇ ਸੀ ਕਿਉਂਕਿ ਉਹਦੇ ਵਿੱਚ ਕੁਝ ਇਦਾਂ ਦਾ ਲੱਗਿਆ ਆਪਾਂ ਨੂੰ ਕਿ ਉਹ ਰਿਕਾਰਡਿੰਗ ਉਹਦੀ ਠੀਕ ਨਹੀਂ ਰਹਿਣੀ। ਤੇ ਬਾਕੀ ਜਿਹੜੇ ਵੀ ਆਪਾਂ ਰਿਕਾਰਡ ਕੀਤੇ ਉਹ ਬੜੇ ਸਕਸੈਸਫੁਲ ਰਹੇ। ਉਸ ਤੋਂ ਬਾਅਦ ਵੀ ਮੈਨੂੰ ਕਾਫੀ ਵਾਰ ਕਈ ਪੀਸੀਐਸ ਆਫੀਸਰਸ ਦੇ ਆਈਆਂ ਵੀ ਸਾਨੂੰ ਇਸ ਟੌਪਿਕ ਦੇ ਉੱਤੇ ਅਸੀਂ ਪੜ੍ਹਨਾ ਹੈਗਾ, ਤੁਸੀਂ ਕਾਈਂਡਲੀ ਸਾਡੇ ਨਾਲ ਵੀਡੀਓ ਸ਼ੇਅਰ ਕਰ ਦਿਓ। ਤੇ ਉਸ ਤੋਂ ਬਾਅਦ ਉਹਨਾਂ ਦੇ ਫੀਡਬੈਕ ਵੀ ਆਈ ਕਿ ਬੜੀ ਅੱਛੀ ਵੀਡੀਓ ਸੀ, ਉਹਨਾਂ ਦੇ ਕਾਫੀ ਡਾਊਟਸ ਉਸ ਦੇ ਨਾਲ ਕਲੀਅਰ ਹੋਏ। ਕਾਫੀ ਵਾਰ ਹੁਣ ਦੁਬਾਰਾ ਤੋਂ ਵੀ ਆਪਣੀ ਐਸੋਸੀਏਸ਼ਨ ਦੇ ਵਿੱਚੋਂ ਵੀ ਆਉਂਦੇ ਰਹਿੰਦੇ ਤੇ ਈਵਨ ਪੀਸੀਐਸ ਦੇ ਜਿਹੜੇ ਨਵੇਂ ਬੈਚਿਸ ਆ ਰਹੇ ਆ ਉਹਨਾਂ ਵੱਲੋਂ ਵੀ ਤੇ ਈਵਨ ਕੁਝ ਪੁਰਾਣੇ ਆਫੀਸਰਸ ਵੱਲੋਂ ਵੀ ਆਉਂਦਾ ਰਹਿੰਦਾ ਕਿ ਇਦਾਂ ਦੀਆਂ ਆਪਾਂ ਮੀਟਿੰਗਸ ਸ਼ੁਰੂ ਕਰੀਏ। ਤਾਂ ਹੁਣ ਫਿਰ ਉਸੇ ਕਰਕੇ ਅਸੀਂ ਇੱਕ ਵਾਰੀ ਦੁਬਾਰਾ ਤੋਂ ਸਾਰਿਆਂ ਨਾਲ ਮਿਲ ਕੇ ਇਹ ਆਪਾਂ ਮੀਟਿੰਗ ਸਟਾਰਟ ਕਰ ਰਹੇ ਹਾਂ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਇਹ ਇੱਕ ਜਾਂ ਦੋ ਜਾਂ ਤਿੰਨ ਬੰਦਿਆਂ ਦੇ ਐਫਰਟਸ ਨਾਲ ਨਹੀਂ ਚੱਲ ਸਕਦੀਆਂ, ਇਹ ਸਾਰਿਆਂ ਦਾ ਕਲੈਕਟਿਵ ਐਫਰਟ ਹੀ ਹੈ। ਤਾਂ ਸਾਰੇ ਜੇ ਪ੍ਰੋਐਕਟਿਵਲੀ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ, ਕਿਉਂਕਿ ਹਰ ਕੋਈ ਆਫੀਸਰ ਬਹੁਤ ਐਕਸਪੀਰੀਅੰਸਡ ਹੈ, ਬਹੁਤ ਨੋਲੇਜੇਬਲ ਹੈ, ਤਾਂ ਕੁਝ ਨਾ ਕੁਝ ਇਦਾਂ ਦੀ ਚੀਜ਼ ਹੁੰਦੀ ਹੈ ਜਿਹਦੇ ਬਾਰੇ ਉਹ ਦੂਜਿਆਂ ਨੂੰ ਗਾਈਡ ਕਰ ਸਕਦੀ ਹੈ। ਇਸ ਕਰਕੇ ਉਹ ਅੱਗੇ ਆ ਕੇ ਆਪਣੇ ਆਪ ਦੱਸਣ ਕਿ ਅਸੀਂ ਇਸ ਟੌਪਿਕ ਦੇ ਉੱਤੇ ਡਿਸਕਸ਼ਨ ਕਰਨੀ ਚਾਹੁੰਦੇ ਹਾਂ, ਤਾਂ ਕਿ ਆਪਾਂ ਉਹ ਆਪਣੇ ਐਕਸਪੀਰੀਅੰਸਿਸ ਆਪਣੇ ਨਾਲ ਸ਼ੇਅਰ ਕਰ ਸਕਣ ਤੇ ਫਿਰ ਆਪਣੇ ਕੋਲੇ ਆਫੀਸਰਸ ਹਮੇਸ਼ਾ ਮੌਜੂਦ ਹੁੰਦੇ ਆ, ਉਹ ਉਹਦੇ ਵਿੱਚ ਐਡ ਆਨ ਕਰ ਸਕਦੇ ਆ, ਜਿੱਥੇ ਆਪਾਂ ਕੁਝ ਗਲਤ ਕਹਿ ਰਹੇ ਹੋਵਾਂਗੇ ਉਸ ਨੂੰ ਕਰੈਕਟ ਕਰ ਸਕਦੇ ਆ। ਤਾਂ ਇਸ ਦੇ ਨਾਲ ਇਸ ਤੋਂ ਇਲਾਵਾ ਇੱਕ ਤਾਂ ਨੌਲੇਜ ਇਨਕਰੀਜ਼ ਹੁੰਦੀ ਰਹਿੰਦੀ ਹੈ, ਇੱਕ ਵੈਸੇ ਇੰਟਰੈਕਸ਼ਨ ਹੁੰਦੀ ਰਹਿੰਦੀ ਹੈ। ਹੁਣ ਕਾਫੀ ਆਫੀਸਰਸ ਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਕੌਣ ਆਪਣੇ ਕਾਡਰ ਦੇ ਵਿੱਚ ਹੈਗੇ ਆ, ਕਿੱਥੇ ਕਿੱਥੇ ਪੋਸਟਡ ਨੇ। ਤਾਂ ਜਦੋਂ ਆਪਣੀਆਂ ਇਹ ਕੰਟੀਨਿਊਸਲੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਤਾਂ ਇੱਕ ਦੂਸਰੇ ਨਾਲ ਜਾਣ ਪਹਿਚਾਣ ਵੱਧਦੀ ਰਹਿੰਦੀ ਹੈ, ਯੂਨਿਟੀ ਆਪਣੀ ਸਟਰੋਂਗ ਹੁੰਦੀ ਹੈਗੀ ਹੈ। ਤਾਂ ਅਦਰਵਾਈਜ਼ ਵੀ ਇੱਕ ਤਰ੍ਹਾਂ ਮੀਟਿੰਗ ਹੋ ਜਾਂਦੀ ਹੈ, ਜਿੱਦਾਂ ਆਪਾਂ ਆਪਣਾ ਕੋਵਿਡ ਕਰਕੇ ਵੀ ਜਾਂ ਵੈਸੇ ਕਾਡਰ ਵੱਡਾ ਹੋਣ ਕਰਕੇ ਜਾਂ ਦੂਰ ਦੂਰ ਆਪਾਂ ਪਲੇਸਡ ਹੈਗੇ, ਇਸ ਕਰਕੇ ਆਪਾਂ ਮੀਟਿੰਗ ਫਿਜ਼ੀਕਲੀ ਮਿਲਣਾ ਬੜਾ ਮੁਸ਼ਕਿਲ ਹੋ ਜਾਂਦਾ ਤੇ ਇਸ ਜ਼ੂਮ ਮੀਟਿੰਗ ਦੇ ਜਰੀਏ ਆਪਾਂ ਬੜਾ ਇੱਕ ਦੂਸਰੇ ਨੂੰ ਮਿਲਦੇ ਰਹਿੰਦੇ ਆ, ਤਾਂ ਉਹ ਬੜਾ ਅੱਛਾ ਉਪਰਾਲਾ ਹੈਗਾ। ਇਸ ਕਰਕੇ ਜਿਹੜਾ ਹੁਣ ਆਪਾਂ ਉਪਰਾਲਾ ਦੁਬਾਰਾ ਸ਼ੁਰੂ ਕੀਤਾ ਹੈਗਾ, ਤਾਂ ਮੈਂ ਉਮੀਦ ਕਰੂੰਗਾ ਕਿ ਸਾਰੇ ਹੀ ਆਫੀਸਰਸ ਪ੍ਰੋਐਕਟਿਵਲੀ ਇਸ ਦੇ ਵਿੱਚ ਪਾਰਟਿਸਿਪੇਟ ਕਰਨਗੇ। ਇਦਾਂ ਨਹੀਂ ਕਿ ਜਸਟ ਇੱਕ ਮੀਟਿੰਗ ਦਾ ਲਿੰਕ ਆ ਗਿਆ, ਉਹਨਾਂ ਨੇ ਜੁਆਇਨ ਕਰ ਲਿਆ, ਵੀਡੀਓ ਵੀ ਔਨ ਨਹੀਂ ਕੀਤੀ ਜਾਂ ਕੋਈ ਐਕਟਿਵਲੀ ਕੁਝ ਪਾਰਟਿਸਿਪੇਟ ਨਹੀਂ ਕੀਤਾ, ਫਿਰ ਉਹਦੇ ਨਾਲ ਨਾ ਹੌਲੀ ਹੌਲੀ ਕਰਕੇ ਡਿਕਰੀਜ਼ ਹੋ ਜਾਂਦਾ ਹੈਗਾ ਕਿ ਫਿਰ ਸਾਨੂੰ ਵੀ ਪਿਛਲੀ ਵਾਰ ਲੱਗਣ ਲੱਗ ਗਿਆ ਸੀ ਕਿ ਪਾਰਟਿਸਿਪੇਟ ਲੋਕ ਉਹਨਾਂ ਉਤਸ਼ਾਹ ਨਹੀਂ ਰਿਹਾ, ਇਸ ਕਰਕੇ ਅਸੀਂ ਹੌਲੀ ਹੌਲੀ ਕਰਕੇ ਫਿਰ ਉਸ ਨੂੰ ਬੰਦ ਕਰਤਾ। ਪਰ ਇਸ ਵਾਰੀ ਹੁਣ ਫਿਰ ਦੁਬਾਰਾ ਤੋਂ ਆਪਾਂ ਸ਼ੁਰੂ ਕੀਤਾ, ਤਾਂ ਮੈਂ ਉਮੀਦ ਕਰਦਾ ਕਿ ਆਪਾਂ ਇਹ ਡਿਸਕਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਨਵੇਂ ਐਕਟ ਆਏ ਹੈ ਉਹਨਾਂ ਦੇ ਬਾਰੇ ਵੀ ਡਿਸਕਸ਼ਨ ਹੋਊਗੀ, ਜਿਹੜੀ ਜਨਰਲ ਡਿਸਕਸ਼ਨਸ ਵੀ ਕੁਝ ਹੋਣਗੀਆਂ। ਜਿਵੇਂ ਅੱਜ ਦੀ ਡਿਸਕਸ਼ਨ ਦਾ ਟੌਪਿਕ ਆਪਾਂ ਰੱਖਿਆ ਹੋਇਆ ਪਬਲਿਕ ਡੀਲਿੰਗ, ਕਿਉਂਕਿ ਮੈਂ ਇਸ ਨੂੰ ਸ਼ੁਰੂ ਕਰਦਾ ਥੋੜਾ ਟਾਈਮ ਮੈਂ 20-25 ਮਿੰਟ ਮੈਂ ਆਪਣੇ ਜਿਹੜੇ ਵੀ ਮੇਰੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰੂੰਗਾ। ਉਸ ਤੋਂ ਬਾਅਦ ਤੁਸੀਂ ਵੀ ਜਿੱਥੇ ਮੈਂ ਗਲਤ ਹੋਇਆ ਉਸ ਨੂੰ ਕਰੈਕਟ ਕਰਨਾ, ਜਿਹੜੇ ਤੁਹਾਡੇ ਐਕਸਪੀਰੀਅੰਸਿਸ ਨੇ ਉਹ ਜ਼ਰੂਰ ਸ਼ੇਅਰ ਕਰਨਾ, ਕਿਉਂਕਿ ਇਹਦੇ ਵਿੱਚ ਕੁਝ ਵੀ ਸਹੀ ਕੁਝ ਵੀ ਗਲਤ ਨਹੀਂ ਹੈਗਾ। ਪਬਲਿਕ ਡੀਲਿੰਗ ਹਰ ਇੱਕ ਬੰਦੇ ਦਾ ਆਪਣਾ ਨਜ਼ਰੀਆ ਹੈ, ਉਸ ਨੂੰ ਦੇਖਣ ਦਾ ਆਪਣੇ ਐਕਸਪੀਰੀਅੰਸਿਸ ਨੇ, ਤੇ ਜੇ ਆਪਾਂ ਉਸ ਚੀਜ਼ ਦੇ ਉੱਤੇ ਡਿਸਕਸ਼ਨ ਕਰਾਂਗੇ ਤਾਂ ਆਪਾਂ ਉਸ ਚੀਜ਼ ਨੂੰ ਇੰਪਰੂਵ ਕਰ ਸਕਦੇ ਹਾਂ। ਪਬਲਿਕ ਡੀਲਿੰਗ ਜੇ ਆਪਾਂ ਲਗਾ ਕੇ ਚੱਲੀਏ, ਕੋਈ ਵੀ ਗਵਰਨਮੈਂਟ ਜੋਬ, ਮੈਂ ਕਿਤੇ ਕੋਟ ਪੜ੍ਹੀ ਸੀ ਕਿ ਕੋਈ ਵੀ ਜੋਬ ਕੋਈ ਵੀ ਹੋਵੇ ਉਹਦੇ ਵਿੱਚ 90% ਜਿਹੜਾ ਕੰਪੋਨੈਂਟ ਹੈ ਉਹ ਪਬਲਿਕ ਡੀਲਿੰਗ ਹੈ, ਤੇ 10% ਕੰਪੋਨੈਂਟ ਹੈ ਜਿਹੜਾ ਉਹ ਬਾਕੀ ਕੰਪੋਨੈਂਟ ਹੈ, ਕਿ ਜਿਹੜਾ ਤੁਸੀਂ ਕੰਮ ਬਾਰੇ ਤੁਹਾਡੀ ਨੌਲੇਜ ਲਗਾ ਲਓ, ਕੰਮ ਕੀ ਕਰ ਰਹੇ ਹੋ ਉਸ ਦੇ ਬਾਰੇ ਲਗਾ ਲਓ। ਕਿਉਂਕਿ ਪਬਲਿਕ ਡੀਲਿੰਗ ਜਿਹਦੇ ਵਿੱਚ ਕਿ ਆਪਣੇ ਜਿਹੜੇ ਕਲਾਇੰਟਸ ਆਪਣੇ ਕੋਲ ਆਉਂਦੇ ਆ, ਜਿਵੇਂ ਆਪਣੇ ਕੇਸਿਸ ਦੇ ਵਿੱਚ ਕੋਈ ਵੀ ਆਪਣੇ ਕੋਲ ਰਜਿਸਟਰੀ ਕਰਵਾਉਣਾ ਆਉਂਦਾ, ਕੋਈ ਵੀ ਆਪਣੇ ਕੋਲੇ ਕੋਰਟ ਮੈਟਰ ਦੇ ਵਿੱਚ ਆਉਂਦਾ ਹੈਗਾ, ਉਹ ਹੋ ਜਾਂਦੇ ਹੈ। ਦੂਜੇ ਇੱਕ ਪਾਸੇ ਆਪਣੇ ਸਟਾਫ ਹੋ ਜਾਂਦਾ ਜਿਨ੍ਹਾਂ ਦੇ ਨਾਲ ਆਪਾਂ ਡੀਲ ਕਰਦੇ ਹਾਂ, ਆਪਣੇ ਤੋਂ ਸਬੋਰਡੀਨੇਟ ਸਟਾਫ ਹੈ, ਪਟਵਾਰੀਜ਼ ਨੇ, ਕਾਨੂੰਗੋਜ਼ ਨੇ, ਕਲੈਰੀਕਲ ਸਟਾਫ ਹੈਗਾ ਏ, ਤੇ ਇੱਕ ਪਾਸੇ ਹੋ ਜਾਂਦੇ ਆ ਸੀਨੀਅਰਸ, ਜਿਹੜੇ ਜਿੱਦਾਂ ਕਿ ਐਸਡੀਐਮ ਸਰ ਹੋ ਗਏ, ਡੀਸੀ ਸਾਹਿਬ ਹੋ ਗਏ, ਜਾਂ ਹਾਇਰ ਪੋਲੀਟੀਕਲ ਅਥਾਰਟੀਜ਼ ਹੋ ਗਈਆਂ, ਤਾਂ ਉਹ ਸਾਰੇ ਇੱਕ ਪਾਸੇ ਹੋ ਗਏ। ਤਾਂ ਮੈਂ ਵੀ ਅੱਜ ਦੀ ਜਿਹੜੀ ਮੇਰੀ ਡਿਸਕਸ਼ਨ ਵੀ ਹੋਏਗੀ ਉਹ ਵੀ ਆਪਾਂ 3 ਪਾਰਟਸ 'ਚ ਲੈ ਕੇ ਚੱਲਾਂਗੇ, ਕਿ ਇੱਕ ਤਾਂ ਜਿਹੜੇ ਕੋਈ ਆਪਣੇ ਕੋਲੇ ਕੰਮ ਕਰਵਾਉਣ ਨੋਰਮਲ ਪਬਲਿਕ ਆਉਂਦੀ ਹੈ, ਇੱਕ ਜਿਹੜਾ ਆਪਣਾ ਸਬੋਰਡੀਨੇਟ ਸਟਾਫ ਹੈ, ਤੇ ਇੱਕ ਜਿਹੜੇ ਕਿ ਆਪਣੇ ਸੀਨੀਅਰਸ ਨੇ।
ਤਾਂ ਇਹਨਾਂ 3 ਪਾਰਟਸ ਦੇ ਵਿੱਚ ਆਪਾਂ ਪਬਲਿਕ ਡੀਲਿੰਗ ਦੀ ਆਪਣੀ ਜਿਹੜੀ ਡਿਸਕਸ਼ਨ ਹੈ ਉਸ ਨੂੰ ਰੱਖਾਂਗੇ। ਤਾਂ ਆਪਣੇ ਨਾਲ ਹੁਣ ਤਕਰੀਬਨ 22 ਆਫੀਸਰਸ ਜੁਆਇਨ ਕਰ ਚੁੱਕੇ ਆ। ਸਾਰਿਆਂ ਦਾ ਮੈਂ ਦੁਬਾਰਾ ਜਿਹੜੇ ਨਵੇਂ ਜੁਆਇਨ ਕੀਤੇ ਉਹਨਾਂ ਦਾ ਵੈਲਕਮ ਕਰਦਾ। ਹਰਸਿਮਰਨ ਸਰ ਨੇ, ਕੁਲਵਿੰਦਰ ਜੀ ਨੇ, ਨਾਇਬ ਤਹਿਸੀਲਦਾਰ ਮਨਵੀਰ ਸਿੱਧੂ ਜੀ ਨੇ, ਤਾਂ ਸਾਰੇ ਜਿਹੜੇ ਵੀ ਆਫੀਸਰ ਜੁਆਇਨ ਕੀਤੇ ਨੇ। ਤਾਂ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਹੈ ਉਹ ਹੈ ਪਬਲਿਕ ਡੀਲਿੰਗ ਦੇ ਉੱਤੇ। ਤਾਂ ਪਬਲਿਕ ਡੀਲਿੰਗ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੀ ਜਿਹੜੀ ਡਿਸਕਸ਼ਨ ਹੋਏਗੀ ਉਹ 3 ਪਾਰਟਸ ਦੇ ਵਿੱਚ ਡਿਵਾਈਡਡ ਹੋਏਗੀ। ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਇਸ ਦੀਆਂ ਕੁਐਰੀਜ਼, ਇਸ ਦੇ ਐਕਸਪੀਰੀਅੰਸਿਸ, ਜਿਹੜਾ ਵੀ ਤੁਸੀਂ ਉਸ ਦੇ ਵਿੱਚ ਐਡ ਆਨ ਕਰਨਾ ਹੋਇਆ ਉਹਨੂੰ ਆਪਾਂ ਡਿਸਕਸ ਕਰਾਂਗੇ। ਤਾਂ ਜਿਹੜਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ, ਜਿਹੜੇ ਕੋਈ ਮੈਨੂੰ ਨਹੀਂ ਜਾਣਦੇ ਤਾਂ ਮੈਂ ਦੱਸਦਾ, ਮੇਰਾ ਨਾਮ ਵਿਨੇ ਬੰਸਲ ਹੈ। ਮੈਂ ਸਬ ਰਜਿਸਟਰਾਰ ਪੋਸਟਡ ਹਾਂ ਬਠਿੰਡਾ ਦੇ ਵਿੱਚ। ਇਸ ਤੋਂ ਪਹਿਲਾਂ ਮੈਂ 2012 ਦੇ ਵਿੱਚ ਜੌਬ ਦੇ ਵਿੱਚ ਆਇਆ ਸੀ ਐਜ਼ ਅ ਮੈਡੀਕਲ ਆਫੀਸਰ। ਤਕਰੀਬਨ 4 ਸਾਲ ਮੈਂ ਮੈਡੀਕਲ ਆਫੀਸਰ ਕੰਮ ਕੀਤਾ। ਉਦੋਂ ਦਾ ਵੀ ਮੇਰਾ ਕੁਝ ਐਕਸਪੀਰੀਅੰਸ ਹੈ ਪਬਲਿਕ ਡੀਲਿੰਗ ਦਾ। ਉਦੋਂ ਕੁਝ ਟਾਈਮ ਲਈ ਮੈਂ ਐਸਐਮਓ ਵੀ, ਆਫੀਸ਼ੀਏਟਿੰਗ ਐਸਐਮਓ ਦਾ ਚਾਰਜ ਸੀ ਮੇਰੇ ਕੋਲੇ। ਉਸ ਤੋਂ ਬਾਅਦ ਕੁਝ ਟਾਈਮ ਲਈ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ, ਤੇ ਉਸ ਤੋਂ ਬਾਅਦ ਤਕਰੀਬਨ ਹੁਣ ਪਿਛਲੇ 4 ਸਾਲ ਤੋਂ ਤਹਿਸੀਲਦਾਰ ਕਾਡਰ ਦੇ ਵਿੱਚ ਮੈਂ ਕੰਮ ਕਰ ਰਿਹਾ। ਤਾਂ ਇਹਦੇ ਵਿੱਚ ਜਿਹੜੀ ਵੀ ਮੇਰੀ ਪੋਸਟ ਐਜ਼ ਮੈਡੀਕਲ ਆਫੀਸਰ ਵੀ ਸੀ ਜਾਂ ਹੁਣ ਵੀ ਹੈ, ਤਾਂ ਇਹ ਕਾਫੀ ਆਪਣੀ ਇਦਾਂ ਦੀ ਪੋਸਟ ਹੈ ਜਿਹਦੇ ਵਿੱਚ ਆਪਾਂ ਨੂੰ ਪਬਲਿਕ ਡੀਲਿੰਗ ਕਾਫੀ ਕਰਨੀ ਪੈਂਦੀ ਹੈਗੀ ਹੈ। ਤੇ ਕਿ ਡਾਕਟਰੀ ਮਤਲਬ ਬੈਕਗ੍ਰਾਉਂਡ ਤੋਂ ਹੋਣ ਕਰਕੇ, ਸਾਈਕੋਲੋਜੀ ਦਾ ਸਟੂਡੈਂਟ ਵੀ ਹੋਣ ਕਰਕੇ ਮੈਂ ਕਾਫੀ ਇਸ ਨੂੰ ਆਬਜ਼ਰਵ ਕਰਦਾ ਰਹਿਣਾ। ਇਸ ਦੀ ਬੁੱਕਸ ਵੀ ਮੈਂ ਅਲੱਗ-ਅਲੱਗ ਪੜ੍ਹਦਾ ਰਹਿਣਾ ਕਿ ਕਿਸ ਤਰ੍ਹਾਂ ਆਪਾਂ ਬੈਟਰ ਕਮਿਊਨੀਕੇਟ ਕਰ ਸਕਦੇ ਹਾਂ, ਬੈਟਰ ਲੋਕਾਂ ਨਾਲ ਗੱਲਬਾਤ ਕਰ ਸਕਦੇ ਹਾਂ, ਕਿਵੇਂ ਆਪਣਾ ਮੈਸੇਜ ਕਨਵੇ ਕਰ ਸਕਦੇ ਹਾਂ, ਕਿਵੇਂ ਆਪਾਂ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਤਾਂ ਉਸ ਚੀਜ਼ ਨੂੰ ਆਪਾਂ ਉਸ ਐਂਗਲ ਤੋਂ ਵੀ ਥੋੜਾ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜੇ ਮੈਂ ਲੈ ਕੇ ਚੱਲਾਂ ਤਾਂ ਜਿਹੜੀ ਆਪਣਾ ਰੋਲ ਹੈ ਉਹ ਹੈਗਾ ਪਬਲਿਕ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨਾ, ਜਾਂ ਪਬਲਿਕ ਦੇ ਜਿਹੜੇ ਵੀ ਕੰਮ ਹੈਗੇ ਆ ਉਹਨਾਂ ਨੂੰ ਕਰਨਾ। ਆਪਣੀ ਪਬਲਿਕ ਡੀਲਿੰਗ ਮੈਨੂੰ ਲੱਗਦਾ ਤਹਿਸੀਲਦਾਰ ਜਾਂ ਐਜ਼ ਨਾਇਬ ਤਹਿਸੀਲਦਾਰ ਪਬਲਿਕ ਡੀਲਿੰਗ ਸਭ ਤੋਂ ਜ਼ਿਆਦਾ ਹੁੰਦੀ ਹੈ। ਈਵਨ ਜੇ ਆਪਾਂ ਡੇਲੀ ਲਗਾਈਏ ਤਾਂ ਆਪਾਂ ਨੂੰ, ਜਿਵੇਂ ਰਜਿਸਟਰੀਆਂ ਹੈ, ਤਾਂ ਇੱਕ ਜਿਹੜੀ ਵੀ ਕੋਈ ਰਜਿਸਟਰੀ ਕਰਵਾਉਣਾ ਹੁੰਦਾ ਤਾਂ ਉਹਦੇ ਨਾਲ 5-6 ਬੰਦੇ ਤਾਂ ਐਟਲੀਸਟ ਇਨਵੋਲਡ ਹੁੰਦੇ ਆ। ਤਾਂ 1 ਜਾਂ 2 ਸੈਲਰ ਹੋਣਗੇ, 1 ਜਾਂ 2 ਪਰਚੇਜ਼ਰ ਹੋਣਗੇ, ਗਵਾਹ ਹੋਣਗੇ, ਕੋਈ ਲਿਖਣ ਵਾਲੇ ਹੋਣਗੇ, ਉਹਨਾਂ ਦੇ ਰਿਲੇਟਿਵ ਨਾਲ ਆਏ ਵੀ ਹੁੰਦੇ। ਤਾਂ ਇੱਕ ਰਜਿਸਟਰੀ ਦੇ ਨਾਲ ਹੀ ਬੰਦੇ 5 ਤੋਂ ਲੈ ਕੇ 10 ਬੰਦੇ ਇਨਵੋਲਡ ਹੁੰਦੇ ਹੈਗੇ। ਇਸੇ ਤਰ੍ਹਾਂ ਜੇ ਕੋਈ ਆਪਾਂ ਕੋਰਟ ਕੇਸ ਹੁੰਦੇ ਆ ਤਾਂ ਉਹਦੇ ਵਿੱਚ ਵੀ ਇਦਾਂ ਹੀ ਬੰਦੇ ਇਨਵੋਲਡ ਹੁੰਦੇ। ਤਾਂ ਆਪਣੀ ਪਬਲਿਕ ਡੀਲਿੰਗ, ਜੇ ਆਪਾਂ ਕਿਸੇ ਧਰਨੇ ਤੇ ਜਾਂਦੇ ਆ ਤਾਂ ਕਿੰਨੇ ਲੋਕ ਆਪਣੇ ਨਾਲ ਜੁੜੇ ਹੋਏ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਸੰਬੋਧਿਤ ਕਰਨਾ ਹੁੰਦਾ ਜਾਂ ਉਹਨਾਂ ਨੂੰ ਕੋਈ ਗੱਲ ਕਨਵੇ ਕਰਨੀ ਹੁੰਦੀ ਹੈ। ਤਾਂ ਆਪਣੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਸ ਕਰਕੇ ਆਪਾਂ ਉਸ ਦੇ ਪ੍ਰਤੀ ਜੇ ਆਪਣੀ ਸਕਿੱਲਸ ਅੱਛੇ ਹੋਣਗੇ ਤਾਂ ਆਪਾਂ ਵਧੀਆ ਢੰਗ ਨਾਲ ਉਹਨਾਂ ਨੂੰ ਹੈਂਡਲ ਕਰ ਸਕਦੇ ਹਾਂ। ਸਭ ਤੋਂ ਵੱਧ ਜਿਹੜੀ ਡੀਲਿੰਗ ਹੈ ਉਹ ਮੈਨੂੰ ਲੱਗਦਾ ਹੈ ਕਿ ਆਪਣੀ ਹੁੰਦੀ ਹੈ ਰਜਿਸਟ੍ਰੇਸ਼ਨ ਵਰਕ ਦੇ ਵਿੱਚ। ਰਜਿਸਟ੍ਰੇਸ਼ਨ ਵਰਕ ਇੱਕ ਇਦਾਂ ਦਾ ਵਰਕ ਹੈ ਕਿ ਜਿੱਥੇ ਹਰ ਇੱਕ ਬੰਦੇ ਨੇ ਆਉਣਾ ਹੈ, ਚਾਹੇ ਦੀ ਉਹ ਗਰੀਬ ਹੈ, ਚਾਹੇ ਦੀ ਅਮੀਰ ਹੈ, ਚਾਹੇ ਉਹ ਪੋਲੀਟੀਕਲੀ ਬਹੁਤ ਸਟਰੋਂਗ ਹੈ, ਚਾਹੇ ਵੀਕ ਹੈ, ਕੋਈ ਵੀ ਬੰਦਾ ਹੈ, ਅਮੀਰ ਗਰੀਬ, ਹਰ ਇੱਕ ਨੇ ਆਉਣਾ ਹੀ ਆਉਣਾ ਹੈ। ਕਿਉਂਕਿ ਉਹ ਰਜਿਸਟ੍ਰੇਸ਼ਨ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਉਹਨਾਂ ਦੇ ਬਿਹਾਫ ਤੇ ਕੋਈ ਹੋਰ ਸੈੱਲ ਨਹੀਂ ਕਰ ਸਕਦਾ ਹੈਗਾ। ਮੋਸਟਲੀ ਉਹ ਖੁਦ ਹੀ ਆਉਂਦੇ ਹੈਗੇ। ਤਾਂ ਇਸ ਕਰਕੇ ਉਹ ਪਲੱਸ ਆਪਣੇ ਕੋਲ ਚੈਲੰਜਿਸ ਇਹ ਵੀ ਰਹਿੰਦੇ ਆ ਕਿ ਆਪਣੀ ਕਦੇ ਸਾਈਟ ਨਹੀਂ ਚੱਲ ਰਹੀ ਹੁੰਦੀ, ਕਦੇ ਆਪਣਾ ਕੋਈ ਨਾ ਕੋਈ ਹੋਰ ਇਸ਼ੂਜ਼ ਹੁੰਦੇ ਆ, ਕਈ ਵਾਰੀ ਕੰਮ ਇਦਾਂ ਦਾ ਹੁੰਦਾ ਕਿ ਜਿਹੜਾ ਆਪਾਂ ਨਹੀਂ ਕਰ ਸਕਦੇ ਹੁੰਦੇ। ਤਾਂ ਉਹ ਬੜੀਆਂ ਟ੍ਰਿਕੀ ਜੀਆਂ ਸਿਚੁਏਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਹੈਂਡਲ ਕਰਨਾ ਹੁੰਦਾ। ਤਾਂ ਕਿੱਦਾਂ ਆਪਾਂ ਉਹਨਾਂ ਨੂੰ ਬੈਟਰ ਢੰਗ ਨਾਲ ਹੈਂਡਲ ਕਰ ਸਕਦੇ ਹਾਂ, ਮੈਂ ਆਪਣੀ ਐਕਸਪੀਰੀਅੰਸਿਸ ਸ਼ੇਅਰ ਕਰੂੰਗਾ। ਮੈਂ ਕਾਫੀ ਜਗ੍ਹਾ ਤੇ ਰੋਂਗ ਹੋ ਸਕਦਾ, ਬਟ ਮੈਂ ਚਾਹੂੰਗਾ ਕਿ ਜਦੋਂ ਇੱਕ ਵਾਰੀ ਆਪਣੀ ਗੱਲ ਖਤਮ ਹੋ ਜਾਂਦੀ ਹੈ ਤੁਸੀਂ ਮੈਨੂੰ ਕਰੈਕਟ ਵੀ ਕਰੋ, ਜਾਂ ਤੁਹਾਡੇ ਜਿਹੜੇ ਆਪਣੇ ਐਕਸਪੀਰੀਅੰਸਿਸ ਨੇ ਉਹ ਤੁਸੀਂ ਸ਼ੇਅਰ ਕਰੋ। ਮੇਰਾ ਇਹ ਮੰਨਣਾ ਹੈ ਕਿ ਆਪਾਂ ਐਜ਼ ਅ ਪਬਲਿਕ ਆਫੀਸਰ, ਜੇ ਆਪਾਂ ਕਿਸੇ ਵੀ ਸੀਟ ਤੇ ਜਦੋਂ ਆਪਾਂ ਬੈਠਦੇ ਹੈਗੇ ਆ ਤਾਂ ਜਿਹੜਾ ਵੀ ਕੋਈ ਬੰਦਾ ਆਪਣੇ ਕੋਲ ਕੰਮ ਕਰਵਾਉਣ ਆਉਂਦਾ ਹੈਗਾ, ਆਪਾਂ ਉਸ ਨੂੰ ਉਸੇ ਢੰਗ ਨਾਲ ਟਰੀਟ ਕਰੀਏ ਜਿਸ ਤਰ੍ਹਾਂ ਅੱਜ ਕੱਲ ਪ੍ਰਾਈਵੇਟ ਅਦਾਰੇ ਟਰੀਟ ਕਰਦੇ ਆ। ਜਿੱਦਾਂ ਕੋਈ ਬੈਂਕਸ ਤੁਸੀਂ ਦੇਖੇ ਹੋਣਗੇ, HDFC ਬੈਂਕਸ ਨੇ, ਜਾਂ ਕੋਈ ਸੈਲੂਨਸ ਨੇ, ਜਾਂ ਕੋਈ ਵੀ ਹਾਇਰ ਐਂਡ ਤੁਸੀਂ ਦੇਖੋਗੇ ਕਿ ਉਹਨਾਂ ਦਾ ਇਹ ਹੁੰਦਾ ਕਿ ਜਿਹੜਾ ਵੀ ਸਾਡੇ ਕੋਲ ਬੰਦਾ ਆ ਰਿਹਾ ਹੈ ਉਹਦਾ ਐਕਸਪੀਰੀਅੰਸ ਅੱਛਾ ਰਹੇ, ਤਾਂ ਕਿ ਉਹ ਜਦੋਂ ਆਪਣੇ ਤੋਂ ਕੰਮ ਕਰਵਾ ਕੇ ਸਰਵਿਸਿਜ਼ ਲੈ ਕੇ ਜਾਵੇ ਤਾਂ ਉਹ ਖੁਸ਼ੀ ਜਾਵੇ। ਉਹਦੇ ਇਦਾਂ ਨਾ ਹੋਵੇ ਕਿ ਉਹ ਬੜਾ ਤੰਗ ਹੋਇਆ, ਉਸਨੂੰ ਇਦਾਂ ਜੇ ਫੀਲ ਨਾ ਹੋਵੇ।
ਹੁਣ ਜਦੋਂ ਆਪਣੇ ਆਫਿਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲੇ ਤਾਂ ਬੰਦਾ ਬੜੀ ਲੇਟ ਆਉਂਦਾ ਹੈਗਾ, ਉਸ ਤੋਂ ਪਹਿਲਾਂ ਉਹਦੇ ਕਾਫੀ ਜਗ੍ਹਾ ਦੇ ਉੱਤੇ ਉਹਦੀ ਇੰਟਰੈਕਸ਼ਨ ਹੁੰਦੀ ਹੈ। ਸੇ ਕਿ ਜੇ ਉਹ ਰਜਿਸਟਰੀ ਲਿਖਵਾਉਣ ਆਇਆ ਹੈ, ਤਾਂ ਪਹਿਲਾਂ ਇੱਕ ਡੀਡ ਰਾਈਟਰ ਦੇ ਨਾਲ ਉਹਦੀ ਇੰਟਰੈਕਸ਼ਨ ਹੁੰਦੀ ਹੈ, ਡੀਡ ਰਾਈਟਰ ਤੋਂ ਬਾਅਦ ਆਪਣੇ ਰਜਿਸਟਰੀ ਕਲਰਕ ਦੇ ਨਾਲ ਉਹਦੀ ਇੰਟਰੈਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਉਸ ਦੀ ਇੰਟਰੈਕਸ਼ਨ ਇੱਕ ਵੇਟਿੰਗ ਏਰੀਆ ਜਿਹਦੇ ਵਿੱਚ ਉਹ ਬੈਠ ਕੇ ਵੇਟ ਕਰਦਾ ਜਦੋਂ ਤੱਕ ਉਹਦਾ ਕੰਮ ਨਹੀਂ ਹੋ ਰਿਹਾ ਹੁੰਦਾ, ਉਸ ਤੋਂ ਬਾਅਦ ਉਹ ਆਪਣੇ ਕੋਲੇ ਆਉਂਦਾ ਹੈਗਾ। ਜੇ ਆਪਣੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਹ ਇੰਨਾ ਤੰਗ ਹੋਇਆ ਹੋਇਆ ਹੋਊਗਾ ਕਿ ਪਹਿਲਾਂ ਉਸ ਨੂੰ ਡੀਡ ਰਾਈਟਰ, ਉਸ ਤੋਂ ਬਾਅਦ ਆਰਸੀ, ਉਸ ਤੋਂ ਬਾਅਦ ਉਹਨੂੰ ਬੈਠਣ ਲਈ ਜਿਹੜਾ ਵੇਟਿੰਗ ਏਰੀਆ ਹੈ ਉੱਥੇ ਉਹਨੂੰ ਬੈਠਣ ਲਈ ਕੋਈ ਸਹੂਲਤ ਨਹੀਂ ਹੋਊਗੀ, ਬੈਠਣ ਲਈ ਕੁਰਸੀ ਨਹੀਂ ਮਿਲੂਗੀ, ਕੋਈ ਉੱਥੇ ਵਾਸ਼ਰੂਮਸ ਦਾ ਪ੍ਰਬੰਧ ਨਹੀਂ ਹੋਊਗਾ, ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਹੋਊਗਾ, ਤਾਂ ਉਹ ਬੰਦਾ ਉਹ ਅੱਕਿਆ ਹੋਇਆ ਹੀ ਤੁਹਾਡੇ ਕੋਲੇ ਆਊਗਾ। ਤਾਂ ਜੇ ਤੁਸੀਂ ਕੰਮ ਕੁਝ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਪਹਿਲਾਂ ਹੀ ਉਹਦੀ ਇਮੇਜ ਇੰਨੀ ਨੈਗੇਟਿਵ ਬਣੀ ਵੀ ਹੋਊਗੀ, ਉਹ ਤੁਹਾਡੀ ਗੱਲ ਨੂੰ ਨਹੀਂ ਸੁਣੂਗਾ। ਜਾਂ ਵੈਸੇ ਹੀ ਓਵਰਆਲ ਇੱਕ ਹੋਰ ਪਰਸਨਲ ਐਂਗਲ ਤੇ ਲਗਾਈਏ ਤਾਂ ਉਹ ਤੁਹਾਨੂੰ ਮਤਲਬ ਇੱਕ ਨੈਗੇਟਿਵ ਇਮੇਜ, ਇੱਕ ਕਮਿਊਨੀਕੇਸ਼ਨ, ਇੱਕ ਜਿਹਨੂੰ ਨੋਨ ਵਰਬਲ ਕਮਿਊਨੀਕੇਸ਼ਨ ਕਹਿੰਦੇ ਆ, ਤਾਂ ਜਦੋਂ ਉਹ ਬੰਦਾ ਇੱਕ ਨੈਗੇਟਿਵ ਇਮੇਜ ਲੈ ਕੇ ਤੁਹਾਡੇ ਕੋਲੇ ਆਊਗਾ ਤਾਂ ਉਹ ਤੁਹਾਨੂੰ ਵੀ ਇੱਕ ਨੈਗੇਟਿਵਿਟੀ ਦੇਊਗਾ। ਤਾਂ ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਜਿੱਥੇ ਜਿੱਥੇ ਵੀ ਸੁਧਾਰ ਕਰ ਸਕਦੇ ਹਾਂ ਉੱਥੇ ਉੱਥੇ ਆਪਾਂ ਸੁਧਾਰ ਕਰੀਏ, ਸਪੈਸ਼ਲੀ ਵੇਟਿੰਗ ਏਰੀਆਜ਼ ਦੇ ਵਿੱਚ। ਕੁਝ ਦਿਨ ਪਹਿਲਾਂ ਵੀ ਮੈਂ ਇੱਕ ਵੇਟਿੰਗ ਏਰੀਆ ਦੇ ਰਿਲੇਟਡ ਇੱਕ ਛੋਟੀ ਜਿਹੀ ਵੀਡੀਓ ਪਾਈ ਸੀ ਕਿ ਤਾਂ ਉਹ ਆਪਾਂ ਕੀ ਕਰ ਸਕਦੇ, ਬਹੁਤ ਸਿੰਪਲ ਜਿਹੇ ਸਟੈਪਸ ਨੇ, ਕਿਉਂਕਿ ਆਪਣੇ ਵੇਟਿੰਗ ਏਰੀਆਜ਼ ਦੇ ਵਿੱਚ ਲੋਕ ਮੈਕਸਿਮਮ ਟਾਈਮ ਵੇਟ ਕਰਦੇ ਆ। ਰਜਿਸਟਰੀ ਲਈ ਘੰਟਾ, 1.5 ਘੰਟਾ, 2 ਘੰਟੇ ਵੇਟ ਕਰਨੀ ਪੈਂਦੀ ਹੈ, ਕੋਰਟ ਕੇਸਿਸ ਦੇ ਲਈ ਵੇਟ ਕਰਨੀ ਪੈਂਦੀ ਹੈ, ਜੇ ਕੋਈ ਹੋਰ ਕਈ ਵਾਰ ਆਪਣੇ ਤੋਂ ਕੋਈ ਕੰਮ ਕਰਵਾਉਣ ਲਈ ਸਿੰਪਲ ਇੱਕ ਸਾਈਨ ਕਰਵਾਉਣਾ ਹੁੰਦਾ ਹੈਗਾ ਤਾਂ ਡਾਊਨ ਮਾਰਕ ਕਰਵਾਉਣੀ ਹੁੰਦੀ ਹੈ ਕੋਈ ਐਪਲੀਕੇਸ਼ਨ, ਬਟ ਆਪਣੀ ਕੋਈ ਮੀਟਿੰਗ ਚੱਲ ਰਹੀ ਹੁੰਦੀ ਹੈ, ਆਪਾਂ ਰੁੱਝੇ ਹੋਏ ਹੁੰਦੇ ਆ, ਤਾਂ ਘੰਟਾ ਘੰਟਾ, 2-2 ਘੰਟੇ ਮਤਲਬ ਔਨ ਐਵਰੇਜ ਇੱਕ ਕੋਈ ਵੀ ਬੰਦਾ ਆਪਣੇ ਕੋਲ ਆਉਂਦਾ ਤਾਂ ਉਸ ਨੂੰ ਵੇਟ ਕਰਨੀ ਪੈਂਦੀ ਹੈ। ਇਸ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ ਵੇਟਿੰਗ ਏਰੀਆ ਦੇ ਵਿੱਚ ਜ਼ਰੂਰ ਚੱਕਰ ਲਗਾਓ, ਉਹਦੇ ਵਿੱਚ ਦੇਖੋ ਕਿ ਉਹਨਾਂ ਦੇ ਜਿਹੜੇ ਵੀ ਕੋਈ ਲੋਕ ਆ ਰਹੇ ਹੈ ਉਹਨਾਂ ਦੇ ਬੈਠਣ ਲਈ ਪ੍ਰੋਪਰ ਕੁਰਸੀਆਂ ਦਾ ਪ੍ਰਬੰਧ ਹੈ। ਜੇ ਉੱਥੇ ਜਿਵੇਂ ਹੁਣ ਗਰਮੀਆਂ ਆ ਰਹੀਆਂ ਨੇ ਤਾਂ ਕੀ ਉੱਥੇ ਜਿਹੜਾ ਵੇਟਿੰਗ ਏਰੀਆ ਹੈ ਉੱਥੇ ਕੋਈ ਕੂਲਰ ਜਾਂ ਏਸੀ ਕੀ ਕੁਝ ਵੀ ਇਦਾਂ ਦਾ ਪ੍ਰਬੰਧ ਹੋ ਸਕਦਾ, ਜਾਂ ਪੱਖੇ ਜਿਹੜੇ ਲੱਗੇ ਹੋਏ ਆ ਕੀ ਉਹ ਪੱਖੇ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗੇ ਨੇ। ਫਿਰ ਕੀ ਉੱਥੇ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਉਹਦੇ ਵਿੱਚ, ਪਲੱਸ ਵਾਸ਼ਰੂਮਸ ਦੀ ਮੋਸਟਲੀ ਇਹ ਦਿੱਕਤ ਰਹਿੰਦੀ ਹੈ ਕਿ ਵਾਸ਼ਰੂਮਸ ਹੁੰਦੇ ਤਾਂ ਹੈ ਬਣੇ ਹੋਏ ਬਟ ਉਹ ਬੜੇ ਗੰਦੇ ਹੁੰਦੇ ਆ। ਕਾਫੀ ਵਾਰ ਇਦਾਂ ਦੀ ਦਿੱਕਤ ਆਉਂਦੀ ਹੈ ਕਿ ਲੇਡੀਜ਼ ਦੇ ਲਈ ਅਲੱਗ ਤੋਂ ਵਾਸ਼ਰੂਮ ਨਹੀਂ ਹੁੰਦਾ, ਜਿਹਦੇ ਨਾਲ ਕਿ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਉਹਦੇ ਨਾਲ ਇਮੇਜ ਬੜੀ ਮਾੜੀ ਜਾਂਦੀ ਹੈਗੀ ਆਪਣੇ ਪਬਲਿਕ ਆਫਿਸਿਸ ਦੀ। ਤਾਂ ਇਸ ਦੇ ਵਿੱਚ ਆਪਾਂ ਬਹੁਤ ਜਲਦੀ ਸੁਧਾਰ ਕਰ ਸਕਦੇ, ਮਤਲਬ ਥੋੜੇ ਐਫਰਟਸ ਦੇ ਨਾਲ ਸੁਧਾਰ ਕੀਤਾ ਜਾ ਸਕਦਾ ਹੈਗਾ। ਵਾਸ਼ਰੂਮ ਜਿਹੜੇ ਥੋੜੇ ਬਹੁਤ ਠੀਕ ਹੋਣ ਵਾਲੇ ਹੈ, ਕੁਰਸੀਆਂ ਜਿਹੜੀਆਂ ਠੀਕ ਹੋਣ ਵਾਲੀਆਂ, ਪਾਣੀ ਦਾ ਜੇ ਕੋਈ ਆਪਣਾ ਕੁਝ ਵੀ ਸਿਸਟਮ ਲੱਗਿਆ ਹੋਇਆ ਉਸ ਨੂੰ ਚੈੱਕ ਕਰ ਲਓ, ਜੇ ਕੂਲਰਸ ਨੇ, ਵਾਟਰ ਕੂਲਰਸ ਨੇ ਕਿ ਉਹ ਵਰਕਿੰਗ ਹੈਗੇ ਆ ਜਾਂ ਨਹੀਂ ਹੈਗੇ, ਆਰਓ ਸਿਸਟਮ ਹੈ ਉਹ ਵਰਕਿੰਗ ਹੈ ਜਾਂ ਨਹੀਂ ਹੈ, ਤਾਂ ਉਹ ਸਾਰੀਆਂ ਚੀਜ਼ਾਂ ਤੇ ਜ਼ਰੂਰ ਆਪਾਂ ਕੰਮ ਕਰੀਏ। ਸੈਕੰਡਲੀ, ਜੇ ਉੱਥੇ ਤੁਸੀਂ ਕੋਈ ਮਿਊਜ਼ਿਕ ਪਲੇ ਕਰ ਸਕਦੇ ਹੋ, ਜਿੰਦਾ ਕਾਫੀ ਵਾਰੀ ਆਪਣੇ ਕੋਲ ਐਲਈਡੀਜ਼ ਹੁੰਦੀਆਂ ਲੱਗੀਆਂ ਹੋਈਆਂ, ਐਲਸੀਡੀਜ਼ ਲੱਗੀਆਂ ਹੋਈਆਂ ਹੁੰਦੀਆਂ, ਪਰ ਉਹ ਆਪਾਂ ਵਰਕ ਨਹੀਂ ਲੈ ਰਹੇ ਹੁੰਦੇ ਉਸ ਤੋਂ ਕੋਈ ਵੀ, ਉਹਦੇ ਵਿੱਚ ਸਿੰਪਲੀ ਤੁਸੀਂ ਇੱਕ ਪੈਨ ਡਰਾਈਵ ਦੇ ਵਿੱਚ ਮਿਊਜ਼ਿਕ ਭਰ ਕੇ ਲਗਾ ਸਕਦੇ ਹੋ, ਉਹ ਮਿਊਜ਼ਿਕ ਚੱਲਦਾ ਰਹਿੰਦਾ ਬੈਕਗਰਾਉਂਡ, ਥੋੜੀ ਸੂਥਨਿੰਗ ਜੀ ਫੀਲਿੰਗ ਦਿੰਦਾ ਹੈਗਾ। ਜਿੱਦਾਂ ਆਪਾਂ ਸ਼ੋਰੂਮਸ ਦੇ ਵਿੱਚ ਜਾਂਦੇ ਆ, ਕੋਈ ਆਪਾਂ ਸ਼ਾਪਿੰਗ ਕਰਨ ਜਾਂਦੇ ਆ ਤਾਂ ਮਾਲਸ ਦੇ ਵਿੱਚ ਜਾਂਦੇ ਆ, ਉੱਥੇ ਬੈਕਗਰਾਉਂਡ ਮਿਊਜ਼ਿਕ ਚੱਲ ਰਿਹਾ ਹੁੰਦਾ ਜਿਹੜਾ ਕਿ ਬੜੀ ਅੱਛੀ ਚੀਜ਼ ਹੈ। ਇਸ ਤੋਂ ਇਲਾਵਾ ਤੁਸੀਂ ਪਲਾਂਟਸ ਰੱਖ ਸਕਦੇ ਹੋ, ਇਨਡੋਰ ਪਲਾਂਟਸ ਜਿਹੜੇ ਨੇ ਉਹ ਅੱਛਾ এনवायरमेंट ਬਣਾ ਕੇ ਰੱਖਦੇ ਨੇ। ਇਸ ਤੋਂ ਇਲਾਵਾ ਕੋਈ ਫ੍ਰੈਗਰੈਂਸ ਵੀ ਯੂਜ਼ ਕਰ ਸਕਦੇ ਹੋ, ਕੋਈ ਅਗਰਬੱਤੀ ਲਾਈਕ ਯੂਜ਼ ਕਰ ਸਕਦੇ ਹੋ, ਕੋਈ ਬੜੀ ਇਹ ਘੱਟ ਖਰਚੇ ਦੇ ਵਿੱਚ। ਇਹਦੇ ਸਿੱਧਾ ਡਾਇਰੈਕਟਲੀ ਆਪਾਂ ਨੂੰ ਇਫੈਕਟ ਸ਼ੁਰੂ ਚ ਨਹੀਂ ਦੇਖਣ ਚ ਮਿਲਦੇ, ਬਟ ਐਕਚੁਅਲ ਦੇ ਵਿੱਚ ਬੜੇ ਜ਼ਿਆਦਾ ਇਫੈਕਟਿਵ ਨੇ। ਅਸੀਂ ਇਦਾਂ ਦੇ ਐਕਸਪੈਰੀਮੈਂਟ ਮੈਂ ਕਾਫੀ ਕਰਦਾ ਰਹਿੰਦਾ ਤੇ ਮੈਨੂੰ ਕਾਫੀ ਇਸ ਦੀ ਪੋਜ਼ਿਟਿਵ ਫੀਡਬੈਕ ਮਿਲੀ ਹੈ। ਇਸ ਕਰਕੇ ਤੁਸੀਂ ਵੀ ਇਹ ਥੋੜੇ ਥੋੜੇ ਛੋਟੇ ਛੋਟੇ ਚੇਂਜਸ ਕਰਕੇ ਦੇਖੋ, ਤੁਹਾਨੂੰ ਬੜੇ ਇਹਦੇ ਅੱਛੇ ਰਿਜ਼ਲਟਸ ਮਿਲਣਗੇ। ਇਸ ਤੋਂ ਇਲਾਵਾ ਵੇਟਿੰਗ ਏਰੀਆ ਤੇ ਇੱਕ ਕੰਮ ਕੀਤਾ ਜਾ ਸਕਦਾ ਹੈਗਾ ਵੱਡੇ ਲੈਵਲ ਦੇ ਉੱਤੇ। ਸੈਕੰਡਲੀ, ਆਪਣੇ ਸਟਾਫ ਨੂੰ ਵਾਰ-ਵਾਰ ਆਪਾਂ ਸੈਂਸਿਟਾਈਜ਼ ਕਰ ਸਕਦੇ ਹਾਂ, ਈਵਨ ਡੀਡ ਰਾਈਟਰਸ ਨੂੰ, ਈਵਨ ਜਿਹੜੇ ਬਾਹਰ ਵਾਲੇ ਵਕੀਲਸ ਨੇ ਉਹਨਾਂ ਨੂੰ ਆਪਾਂ ਸੈਂਸਿਟਾਈਜ਼ ਕਰ ਸਕਦੇ ਹੈਗੇ ਆ। ਉਹ ਕਿੱਦਾਂ ਕੀਤਾ ਜਾ ਸਕਦਾ ਹੈ ਕਿ ਇੱਕ ਤਾਂ ਫ੍ਰੀਕੁਐਂਟ ਮੀਟਿੰਗਸ ਉਹਨਾਂ ਦੀਆਂ, ਜਿੱਦਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੈਂ ਆਪਦੇ ਲੈਵਲ ਤੇ ਕੋਸ਼ਿਸ਼ ਕਰਦਾ ਕਿ ਹਮੇਸ਼ਾ ਜਿਹੜੇ ਵੀ ਐਡਵੋਕੇਟਸ ਨੇ ਜਾਂ ਡੀਡ ਰਾਈਟਰਸ ਨੇ ਜਾਂ ਸਾਡੇ ਸਟਾਫ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਆਪਾਂ, ਜਿਹੜੇ ਕੰਮ ਆਪਾਂ ਨਹੀਂ ਕਰ ਰਹੇ ਉਹਨਾਂ ਨੂੰ ਡਾਇਰੈਕਟਲੀ ਦੱਸ ਦਿਓ ਕਿ ਜਿਹੜੀਆਂ ਕੋਈ ਵੀ ਪ੍ਰੋਬਲਮ ਤਾਂ ਆ ਰਹੀ ਹੈ, ਜਿਵੇਂ ਹੁਣ ਫਿਲਹਾਲ ਫੋਰ ਐਗਜ਼ਾਮਪਲ ਕਿ ਰਜਿਸਟ੍ਰੇਸ਼ਨ ਦੇ ਲਈ ਕਾਫੀ ਟਾਈਮ ਲੱਗਦਾ ਹੈਗਾ, ਸੈਲਰ ਦੀ ਫੋਟੋ ਹੋਣੀ ਹੁੰਦੀ ਹੈ, ਬਾਇਰ ਦੀ ਫੋਟੋ ਹੋਣੀ ਨਹੀਂ ਹੁੰਦੀ। ਪਰ ਮੋਸਟਲੀ ਕੀ ਦੇਖਦੇ ਆ ਕਿ ਆਪਾਂ ਸਾਰੇ ਬੰਦੇ ਆਏ ਹੋਏ ਹੁੰਦੇ ਆ, ਸੈਲਰ ਵੀ ਆਇਆ ਹੋਇਆ ਹੁੰਦਾ, ਬਾਇਰ ਵੀ ਆਇਆ ਹੋਇਆ ਹੁੰਦਾ, ਉਹ ਵੀ ਵੇਟ ਕਰ ਰਹੇ ਹੁੰਦੇ ਆ ਨਾਲ। ਤਾਂ ਜਸਟ ਇੱਕ ਮੈਸੇਜ ਜਿਵੇਂ ਆਪਾਂ ਉਹਨਾਂ ਨੂੰ ਬੁਲਾ ਕੇ ਦੇ ਦਈਏ ਕਿ ਦੇਖੋ ਕਿ ਫੋਟੋ ਸਾਡੇ ਕੋਲ ਸਿਰਫ ਸੈਲਰ ਦੀ ਹੋਣੀ ਹੈਗੀ ਹੈ, ਤੁਸੀਂ ਜਿਹੜੇ ਬਾਇਰ ਹੈ ਉਹਨਾਂ ਨੂੰ ਕਹਿ ਦਿਓ ਕਿ ਉਹਨਾਂ ਦੇ ਬਾਅਦ ਚ ਸਾਈਨ ਹੋਣੇ ਆ, ਪਹਿਲਾਂ ਜਦੋਂ ਸੈਲਰ ਦੀ ਫੋਟੋ ਹੋ ਜਾਏਗੀ ਉਦੋਂ ਉਹਨਾਂ ਨੂੰ ਬੁਲਾ ਲੈਣ, ਕਿਉਂਕਿ ਨਹੀਂ ਤਾਂ ਇੱਕ ਤਾਂ ਆਪਣਾ ਵੇਟਿੰਗ ਏਰੀਆ ਉਦੋਂ ਤੱਕ ਭਰਿਆ ਨਹੀਂ ਰਹੂਗਾ।
ਇੱਕ ਉਹ ਵਾਲੇ ਬੰਦਿਆਂ ਨੂੰ ਉਨੀ ਦੇਰ ਵੇਟ ਨਹੀਂ ਕਰਨੀ ਪਊਗੀ। ਜਿਹੜੇ ਆਪਣੇ ਰਿਸੋਰਸਿਸ ਨੇ, ਜਿਹੜੇ ਵੀ ਕੋਈ ਵਾਸ਼ਰੂਮਸ ਨੇ, ਪਾਣੀ ਹੈ, ਬੈਠਣ ਦੀ ਜਗ੍ਹਾ ਹੈ, ਉਹ ਆਪਣੀ ਬਚੀ ਹੋਈ ਰਹੂਗੀ, ਕਿਉਂਕਿ ਦੂਸਰੇ ਜਦੋਂ ਜ਼ਿਆਦਾ ਬੰਦੇ ਨਹੀਂ ਆਣਗੇ। ਇਸ ਤਰ੍ਹਾਂ ਜੇ ਆਪਣੀ ਕੋਈ ਲਾਈਕ ਅਪਾਇੰਟਮੈਂਟ ਦੇ ਵਿੱਚ ਦਿੱਕਤ ਚੱਲ ਰਹੀ ਹੈ, ਕੋਈ ਸਾਈਟ ਸਲੋ ਚੱਲ ਰਹੀ ਹੈ, ਉਹਨੂੰ ਉਸ ਪਾਰਟਸ ਦੇ ਵਿੱਚ ਡਿਵਾਈਡ ਕਰ ਦਿਓ ਕਿ ਆਪਾਂ 2 ਸਲੋਟਸ ਦੇ ਵਿੱਚ ਕਰਾਂਗੇ। ਇਦਾਂ ਹੀ ਜੇ ਆਪਣੀ ਕੋਈ ਕੋਰਟ ਕੇਸਿਸ ਨੂੰ ਲੈ ਕੇ ਕੁਝ ਚੱਲ ਰਿਹਾ, ਤਾਂ ਉਹ ਆਪਾਂ ਕਈ ਵਾਰ ਕਾਫੀ ਵਾਰ ਹੁੰਦਾ ਕਮਿਊਨੀਕੇਸ਼ਨ ਗੈਪ ਹੁੰਦਾ, ਆਪਾਂ ਉਹ ਚੀਜ਼ਾਂ ਸੌਰਟ ਆਊਟ ਕਰ ਨਹੀਂ ਰਹੇ ਹੁੰਦੇ ਹੈਗੇ। ਐਡਵੋਕੇਟਸ ਨਾਲ ਫ੍ਰੀਕੁਐਂਟ ਮੀਟਿੰਗ ਕਰਕੇ, ਆਪਣੇ ਸਟਾਫ ਨਾਲ ਫ੍ਰੀਕੁਐਂਟ ਮੀਟਿੰਗ ਕਰਕੇ ਇਸ ਬਾਰੇ ਸਿਰਫ ਮੀਟਿੰਗ ਕਰੋ ਕਿ ਜਿਹੜੇ ਆਪਣੇ ਕੋਲ ਲੋਕ ਆ ਰਹੇ ਆ, ਆਪਾਂ ਉਹਨਾਂ ਦੀ ਕਿਵੇਂ ਉਹਨਾਂ ਦਾ ਕੰਮ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ, ਕਿ ਉਹਨਾਂ ਨੂੰ ਵੇਟ ਨਾ ਕਰਨੀ ਪਵੇ, ਉਹਨਾਂ ਨੂੰ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਇਦਾਂ ਇਸ ਚੀਜ਼ ਦੇ ਉੱਤੇ ਜ਼ਰੂਰ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈਗਾ। ਉਸ ਤੋਂ ਬਾਅਦ ਥਰਡ ਚੀਜ਼ ਇਹ ਆਉਂਦੀ ਹੈ ਕਿ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆ ਜਾਂਦਾ ਹੈਗਾ, ਪਹਿਲਾਂ ਉਹ ਸਾਰੇ ਡੀ ਡਾਇਰੈਕਟਰ ਦੇ ਥਰੂ ਜਾਂ ਐਡਵੋਕੇਟਸ ਦੇ ਥਰੂ ਜਾਂ ਤੁਹਾਡੇ ਸਟਾਫ, ਲੋਅਰ ਸਟਾਫ ਦੇ ਥਰੂ ਹੁੰਦਾ ਹੋਇਆ, ਤੁਹਾਡੇ ਵੇਟਿੰਗ ਏਰੀਆ ਦੇ ਵਿੱਚ ਵੇਟ ਕਰਕੇ ਆਉਂਦਾ ਹੋਇਆ ਤੁਹਾਡੇ ਕੋਲ ਆ ਜਾਂਦਾ ਹੈਗਾ, ਉਦੋਂ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਦੇ ਲਈ? ਦੇਖੋ, ਪਹਿਲੀ ਚੀਜ਼ ਇਹ ਹੁੰਦੀ ਹੈਗੀ ਹੈ ਕਿ ਉਹਨਾਂ ਦਾ ਕੰਮ ਹੋਣ ਵਾਲਾ ਹੈ 90% 95% ਕੇਸਿਸ ਦੇ ਵਿੱਚ ਇਦਾਂ ਦਾ ਕੰਮ ਹੁੰਦਾ ਕਿ ਆਪਣਾ ਰੂਟੀਨ ਵਰਕ ਹੀ ਹੁੰਦਾ। ਕੋਈ ਰਜਿਸਟਰੀ ਪੇਸ਼ ਹੋਈ, ਆਲਮੋਸਟ ਠੀਕ ਹੁੰਦੀ ਹੈ, ਆਪਾਂ ਉਹਨਾਂ ਦੀ ਰਜਿਸਟ੍ਰੇਸ਼ਨ ਉਵੇਂ ਦੀ ਉਵੇਂ ਕਰ ਦਿੱਤੀ। ਕੋਈ ਰੂਟੀਨ ਵਰਕ ਹੈ, ਡਾਊਨ ਮਾਰਕਿੰਗ ਹੈ, ਅਪ ਮਾਰਕਿੰਗ ਹੈ, ਆਪਾਂ ਉਵੇਂ ਦੀ ਉਵੇਂ ਕਰ ਦਿੱਤੀ, ਉਹਨਾਂ ਦਾ ਕੰਮ ਹੋ ਗਿਆ। ਉਸ ਲੈਵਲ ਦੇ ਉੱਤੇ ਮੈਂ ਇਹ ਫੀਲ ਕੀਤਾ ਤੇ ਐਕਸਪੀਰੀਅੰਸ ਕੀਤਾ ਹੈਗਾ ਕਿ ਜੇ ਆਪਾਂ ਥੋੜੀ ਜੀ ਪਰਸਨਲ ਇੰਟਰੈਕਸ਼ਨ ਕਰੀਏ, ਜਿਹੜਾ ਵੀ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਹੈਗਾ, ਜੇ ਤੁਸੀਂ ਉਹਨਾਂ ਨੂੰ ਇੱਕ ਅੱਧਾ ਕੁਐਸਚਨ ਕਰ ਲਓ ਕਿ ਹਾਂਜੀ ਤੁਸੀਂ ਕੀ ਕਰਦੇ ਹੋ, ਕੀ ਨਾਮ ਹੈ ਤੁਹਾਡਾ, ਕੀ ਕਰਦੇ ਹੋ, ਮੰਨ ਲਓ ਮੋਸਟਲੀ ਸਰਪੰਚ ਨੇ, ਕੋਈ MC ਹੈ, ਕੋਈ ਬੰਦਾ ਕੋਈ ਸ਼ੌਪਕੀਪਰ ਹੈ, ਕੋਈ ਕੁਝ ਵੀ ਹੈ, ਤੁਸੀਂ ਉਹਨਾਂ ਨੂੰ ਜਸਟ ਇੱਕ ਵਾਰ ਪੁੱਛ ਲਓ ਕਿ ਤੁਸੀਂ ਕੀ ਕਰਦੇ ਹੋ। ਫਿਰ ਉਹਨਾਂ ਨੂੰ ਪੁੱਛ ਲਓ, ਅੱਛਾ ਜੇ ਕਿਸੇ ਦੀ ਸ਼ੌਪ ਹੈ ਕਿੱਥੇ ਹੈ, ਜੇ ਕਿਸੇ ਦਾ ਕੋਈ ਕੰਮ ਚੱਲ ਰਿਹਾ ਹੈ ਉਹਨਾਂ ਨੂੰ ਪੁੱਛ ਲਓ ਕਿ ਅੱਛਾ ਕੋਵਿਡ ਕਰਕੇ ਤੁਹਾਡੇ ਕੰਮ ਤੇ ਕੀ ਅਸਰ ਪਿਆ। ਇੱਕ ਜਾਂ ਦੋ ਕੁਐਸਚਨ ਤੁਹਾਡੇ ਕੰਮ ਕਰਦੇ ਕਰਦੇ ਹੀ ਤੁਸੀਂ ਉਹਨਾਂ ਨੂੰ ਪੁੱਛ ਲਓਗੇ, ਉਹਦੇ ਨਾਲ ਬੜੇ ਫਾਇਦੇ ਹੁੰਦੇ। ਇੱਕ ਤਾਂ ਉਹ ਬੰਦਾ ਜਿਹੜਾ ਵੀ ਕੋਈ ਤੁਹਾਡੇ ਕੋਲ ਆਇਆ ਹੈਗਾ, ਉਹ ਬੜਾ ਅੱਛਾ ਫੀਲ ਕਰੂਗਾ, ਉਸ ਨੂੰ ਲੱਗਦਾ ਕਿ ਮੇਰੀ ਕੋਈ ਪੁੱਛ ਗਿੱਛ ਹੋਈ। ਐਟਲੀਸਟ ਕਈ ਵਾਰ ਤਾਂ ਉਹਨਾਂ ਨੂੰ ਇਹੀ ਲੱਗਦਾ ਕਿ ਚਲੋ ਸਾਡੇ ਨੂੰ ਤਹਿਸੀਲਦਾਰ ਨੇ ਜਾਂ ਨਾਇਬ ਤਹਿਸੀਲਦਾਰ ਨੇ ਸਾਨੂੰ ਕੋਈ ਕੁਐਸਚਨ ਪੁੱਛਿਆ, ਸਾਨੂੰ ਕੋਈ ਉਹਨਾਂ ਨੇ ਪਰਸਨਲ ਜਾਂ ਕੁਐਸਚਨ ਪੁੱਛਿਆ, ਕੁਛ ਇਦਾਂ ਦਾ। ਉਹਦੇ ਨਾਲ ਉਹ ਤੁਹਾਡੇ ਨਾਲ ਇੱਕ ਅਟੈਚਮੈਂਟ ਜੀ ਫੀਲ ਕਰਦੇ ਹੈਗੇ ਆ। ਹੌਲੀ ਹੌਲੀ ਕਰਕੇ ਕੀ ਹੁੰਦਾ, ਤੁਹਾਨੂੰ ਵੀ ਲੋਕਾਂ ਦੀ ਸਮਝ ਆਉਣ ਲੱਗ ਜਾਂਦੀ ਹੈ। ਕਾਫੀ ਵਾਰ ਇਦਾਂ ਦੀ ਚੀਜ਼ ਹੁੰਦੀ ਹੈ ਕਿ ਡਾਕੂਮੈਂਟ ਦੇਖ ਆਪਣੇ ਕੰਮ ਦੇ ਰਿਲੇਟਿਡ ਵੀ ਉਸ ਦੇ ਵਿੱਚੋਂ ਕੁਝ ਨਿਕਲ ਆਉਂਦਾ ਹੈਗਾ। ਜਿਵੇਂ ਫੋਰ ਐਗਜ਼ਾਮਪਲ ਕਿ ਆਪਣੇ ਕੋਲ ਜਿਵੇਂ ਸਿਫਾਰਿਸ਼ ਵਾਲੇ ਕੇਸਿਸ ਕਾਫੀ ਆਉਂਦੇ ਆ, ਲੋਕ ਲਾਈਕ ਕੋਈ ਆਪਣੇ ਸੀਨੀਅਰ ਆਫੀਸਰ ਦੀ, ਕੋਈ ਪੋਲੀਟੀਕਲ ਬੰਦਿਆਂ ਦੀ ਕੋਈ ਵੀ ਸਿਫਾਰਿਸ਼ ਆ ਜਾਂਦੀ ਹੈ, ਤਾਂ ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਹੋ, ਪੁੱਛਗਿੱਛ ਕਰਦੇ ਹੋ, ਤਾਂ ਬੜੀ ਇੱਕ ਨਵੀਂ ਚੀਜ਼ ਨਿਕਲ ਕੇ ਆਉਂਦੀ ਹੈ ਉਸ ਦੇ ਵਿੱਚੋਂ ਕਿ ਉਹ ਬੰਦਾ ਮੋਸਟਲੀ ਮੇਰਾ ਕੀ ਹੈਗਾ ਕਿ ਜੇ ਕੋਈ ਬੰਦੇ ਨੇ ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਮੈਂ ਬਠਿੰਡਾ ਪੋਸਟਡ ਹੈ, ਉੱਥੇ ਸਾਡੇ 2 ਕੈਬਨਿਟ ਮਿਨਿਸਟਰ ਦਾ ਵੀ ਏਰੀਆ ਨੇ, ਰੈਵਨਿਊ ਮਿਨਿਸਟਰ ਨੇ, ਫਾਈਨਾਂਸ ਮਿਨਿਸਟਰ ਨੇ, ਤਾਂ ਕਾਫੀ ਲੋਕ ਉਹਨਾਂ ਦੇ ਥਰੂ ਆਉਂਦੇ ਹੈਗੇ ਸਾਡੇ ਕੋਲੇ। ਤਾਂ ਮੈਂ ਮੋਸਟਲੀ ਉਹਨਾਂ ਨੂੰ ਪੁੱਛਦਾ ਕਿ ਕਿੱਦਾਂ ਤੁਸੀਂ ਲਾਈਕ ਕਿੱਦਾਂ ਫਾਈਨਾਂਸ ਮੰਤਰੀ ਸਾਹਿਬ ਨੂੰ ਕਿੱਦਾਂ ਜਾਣਦੇ ਹੋ, ਕਿੱਦਾਂ ਤੁਸੀਂ ਉਹਨਾਂ ਦੇ PA ਨੂੰ ਜਾਣਦੇ ਹੋ, ਕਿੱਦਾਂ ਤੁਸੀਂ ਇਹ ਹੈ। ਤਾਂ ਉਹ ਲੋਕ ਬੜੇ ਖੁਸ਼ ਹੋ ਕੇ ਬੜੇ ਪ੍ਰਾਊਡਲੀ ਦੱਸਦੇ ਹੈਗੇ, ਅੱਛਾ ਜੀ ਅਸੀਂ ਤਾਂ ਉਹਨਾਂ ਦੇ ਵਰਕਰ ਹੈ ਜੀ। ਕੋਈ ਕਹਿੰਦਾ ਜੀ ਬਸ ਉਹ ਮਤਲਬ ਸਾਡੇ ਗੁਆਂਢੀ ਉਹਨਾਂ ਨੂੰ ਜਾਣਦਾ ਸੀ, ਗੁਆਂਢੀ ਨੇ ਫੋਨ ਕਰਵਾਤਾ। ਤਾਂ ਇੱਕ ਤਾਂ ਤੁਹਾਨੂੰ ਉਹਦੇ ਵਿੱਚ ਇਹ ਕਲੀਅਰ ਹੋ ਜਾਂਦਾ ਕਿ ਉਹ ਕਿਸ ਲੈਵਲ ਦੇ ਕਿੱਦਾਂ ਤੁਹਾਨੂੰ ਲਾਈਕ ਫੋਨ ਆਇਆ, ਕਿੰਨੇ ਕੁ ਤੁਸੀਂ ਉਸ ਨੂੰ ਸੀਰੀਅਸਲੀ ਲੈਣਾ ਹੈਗਾ। ਸੈਕੰਡਲੀ ਕਈ ਵਾਰੀ ਬੰਦਾ ਤੁਹਾਨੂੰ ਪਤਾ ਨਹੀਂ ਹੁੰਦਾ, ਉਹ ਬੰਦਾ ਕਾਫੀ ਲਾਈਕ ਸੀਨੀਅਰ ਰਿਹਾ ਹੁੰਦਾ। ਕਾਫੀ ਵਾਰੀ ਮੈਂ ਦੇਖਿਆ ਕਿ ਉਹ ਖੁਦ ਆ ਕੇ ਨਹੀਂ ਦੱਸਦੇ, ਆਪਾਂ ਉਹਨਾਂ ਨੂੰ ਪੁੱਛਦੇ ਹਾਂ, ਉਹ ਰਿਟਾਇਰਡ ਪਰਸਨ ਲੱਗ ਰਹੇ ਹੁੰਦੇ, ਪਰ ਬੰਦਾ ਬੜੀ ਸੀਨੀਅਰ ਪੋਸਟ ਤੋਂ ਰਿਟਾਇਰ ਹੋਇਆ ਹੁੰਦਾ। ਕਾਫੀ ਲਾਈਕ ਆਪਣੇ ਜਿਹੜੇ ਹੈਗੇ ਆ ਆਰਮੀ ਤੋਂ ਰਿਟਾਇਰਡ ਹੁੰਦੇ ਹੈਗੇ ਆ, ਕੁਝ ਆਪਣੇ ਈਵਨ ਸੈਂਟਰਲ ਸਰਵਿਸਿਜ਼ ਤੋਂ ਰਿਟਾਇਰਡ ਹੁੰਦੇ ਆ। ਤਾਂ ਉਹਨਾਂ ਨੂੰ ਤੁਸੀਂ ਪੁੱਛਦੇ ਹੋ, ਕੁਝ ਨਵੀਂ ਚੀਜ਼ ਨਿਕਲ ਕੇ ਆਉਂਦੀ ਹੈਗੀ ਹੈ, ਤਾਂ ਉਹਨਾਂ ਨੂੰ ਮੇਰੇ ਅਕੋਰਡਿੰਗਲੀ ਉਹਨਾਂ ਨੂੰ ਪੁੱਛਣਾ ਚਾਹੀਦਾ ਇੱਕ ਦੋ ਕੁਐਸਚਨ, ਜਿੰਨਾ ਵੀ ਤੁਹਾਡੇ ਕੋਲ ਟਾਈਮ ਹੋਵੇ। ਫਿਰ ਇਹ ਆਉਂਦਾ ਹੈ ਕਿ ਆਪਣੇ ਆਫਿਸਿਸ ਦੇ ਵਿੱਚ ਜਿਵੇਂ ਕਰਟਸੀ ਸੇਕ ਆਪਾਂ ਕਿਸੇ ਨੂੰ ਚਾਹ ਪਿਲਾਣੀ ਹੈ, ਪਾਣੀ ਪਿਲਾਣਾ ਹੈ, ਕਿਸੇ ਨੂੰ ਬਿਠਾਣਾ ਹੈਗਾ, ਮੋਸਟਲੀ ਆਪਾਂ ਬੜੇ ਬਿਜ਼ੀ ਰਹਿੰਦੇ ਹੈਗੇ ਆ, ਕਾਫੀ ਟਾਈਮ ਨਹੀਂ ਹੁੰਦਾ ਇਦਾਂ ਗੱਲਬਾਤ ਕਰਨ ਦਾ, ਟਾਈਮ ਨਹੀਂ ਹੁੰਦਾ ਕਿਸੇ ਨਾਲ ਬੈਠ ਕੇ ਚਾਹ ਪੀਣ ਦਾ, ਕਈ ਵਾਰ ਬਿਠਾਉਣ ਦੀ ਜਗ੍ਹਾ ਵੀ ਨਹੀਂ ਹੁੰਦੀ ਹੈਗੀ, ਰੂਮਸ ਵੀ ਨਹੀਂ ਹੁੰਦੇ ਹੈਗੇ ਆਪਣੇ ਕੋਲ ਅਵੇਲੇਬਲ। ਬਟ ਫਿਰ ਵੀ ਜਿੰਨਾ ਵੀ ਤੁਸੀਂ ਕਰ ਸਕਦੇ ਹੈਗੇ ਹੋ, ਜਿੱਦਾਂ ਫੋਰ ਐਗਜ਼ਾਮਪਲ ਮੈਂ ਪਰਸਨਲੀ ਕੀ ਕਰਦਾ ਕਿ ਅਸੀਂ 2-3 ਜਗ੍ਹਾ ਦੇਖ ਲੈਂਦੇ ਹੈਗੇ ਆ ਕਿ ਜਿੱਥੇ ਜਿੱਥੇ ਬੰਦੇ ਬਿਠਾਏ ਜਾ ਸਕਦੇ ਹੈਗੇ ਆ। ਜਿਵੇਂ ਇੱਕ ਵੇਟਿੰਗ ਏਰੀਆ ਹੀ ਹੋ ਗਿਆ, ਇੱਕ ਆਪਣਾ ਜਿਵੇਂ ਰਿਟਾਇਰਿੰਗ ਰੂਮ ਹੋ ਗਿਆ, ਜਾਂ ਇੱਕ ਕੋਰਟਸ ਜਿੱਦਾਂ ਆਪਣੀਆਂ ਹੁੰਦੀਆਂ ਹੈਗੀਆਂ, ਜਾਂ ਕੋਈ ਆਪਣਾ ਮੀਟਿੰਗ ਹਾਲ ਹੁੰਦਾ ਹੈਗਾ। ਤਾਂ ਉਸ ਦੇ ਵਿੱਚ ਅਸੀਂ ਮੋਸਟਲੀ ਇਦਾਂ ਕਰਦੇ ਹਾਂ ਕਿ ਜੇ ਕੋਈ ਬੰਦਾ ਆਉਂਦਾ ਹੈਗਾ,
ਕਾਫੀ ਬੰਦਿਆਂ ਨੂੰ ਤਾਂ ਆਪਾਂ ਜਸਟ ਪੁੱਛ ਲੈਂਦੇ ਹਾਂ ਕਿ ਹੋਰ ਜੀ ਕੋਈ ਚਾਹ ਪਾਣੀ ਲਾਉਂਗੇ, ਕੁਛ ਲਾਉਂਗੇ, ਮੋਸਟਲੀ ਬੰਦੇ ਮਨਾ ਹੀ ਕਰ ਦਿੰਦੇ ਤੇ ਆਪਾਂ ਵੀ ਜਸਟ ਕਟਸੀ ਸੇ ਕੀ ਪੁੱਛ ਰਹੇ ਹੁੰਦੇ ਆ ਉਹਨਾਂ ਨੂੰ। ਤਾਂ ਬਸ ਉਹਨਾਂ ਨੂੰ ਪੁੱਛਣਾ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਪੁਆਇੰਟ ਹੈ, ਕਿਉਂਕਿ ਉਹ ਐਟਲੀਸਟ ਇਹ ਫੀਲ ਕਰਦੇ ਕਿ ਐਟਲੀਸਟ ਉਹਨਾਂ ਨੂੰ ਪੁੱਛੇ। ਫਿਰ ਇੱਕ ਜਿਹੜਾ ਹੈ, ਜਿੱਦਾਂ ਹੁਣ ਜੇ ਆਪਾਂ ਕਿਸੇ ਨੂੰ ਪਾਣੀ ਵੀ ਪਿਲਾ ਦਿੰਦੇ, ਇੱਕ ਬੰਦਾ ਆਂਦਾ ਆਪਾਂ ਉਸ ਨੂੰ ਕੁਝ, ਇੱਕ ਪਾਸੇ ਤਾਂ ਇਦਾਂ ਹੈ ਵੀ ਉਹ ਆਪਾਂ ਉਸ ਨੂੰ ਕੁਝ ਪੁੱਛਿਆ ਹੀ ਨਹੀਂ, ਉਸ ਦਾ ਕੰਮ ਕਰਤਾ, ਭਾਵੇਂ ਆਪਾਂ ਉਸ ਦਾ ਕੰਮ ਕਰਕੇ ਭੇਜ ਵੀ ਦਿੱਤਾ। ਇੱਕ ਪਾਸੇ ਤਾਂ ਆਪਣੇ ਕੋਲ ਇਹ ਆਪਸ਼ਨ ਹੈ। ਦੂਸਰੀ ਆਪਸ਼ਨ ਆਪਣੇ ਕੋਲ ਇਹ ਹੈ ਕਿ ਆਪਾਂ ਉਹਨਾਂ ਨੂੰ ਐਟਲੀਸਟ ਕੁਛ ਨਾ ਕੁਛ ਪੁੱਛ ਲਿਆ ਕਿ ਅੱਛਾ ਜੀ ਕਿਵੇਂ ਆਏ ਤੁਸੀਂ, ਕਿੱਥੋਂ ਆਏ, ਕੀ ਕਰਦੇ ਹੋ, ਇਦਾਂ ਦਾ ਕੁਐਸਚਨ ਪੁੱਛ ਲਿਆ। ਫਿਰ ਉਹਨਾਂ ਨੂੰ ਪੁੱਛ ਲਿਆ ਕਿ ਹੋਰ ਕੋਈ ਚਾਹ ਪਾਣੀ ਲਾਉਂਗੇ। ਜੇ ਉਹਨਾਂ ਨੇ ਨਹੀਂ ਵੀ ਲਿਆ ਤਾਂ ਵੀ ਕੋਈ ਗੱਲ ਨਹੀਂ, ਬਟ ਉਹ ਬੰਦਾ ਅੱਛਾ ਫੀਲ ਕਰੇਗਾ ਕਿ ਮੈਨੂੰ ਐਟਲੀਸਟ ਮੇਰੀ ਪੁੱਛਗਿੱਛ ਹੋਗੀ। ਫਿਰ ਜੇ ਤੁਸੀਂ ਉਹਨੂੰ ਪਾਣੀ ਪਿਲਾ ਵੀ ਦਓਗੇ ਤਾਂ ਉਹ ਬੜਾ ਅੱਛਾ ਫੀਲ ਕਰੇਗਾ। ਪਾਣੀ ਮਤਲਬ ਇੱਕ ਇਹ ਆਉਂਦਾ ਹੈ ਕਿ ਮੈਂ ਕਾਫੀ ਆਫੀਸਰ ਤੋਂ ਸੁਣਿਆ ਕਿ ਆਪਾਂ ਨੂੰ ਕਿਸੇ ਨੂੰ ਚਾਹ ਨਹੀਂ ਪਿਲਾਣੀ ਚਾਹੀਦੀ, ਕਿ ਇਹ ਆਪਣੇ ਅਗੇਂਸਟ ਜਾਂਦੀ ਹੈ। ਮੈਂ ਪਰਸਨਲੀ ਆਪਦੇ ਤੇ ਲਗਾ ਕੇ ਗੱਲ ਇਹ ਸੋਚੀ ਤਾਂ ਮੈਨੂੰ ਇਹ ਲੱਗਿਆ ਕਿ ਜੇ ਮੈਂ ਕਿਤੇ ਵੀ ਜਾਵਾਂ, ਮੈਨੂੰ ਕੋਈ ਮੇਰੇ ਤੋਂ ਸੀਨੀਅਰ ਆਫੀਸਰ ਹੋਵੇ ਚਾਹੀਦੀ, ਮਤਲਬ ਮੈਂ ਚਾਹੂੰਗਾ ਕਿ ਉਹ ਮੈਨੂੰ ਆਫਰ ਕਰੇ ਐਟਲੀਸਟ, ਕਿਉਂਕਿ ਜਦੋਂ ਬੰਦਾ ਆਪਣੀ ਫੈਮਿਲੀ ਨਾਲ ਜਾਂਦਾ ਹੈ, ਮੋਸਟਲੀ ਕੋਈ ਜਿੱਦਾਂ ਰਜਿਸਟ੍ਰੇਸ਼ਨ ਲਈ ਜਦੋਂ ਕੋਈ ਬੰਦਾ ਆਉਂਦਾ ਤਾਂ ਉਹ ਆਪਦੇ ਰਿਸ਼ਤੇਦਾਰਾਂ ਨਾਲ, ਆਪਦੀ ਫੈਮਿਲੀ ਦੇ ਨਾਲ ਆਇਆ ਹੁੰਦਾ, ਤਾਂ ਉਹ ਐਕਸਪੈਕਟ ਕਰਦਾ ਹੁੰਦਾ, ਜਾਂ ਜੇ ਨਹੀਂ ਵੀ ਕਰਦਾ ਤਾਂ ਜੇ ਆਪਾਂ ਉਹਨੂੰ ਆਫਰ ਕਰਾਂਗੇ ਤਾਂ ਉਹ ਬੰਦਾ ਅੱਛਾ ਫੀਲ ਕਰੂਗਾ। ਇਸ ਕਰਕੇ ਮੈਂ ਆਪਦੇ ਵੱਲੋਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਕਿ ਮੈਂ ਜਿੰਨਾ ਵੀ ਮੇਰੇ ਕੋਲ ਟਾਈਮ ਹੋਵੇ, ਜਿੰਨੇ ਵੀ ਰਿਸੋਰਸਿਸ ਹੋਣ, ਆਪਾਂ ਵੱਧ ਤੋਂ ਵੱਧ ਬੰਦੇ ਉਹਦੇ ਵਿੱਚ ਅੱਛਾ ਫੀਲ ਕਰਨ। ਅਸੀਂ ਉਸ ਦੇ ਵਿੱਚ ਕੀ ਕਰਦੇ ਹਾਂ ਕਿ ਇੱਕ ਤਾਂ ਪਾਣੀ ਜਿੱਦਾਂ ਹੈ, ਤਾਂ ਅਸੀਂ ਮੋਸਟਲੀ ਬੋਟਲਡ ਵਾਟਰ ਰੱਖਦੇ ਹੈਗੇ ਆ, ਤਾਂ ਕੋਈ ਬਹੁਤਾ ਕੋਸਟਲੀ ਨਹੀਂ ਪੈਂਦਾ। 6 ਰੁਪਏ ਦੀ ਬੋਟਲ ਹੁੰਦੀ ਹੈ ਬਿਸਲੇਰੀ ਦੀ, 250 ml ਦੀ, ਤਾਂ ਹਾਰਡਲੀ ਇੱਕ ਦਿਨ ਦੇ ਵਿੱਚ ਇੱਕ ਡੱਬਾ ਜਾਂ 2 ਡੱਬੇ ਹੀ ਲੱਗਦੇ ਹੈਗੇ, 120 ਰੁਪਏ ਦਾ ਡੱਬਾ ਪੈਂਦਾ। ਤਾਂ ਮਤਲਬ ਉਹ ਬਹੁਤਾ ਕੋਸਟਲੀ ਨਹੀਂ ਹੈ, ਬਟ ਉਹ ਬੜਾ ਅੱਛਾ ਫੀਲਿੰਗ ਜਿਹੜੀ ਹੈ, ਅੱਛੀ ਇਦਾਂ ਆਓ ਭਗਤ ਲੋਕ ਫੀਲ ਕਰਦੇ ਆ ਉਸ ਦੇ ਨਾਲ। ਤੁਸੀਂ ਉਹ ਬੋਟਲਡ ਵਾਟਰ ਆਫਰ ਕਰ ਸਕਦੇ ਹੋ ਉਹਨਾਂ ਨੂੰ। ਸੈਕੰਡਲੀ ਉਹਨਾਂ ਨੂੰ ਤੁਸੀਂ ਜੇ ਤੁਹਾਡੇ ਕੋਲ ਖੁਦ ਕੋਲ ਟਾਈਮ ਨਹੀਂ ਵੀ ਹੈ, ਉਹਨਾਂ ਨੂੰ ਕਿਸੇ ਕਿਤੇ ਬਿਠਾ ਕੇ ਉਹਨਾਂ ਦੇ ਲਈ ਚਾਹ ਭੇਜ ਸਕਦੇ ਹੋ, ਕੌਫੀ ਭੇਜ ਸਕਦੇ ਹੋ, ਗ੍ਰੀਨ ਟੀ ਭੇਜ ਸਕਦੇ ਹੋ। ਅਸੀਂ ਮੋਸਟਲੀ 3 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹੁੰਦੇ ਆ ਬੰਦੇ, ਕਿ ਕਈ ਬੰਦੇ ਰੂਟੀਨ ਦੇ ਵਿੱਚ ਜਿਵੇਂ ਆਉਣ ਵਾਲੇ ਆ, ਉਹਨਾਂ ਨੂੰ ਅਸੀਂ ਪਾਣੀ ਪਿਲਾਤਾ ਉਹਨਾਂ ਵੀ ਬਹੁਤ ਹੈ, ਜਾਂ ਫਿਰ ਅਲੱਗ ਤੋਂ ਬਿਠਾ ਕੇ ਚਾਹ ਪਿਲਾਤੀ ਉਹਨਾਂ ਵੀ ਬਹੁਤ ਹੈ, ਜਾਂ ਫਿਰ ਕਈ ਵਾਰ ਅਸੀਂ ਇਹ ਕਰਦੇ ਹਾਂ ਕਿ ਆਪ ਬੈਠ ਕੇ ਪੀਣ, ਬੰਦਾ ਸੀਨੀਅਰ ਹੁੰਦਾ ਜਾਂ ਇਦਾਂ ਦਾ ਹੁੰਦਾ ਕਿ ਆਪਾਂ ਉਹਨੂੰ ਚਾਹ ਕੋਲ ਬੈਠ ਕੇ ਪਿਲਾਉਣਾ ਚਾਹੁੰਦੇ ਹੁੰਦੇ ਆ। ਫਿਰ ਉਸ ਕੇਸ ਦੇ ਵਿੱਚ ਅਸੀਂ ਇਹ ਕਰਦੇ ਹਾਂ ਕਿ ਉਹ ਕਲਾਸ 4 ਨੂੰ ਕਹਿ ਦਿੰਦੇ ਆ ਕਿ ਇਹਨਾਂ ਨੂੰ ਉਸ ਕਮਰੇ ਦੇ ਵਿੱਚ ਬਿਠਾ ਲਓ, ਜਦੋਂ ਚਾਹ ਆ ਗਈ ਉਦੋਂ ਮੈਨੂੰ ਬੁਲਾ ਲਿਓ। ਤਾਂ ਜਦੋਂ ਚਾਹ ਆ ਜਾਂਦੀ ਆਪਾਂ ਉਦੋਂ ਉੱਠ ਕੇ ਚਲੇ ਜਾਂਦੇ ਆ, 5 ਮਿੰਟ ਹਾਰਡਲੀ ਲੱਗਦੇ ਹੈਗੇ, ਤਾਂ ਉਹਦੇ ਵਿੱਚ ਆਪਾਂ ਵਾਪਿਸ ਆ ਕੇ ਫਿਰ ਆਪਣਾ ਕੰਮ ਕੰਟੀਨਿਊ ਕਰ ਸਕਦੇ। ਬਟ ਇਸ ਦੇ ਵਿੱਚ ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਜਿੰਨਾ ਤੁਸੀਂ ਲੋਕਾਂ ਨੂੰ ਮਤਲਬ ਅੱਛੇ ਢੰਗ ਨਾਲ ਟਰੀਟ ਕਰ ਸਕੋ ਉਨਾ ਅੱਛਾ ਹੈ। ਚਾਹੇ ਦੀ ਇਦਾਂ ਨਹੀਂ ਹੈ ਕਿ ਤੁਸੀਂ ਉਹਦੀ ਸਿਫਾਰਿਸ਼ ਆਈ ਹੈ ਇਸ ਕਰਕੇ ਤੁਸੀਂ ਅੱਛਾ ਟਰੀਟ ਕਰਨਾ, ਇਸ ਕਰਕੇ ਵੀ ਨਹੀਂ ਕਿ ਤੁਸੀਂ ਉਹਨਾਂ ਤੋਂ ਕੋਈ ਕੰਮ ਲੈਣਾ ਹੈ ਇਸ ਕਰਕੇ ਅੱਛਾ ਟਰੀਟ ਕਰਨਾ, ਸਿਰਫ ਇਸ ਕਰਕੇ ਕਿਉਂਕਿ ਉਹ ਆਏ ਨੇ ਤੁਹਾਡੇ ਆਫਿਸ ਦੇ ਵਿੱਚ, ਤੇ ਇਹ ਤੁਹਾਡੀ ਮੋਰਲ ਰਿਸਪੌਂਸਿਬਿਲਟੀ ਹੈ ਕਿ ਆਪਾਂ ਉਹਨਾਂ ਨੂੰ ਅੱਛਾ ਟਰੀਟ ਕਰੀਏ। ਤੇ ਇਸ ਦੇ ਨਾਲ ਆਪਾਂ ਨੂੰ ਇੱਕ ਇੰਟਰਨਲ ਸੈਟੀਸਫੈਕਸ਼ਨ ਮਿਲਦੀ ਹੈ। ਜਦੋਂ ਬੰਦਾ ਜਾਂਦਾ ਹੈ ਤਾਂ ਉਹ ਥੈਂਕਸ ਕਹਿ ਕੇ ਜਾਂਦਾ ਹੈ, ਤਾਂ ਇੱਕ ਥੈਂਕਸ ਕਹਿਣ ਦੇ ਵਿੱਚ ਵੀ ਫਰਕ ਹੁੰਦਾ ਹੈ। ਇੱਕ ਬੰਦਾ ਆਇਆ, ਤੁਸੀਂ ਉਹਦਾ ਕੰਮ ਕਰਤਾ, ਉਹਨੇ ਰੂਟੀਨ ਦੇ ਵਿੱਚ ਹੀ, ਤੁਸੀਂ ਉਵੇਂ ਹੀ ਰੂਟੀਨ 'ਚ ਕੰਮ ਕਰਤਾ, ਰੂਟੀਨ 'ਚ ਹੀ ਉਹਨੇ ਥੈਂਕਸ ਕਹਿਤਾ ਤੇ ਉਹ ਚਲਾ ਗਿਆ। ਇੱਕ ਤੁਸੀਂ ਜਿੰਨਾ ਤੁਹਾਨੂੰ ਤੁਹਾਡੇ ਤੋਂ ਐਕਸਪੈਕਟਿਡ ਹੈ, ਤੁਸੀਂ ਉਸ ਤੋਂ ਵੱਧ ਕੇ ਇੱਕ ਸਟੈਪ ਕੰਮ ਕੀਤਾ, ਉਹ ਫਿਰ ਬੰਦਾ ਜਦੋਂ ਮਿਲ ਕੇ ਵੀ ਜਾਂਦਾ ਤਾਂ ਉਹਦੀ ਇਮੇਜ ਇੱਕ ਚੇਂਜ ਹੁੰਦੀ ਹੈ ਕਿ ਪਬਲਿਕ ਆਫਿਸਿਸ ਦੇ ਪ੍ਰਤੀ। ਕਾਫੀ ਬੰਦੇ ਤੁਹਾਨੂੰ ਕਹਿ ਕੇ ਵੀ ਜਾਂਦੇ ਆ ਕਿ ਅਸੀਂ ਐਕਸਪੈਕਟ ਕੀਤਾ ਸੀ ਕਿ ਬੜੀ ਖੱਜਲ ਖਵਾਰੀ ਹੋਊਗੀ, ਬਟ ਅਸੀਂ ਇੱਥੇ ਆਏ ਤੇ ਸਾਨੂੰ ਬੜਾ ਵਧੀਆ ਫੀਲ ਹੋਇਆ। ਤਾਂ ਉਹ ਉਦਾਂ ਦੇ ਜਦੋਂ ਤੁਹਾਨੂੰ ਕੰਪਲੀਮੈਂਟਸ ਮਿਲਦੇ ਹੈਗੇ ਆ ਤਾਂ ਬੜਾ ਅੱਛਾ ਫੀਲ ਹੁੰਦਾ, ਸੈਟੀਸਫੈਕਟਰੀ ਫੀਲ ਹੁੰਦਾ ਹੈਗਾ। ਤੇ ਕਾਫੀ ਲੋਕ ਉਦਾਂ ਦੀਆਂ ਕੰਡੀਸ਼ਨ 'ਚ ਨਾ ਕੰਪਰੋਮਾਈਜ਼ ਵੀ ਕਰ ਲੈਂਦੇ ਹੈਗੇ, ਕਿਉਂਕਿ ਅਸੀਂ ਇਹ ਦੇਖਿਆ ਹੈਗਾ ਕਿ ਕਾਫੀ ਵਾਰੀ ਸਾਈਟ ਸਾਡੀ ਨਹੀਂ ਚੱਲ ਰਹੀ ਹੁੰਦੀ, ਲੋਕ ਬੜੇ 3-3 ਘੰਟੇ ਵੇਟ ਕਰ ਰਹੇ ਹੁੰਦੇ ਆ, ਕਈ ਵਾਰੀ ਵਾਪਸ ਵੀ ਮੁੜਨਾ ਪੈਂਦਾ ਲੋਕਾਂ ਨੂੰ। ਲੋਕ ਚੰਡੀਗੜ੍ਹ ਤੋਂ ਆਏ ਹੁੰਦੇ ਆ, ਦਿੱਲੀ ਤੋਂ ਵੀ ਆਏ ਹੁੰਦੇ ਹੈਗੇ, ਲੋਕਾਂ ਦਾ ਕੰਮ ਉਦੋਂ ਨਹੀਂ ਹੋ ਪਾਉਂਦਾ ਕਿਸੇ ਨਾ ਕਿਸੇ ਕਾਰਨ ਕਰਕੇ। ਬਟ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕੀਤਾ ਹੋਇਆ ਹੁੰਦਾ, ਜੇ ਤੁਸੀਂ ਉਹਨਾਂ ਦੇ ਬੈਠਣ ਦਾ ਠੀਕ ਪ੍ਰਬੰਧ ਹੈਗਾ, ਵੇਟਿੰਗ ਏਰੀਆ ਠੀਕ ਹੈਗਾ, ਤੁਸੀਂ ਉਹਨਾਂ ਨਾਲ ਅੱਛੇ ਢੰਗ ਨਾਲ ਗੱਲ ਕਰ ਰਹੇ ਹੋ, ਤੁਹਾਡਾ ਸਟਾਫ ਉਹਨਾਂ ਨਾਲ ਅੱਛੇ ਢੰਗ ਨਾਲ ਗੱਲ ਕਰ ਰਿਹਾ, ਤੁਸੀਂ ਉਹਨਾਂ ਨੂੰ ਚਾਹ ਪਾਣੀ ਵੀ ਆਫਰ ਕਰ ਰਹੇ ਹੋ, ਤਾਂ ਉਹ ਬੰਦੇ ਮੰਨ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਨਹੀਂ, ਮਤਲਬ ਇੰਨਾ ਇੰਟੈਂਸ਼ਨਲੀ ਸਾਨੂੰ ਇਹ ਤੰਗ ਨਹੀਂ ਕਰ ਰਹੇ ਹੈਗੇ, ਇਹਨਾਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਹੋਣੀ ਹੈ, ਤਾਂ ਉਹ ਬੰਦੇ ਤੁਹਾਡੀ ਗੱਲ ਮੰਨ ਲੈਂਦੇ ਆ, ਤੁਹਾਡਾ ਕੰਮ ਬੜਾ ਸੌਖਾ ਹੋ ਜਾਂਦਾ। ਤਾਂ ਇਸ ਕਰਕੇ ਜਿਹੜੀ ਪਬਲਿਕ
ਡੀਲਿੰਗ ਹੈ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਚੀਜ਼ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਹੈ। ਇੱਕ ਵੇਟਿੰਗ ਏਰੀਆ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ, ਆਪਣੇ ਲੋਅਰ ਸਟਾਫ ਨੂੰ ਸੈਂਸਿਟਾਈਜ਼ ਕਰਨਾ ਚਾਹੀਦਾ ਹੈ। ਈਵਨ ਜਿਹੜੇ ਬਾਹਰ ਵਾਲਾ ਸਟਾਫ ਜਿਵੇਂ ਡੀਡ ਰਾਈਟਰ ਤੇ ਐਡਵੋਕੇਟਸ ਨੇ, ਉਹਨਾਂ ਨੂੰ ਵੀ ਇਸ ਬਾਰੇ ਸੈਂਸਿਟਾਈਜ਼ ਕਰਨਾ ਚਾਹੀਦਾ ਕਿ ਜਿਹੜੇ ਵੀ ਬੰਦੇ ਆਉਂਦੇ ਆ ਉਹਨਾਂ ਦੀ ਕੋਈ ਖੱਜਲ ਖੁਆਰੀ ਨਾ ਹੋਵੇ। ਤੁਸੀਂ ਉਹਨਾਂ ਨੂੰ ਮਤਲਬ ਚਾਹ ਜਾਂ ਪਾਣੀ ਜਿਹੜਾ ਵੀ ਕੁਝ ਆਫਰ ਕਰ ਸਕਦੇ ਹੋ ਆਪਣੇ ਟਾਈਮ ਜਾਂ ਰਿਸੋਰਸਿਸ ਦੇ ਅਕੋਰਡਿੰਗਲੀ, ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ, ਜਿੰਨਾ ਤੁਸੀਂ ਉਹਨਾਂ ਦੇ ਲਈ ਕੰਮ ਨੂੰ ਸਮੂਥਨ ਕਰ ਸਕੋ। ਜੇ ਕਿਸੇ ਬੰਦੇ ਨੇ ਜਾਣਾ ਹੈ, ਜਿਵੇਂ ਰਜਿਸਟਰੀਆਂ ਸਾਈਨ ਕਰਨ ਦਾ ਹੁੰਦਾ, ਮੋਸਟਲੀ 1 ਜਾਂ 2 ਦਿਨ ਡਿਲੇਡ ਹੁੰਦੀਆਂ ਰਜਿਸਟਰੀਆਂ ਸਾਈਨ ਕਰਨ ਦਾ ਕੰਮ। ਬਟ ਜੇ ਤੁਸੀਂ ਕਿਵੇਂ ਨਾ ਕਿਵੇਂ ਜਿਹੜੇ ਬੰਦਿਆਂ ਨੇ ਕਿਤੇ ਦੂਰ ਜਾਣਾ ਹੈ, ਜੇ ਕਿਸੇ ਬੰਦੇ ਨੇ ਕੋਈ ਬੈਂਕ ਤੋਂ ਲੋਨ ਲਿਆ ਹੋਵੇ, ਤਾਂ ਉਸ ਦੇ ਲਈ ਕਿਵੇਂ ਨਾ ਕਿਵੇਂ ਜਲਦੀ ਉਸ ਨੂੰ ਕਰ ਦਿਓ, ਤਾਂ ਸੇਮ ਡੇ ਤੁਸੀਂ ਉਹਨਾਂ ਨੂੰ ਜੇ ਸਾਈਨ ਕਰਕੇ ਡਿਲੀਵਰ ਕਰ ਸਕੋ ਤਾਂ ਉਹਨਾਂ ਨਾਲ ਉਹਨਾਂ ਦੀ ਖੱਜਲ ਖੁਆਰੀ ਵੱਧ ਜਾਂਦੀ ਹੈ। ਦੂਜੀ ਵਾਰ ਉਹਨੂੰ ਬੰਦੇ ਨੂੰ ਨਹੀਂ ਆਉਣਾ ਪੈਂਦਾ ਤੁਹਾਡੇ ਆਫਿਸ ਦੇ ਵਿੱਚ, ਤਾਂ ਉਹ ਬੰਦਾ ਉਸ ਨੂੰ ਐਪਰੀਸ਼ੀਏਟ ਕਰਦਾ ਹੈਗਾ, ਤੁਹਾਨੂੰ ਵੀ ਅੱਛਾ ਫੀਲ ਹੁੰਦਾ ਹੈਗਾ। ਇਹ ਜਿੱਦਾਂ ਸੀ ਸਿਰਫ ਜਿਹੜਾ ਪਬਲਿਕ ਜਿਹੜੀ ਆਪਣੇ ਕੋਲੇ ਆਂਦੀ ਹੈਗੀ ਹੈ, ਜਿਹੜਾ ਇੱਕ ਪਾਰਟ ਹੈ, ਜਿਹੜਾ ਇੱਕ ਮੇਜਰ ਪਾਰਟ ਹੈ ਆਪਣਾ ਪਬਲਿਕ ਡੀਲਿੰਗ ਦਾ, ਕਿ ਆਪਾਂ ਲੋਕਾਂ ਨਾਲ ਜਿਹੜਾ ਇੰਟਰੈਕਟ ਕਰਦੇ ਹਾਂ। ਸੈਕੰਡ ਪਾਰਟ ਜੇ ਆਪਾਂ ਪਬਲਿਕ ਡੀਲਿੰਗ ਦਾ ਲਗਾ ਕੇ ਚੱਲੀਏ ਤਾਂ ਉਹ ਆਪਣਾ ਆਪਣੇ ਹੀ ਲੋਅਰ ਸਟਾਫ ਨਾਲ ਹੈ। ਲੋਅਰ ਸਟਾਫ ਜਿਹਦੇ ਵਿੱਚ ਆਪਣੇ ਪਟਵਾਰੀਜ਼, ਕਾਨਗੋਸ, ਆਪਣਾ ਕਲੈਰੀਕਲ ਸਟਾਫ, ਆਰਸੀਜ਼, ਸਾਰੇ ਕੰਪਿਊਟਰ ਆਪਰੇਟਰਸ, ਏਐਸਐਮ, ਜਿਹੜੇ ਆਪਣੇ ਸੇਵਾ ਕੇਂਦਰ ਦਾ ਸਟਾਫ ਵੀ ਲਗਾ ਲਓ, ਫਰਦ ਕੇਂਦਰ ਵਾਲਾ ਸਟਾਫ ਵੀ ਲਗਾ ਲਓ, ਈਵਨ ਤੁਸੀਂ ਆਪਣੀ ਡੀਡ ਰਾਈਟਰਸ ਲਗਾ ਲਓ, ਐਡਵੋਕੇਟਸ ਲਗਾ ਲਓ, ਕਿ ਜਿਹੜੇ ਬੰਦੇ ਤੁਹਾਡੇ ਉੱਤੇ ਡਿਪੈਂਡੈਂਟ ਨਹੀਂ ਜਾਂ ਤੁਸੀਂ ਉਹਨਾਂ ਤੋਂ ਸੀਨੀਅਰ ਹੈਗੇ ਹੋ। ਹੁਣ ਉਹਨਾਂ ਦੇ ਪ੍ਰਤੀ ਵੀ ਕਈ ਤਰੀਕੇ ਹੈਗੇ ਆ ਡੀਲ ਕਰਨ ਦੇ। ਕਾਫੀ ਲੋਕ ਕਹਿੰਦੇ ਹੈਗੇ ਉਹਨਾਂ ਨੂੰ ਮਤਲਬ ਦਬਾ ਕੇ ਰੱਖੋ, ਉਹਨਾਂ ਤੇ ਕੁਝ ਇੰਪ੍ਰੈਸ਼ਨ ਇਦਾਂ ਦਾ ਬਣਾ ਕੇ ਰੱਖੋ, ਡਰ ਕ੍ਰੀਏਟ ਕਰਕੇ ਰੱਖੋ, ਫਿਰ ਤੁਸੀਂ ਉਹਨਾਂ ਤੋਂ ਕੰਮ ਕਰਵਾ ਸਕਦੇ ਹੋ। ਜਿੱਦਾਂ ਹੁਣ ਕੰਮ ਕਰਵਾਉਣਾ ਹੈ ਆਪਣਾ, ਉੱਥੇ ਕੰਮ ਉਹਨਾਂ ਤੋਂ, ਜਿੱਦਾਂ ਪਬਲਿਕ ਦੇ ਵਿੱਚ ਆਪਾਂ ਉਹਨਾਂ ਦਾ ਕੰਮ ਕਰਨਾ ਸੀ, ਤਾਂ ਆਪਣਾ ਜਿਹੜਾ ਲੋਅਰ ਸਟਾਫ ਹੈ ਉਹਨਾਂ ਤੋਂ ਆਪਣਾ ਕੰਮ ਇੱਥੇ ਹੈਗਾ ਕਰਵਾਉਣਾ, ਕਿ ਕਿਸ ਤਰ੍ਹਾਂ ਆਪਾਂ ਉਹਨਾਂ ਨਾਲ ਤੋਂ ਕੰਮ ਕਰਵਾ ਸਕਦੇ ਹਾਂ ਤਾਂ ਕਿ ਉਹ ਅੱਛੇ ਢੰਗ ਨਾਲ ਕੰਮ ਕਰਨ, ਮੋਟੀਵੇਟਿਡ ਵੀ ਰਹਿਣ, ਖੁਸ਼ ਵੀ ਰਹਿਣ, ਟਾਈਮਲੀ ਕੰਮ ਕਰਦੇ ਰਹਿਣ। ਹੁਣ ਇੱਕ ਜਿੱਦਾਂ ਸਤਿੰਦਰ ਸਰਤਾਜ ਦਾ ਸੌਂਗ ਹੈ ਕਿ ਉਹਦੇ ਵਿੱਚ ਆਉਂਦਾ ਕਿ 4 ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸ਼ੌਂਕ ਨਾਲ, ਪਿਆਰ ਨਾਲ, ਲਾਲਚ ਤੇ ਡੰਡੇ ਨਾਲ। ਤਾਂ ਹੁਣ ਇਹਦੇ ਵਿੱਚ ਇਹੀ ਹੈ ਕਿ ਆਪਾਂ ਇਹਨਾਂ 4 ਚੀਜ਼ਾਂ ਤੇ ਕੰਮ ਕਰੀਏ ਜੇ ਆਪਾਂ ਕਿਸੇ ਤੋਂ ਕੰਮ ਕਰਵਾਉਣਾ ਹੈਗਾ। ਡੰਡਾ ਹੈਗੀ ਹੈ ਆਪਸ਼ਨ, ਬਟ ਉਹ ਲਾਸਟ ਆਪਸ਼ਨ ਹੋਣੀ ਚਾਹੀਦੀ ਹੈਗੀ ਹੈ, ਪਹਿਲੀ ਆਪਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਸ਼ੌਂਕ ਦਾ ਮਤਲਬ ਇਹ ਹੈ ਕਿ ਹਰ ਇੱਕ ਬੰਦੇ ਨੂੰ ਇੱਕ ਪਾਰਟਿਕੂਲਰ ਕੰਮ ਕਰਨ ਦੇ ਵਿੱਚ ਇੰਟਰਸਟ ਹੁੰਦਾ ਹੈਗਾ। ਆਪਾਂ ਐਜ਼ ਅ ਤਹਿਸੀਲਦਾਰ ਆਪਣੇ ਕੋਲ ਆਪਸ਼ਨ ਹੁੰਦੀ ਹੈ ਕਿ ਆਪਾਂ ਡਿਵੀਜ਼ਨ ਆਫ ਵਰਕ ਕਰ ਸਕਦੇ ਹੈਗੇ। ਆਪਾਂ ਥੋੜੇ ਟਾਈਮ ਬਾਅਦ ਆਪਾਂ ਨੂੰ ਪਤਾ ਵੀ ਚੱਲ ਜਾਂਦਾ ਕਿ ਕਿਹੜਾ ਬੰਦਾ ਕੀ ਕੰਮ ਅੱਛੇ ਢੰਗ ਨਾਲ ਕਰ ਸਕਦਾ ਹੈਗਾ, ਤਾਂ ਮਤਲਬ ਉਦਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾ ਸਕਦੇ ਹੈਗੇ। ਥੋੜੇ ਡਿਵੀਜ਼ਨ ਉਦਾਂ ਦੀ ਕੀਤੀ ਜਾ ਸਕਦੀ ਹੈ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਹੈ। ਜੇ ਆਪਣੇ ਕੋਲ ਕੋਈ ਅਲੱਗ ਤੋਂ ਕੰਮ ਆਉਂਦਾ, ਕੋਈ ਇਲੈਕਸ਼ਨ ਦਾ ਕੰਮ ਆਉਂਦਾ, ਕੋਈ ਅਲੱਗ ਤੋਂ ਆਪਾਂ ਨੂੰ ਕਿਤੇ ਆਪਾਂ ਕੋਈ ਅਰੇਂਜਮੈਂਟਸ ਕਰਨੇ ਆ, ਤਾਂ ਉਹ ਦੇਖ ਲਓ ਕਿ ਕਿਹੜੇ ਬੰਦੇ ਦੀ ਫਿਤਰਤ ਉਦਾਂ ਦੀ ਹੈ ਜਿਹੜਾ ਕਿ ਉਹ ਕੰਮ ਕਰ ਸਕਦੇ, ਤਾਂ ਉਹਨਾਂ ਨੂੰ ਉਦਾਂ ਦਾ ਕੰਮ ਹੀ ਦਿੱਤਾ ਜਾਵੇ ਤਾਂ ਉਹ ਬੰਦਾ ਜ਼ਿਆਦਾ ਵਧੀਆ ਢੰਗ ਨਾਲ ਕਰ ਦਿੰਦਾ ਹੈਗਾ। ਸ਼ੌਂਕ ਤੋਂ ਬਾਅਦ ਫਿਰ ਆਉਂਦਾ ਹੈਗਾ ਪਿਆਰ ਨਾਲ, ਕਿ ਉਹਨਾਂ ਨੂੰ ਆਪਾਂ ਕਹੀਏ ਕਿ ਤੁਸੀਂ ਇਹ ਕੰਮ ਕਰ ਲਓ, ਉਹਨਾਂ ਨੂੰ ਐਪਰੀਸ਼ੀਏਟ ਕਰੀਏ, ਹੈ ਨਾ, ਕਿ ਮੈਨੂੰ ਪਤਾ, ਮਤਲਬ ਕਿ ਤੂੰ ਇਹ ਕੰਮ ਕਰ ਲੇਗਾ, ਤੂੰ ਪਿਛਲੀ ਵਾਰ ਵੀ ਇਹ ਕੰਮ ਕੀਤਾ ਸੀ। ਕਿ ਜਦੋਂ ਆਪਾਂ ਉਹਨਾਂ ਦੀ ਮੀਟਿੰਗ ਬੁਲਾਈਏ ਤਾਂ ਆਪਾਂ ਉਹਨਾਂ ਨੂੰ ਦੱਸੀਏ ਕਿ ਹਾਂ ਤੁਸੀਂ ਪਿਛਲੀ ਵਾਰ ਇਹ ਕੰਮ ਵਧੀਆ ਕੀਤਾ ਸੀ ਤੇ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ, ਤੇ ਇਸ ਵਾਰੀ ਆਪਣੇ ਕੋਲ ਇਹ ਕੰਮ ਹੈ ਤਾਂ ਮੈਨੂੰ ਲੱਗਦਾ ਕਿ ਤੁਸੀਂ ਇਸ ਨੂੰ ਵਧੀਆ ਢੰਗ ਨਾਲ ਕਰੋਗੇ, ਬਾਕੀ ਜਿਹੜੀ ਵੀ ਕੋਈ ਦਿੱਕਤ ਆਊਗੀ ਉਹ ਤੁਸੀਂ ਮੈਨੂੰ ਦੱਸਿਓ। ਤਾਂ ਉਹ ਜਿਹੜੀ ਤੁਹਾਡੀ, ਜਦੋਂ ਤੁਸੀਂ ਉਹਨਾਂ ਤੇ ਕੌਨਫੀਡੈਂਸ ਸ਼ੋ ਕਰਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਬੁਲਾ ਕੇ ਬਿਠਾਉਂਦੇ ਹੋ, ਜਦੋਂ ਇੱਕ ਇਸ ਦੇ ਵਿੱਚ ਮੈਂ ਇਹ ਫੀਲ ਕੀਤਾ ਹੈਗਾ ਕਿ ਤੁਹਾਡੀ ਨਾ, ਜੇ ਤੁਸੀਂ ਇਕੱਲੇ ਬੰਦੇ ਨੂੰ ਬੁਲਾ ਕੇ ਕੁਝ ਕਹਿੰਦੇ ਹੋ ਉਹ ਵੀ ਇੱਕ ਹੈ ਯੂਜ਼ਫੁਲ, ਬਟ ਜੇ ਤੁਸੀਂ ਇੱਕ ਗਰੁੱਪ ਦੇ ਵਿੱਚ ਬੁਲਾਓ, ਫ੍ਰੀਕੁਐਂਟਲੀ ਮੀਟਿੰਗਸ ਉਹਨਾਂ ਦੀਆਂ ਕਰਦੇ ਰਹੋ, ਉਸ ਦੇ ਵਿੱਚ ਜਦੋਂ ਤੁਸੀਂ ਇੱਕ ਗਰੁੱਪ ਦੇ ਵਿੱਚ ਇੱਕ ਬੰਦੇ ਨੂੰ ਐਪਰੀਸ਼ੀਏਟ ਕਰਦੇ ਹੋ, ਜਿਵੇਂ ਮੰਨ ਲਓ ਤੁਸੀਂ ਆਪਣੇ ਸਾਰੇ ਕਲੈਰੀਕਲ ਸਟਾਫ ਦੀ ਇੱਕ ਮੀਟਿੰਗ ਬੁਲਾਈ, ਉਸ ਦੇ ਵਿੱਚ ਇੱਕ ਬੰਦਾ ਬਹੁਤ ਅੱਛਾ ਕੰਮ ਕਰ ਰਿਹਾ, ਤੁਸੀਂ ਉਹਨੂੰ ਐਪਰੀਸ਼ੀਏਟ ਕੀਤਾ ਕਿ ਮੰਨ ਲਓ ਮਨੋਜ ਹੈ, ਕਿ ਤੂੰ ਪਿਛਲੀ ਵਾਰ ਮੈਂ ਤੈਨੂੰ ਇਹ ਕੰਮ ਦਿੱਤਾ ਸੀ, ਤੂੰ ਬੜਾ ਵਧੀਆ ਇਹ ਢੰਗ ਨਾਲ ਕੰਮ ਕੀਤਾ, ਤਾਂ ਉਹ ਬੰਦਾ ਅੱਛਾ ਫੀਲ ਕਰਦਾ, ਬਾਕੀ ਬੰਦੇ ਮੋਟੀਵੇਟਿਡ ਫੀਲ ਕਰਦੇ ਵੀ ਅਸੀਂ ਵੀ ਅੱਛਾ ਕੰਮ ਕਰੀਏ ਤਾਂ ਕਿ ਨੈਕਸਟ ਮੀਟਿੰਗ ਦੇ ਵਿੱਚ ਤੁਹਾਨੂੰ ਵੀ ਸਾਡੀ ਵੀ ਐਪਰੀਸ਼ੀਏਸ਼ਨ ਹੋਵੇ। ਇੱਕ ਤਾਂ ਐਂਗਲ ਇਹ ਆਉਂਦਾ ਉਸ ਦੇ ਵਿੱਚ। ਸੈਕੰਡਲੀ, ਜਿਹੜੇ ਬੰਦੇ ਨੂੰ ਤੁਸੀਂ ਐਪਰੀਸ਼ੀਏਟ ਕੀਤਾ ਉਹਨੂੰ ਇਹ ਫੀਲ ਹੁੰਦਾ ਕਿ ਜਿਹੜੇ ਕਿ ਸਾਡੇ ਕਿ ਮੇਰੇ ਜਿਹੜੇ ਇਮੀਡੀਏਟ ਬੋਸ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਮੇਰੀ ਇਮੇਜ ਕਾਫੀ ਅੱਛੀ ਹੈ, ਉਹ ਨੈਕਸਟ ਟਾਈਮ ਉਵੇਂ ਹੀ ਕੰਮ ਕਰੂਗਾ ਤਾਂ ਕਿ ਉਸਦੀ ਇਮੇਜ ਤੁਹਾਡੀ ਨਿਗਾਹ ਦੇ ਵਿੱਚ ਖਰਾਬ ਨਾ ਹੋਵੇ। ਤਾਂ ਇਹ ਚੀਜ਼ ਬੜੀ ਇਫੈਕਟਿਵ ਹੁੰਦੀ ਹੈ। ਐਵੇਂ ਜੇ ਤੁਸੀਂ ਕਦੇ ਡੀਡ ਰਾਈਟਰਸ ਨੂੰ ਬੁਲਾਉਂਦੇ ਹੋ, ਵਕੀਲ ਨੂੰ ਬੁਲਾਉਂਦੇ ਹੋ, ਕਿਸੇ ਨੂੰ
ਮਤਲਬ ਇਹ ਹੈ ਕਿਸੇ ਨੂੰ ਕਿਸੇ ਬਾਰੇ ਮੰਦਾ ਨਾ ਬੋਲੋ, ਬਟ ਜਿਹੜਾ ਬੰਦਾ ਅੱਛਾ ਕਰ ਰਿਹਾ ਉਹਦੇ ਬਾਰੇ ਅੱਛਾ ਬੋਲੋ। ਮਤਲਬ ਨੈਗੇਟਿਵ ਚੀਜ਼ ਬਾਰੇ ਗੱਲ ਨਾ ਕਰੋ, ਜਿਹੜੀ ਚੀਜ਼ ਤੁਹਾਨੂੰ ਪੋਜ਼ਿਟਿਵ ਲੱਗ ਰਹੀ ਹੈ ਕਿਸੇ ਬਾਰੇ ਉਹਦੇ ਬਾਰੇ ਗੱਲ ਕਰੋ। ਉਹਦੇ ਨਾਲ ਹੁੰਦਾ ਕੀ ਹੈ ਕਿ ਉਹ ਪੋਜ਼ਿਟਿਵ ਚੀਜ਼ ਨੂੰ ਬੜਾਵਾ ਮਿਲਦਾ, ਉਹੀ ਬੰਦਾ ਵੀ ਉਸ ਚੀਜ਼ ਨੂੰ ਵੱਧ ਕਰੂਗਾ ਤੇ ਜਿਹੜੇ ਬਾਕੀ ਬੰਦਿਆਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਉਹ ਇਹ ਚੀਜ਼ ਨੂੰ ਵਧੀਆ ਕਰਦੇ ਆ। ਫੋਰ ਐਗਜ਼ਾਮਪਲ ਮੈਂ ਡੀਡ ਰਾਈਟਰਸ ਨੂੰ ਵੀ ਬੁਲਾਉਣਾ ਰਹਿੰਦਾ ਹੈਗਾ, ਤਾਂ ਮੈਂ ਉਹਨਾਂ ਨੂੰ ਕਹਿੰਦਾ ਹੈਗਾ ਕਿ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਸਾਹਮਣੇ ਕਿ ਇੱਕ ਬੰਦਾ ਇਹ ਡੀਡ ਰਾਈਟਰ ਹੈ ਕਿ ਇਹਨਾਂ ਦੀ ਰਜਿਸਟਰੀ ਦੇ ਵਿੱਚ ਅੱਜ ਤੱਕ ਮੈਨੂੰ ਕੋਈ ਗਲਤੀ ਨਹੀਂ ਮਿਲੀ, ਤਾਂ ਉਹ ਬੰਦਾ ਪ੍ਰਾਊਡ ਫੀਲ ਕਰਦਾ ਇਸ ਚੀਜ਼ ਨੂੰ ਲੈ ਕੇ। ਤੇ ਜਾਂ ਮੈਂ ਕਿਸੇ ਬੰਦੇ ਨੂੰ ਕਹਿੰਦਾ ਕਿ ਇਹ ਮੈਂ ਇਹਨਾਂ ਨੂੰ ਕਹਿੰਦਾ ਇੱਕ ਵਾਰੀ ਵੀ ਇਹ ਕੰਮ ਨਹੀਂ ਹੋਣ ਵਾਲਾ, ਇਹ ਮੈਨੂੰ ਦੁਬਾਰਾ ਨਹੀਂ ਕਹਿੰਦੇ ਵੀ ਇਹ ਕੰਮ ਕਰੋ, ਤਾਂ ਉਹ ਬੰਦਾ ਅੱਛਾ ਫੀਲ ਕਰਦਾ ਕਿ ਇਹਨਾਂ ਨੇ ਮੇਰੀ ਇਹ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਬਾਕੀ ਬੰਦੇ ਵੀ ਫਿਰ ਉਸ ਚੀਜ਼ ਵੱਲ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਆ ਆਪਦੇ ਆਪ ਨੂੰ ਕਿ ਇਹਨਾਂ ਨੇ ਕਿ ਆਫੀਸਰ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ, ਅਸੀਂ ਵੀ ਇਸ ਚੀਜ਼ ਪ੍ਰਤੀ ਆਪਣੇ ਆਪ ਨੂੰ ਢਾਲੀਏ। ਇੱਕ ਇਸ ਦੇ ਵਿੱਚ ਐਂਗਲ ਨਿਕਲ ਕੇ ਇਹ ਆਉਂਦਾ ਹੈਗਾ ਕਿ ਜਦੋਂ ਤੁਸੀਂ ਕਮਿਊਨੀਕੇਟ ਕਰਨਾ ਹੈਗਾ ਕਿਸੇ ਨਾਲ, ਜਿਹੜਾ ਤੁਹਾਡਾ ਲੋਅਰ ਸਟਾਫ ਹੈ, ਉਹਨੂੰ ਤੁਸੀਂ ਕੀ ਕਹਿਣਾ ਹੈਗਾ, ਮਤਲਬ ਉਹਨੂੰ ਬਾਈ ਨੇਮ ਬੁਲਾਉਣਾ ਹੈਗਾ, ਤੂੰ ਕਹਿ ਕੇ ਬੁਲਾਉਣਾ ਹੈਗਾ, ਤੁਸੀਂ ਕਹਿ ਕੇ ਬੁਲਾਉਣਾ ਹੈਗਾ। ਜਿਹੜਾ ਕਿ ਮੈਂ ਖੁਦ ਬੜਾ ਇਸ ਚੀਜ਼ ਦੇ ਪ੍ਰਤੀ ਝੰਜਟ ਦੇ ਵਿੱਚ ਰਿਹਾ ਕਾਫੀ ਦੇਰ, ਕਿਉਂਕਿ ਮੈਂ ਪਰਸਨਲੀ ਕਾਫੀ ਯੰਗ ਏਜ ਦੇ ਵਿੱਚ ਜੌਬ ਦੇ ਵਿੱਚ ਆ ਗਿਆ ਸੀ। ਮੇਰੀ ਏਜ ਅਰਾਊਂਡ 24 ਸੀ ਜਦੋਂ ਮੈਂ ਮੈਡੀਕਲ ਆਫੀਸਰ ਜੁਆਇਨ ਕੀਤਾ ਸੀ। ਤਾਂ ਇੱਕ ਹਸਪੀਟਲ ਵੀ ਉਹ ਵੱਡਾ ਸੀ, ਕੁਝ ਮੇਰੇ ਕੋਲ ਥੋੜੀ ਦੇਰ ਬਾਅਦ ਆਫੀਸ਼ੀਏਟਿੰਗ ਐਸਐਮਓ ਦਾ ਚਾਰਜ ਵੀ ਆ ਗਿਆ, 70 ਬੰਦਿਆਂ ਦਾ ਸਟਾਫ ਵੀ ਸੀ, ਕਲਾਸ 4 ਵੀ ਸੀ, 23-24। ਤਾਂ ਮੋਸਟਲੀ ਇਹ ਹੁੰਦਾ ਸੀ ਕਿ ਮੈਡੀਕਲ ਆਫੀਸਰ ਕਲਾਸ 4 ਨੂੰ ਤੂੰ ਕਹਿ ਕੇ ਬੁਲਾਉਂਦੇ ਸੀ, ਉਹਦਾ ਨਾਮ ਲੈ ਕੇ ਬੁਲਾਉਂਦੇ ਸੀ। ਬਟ ਮੈਨੂੰ ਇਹ ਫੀਲ ਹੋਇਆ ਕਿ ਮੇਰੀ ਏਜ ਕਾਫੀ ਘੱਟ ਹੈ, ਮੋਸਟਲੀ ਬੰਦੇ ਮੇਰੇ ਤੋਂ ਡਬਲ ਤੋਂ ਵੀ ਵੱਧ ਏਜ ਦੇ ਸੀਗੇ, ਮਤਲਬ ਮੋਰ ਦੈਨ, ਮੈਂ 24 ਦਾ ਸੀ ਤਾਂ ਉਹ ਮੋਰ ਦੈਨ 48 ਇਅਰਸ ਦੇ ਸੀ। ਤਾਂ ਮੈਨੂੰ ਇਹ ਅੱਛਾ ਫੀਲ ਨਹੀਂ ਹੁੰਦਾ ਸੀ ਕਿ ਮੈਂ ਕਿਸੇ ਨੂੰ ਬਾਈ ਨੇਮ ਬੁਲਾਵਾਂ ਜਾਂ ਤੂੰ ਕਹਿ ਕੇ ਬੁਲਾਵਾਂ ਜਾਂ ਇਦਾਂ ਕਰਕੇ ਬੁਲਾਵਾਂ। ਤਾਂ ਫਿਰ ਮੈਂ ਸੋਚਿਆ ਕਿ ਲੈਟਸ ਟੇਕ ਅ ਚਾਂਸ, ਕਿ ਦੇਖਦੇ ਹਾਂ ਕਿ ਜੇ ਕੰਮ ਨਾ ਚੱਲੂਗਾ ਤਾਂ ਦੂਜੀ ਆਪਸ਼ਨ ਤਾਂ ਹੈ ਹੀ ਆਪਣੇ ਕੋਲੇ। ਤਾਂ ਬਟ ਫਿਰ ਵੀ ਮੈਂ ਮਤਲਬ ਮੈਂ ਉਹੀ ਚੂਜ਼ ਕੀਤਾ ਕਿ ਮੈਂ ਸਾਰਿਆਂ ਨੂੰ ਤੁਸੀਂ ਕਹਿ ਕੇ ਹੀ ਬੁਲਾਊਂਗਾ, ਉਹਨਾਂ ਨੂੰ ਜਾਂ ਜੀ ਕਹਿ ਕੇ ਹੀ ਬੁਲਾਊਂਗਾ, ਜਿਹੜੇ ਈਵਨ ਮੇਰੇ ਕਲਾਸ 4 ਵੀ ਹੋਣਗੇ। ਤੇ ਮੈਨੂੰ ਕਦੇ ਫੀਲ ਨਹੀਂ ਹੋਇਆ ਕਿ ਕੋਈ ਉਸ ਕਾਰਨ ਕਰਕੇ ਮੈਨੂੰ ਕੋਈ ਪ੍ਰੋਬਲਮ ਆਈ ਹੋਵੇ। ਲਾਈਕ ਜੇ ਮੇਰੇ ਹੁਣ ਅਨਲੈਸ ਕਿ ਉਹ ਬੰਦਾ ਮੇਰੇ ਤੋਂ ਏਜ ਦੇ ਵਿੱਚ ਛੋਟਾ ਹੋਵੇ ਜਾਂ ਇਦਾਂ ਹੋਵੇ, ਤਾਂ ਮੇਬੀ ਮੈਂ ਉਹਨੂੰ ਬਾਈ ਨੇਮ ਲੈ ਕੇ ਬੁਲਾਵਾਂ ਜਾਂ ਤੂੰ ਦਾ ਸ਼ਬਦ ਬਹੁਤ ਮੈਂ ਘੱਟ ਯੂਜ਼ ਕਰਦਾ ਹੈਗਾ। ਬਟ ਮੈਨੂੰ ਉਹਦੇ ਕਰਕੇ ਕਦੇ ਵੀ ਇਦਾਂ ਨਹੀਂ ਫੀਲ ਹੋਇਆ ਕਿ ਇਸ ਰੀਜ਼ਨ ਕਰਕੇ ਮੇਰੀ ਅਥਾਰਟੀ ਘਟੀ ਹੈਗੀ ਹੈ, ਜਾਂ ਇਸ ਰੀਜ਼ਨ ਕਰਕੇ ਕਿਤੇ ਮੈਨੂੰ ਲੱਗਿਆ ਹੋਵੇ ਕਿ ਜੇ ਮੈਂ ਇਸ ਦੀ ਬਜਾਏ ਇਦਾਂ ਬਿਹੇਵ ਕਰਦਾ ਤਾਂ ਜ਼ਿਆਦਾ ਮੈਨੂੰ ਐਡਵਾਂਟੇਜ ਹੁੰਦੀ। ਬਲਕਿ ਲੋਕ ਅੱਛਾ ਫੀਲ ਕਰਦੇ ਆ, ਰਿਸਪੈਕਟ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ, ਚਾਹੇ ਕੋਈ ਛੋਟੀ ਜੋਬ ਦੇ ਵਿੱਚ ਹੈ ਚਾਹੇ ਕੋਈ ਵੱਡੀ ਜੋਬ ਦੇ ਵਿੱਚ ਹੈਗੀ ਆ। ਤਾਂ ਮੈਨੂੰ ਇਹ ਪਰਸਨਲੀ ਲੱਗਦਾ ਹੈਗਾ ਕਿ ਆਪਾਂ ਨੂੰ ਥੋੜੀ ਜੀ ਸਾਰਿਆਂ ਨੂੰ ਉਹ ਦੇਣੀ ਚਾਹੀਦੀ ਹੈਗੀ, ਰਿਸਪੈਕਟ ਦੇਣੀ ਚਾਹੀਦੀ ਹੈਗੀ ਹੈ, ਪਾਰਟਿਕੂਲਰਲੀ ਜਦੋਂ ਬੰਦਾ ਆਪਣੀ ਫੈਮਿਲੀ ਦੇ ਨਾਲ ਹੋਵੇ। ਕਾਫੀ ਵਾਰੀ ਇਦਾਂ ਹੁੰਦਾ ਕਿ ਤੁਹਾਡਾ ਸਟਾਫ ਤੁਹਾਡੇ ਕੋਲ ਕੋਈ ਕੰਮ ਕਰਵਾਉਣ ਆਉਂਦਾ, ਕਿਸੇ ਨੇ ਕੋਈ ਕਿਸੇ ਦੇ ਰਿਸ਼ਤੇਦਾਰ ਨੇ ਕੋਈ ਪਲਾਟ ਲਿਆ, ਉਹ ਤੁਹਾਡੇ ਕੋਲ ਰਿਕੁਐਸਟ ਲੈ ਕੇ ਆਉਂਦਾ ਕਿ ਸਰ ਮੇਰੀ ਇਹ ਮੇਰੇ ਜੀਜਾ, ਇਹ ਮੇਰਾ ਸਾਡੂ ਹੈ, ਇਹ ਮੇਰਾ ਚਾਚੇ ਦਾ ਮੁੰਡਾ ਹੈ, ਕਿ ਇਹਦੀ ਰਜਿਸਟਰੀ ਕਰ ਦਿਓ। ਉਸ ਸਿਚੁਏਸ਼ਨ ਦੇ ਵਿੱਚ ਜੇ ਤੁਸੀਂ ਜਿਹੜਾ ਬੰਦਾ ਲੈ ਕੇ ਆਇਆ, ਤੁਸੀਂ ਆਪਦੇ ਸਟਾਫ ਦੀ ਥੋੜੀ ਜਿਹੀ ਤਾਰੀਫ ਕਰ ਦੋਗੇ ਨਾ ਕਿ ਹਾਂਜੀ, ਮਤਲਬ ਮੈਂ ਮੋਸਟਲੀ ਇਹ ਕਰਦਾ ਹੈਗਾ ਕਿ ਜਿਵੇਂ ਮੇਰੇ ਕੋਲ ਕੋਈ ਬੰਦਾ ਰਜਿਸਟਰੀ ਲੈ ਕੇ ਮੇਰੇ ਹੀ ਸਟਾਫ ਦਾ ਜਾਂ ਕੋਈ ਵੀ ਲੈ ਕੇ ਆਇਆ, ਜਾਂ ਈਵਨ ਡੀਡ ਰਾਈਟਰ ਵੀ ਕੋਈ ਲੈ ਕੇ ਆਇਆ, ਬਾਹਰ ਵਾਲਾ ਵਕੀਲ ਵੀ ਕੋਈ ਲੈ ਕੇ ਆਇਆ, ਤਾਂ ਜਿਹੜਾ ਮੈਨੂੰ ਨੋਨ ਹੈ ਉਹ ਲੈ ਕੇ ਆਇਆ ਵੀ ਇਹ ਮੇਰੇ ਨੋਨ ਬੰਦਾ ਹੈਗਾ, ਤਾਂ ਮੈਂ ਉਹਨਾਂ ਦੇ ਸਾਹਮਣੇ ਉਸ ਬੰਦੇ ਦੀ ਜ਼ਰੂਰ ਤਾਰੀਫ ਕਰਦਾ ਹੈਗਾ ਜਿਹੜਾ ਕਿ ਸਾਡੇ ਸਟਾਫ ਦਾ ਬੰਦਾ ਹੁੰਦਾ ਹੈਗਾ। ਕਿਉਂਕਿ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਗੁਣ ਤਾਂ ਹੁੰਦਾ ਹੀ ਹੈਗਾ, ਤਾਂ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਹਾਂਜੀ ਇਹ ਬੜੇ ਸਿੰਸੀਅਰ ਨੇ, ਬੜੇ ਵਧੀਆ ਨੇ, ਜਾਂ ਕੁਝ ਵੀ ਜਿਹੜਾ ਵੀ ਤੁਹਾਨੂੰ ਪੋਜ਼ਿਟਿਵ ਪੁਆਇੰਟ ਉਹਨਾਂ ਵੱਲ ਫੀਲ ਹੁੰਦਾ, ਤਾਂ ਉਹ ਬੰਦਾ ਬੜਾ ਅੱਛਾ ਫੀਲ ਕਰਦਾ। ਉਹ ਇੱਕ ਤਾਂ ਤੁਸੀਂ ਦੇਖਣ ਵਾਲਾ ਹੁੰਦਾ, ਤੁਸੀਂ ਉਹਦੀ ਆਈਜ਼ ਦੇ ਵਿੱਚ ਦੇਖੋਗੇ ਇੱਕ ਗਲੋ ਹੁੰਦੀ ਹੈ ਉਸ ਟਾਈਮ, ਉਹ ਬੰਦਾ ਫੀਲ ਕਰਦਾ ਪ੍ਰਾਊਡ ਕਿ ਮੇਰੀ ਚੀਜ਼ ਐਪਰੀਸ਼ੀਏਟ ਹੋਈ। ਉਹਦੇ ਰਿਸ਼ਤੇਦਾਰਾਂ ਦੇ ਅੱਗੇ ਜਦੋਂ ਤੁਸੀਂ ਉਸਦੀ ਤਾਰੀਫ ਕਰਦੇ ਹੋ, ਘਰ ਵਾਲਿਆਂ ਦੇ ਅੱਗੇ ਤੁਸੀਂ ਤਾਰੀਫ ਕਰਦੇ ਹੋ, ਤਾਂ ਉਹ ਬੜੀ ਅੱਛੀ ਇਮੇਜ ਤੁਹਾਡੀ ਵੀ ਬਣਦੀ ਹੈ, ਐਕਚੁਅਲ ਚ ਮਾਹੌਲ ਵੀ ਆਫਿਸ ਦਾ ਬੜਾ ਅੱਛਾ ਬਣਦਾ, ਤੁਹਾਨੂੰ ਖੁਦ ਨੂੰ ਬੜਾ ਅੱਛਾ ਫੀਲ ਹੁੰਦਾ। ਇਹਨਾਂ ਚੀਜ਼ਾਂ ਦੇ ਛੋਟੀਆਂ ਜਿਹੀਆਂ ਚੀਜ਼ਾਂ ਨੇ, ਕੁਝ ਲੱਗਦਾ ਨਹੀਂ ਹੈ, ਬਟ ਕਾਫੀ ਇਹ ਲਾਈਕ ਮਾਹੌਲ ਨੂੰ ਅੱਛਾ ਬਣਾਉਂਦੀਆਂ, ਤੁਹਾਨੂੰ ਖੁਦ ਨੂੰ ਅੱਛੀ ਫੀਲਿੰਗ ਦਿੰਦੀਆਂ, ਤੁਹਾਡਾ ਆਫਿਸ ਜਿਹੜਾ ਬੜਾ ਵਧੀਆ ਚੱਲਦਾ ਰਹਿੰਦਾ ਹੈਗਾ। ਇਸ ਕਰਕੇ ਜਿਹੜੇ ਵੀ ਬੰਦੇ ਤੁਹਾਡਾ ਸਬੋਰਡੀਨੇਟ ਸਟਾਫ ਵੀ ਹੈ, ਤਾਂ ਮੈਂ ਇਹ ਫੀਲ ਕੀਤਾ ਕਿ ਉਹਨਾਂ ਨੂੰ ਜਿੰਨੀ ਆਪਾਂ ਰਿਸਪੈਕਟ ਦਿੰਦੇ ਆ, ਉਹ ਉਦੋਂ ਕਿਤੇ ਵੱਧ ਕੇ ਤੁਹਾਨੂੰ ਰਿਸਪੈਕਟ ਦਿੰਦੇ ਹੈਗੇ। ਇੱਕ ਆਉਂਦੀ ਹੈ ਫੰਕਸ਼ਨਸ ਤੇ ਜਾਣ ਦੀ ਗੱਲ। ਲਾਈਕ ਮੇਰੀ ਇਹ ਟੈਂਡੈਂਸੀ ਹੁੰਦੀ ਹੈ ਕਿ ਜੇ ਸਾਡੇ ਕਿਸੇ ਸਟਾਫ ਮੈਂਬਰ ਦੇ ਕਿਸੇ ਫੈਮਿਲੀ ਮੈਂਬਰ ਦੀ ਡੈਥ ਹੋ ਜਾਂਦੀ ਹੈ, ਜਾਂ ਉਹਨਾਂ ਦੇ ਕੋਈ ਫੰਕਸ਼ਨ ਹੈ, ਜੇ ਉਹ ਮੈਨੂੰ ਕੋਈ ਕਾਲ ਕਰ ਰਿਹਾ ਤਾਂ ਮੈਂ ਉੱਥੇ ਜ਼ਰੂਰ ਜਾਵਾਂ। ਮਤਲਬ ਮੈਂ ਪਰਸਨਲੀ ਕਾਫੀ ਵਾਰ ਇਹ ਕਹਿੰਦਾ ਕਿ ਜੇ ਡੀਸੀ ਸਰ ਦੀ ਕੋਈ ਮੀਟਿੰਗ ਹੋਏਗੀ, ਮੈਨੂੰ ਬੁਲਾਇਆ ਜਾਊਗਾ, ਤੇ
ਇੱਕ ਸੀਨ ਹੋਊਗਾ ਕਿ ਮੇਰੇ ਕਿਸੇ ਸਬੋਰਡੀਨੇਟ ਸਟਾਫ ਦੇ ਕੋਈ ਫੰਕਸ਼ਨ ਹੈ, ਉਹਨੇ ਮੈਨੂੰ ਬੁਲਾਇਆ ਹੋਊਗਾ, ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਦੇ ਸਬੋਰਡੀਨੇਟ ਸਟਾਫ ਦੇ ਜਾਵਾਂ, ਕਿਉਂਕਿ ਸਬੋਰਡੀਨੇਟ ਸਟਾਫ ਦੇ ਜਦੋਂ ਤੁਸੀਂ ਜਾਂਦੇ ਹੋ ਫੰਕਸ਼ਨ ਦੇ ਉੱਤੇ, ਤੁਸੀਂ ਚੀਫ ਗੈਸਟ ਹੋ ਉੱਥੇ, ਉਸ ਦੇ ਲਈ ਤੁਸੀਂ ਹੀ ਹੋ ਜਿਹੜੇ ਕਿ ਸਭ ਤੋਂ ਸੀਨੀਅਰ ਮੋਸਟ ਹੋ। ਜੇ ਤੁਸੀਂ ਕਿਸੇ ਕਲਾਸ 4 ਦੇ ਬੇਟੇ ਦੀ ਮੈਰਿਜ ਤੇ ਜਾ ਰਹੇ ਹੋ, ਕਿਸੇ ਕਲਾਸ 4 ਦੇ ਘਰ ਬੈਠਣ ਲਈ ਜਾ ਰਹੇ ਹੋ, ਜੇ ਉਹਨਾਂ ਦੇ ਕੋਈ ਡੈਥ ਹੋਈ ਹੈ, ਤਾਂ ਉਹ ਬੰਦਾ ਉਸ ਚੀਜ਼ ਨੂੰ ਐਪਰੀਸ਼ੀਏਟ ਕਰੂਗਾ, ਆਪਦੇ 10 ਰਿਸ਼ਤੇਦਾਰਾਂ ਨੂੰ ਦੱਸੂਗਾ ਵੀ ਸਾਹਿਬ ਵੀ ਆ ਕੇ ਗਏ ਆ ਜੀ, ਸਾਹਿਬ ਵੀ ਐਂ ਕਹਿੰਦੇ ਸੀ, ਉਹ ਵੀ ਐਂ ਕਹਿੰਦੇ ਸੀ, ਤਾਂ ਉਹ ਬੰਦਾ ਤੁਹਾਡੇ ਇੱਕ ਸਿਰਫ ਜਾਣ ਦੇ ਨਾਲ ਉਸ ਬੰਦੇ ਨੂੰ ਕਿੰਨਾ ਵਧੀਆ ਫੀਲ ਹੋਊਗਾ, ਤੇ ਉਹ ਤੁਹਾਡੀ ਕਿੰਨੀ ਜ਼ਿਆਦਾ ਰਿਸਪੈਕਟ ਕਰੂਗਾ। ਤੁਸੀਂ ਲਾਈਕ ਖੁਦ ਹੀ ਤੁਹਾਨੂੰ ਇਸ ਚੀਜ਼ ਬਾਰੇ ਫੀਲ ਹੋਊਗਾ। ਤੁਸੀਂ ਸੀਨੀਅਰ ਆਫੀਸਰ ਤੇ ਚਲੇ ਜਾਓ, ਉਹਨਾਂ ਦੇ ਲਈ ਤਾਂ ਤੁਸੀਂ ਆਏ ਜਾਂ ਨਾ ਆਏ ਹਾਰਡਲੀ ਮੈਟਰ ਕਰਦਾ ਹੈਗਾ, ਤਾਂ ਉਹਨਾਂ ਦੇ ਲਈ ਤਾਂ ਸਿਰਫ ਤੁਸੀਂ ਇੱਕ ਅਟੈਂਡੈਂਸ ਲਗਵਾਉਣ ਜਾ ਰਹੇ ਹੈਗੇ ਹੋ। ਬਟ ਜੇ ਤੁਸੀਂ ਆਪਣੇ ਲੋਅਰ ਸਟਾਫ ਦੇ ਲਈ ਜਾਂ ਆਪਦੇ ਇਦਾਂ ਦੇ ਸਟਾਫ ਦੇ ਲਈ ਜਾਂਦੇ ਹੋ, ਤਾਂ ਉਹ ਬਹੁਤ ਐਪਰੀਸ਼ੀਏਟ ਕਰਦੇ ਆ ਤੁਹਾਨੂੰ। ਮੈਂ ਮੋਸਟਲੀ ਕੋਸ਼ਿਸ਼ ਕਰਦਾ ਕਿ ਜੇ ਸਾਡੇ ਕੋਈ ਵੀ ਐਡਵੋਕੇਟਸ ਨੇ, ਡੀ ਡਾਇਰੈਕਟਰ, ਈਵਨ ਪ੍ਰਾਈਵੇਟ ਬੰਦੇ ਵੀ ਨੇ, ਇੱਕ ਇਹ ਵੀ ਬੜਾ ਆਪਣੇ ਹੈਗਾ ਇਹ ਕਿ ਲਾਈਕ ਪਟਵਾਰੀਜ਼ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਹੁੰਦੇ ਹੈਗੇ ਆ, ਵਕੀਲਾਂ ਨੇ ਬਾਹਰਲਿਆਂ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਹੁੰਦੇ ਹੈਗੇ ਆ, ਉਹ ਵੀ ਬੰਦੇ ਆਉਂਦੇ ਹੈਗੇ ਆ। ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਨਾਲ ਜ਼ਿਆਦਾ ਡਿਸਕ੍ਰਿਮੀਨੇਟ ਨਾ ਕਰਾਂ। ਮੇਬੀ ਕਿ ਇਹ ਸਿਰਫ ਲੱਕ ਦੀ ਗੱਲ ਹੈਗੀ ਹੈ ਕਿ ਕਿਸੇ ਨੂੰ ਗਵਰਨਮੈਂਟ ਜੋਬ ਮਿਲ ਗਈ, ਕਿਸੇ ਨੂੰ ਨਹੀਂ ਮਿਲੀ, ਬਟ ਮੋਸਟਲੀ ਜਿਹੜੇ ਪ੍ਰਾਈਵੇਟ ਬੰਦੇ ਵੀ ਕੰਮ ਕਰ ਰਹੇ ਹੁੰਦੇ, ਉਹ ਇਸੇ ਕਰਕੇ ਕੰਮ ਕਰ ਰਹੇ ਹੁੰਦੇ ਕਿਉਂਕਿ ਉਹਨਾਂ ਦੇ ਵਿੱਚ ਕੈਲੀਬਰ ਹੁੰਦਾ ਹੈਗਾ, ਉਹ ਸਿੰਸੀਅਰ ਹੁੰਦੇ ਹੈਗੇ, ਇਸੇ ਲਈ ਉਹ 20 ਸਾਲਾਂ ਤੋਂ ਆਪਣੀਆਂ ਤਹਿਸੀਲ ਦੇ ਵਿੱਚ ਕੰਮ ਕਰ ਰਹੇ ਹੁੰਦੇ ਹੈਗੇ। ਮੈਂ ਮੋਸਟਲੀ ਕੋਸ਼ਿਸ਼ ਕਰਦਾ ਕਿ ਜੇ ਉਹ ਵੀ ਮੈਨੂੰ ਇਨਵਾਈਟ ਕਰਨਗੇ, ਜੇ ਉਹਨਾਂ ਦੀ ਫੈਮਿਲੀ ਦੇ ਵਿੱਚ ਵੀ ਕੋਈ ਡੈਥ ਹੋਈ ਹੈਗੀ ਹੈ ਜਾਂ ਉਹਨਾਂ ਦਾ ਵੀ ਕੋਈ ਹੈ, ਤਾਂ ਮੈਂ ਉਹਨਾਂ ਦੇ ਵੀ ਜਾਵਾਂ, ਤੇ ਜਾਂ ਫਿਰ ਮੈਂ ਉਹਨਾਂ ਨੂੰ ਵੀ ਉਦਾਂ ਹੀ ਟ੍ਰੀਟ ਕਰਾਂ ਕਿ ਜਿੰਨਾ ਮੈਂ ਬਾਕੀਆਂ ਨੂੰ ਕਰ ਰਿਹਾ ਹੈਗਾ, ਕਿਉਂਕਿ ਉਹ ਫੁੱਲੀ ਤੁਹਾਡੇ 100% ਤੁਹਾਡੇ ਤੇ ਹੀ ਡਿਪੈਂਡੈਂਟ ਨੇ। ਜੇ ਤੁਹਾਡੇ ਆਰਸੀ ਦੇ ਕੋਲ ਕੋਈ ਬੰਦਾ ਕੰਮ ਕਰ ਰਿਹਾ ਹੈਗਾ, ਜੇ ਤੁਹਾਡੇ ਕੋਈ ਪਟਵਾਰੀ ਦੇ ਕੋਲ ਵੀ ਕੋਈ ਬੰਦਾ ਕੰਮ ਕਰ ਰਿਹਾ ਹੈਗਾ, ਤਾਂ ਤੁਸੀਂ 100% ਉਸ ਦੇ ਤੁਸੀਂ ਉਹਨੂੰ ਕੱਢ ਵੀ ਸਕਦੇ ਹੋ, ਤਾਂ ਉਹ ਕੁਝ ਨਹੀਂ ਕਹਿ ਸਕਦਾ ਹੈਗਾ। ਤੁਸੀਂ ਉਹਨੂੰ ਕਿਸੇ ਵੀ ਢੰਗ ਨਾਲ ਟ੍ਰੀਟ ਕਰ ਸਕਦੇ ਹੋ, ਉਹ ਤਾਂ ਕੋਈ ਉਹਨੇ ਧਰਨਾ ਵੀ ਨਹੀਂ ਦੇਣਾ ਹੈਗਾ, ਕੁਝ ਵੀ ਨਹੀਂ ਕਰਨਾ ਹੈਗਾ। ਬਟ ਉਦੋਂ ਤੁਸੀਂ ਉਹਦੇ ਫੰਕਸ਼ਨ ਤੇ ਜਾਓ ਨਾ ਜਾਓ, ਤਾਂ ਮਤਲਬ ਹਾਰਡਲੀ ਤੁਹਾਡਾ ਖੁਦ ਦਾ ਹੀ ਡਿਸੀਜਨ ਹੈਗਾ। ਬਟ ਤੁਸੀਂ ਜੇ ਜਾਓਗੇ ਤੇ ਉਹ ਬੰਦੇ ਨੂੰ ਬੜਾ ਅੱਛਾ ਫੀਲ ਹੋਊਗਾ। ਤੁਸੀਂ ਉਹਨੂੰ ਕਦੇ ਵੀ ਕੰਮ ਕਹਿ ਕੇ ਦੇਖਿਓ, ਉਸ ਤੋਂ ਬਾਅਦ ਤੁਸੀਂ ਉਸ ਤੇ ਜਾਓ, ਤੁਸੀਂ ਉਹਨੂੰ ਕੰਮ ਕਹੋ ਕੁਝ, ਤਾਂ ਉਹ ਬੰਦਾ ਬਾਕੀ ਸਾਰੇ ਕੰਮ ਛੱਡ ਕੇ ਤੁਹਾਡਾ ਕੰਮ ਕਰੂਗਾ। ਤਾਂ ਇਦਾਂ ਦਾ ਹੁੰਦਾ ਹੈਗਾ ਮੋਸਟਲੀ। ਮੈਂ ਦੇਖਿਆ ਕਿ ਮੈਂ ਖੁਦ ਫੀਲ ਕੀਤਾ ਕਿ ਮੈਂ ਕਈ ਵਾਰ ਉਹ ਬੰਦਾ ਨਹੀਂ ਕੰਮ ਕਰਨਾ ਚਾਹੁੰਦਾ ਹੁੰਦਾ, ਪਰ ਮੈਂ ਉਹਨੂੰ ਬੁਲਾ ਕੇ ਕਹਿੰਦਾ ਕਿ ਤੁਸੀਂ ਇਹ ਕੰਮ ਕਰ ਦਿਓ, ਤਾਂ ਉਹ ਬੰਦਾ ਕਹਿੰਦਾ ਠੀਕ ਹੈ ਜੀ ਮੈਂ ਕਰ ਦੂੰਗਾ। ਤਾਂ ਇਹ ਤੁਹਾਨੂੰ ਖੁਦ ਨੂੰ ਫੀਲ ਹੁੰਦਾ ਹੈਗਾ ਕਿ ਜੇ ਤੁਸੀਂ ਇਦਾਂ ਦੇ ਪਰਸਨਲ ਥੋੜੀ ਇੰਟਰੈਕਸ਼ਨ ਰੱਖਦੇ ਹੋ, ਉਹਨਾਂ ਨੂੰ ਰਿਸਪੈਕਟ ਦਿੰਦੇ ਹੋ, ਤਾਂ ਉਹ ਤੁਹਾਨੂੰ ਬਹੁਤ ਵੱਧ ਕੇ ਮਤਲਬ 100 ਟਾਈਮਸ ਤੁਹਾਨੂੰ ਉਹ ਰਿਸਪੈਕਟ ਦਿੰਦੇ ਹੈਗੇ। ਇਸ ਕਰਕੇ ਇਹ ਹੋ ਗਿਆ ਕਿ ਆਪਾਂ ਉਹਨਾਂ ਤੋਂ ਕਿੱਦਾਂ ਕੰਮ ਕਰਨਾ। ਬਾਕੀ ਡੰਡਾ ਤਾਂ ਹੈ ਹੀ ਕਿ ਜੇ ਕੋਈ ਬੰਦਾ ਨਹੀਂ ਕੰਮ ਕਰਦਾ ਤਾਂ ਉਸ ਤੋਂ ਬਾਅਦ ਉਸ ਦੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਹੈਗਾ, ਇਦਾਂ ਨਹੀਂ ਲੈਣਾ ਚਾਹੀਦਾ। ਬਟ ਕਾਗਜ਼ੀ ਕਾਰਵਾਈ ਥੋੜੀ ਜੀ ਉਸ ਤੋਂ ਵੀ ਐਂਡ ਤੇ ਰੱਖਣੀ ਚਾਹੀਦੀ ਹੈਗੀ ਹੈ। ਪਹਿਲਾਂ ਬੁਲਾ ਕੇ ਉਸ ਨੂੰ ਕਹਿ ਦੋ ਕਿ ਪਹਿਲਾਂ ਇਕੱਲੇ ਦੇ ਵਿੱਚ ਬਿਠਾ ਕੇ ਉਹਨੂੰ ਸਮਝਾ ਦਿਓ ਵੀ ਦੇਖ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਤੂੰ ਮਤਲਬ ਤੁਹਾਨੂੰ ਮੈਂ ਇਹ ਵੀ ਦਿੱਤੀ ਆਪਸ਼ਨ, ਇਹ ਵੀ ਦਿੱਤੀ, ਤਾਂ ਪਰ ਹੁਣ ਕੰਮ ਕਰੋਗੇ, ਜੇ ਨਾ ਕਰੋਗੇ ਤਾਂ ਫਿਰ ਮੇਰੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਹੈ। ਤਾਂ ਇਦਾਂ ਕਰੋਗੇ ਤਾਂ ਉਹ ਬੰਦੇ ਸਮਝ ਜਾਂਦੇ ਆ, ਪਰ ਕੁਝ ਬੰਦੇ ਨਹੀਂ ਵੀ ਸਮਝਦੇ, ਤਾਂ ਫਿਰ ਐਟ ਦੀ ਐਂਡ ਤੁਹਾਡੇ ਕੋਲ ਓਵਲੀ ਆਪਸ਼ਨ ਵੀ ਹੈ, ਉਹਨੂੰ ਵੀ ਐਕਸਰਸਾਈਜ਼ ਕਰ ਸਕਦੇ ਹੋ ਤੁਸੀਂ, ਬਟ ਉਹਨੂੰ ਲਾਸਟ ਦੇ ਵਿੱਚ ਰੱਖੋ। ਤਾਂ ਇਹ ਮੇਰਾ ਓਪੀਨੀਅਨ ਹੈ, ਪਰਸਨਲ ਓਪੀਨੀਅਨ ਹੈ, ਮੇਬੀ ਸਾਰਿਆਂ ਦਾ ਕੋਈ ਹੋਰ ਓਪੀਨੀਅਨ ਹੋਵੇ। ਉਸ ਤੋਂ ਬਾਅਦ ਤੀਸਰਾ ਜਿਹੜਾ ਲਾਸਟ ਫੇਜ਼ ਜਿਹੜਾ ਮੈਂ ਡਿਸਕਸ ਕਰਨਾ ਚਾਹੂੰਗਾ ਜਲਦੀ ਦੇ ਵਿੱਚ, ਉਹ ਹੈ ਕਿ ਹੁਣ ਆਪਾਂ ਪਬਲਿਕ ਦੇ ਵਿੱਚ ਪਹਿਲਾਂ ਆਪਾਂ ਪਾਰਟ ਦੇਖ ਲਿਆ ਕਿ ਕਿਵੇਂ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹਨਾਂ ਦੇ ਨਾਲ ਇੰਟਰੈਕਟ ਕਰਨਾ ਹੈ। ਸੈਕੰਡਲੀ ਮੇਰੇ ਓਪੀਨੀਅਨ ਉਸ ਦੇ ਰਿਗਾਰਡਿੰਗ ਸੀਗੇ ਕਿ ਜਿਹੜਾ ਆਪਣਾ ਸਬੋਰਡੀਨੇਟ ਸਟਾਫ ਹੈ, ਇਨਕਲੂਡਿੰਗ ਕਲੈਰੀਕਲ ਸਟਾਫ, ਇਨਕਲੂਡਿੰਗ ਆਪਣੇ ਲੀਡ ਰਾਈਟਰਸ, ਐਡਵੋਕੇਟਸ, ਕਲੈਰੀਕਲ ਸਟਾਫ, ਉਹਨਾਂ ਨਾਲ ਆਪਾਂ ਕਿੱਦਾਂ ਡੀਲ ਕਰਨਾ ਹੈ। ਥਰਡ ਹੈ ਆਪਣੇ ਸੀਨੀਅਰਸ ਦੇ ਨਾਲ ਆਪਾਂ ਇੰਟਰੈਕਟ ਕਰਨਾ ਹੁੰਦਾ, ਐਸਡੀਐਮਸ, ਡੀਸੀਜ਼, ਹਾਇਰ ਪੋਲੀਟੀਸ਼ੀਅਨਸ। ਤਾਂ ਇਹਦੇ ਵਿੱਚ ਦੋ ਤਰ੍ਹਾਂ ਦੇ ਆ ਜਾਂਦੇ ਹੈਗੇ, ਜਿੱਦਾਂ ਇੱਕ ਆਪਾਂ ਨੂੰ ਆਫੀਸਰਸ ਜਿਹੜਾ ਕੰਮ ਕਹਿੰਦੇ ਹੈਗੇ, ਆਫੀਸਰਸ ਦੇ ਵਿੱਚ ਤੇ ਇੱਕ ਜਿਹੜਾ ਪੋਲੀਟੀਸ਼ੀਅਨਸ ਕੰਮ ਕਹਿੰਦੇ ਆ, ਦੋਨਾਂ ਦੇ ਵਿੱਚ ਕਾਫੀ ਫਰਕ ਹੁੰਦਾ ਹੈਗਾ। ਸੀਨੀਅਰਸ ਦੀ ਐਕਸਪੈਕਟੇਸ਼ਨ ਆਪਣੇ ਤੋਂ ਇਹੀ ਹੁੰਦੀ ਹੈ ਕਿ ਮੋਸਟਲੀ ਕੰਮ ਉੱਤੋਂ ਪੰਜਾਬ ਲੈਵਲ ਤੋਂ ਆਇਆ ਹੁੰਦਾ ਹੈ, ਡੀਸੀਜ਼ ਨੂੰ ਆਇਆ ਹੁੰਦਾ ਹੈ, ਉਹਨਾਂ ਨੇ ਇਹ ਅੱਗੇ ਇੰਪਲੀਮੈਂਟ ਕਰਵਾਉਣਾ ਹੁੰਦਾ ਹੈ। ਉਹਨਾਂ ਦਾ ਮੈਨੂੰ ਇਹ ਲੱਗਦਾ ਕਿ ਆਪਾਂ ਦੇਖ ਲਈਏ ਕਿ ਉਹ ਕਿਹੜੀ ਪੋਜੀਸ਼ਨ ਦੇ ਉੱਤੇ ਨੇ। ਜੇ ਹੁਣ ਮੰਨ ਲਓ ਡੀਸੀਜ਼ ਨੂੰ ਕੋਈ ਕੰਮ ਆਇਆ, ਉੱਪਰੋਂ ਲੈਟਰ ਆਈ ਹੋਈ ਹੈ, ਉਹਨਾਂ ਨੇ ਆਪਾਂ ਨੂੰ ਕਹਿ ਦਿੱਤਾ, ਆਪਾਂ ਹੁਣ ਜੇ ਡੀਸੀਜ਼ ਨਾਲ ਜਾਂ ਐਸਡੀਐਮਸ ਦੇ ਨਾਲ ਜਿਦਾਈ ਕਰਾਂਗੇ ਕਿ ਸਰ ਇਹ ਆਏ ਨਹੀਂ ਹੋ ਸਕਦਾ, ਆਏ ਨਹੀਂ ਹੋ ਸਕਦਾ, ਆਏ ਨਹੀਂ ਹੋ ਸਕਦਾ, ਤਾਂ ਉਹਨਾਂ ਕੋਲ ਵੀ ਕੋਈ ਆਪਸ਼ਨ ਨਹੀਂ ਹੈ, ਕਿਉਂਕਿ ਉਹਨਾਂ ਨੂੰ ਤਾਂ ਉੱਪਰੋਂ ਗਾਈਡਲਾਈਨ ਆਈ ਹੈ, ਉਹ ਆਪਣੇ ਆਪ ਤੋਂ ਗੱਲ ਇਨੀਸ਼ੀਏਟ ਕਰ ਨਹੀਂ ਰਹੇ ਹੈਗੇ।
ਜਿਹੜੀ ਕਿ ਉਹ ਬਦਲ ਦੇਣਗੇ। ਤਾਂ ਜਸਟ ਆਪਾਂ ਨੂੰ ਉਹਨਾਂ ਦੀ ਪੋਜੀਸ਼ਨ ਨੂੰ ਵੀ ਸਮਝਣਾ ਚਾਹੀਦਾ ਹੈਗਾ ਕਿ ਹਾਂ ਇਹਨਾਂ ਨੂੰ ਉੱਪਰੋਂ ਚੀਫ ਸੈਕਟਰੀ ਵੱਲੋਂ ਇਹ ਚੀਜ਼ਾਂ ਆਈਆਂ ਨੇ ਜਾਂ ਪੋਲੀਟੀਕਲੀ ਇਹ ਆਇਆ ਹੈਗਾ ਤੇ ਹੁਣ ਇਹ ਆਪਾਂ ਨੂੰ ਇਹ ਕੰਮ ਕਰਨ ਲਈ ਕਹਿ ਰਹੀ ਹੈਗੀ ਹੈ। ਜੇ ਆਪਾਂ ਉਹਨਾਂ ਦੀ ਪੋਜੀਸ਼ਨ ਸਮਝ ਕੇ ਹੀ ਆਪਾਂ ਉਹਨਾਂ ਨੂੰ ਰਿਪਲਾਈ ਕਰਾਂਗੇ ਜਾਂ ਉਹਨਾਂ ਨੂੰ ਕਹਿ ਦਾਂਗੇ ਕਿ ਹਾਂਜੀ ਸਰ ਅਸੀਂ ਕਰ ਲਾਂਗੇ ਜਾਂ ਇਹਦੇ ਵਿੱਚ ਬਟ ਇਹ ਪ੍ਰੈਕਟੀਕਲੀ ਇਹ ਦਿੱਕਤਾਂ ਨੇ, ਤਾਂ ਆਈ ਥਿੰਕ ਉਹਦੇ ਵਿੱਚ ਕਾਫੀ ਚੀਜ਼ਾਂ ਸੋਰਟ ਆਊਟ ਹੋ ਜਾਂਦੀਆਂ ਹੈਗੀਆਂ। ਉਹਦੇ ਵਿੱਚ ਇਹ ਹੁੰਦਾ ਹੈਗਾ ਕਿ ਇੱਕ ਮੈਂ ਦੋ ਤਰ੍ਹਾਂ ਦੇ ਦੇਖੇ ਆਫੀਸਰ, ਜਿਹੜੀ ਕਿ ਮੈਨੂੰ ਇੱਕ ਕਾਫੀ ਆਫੀਸਰ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਸਬੋਰਡੀਨੇਸ਼ਨ ਦੇ ਵਿੱਚ ਪੈ ਜਾਂਦੇ ਆ, ਮਤਲਬ ਈਵਨ ਕਈ ਜਾਣੇ ਐਸਡੀਐਮਸ ਨੂੰ ਮਤਲਬ ਬਹੁਤ ਜ਼ਿਆਦਾ ਕਿ ਜਿੱਦਾਂ ਸਬੋਰਡੀਨੇਟ ਹੋ ਜਾਂਦੇ ਆ ਉਹਨਾਂ ਦੇ, ਹਨਾ, ਬਿਲਕੁਲ ਆਪਣਾ ਪੁਆਇੰਟ ਰੱਖਦੇ ਹੀ ਨਹੀਂ, ਸਭ ਕੁਝ ਹਾਂਜੀ ਹਾਂਜੀ ਹਾਂਜੀ। ਜੇ ਉਹਨਾਂ ਨੇ ਕਹਤਾ ਵਿਆਹ ਪਟਵਾਰੀ ਕੰਮ ਨਹੀਂ ਕਰਦਾ ਤਾਂ ਹਾਂਜੀ ਉਹਨਾਂ ਨੇ ਉਹਦੀ ਵੀ ਹਾਂਜੀ ਕਹਤਾ, ਜੇ ਕਿਸੇ ਕੰਨਗੂ ਨਹੀਂ ਕੰਮ ਕਰਦਾ ਉਹਦਾ ਵੀ ਹਾਂਜੀ ਕਹਤਾ। ਸਟਾਫ ਮਤਲਬ ਉਹ ਆਪਣਾ ਕੋਈ ਸਟੈਂਡ ਰੱਖਦੇ ਹੀ ਨਹੀਂ, ਉਹ ਵੀ ਗਲਤ ਹੈਗਾ ਕਿ ਤੁਸੀਂ ਆਪਣਾ ਸਟੈਂਡ ਜ਼ਰੂਰ ਰੱਖੋ, ਫਰਮ ਸਟੈਂਡ ਰੱਖੋ। ਜੇ ਤੁਹਾਡੇ ਲੋਅਰ ਸਬੋਰਡੀਨੇਟ ਸਟਾਫ ਤੇ ਵੀ ਕੋਈ ਗੱਲ ਆਉਂਦੀ ਹੈ ਤਾਂ ਐਜ਼ ਏ ਸ਼ੀਲਡ ਤੁਸੀਂ ਕੰਮ ਕਰੋ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਾਰਾ ਸਬੋਰਡੀਨੇਟ ਸਟਾਫ ਹੈ। ਜਿਵੇਂ ਹੁਣ ਪਟਵਾਰੀਜ਼ ਨੇ ਆਲਰੇਡੀ ਓਵਰਲੋਡਡ ਨੇ, ਆਪਾਂ ਲਾਈਕ ਇੱਕ ਕੋਲੇ 3 ਚੀਜ਼ਾਂ ਦਾ ਚਾਰਜ ਹੈਗਾ ਏ। ਜੇ ਉਹਨਾਂ ਤੋਂ ਕੰਮ ਆਪਾਂ ਮੋਸਟਲੀ ਆਪਾਂ ਇੰਪ੍ਰੈਕਟੀਕਲ ਉਹਨਾਂ ਨੂੰ ਟਾਸਕ ਦਿੰਨੇ ਹੈਗੇ ਵੀ 15 ਦਿਨਾਂ ਦੇ ਵਿੱਚ ਆਹ ਸਾਰੀ ਗਰਦੋਰੀ ਕਰ ਦੋ, ਖਰਾਬਾ ਕਰ ਦੋ, ਇਹ ਕਰ ਦੋ, ਉਹ ਆਪਾਂ ਨੂੰ ਪਤਾ ਹੈਗਾ ਕਿ ਉਹਨਾਂ ਤੋਂ ਨਹੀਂ ਸਾਰਾ ਕੁਝ ਉਹ ਪਰਸਨਲੀ ਚੈੱਕ ਨਹੀਂ ਕਰ ਸਕਦੇ, ਉਹਨਾਂ ਨੂੰ ਆਪਦੇ ਸਬੋਰਡੀਨੇਟਸ ਤੇ ਡਿਪੈਂਡ ਹੋਣਾ ਹੀ ਪੈਣਾ ਹੈਗਾ। ਤਾਂ ਕਿਤੇ ਨਾ ਕਿਤੇ ਆਪਾਂ ਨੂੰ ਜਦੋਂ ਆਪਣੇ ਸੀਨੀਅਰ ਆਫੀਸਰਸ ਕਹਿੰਦੇ ਆ ਤਾਂ ਆਪਾਂ ਨੂੰ ਥੋੜੀ ਜਿਹੀ ਆਪਣੇ ਸਟਾਫ ਦੀ ਸਾਈਡ ਲੈਣੀ ਚਾਹੀਦੀ ਹੈਗੀ ਹੈ, ਉੱਥੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਦੇਖੋ ਇਹ ਪ੍ਰੈਕਟੀਕਲ ਪ੍ਰੋਬਲਮਸ ਨਹੀਂ, ਤਾਂ ਇਹ ਪ੍ਰੈਕਟੀਕਲ ਪ੍ਰੋਬਲਮਸ ਨੇ, ਸਾਡਾ ਸਟਾਫ ਕੰਮ ਕਰ ਰਿਹਾ ਹੈਗਾ, ਜੇ ਕਿਤੇ ਲੈਕ ਹੈਗੀ ਆ ਤਾਂ ਮੈਂ ਫਿਰ ਤੋਂ ਦੇਖ ਲੂੰਗਾ, ਮਤਲਬ ਫਿਰ ਤੋਂ ਦੇਖ ਲਾਂਗੇ, ਬਟ ਇਹ ਪ੍ਰੋਬਲਮਸ ਹੈਗੀਆਂ ਨੇ। ਤਾਂ ਜਿਹੜੀਆਂ ਲਿਮਿਟੇਸ਼ਨਸ ਹੈਗੀਆਂ ਨੇ ਆਪਣੇ ਸਿਸਟਮ ਦੀਆਂ, ਉਹ ਆਪਾਂ ਨੂੰ ਦੱਸਣੀਆਂ ਚਾਹੀਦੀਆਂ ਆਪਣੇ ਸੀਨੀਅਰ ਆਫੀਸਰਸ ਨੂੰ। ਮਤਲਬ ਬਟ ਉਹ ਇਹ ਵੀ ਨਹੀਂ ਹੈ ਦੂਜੇ ਪਾਸੇ ਕਿ ਆਪਾਂ ਬਿਲਕੁਲ ਹੀ ਉਹਨਾਂ ਦੀ ਗੱਲ ਸੁਣਨੀ ਬੰਦ ਕਰ ਦਈਏ ਸੀਨੀਅਰ ਆਫੀਸਰ ਦੀ। ਇੱਕ ਆਪਾਂ ਹਾਇਰਾਰਕੀ ਹੈ ਸਿਸਟਮ ਦੇ ਵਿੱਚ, ਉਹਨਾਂ ਨੂੰ ਜਿਹੜਾ ਉਹਨਾਂ ਦਾ ਰੈਂਕ ਹੈ ਉਹਦੀ ਵਾਈਜ਼ ਰਿਸਪੈਕਟ ਜ਼ਰੂਰ ਦੇਣੀ ਚਾਹੀਦੀ ਹੈਗੀ ਹੈ, ਉਹਨਾਂ ਦੇ ਕੰਮ ਨੂੰ ਬਿਲਕੁਲ ਮਨਾ ਨਹੀਂ ਕਰਨਾ ਚਾਹੀਦਾ, ਜਿਹੜੀਆਂ ਵੀ ਮੀਟਿੰਗਸ ਦੇ ਵਿੱਚ ਉਹ ਬੁਲਾਉਣ ਜ਼ਰੂਰ ਜਾਣਾ ਚਾਹੀਦਾ ਹੈਗਾ। ਜੇ ਉਹ ਮੈਸੇਜ ਕਰਨ, ਕੋਈ ਵਟਸਐਪ ਕਰਨ ਤਾਂ ਜ਼ਰੂਰ ਰਿਪਲਾਈ ਕਰਨਾ ਚਾਹੀਦਾ, ਅਰਲੀਐਸਟ ਰਿਪਲਾਈ ਕਰਨਾ ਚਾਹੀਦਾ, ਕੰਮ ਹੋਵੇ ਨਾ ਹੋਵੇ ਬਟ ਐਟਲੀਸਟ ਤੁਸੀਂ ਉਹਨਾਂ ਦੀਆਂ ਮੀਟਿੰਗਸ ਅਟੈਂਡ ਕਰੋ, ਉਹਨਾਂ ਦੀ ਜਿਹੜੀ ਵੀ ਕੋਈ ਮੈਸੇਜਿਸ ਆ ਰਹੇ ਆ ਉਹਨਾਂ ਦਾ ਰਿਪਲਾਈ ਜ਼ਰੂਰ ਕਰੋ, ਜੇ ਕੋਲ ਆਉਂਦੀ ਹੈ ਰਿਪਲਾਈ ਜ਼ਰੂਰ ਕਰੋ, ਬਾਈ ਚਾਂਸ ਕੋਲ ਨਹੀਂ ਲੈ ਪਾਉਂਦੇ ਤਾਂ ਬੈਕ ਕੋਲ ਜ਼ਰੂਰ ਕਰੋ। ਇਦਾਂ ਦੀਆਂ ਚੀਜ਼ਾਂ ਜੇ ਸੀਨੀਅਰ ਆਫੀਸਰ ਦੀਆਂ ਕਰੋਗੇ ਤੇ ਆਈ ਥਿੰਕ ਉਹਨਾਂ ਨਾਲ ਤੁਹਾਡੇ ਜਿਹੜੇ ਲਿੰਕਸ ਨੇ ਬੜੇ ਅੱਛੇ ਰਹਿੰਦੇ ਨੇ, ਕੋਡੀਅਲ ਰਹਿੰਦੇ ਨੇ। ਜੇ ਉਹ ਤੁਹਾਨੂੰ ਕੋਈ ਐਕਸਟਰਾ ਕੰਮ ਦਿੰਦੇ ਨੇ, ਜਿਵੇਂ ਫੋਰ ਐਗਜ਼ਾਮਪਲ ਕੋਵਿਡ ਦਾ ਕੰਮ ਹੈਗਾ, ਕਾਫੀ ਲੋਕ ਕਹਿੰਦੇ ਆਪਣਾ ਕੰਮ ਨਹੀਂ ਹੈਗਾ ਜਾਂ ਕੋਈ ਇਦਾਂ ਦਾ ਕੰਮ ਹੈ ਤੁਹਾਨੂੰ ਦਿੰਦੇ ਆ, ਤਾਂ ਉਹਨੂੰ ਆਪਾਂ ਨੂੰ ਇਹ ਸੋਚ ਕੇ ਲੈਣਾ ਚਾਹੀਦਾ ਕਿ ਆਪਾਂ ਨੂੰ ਇਹ ਕੰਮ ਦਿੱਤਾ ਗਿਆ ਕਿਉਂਕਿ ਆਪਾਂ ਨੂੰ ਇਸ ਦੇ ਯੋਗ ਸਮਝਿਆ ਗਿਆ, ਇਸ ਕਰਕੇ ਆਪਾਂ ਨੂੰ ਦਿੱਤਾ ਗਿਆ, ਆਪਾਂ ਉਸ ਨੂੰ ਲਈਏ, ਉਸ ਕੰਮ ਨੂੰ ਲੈ ਲਈਏ। ਮੋਸਟਲੀ ਮੇਰੀ ਇਦਾਂ ਦਾ ਸਿਨੈਰੀਓ ਆਪਣਾ ਪਰਸਨਲ ਇਹ ਹੁੰਦਾ ਹੈਗਾ ਕਿ ਮੈਂ ਐਕਸਟਰਾ ਕੰਮ ਲੈਣ ਦਾ ਇੱਛੁਕ ਹੀ ਹੁੰਦਾ ਹੈਗਾ। ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਸਬ ਰਜਿਸਟਰ ਦਾ ਚਾਰਜ ਸੀ, ਪਰ ਮੈਨੂੰ ਕੋਵਿਡ ਦਾ ਡੀਸੀ ਸਰ ਚਾਹੁੰਦੇ ਸੀ ਕਿ ਮੈਂ, ਕਿਉਂਕਿ ਡਾਕਟਰੀ ਬੈਕਗ੍ਰਾਉਂਡ ਤੇ ਵੀ ਡਿਸਟ੍ਰਿਕਟ ਦਾ ਮੈਂ ਕੋਵਿਡ ਦਾ ਵੀ ਦੇਖਾਂ ਉਸ ਟਾਈਮ। ਹੁਣ ਇਸ ਟਾਈਮ ਤਨਵੀਰ ਮੈਮ ਬੈਠੇ ਹੋਏ ਆ, ਉਹ ਵੀ ਨਾਲ ਦੇਖ ਰਹੇ ਹੈਗੇ ਕੰਮ ਸਾਰਾ। ਤਾਂ ਉਹਨਾਂ ਨੂੰ ਮੈਂ ਇਹ ਨਹੀਂ ਕਿਹਾ ਕਿ ਮੈਂ ਕਿਹਾ ਨਹੀਂ ਸਰ ਵੀ ਹਾਂ ਮੈਂ ਦੇਖੂੰਗਾ, ਤੇ ਬਲਕਿ ਉਹਨਾਂ ਨੇ ਮੈਨੂੰ ਇੱਕ ਸ਼ੁਰੂ ਦੇ ਵਿੱਚ ਇੱਕ ਕੰਮ ਦੇਣਾ ਚਾਹੁੰਦੇ ਸੀ, ਬਲਕਿ ਮੈਂ ਉਹਨਾਂ ਨੂੰ ਕਹਿ ਕੇ ਕਿਹਾ ਕਿ ਮੈਨੂੰ ਆਵਲਾ ਕੰਮ ਵੀ ਮੈਨੂੰ ਹੀ ਦੇ ਦਿਓ ਤੁਸੀਂ, ਤੇ ਮੈਂ ਇਹ ਵੀ ਦੇਖ ਲੂੰਗਾ। ਬਟ ਫਿਰ ਮੈਨੂੰ ਉਹਨਾਂ ਨੂੰ ਨਾਲ ਦੀ ਨਾਲ ਮੈਂ ਇਹ ਕਹਤਾ ਵੀ ਸਰ ਮੈਨੂੰ ਆਹ ਥੋੜਾ ਜਿਹਾ ਸਟਾਫ ਮੈਨੂੰ ਚਾਹੀਦਾ ਹੈਗਾ, ਐਜੂਕੇਸ਼ਨ ਦਾ ਸਟਾਫ ਚਾਹੀਦਾ, ਇਹ ਚਾਹੀਦਾ ਉਹ ਚਾਹੀਦਾ, ਤਾਂ ਤੁਸੀਂ ਮੈਨੂੰ ਬਸ ਇਹ ਕਾਈਂਡਲੀ ਅਰੇਂਜ ਕਰਵਾ ਦਿਓ, ਕੰਮ ਮੈਂ ਕਰ ਲੂੰਗਾ। ਤਾਂ ਉਹਨਾਂ ਨੇ ਵੀ ਹੈਪੀਲੀ ਵੀ ਕਿਹਾ ਵੀ ਹਾਂਜੀ ਹਾਂਜੀ ਤੁਸੀਂ ਕਰੋ, ਆਪਣੇ ਪੀਏ ਨੂੰ ਬੁਲਾ ਕੇ ਕਿਹਾ ਵੀ ਜਿਹੜਾ ਜਿਹੜਾ ਸਟਾਫ ਇਹਨਾਂ ਨੂੰ ਚਾਹੀਦਾ ਸਭ ਇਹਨਾਂ ਨਾਲ ਲਗਾ ਦਿਓ। ਤਾਂ ਉਹ ਫਿਰ ਤੁਸੀਂ ਹੁਣ ਤੁਹਾਡੇ ਕੋਲ ਸਟਾਫ ਦੀ ਕਮੀ ਸੀ, ਤੁਸੀਂ ਕੰਮ ਤੋਂ ਮਨਾ ਨਹੀਂ ਕੀਤਾ, ਬਟ ਤੁਸੀਂ ਉਹਨਾਂ ਨੂੰ ਦੱਸਦਾ ਵੀ ਇਹ ਸਟਾਫ ਦੀ ਕਮੀ ਹੈ, ਮੇਰੇ ਨਾਲ ਇਹ ਸਟਾਫ ਲਗਾ ਦਿਓ, ਉਹਨਾਂ ਨੇ ਤੁਹਾਡੇ ਨਾਲ ਲਗਾਤਾ, ਤੇ ਤੁਸੀਂ ਉਹਨਾਂ ਨੂੰ ਉਹ ਕੰਮ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਜਿੰਨਾ ਉਹਨਾਂ ਨੇ ਐਕਸਪੈਕਟ ਕੀਤਾ ਸੀ ਉਦੋਂ ਇੱਕ ਲੈਵਲ ਅੱਗੇ ਜਾ ਕੇ ਕਰਕੇ ਦਿਖਾਇਆ। ਤਾਂ ਉਹ ਇਦਾਂ ਦੀ ਮੈਨੂੰ ਲੱਗਦਾ ਜੇ ਆਪਣੀ ਰਹੂਗੀ ਕਿ ਆਪਾਂ ਜਿਹੜੀਆਂ ਪ੍ਰੋਬਲਮਸ ਨੇ ਉਹ ਉਹਨਾਂ ਨੂੰ ਦੱਸ ਕੇ ਉਹ ਚੀਜ਼ਾਂ ਪੂਰੀਆਂ ਕਰਵਾ ਲਈਏ, ਬਟ ਫਿਰ ਕੰਮ ਜਿਹੜਾ ਆਪਾਂ ਨੂੰ ਦਿੱਤਾ ਗਿਆ ਉਹ ਆਪਾਂ ਪੂਰਾ ਅੱਛੇ ਤਰੀਕੇ ਨਾਲ ਕਰੀਏ, ਤਾਂ ਆਪਣੀ ਇਮੇਜ ਅੱਛੀ ਬਣਦੀ ਹੈ ਉਸ ਦੇ ਵਿੱਚ। ਜਿਹੜਾ ਕੰਮ ਆਪਾਂ ਕਰਨਾ ਹੀ ਹੈ, ਦੇਖੋ ਜਿਹੜੇ ਆਪਾਂ ਇੰਤਕਾਲ ਹੈ, ਜਿਹੜੀ ਆਪਣੀਆਂ ਰਜਿਸਟਰੀਆਂ ਨੇ, ਜਿਹੜੇ ਆਪਣੇ ਕੋਰਟ ਕੇਸਿਸ ਨੇ, ਉਹ ਤਾਂ ਆਪਣਾ ਰੂਟੀਨ ਵਰਕ ਹੈ, ਉਹ ਤਾਂ ਆਪਾਂ ਕਰਨਾ ਹੀ ਕਰਨਾ ਹੈਗਾ। ਉਹ ਤਾਂ ਹੁਣ ਜੇ ਆਪਾਂ ਕਰਾਂਗੇ ਵੀ ਉਹਦੇ ਵਿੱਚ ਤਾਂ ਐਪਰੀਸੀਏਸ਼ਨ ਤੁਹਾਨੂੰ ਬੜੀ ਲੇਟ ਮਿਲਦੀ ਹੈਗੀ ਹੈ, ਕਿਉਂਕਿ ਸਾਰੀ ਉਹ ਕੰਮ ਕਰ ਰਹੇ ਆ ਤੇ ਆਪਣੇ ਤੋਂ ਮੰਨਿਆ ਵੀ ਜਾਂਦਾ, ਇਹ ਤਾਂ ਬਾਈ ਡਿਫਾਲਟ ਹੀ ਲਿਆ ਜਾਂਦਾ ਕਿ ਇਹ ਕੰਮ ਆਪਾਂ ਕਰਨਾ ਹੀ ਹੈ। ਜਿਹੜਾ ਕੰਮ ਤੁਸੀਂ ਉਸ ਤੋਂ ਅੱਗੇ ਜਾ ਕੇ ਕਰੋਗੇ, ਜਿਹੜਾ ਕੋਈ ਹੁਣ ਮਤਲਬ ਕੋਈ ਐਡਮਿਨਿਸਟ੍ਰੇਸ਼ਨ ਦਾ ਇਦਾਂ ਦਾ ਕੰਮ ਹੈਗਾ, ਇਹ ਮੋਸਟਲੀ ਆਪਣੇ ਕੋਲ ਕੰਮ ਆਉਂਦੇ ਹੀ ਰਹਿੰਦੇ ਹੈਗੇ ਆ, ਤਾਂ ਉਹ ਤੁਸੀਂ ਸਟੈਪ ਅੱਗੇ ਵੱਧ ਕੇ ਕਰੋਗੇ, ਉਹਦੇ ਵਿੱਚ ਤੁਹਾਨੂੰ ਐਪਰੀਸੀਏਸ਼ਨ ਵੀ ਵੱਧ ਮਿਲੂਗੀ, ਤੁਹਾਡੀ ਇਮੇਜ ਵੀ ਇੰਪਰੂਵ ਹੋਊਗੀ,
ਤੁਹਾਨੂੰ ਖੁਦ ਨੂੰ ਵੀ ਅੱਛਾ ਫੀਲ ਹੋਏਗਾ। ਤਾਂ ਉਹ ਮੇਰੀ ਆਪਣਾ ਇਹ ਮੰਨਣਾ ਹੈਗਾ ਕਿ ਆਪਾਂ ਨੂੰ ਉਦਾਂ ਦੇ ਕੰਮ ਜ਼ਰੂਰ ਕਰਨੇ ਚਾਹੀਦੇ ਹੈਗੇ। ਇੱਕ ਇਹ ਹੋ ਗਈ ਆਪਣੇ ਸੀਨੀਅਰ ਆਫੀਸਰਸ ਦੇ ਨਾਲ ਲੈ ਕੇ ਗੱਲ। ਇੱਕ ਹੁੰਦੇ ਸੀਨੀਅਰ ਪੋਲੀਟੀਸ਼ੀਅਨ ਜਿਹਦੇ ਵਿੱਚ ਹਲਕਾ ਇੰਚਾਰਜ ਆ ਜਾਂਦੇ ਹੈਗੇ ਆ, ਮਿਨਿਸਟਰਸ ਵੀ ਆ ਜਾਂਦੇ ਹੈਗੇ ਆ, ਉਹਨਾਂ ਦੇ ਪੀਏਜ਼ ਆ ਜਾਂਦੇ ਹੈਗੇ ਆ। ਉਹ ਆਪਾਂ ਨੂੰ ਕਾਫੀ ਵਾਰ ਇਦਾਂ ਦੇ ਕੰਮ ਕਰਨ ਨੂੰ ਕਹਿੰਦੇ ਹੈਗੇ ਆ ਕਿ ਜਿਹੜੇ ਕੰਮ ਆਪਣੇ ਕਰਨ ਵਾਲੇ ਨਹੀਂ ਹੁੰਦੇ ਹੈਗੇ। ਕਾਫੀ ਵਾਰ ਉਹ ਕੰਮ ਕਰਨ ਵਾਲੇ ਹੁੰਦੇ ਹੀ ਹੈ। ਮੈਂ ਇਹ ਮੇਰੇ ਅਕੋਰਡਿੰਗਲੀ ਜਿਹੜੀ ਮੇਰਾ ਐਕਸਪੀਰੀਅੰਸ ਹੈ ਉਹ ਇਹ ਹੈ ਕਿ 90 ਤੋਂ 95% ਜਿਹੜੀਆਂ ਵੀ ਆਪਾਂ ਨੂੰ ਉਹ ਸਿਫਾਰਿਸ਼ਾਂ ਕਰਦੇ ਆ ਉਹ ਹੋਣ ਵਾਲੇ ਹੀ ਹੁੰਦੇ ਆ ਕੰਮ, ਠੀਕ ਹੁੰਦੇ ਆ ਕੰਮ। ਜਸਟ ਇਹ ਹੁੰਦਾ ਵੀ ਆਪਾਂ ਜਲਦੀ ਕਰ ਦਈਏ, ਜਿਹੜਾ ਬੰਦਾ ਆਊਗਾ ਉਹਨੂੰ ਟ੍ਰੀਟ ਵਧੀਆ ਕਰ ਦਈਏ, ਉਹਨੂੰ ਥੋੜੀ ਜਿਹੀ ਵੀਆਈਪੀ ਫੀਲਿੰਗ ਜੀ ਆ ਜੇ ਕਿ ਮੈਂ ਗਿਆ, ਮੈਨੂੰ ਆਮ ਲੋਕਾਂ ਦੇ ਨਾਲੋਂ ਜ਼ਿਆਦਾ ਵਧੀਆ ਢੰਗ ਨਾਲ ਮੇਰਾ ਕੰਮ ਜਲਦੀ ਹੋ ਗਿਆ ਜਾਂ ਮੇਰੀ ਪੁੱਛ ਗਿੱਛ ਹੋ ਗਈ। ਤਾਂ ਉਹਦੇ ਵਿੱਚ ਇਹੀ ਹੈ ਕਿ ਤੁਸੀਂ ਜਦੋਂ ਮੋਸਟਲੀ ਉਹ ਬੰਦਿਆਂ ਦੀ ਜੇ ਆਪਾਂ ਸਿਚੁਏਸ਼ਨ ਸਮਝੀਏ, ਮੋਸਟਲੀ ਇੱਕ ਬੰਦਾ ਉਹਨਾਂ ਕੋਲ ਬੈਠਾ ਹੁੰਦਾ, ਉਹ ਫੋਨ ਕਰਵਾ ਰਿਹਾ ਹੁੰਦਾ ਕਿ ਇਹ ਬੰਦੇ ਨੂੰ ਫੋਨ ਕਰਕੇ ਕਹਿ ਦਿਓ ਜੀ ਫਲਾਣੇ ਤਹਿਸੀਲਦਾਰ ਫਲਾਣੇ ਨੈਬ ਤਹਿਸੀਲਦਾਰ ਨੂੰ ਫੋਨ ਕਰਕੇ ਕਹਿ ਦਿਓ ਵੀ ਮੇਰਾ ਇਹ ਕੰਮ ਹੋ ਜੀ। ਤੇ ਆਪਾਂ ਜਦੋਂ ਪਹਿਲੀ ਵਾਰੀ ਫੋਨ ਆਵੇ ਆਪਾਂ ਉਹਨਾਂ ਨੂੰ ਆਈ ਕਹੀਏ ਕਿ ਹਾਂਜੀ ਤੁਸੀਂ ਬੰਦੇ ਨੂੰ ਭੇਜ ਦਿਓ, ਤੁਹਾਡਾ ਨਾਮ ਲੈ ਕੇ ਮੈਨੂੰ ਮਿਲ ਲੇ। ਉਹਦੇ ਨਾਲ ਕੀ ਹੁੰਦਾ ਕਿ ਆਪਾਂ ਉਹ ਕੰਮ ਨਾ ਡਿਸਕਸ ਕਰੀਏ ਫੋਨ ਤੇ ਕੀ ਹੋਣ ਵਾਲਾ ਨਹੀਂ ਹੋਣ ਵਾਲਾ, ਕਿਉਂਕਿ ਨਾ ਤਾਂ ਉਸ ਟਾਈਮ ਕੁਝ ਆਪਾਂ ਨੂੰ ਪਤਾ ਲੱਗਦਾ ਨਾ ਕੁਝ ਦੂਸਰੇ ਬੰਦੇ ਨੂੰ ਪਤਾ ਹੁੰਦਾ। ਬੈਸਟ ਇਹ ਹੈ ਕਿ ਉਹਲੇ ਬੰਦੇ ਨੂੰ ਇੱਕ ਵਾਰੀ ਆਪਦੇ ਕੋਲ ਬੁਲਾ ਲਓ, ਬਿਠਾ ਲਓ, ਇੱਕ ਉਹਦਾ ਕੰਮ ਸਮਝ ਲਓ ਕੀ ਕੰਮ ਹੋਣ ਵਾਲਾ ਨਹੀਂ ਹੋਣ ਵਾਲਾ। ਮੋਸਟਲੀ ਕੰਮ ਹੋਣ ਵਾਲਾ ਹੀ ਹੁੰਦਾ, ਉਹਨੂੰ ਜਿੰਨਾ ਤੁਸੀਂ ਜਲਦੀ ਢੰਗ ਨਾਲ ਕਰ ਸਕਦੇ ਹੋ ਉਹਨਾਂ ਜਲਦੀ ਕਰ ਦਿਓ। ਜੇ ਕੰਮ ਨਹੀਂ ਹੋਣ ਵਾਲਾ ਤਾਂ ਉਸ ਬੰਦੇ ਨੂੰ ਸਮਝਾ ਦਿਓ ਕਿ ਇਹ ਕਾਰਨ ਹੈ, ਤਾਂ ਇਹ ਕੰਮ ਇਸ ਕਰਕੇ ਨਹੀਂ ਹੋਣ ਵਾਲਾ। ਤੇ ਉਹ ਬੰਦਾ ਦੁਬਾਰਾ ਜਾਊਗਾ ਮੋਸਟ ਪ੍ਰੋਬੇਬਲੀ ਉੱਥੇ ਪੋਲੀਟੀਕਲ ਬੰਦੇ ਕੋਲੇ, ਉਹ ਪੋਲੀਟੀਸ਼ੀਅਨ ਦੇ ਜੇ ਦੁਬਾਰਾ ਤੁਹਾਨੂੰ ਫੋਨ ਆਉਂਦਾ ਤਾਂ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਮੈਂ ਜੀ ਤੁਹਾਡਾ ਬੰਦਾ ਆ ਗਿਆ ਸੀ, ਮੈਂ ਉਹਨੂੰ ਬਿਠਾ ਲਿਆ ਸੀ, ਚਾਹ ਪਾਣੀ ਵੀ ਪਿਆਤੀ ਸੀ, ਉਹਦਾ ਕੰਮ ਵੀ ਦੇਖ ਲਿਆ, ਉਹਦੇ ਕੰਮ ਦੇ ਵਿੱਚ ਇਹ ਕਮੀਆਂ ਹੈਗੀਆਂ, ਇਹ ਦੂਰ ਕਰਵਾ ਲਓ, ਇਹ ਕੰਮ ਮੇਰੇ ਤੋਂ ਨਹੀਂ ਹੋਣ ਵਾਲਾ, ਇਹ ਰਜਿਸਟਰੀਆਂ ਅਸੀਂ ਨਹੀਂ ਕਰ ਰਹੇ ਜਾਂ ਇਹ ਚੀਜ਼ਾਂ ਨਹੀਂ ਹੋ ਰਹੀਆਂ। ਬਟ ਉਹ ਤੁਹਾਡਾ ਸਟੈਂਡ ਹੈ ਜਿਹੜਾ ਥੋੜਾ ਜਿਹਾ ਮਤਲਬ ਠੀਕ ਹੋਵੇ, ਇਦਾਂ ਨਾ ਹੋਵੇ ਕਿ ਜਿਹੜੇ ਕੰਮ ਨੂੰ ਤੁਸੀਂ ਆਪਦੇ ਸੀਨੀਅਰ ਪੋਲੀਟੀਸ਼ੀਅਨਸ ਨੂੰ ਜਾਂ ਕਿਸੇ ਨੂੰ ਮਨਾ ਕਰ ਰਹੇ ਹੋ ਉਹ ਕੰਮ ਇਦਾਂ ਦਾ ਹੀ ਹੋਵੇ ਕਿ ਸਿਰਫ ਕਿਸੇ ਕੰਸੀਡਰੇਸ਼ਨ ਕਰਕੇ ਨਾ ਮਨਾ ਕਰ ਰਹੇ ਹੋ। ਮਤਲਬ ਥੋੜੀ ਜਿਹੀ ਇੱਕ ਇੰਟੀਗ੍ਰਿਟੀ ਹੋਵੇ ਤੁਹਾਡੀ ਕਿ ਜੇ ਕੰਮ ਕੋਈ ਨਹੀਂ ਕਰਨਾ ਤਾਂ ਉਹ ਨਹੀਂ ਕਰਨਾ ਕਿਸੇ ਵੀ ਕੀਮਤ ਤੇ, ਜੇ ਕੋਈ ਕਰਨਾ ਹੈ ਤਾਂ ਉਹ ਮਤਲਬ ਕਰ ਹੀ ਦੇਣਾ ਹੈਗਾ। ਤੇ ਜੇ ਕੋਈ ਕੰਮ ਦੇ ਵਿੱਚ ਥੋੜੀ ਬਹੁਤ ਘਾਟ ਵੱਧ ਇੱਧਰ ਉੱਧਰ ਕਰਕੇ ਹੋਣ ਵਾਲਾ ਤਾਂ ਉਹ ਵੀ ਉਹਨਾਂ ਨੂੰ ਦੱਸ ਦਿਓ ਵੀ ਆਏ ਜੇ ਕਰ ਦੋ ਤਾਂ ਫਿਰ ਅਸੀਂ ਇਹ ਕੰਮ ਕਰ ਦਾਂਗੇ। ਮਤਲਬ ਥੋੜੀ ਜਿਹੀ ਦੇਰ ਬਾਅਦ ਉਹ ਆਫੀਸਰਸ ਨੂੰ, ਲੋਕਲ ਪੋਲੀਟੀਸ਼ੀਅਨਸ ਨੂੰ ਤੁਹਾਡੀ ਵਰਕਿੰਗ ਸਮਝ ਆ ਜਾਂਦੀ ਹੈਗੀ ਹੈ। ਉਹ ਮੋਸਟਲੀ ਇਹ ਹੁੰਦਾ ਕਿ ਮੈਂ ਇਹ ਐਕਸਪੀਰੀਅੰਸ ਕੀਤਾ, ਜਿਵੇਂ ਕੋਈ ਕੰਮ ਨਹੀਂ ਹੋਣ ਵਾਲਾ ਆਪਾਂ ਮਨਾ ਕਰ ਦਿੱਤਾ, ਕਿ ਮਨਾ ਕਰਤਾ ਵੀ ਨਹੀਂ ਇਹ ਰਜਿਸਟਰੀ ਨਹੀਂ ਹੋਣ ਵਾਲੀ ਹੈਗੀ, ਇਹਦੇ ਵਿੱਚ ਜਦੋਂ ਤੱਕ ਇੰਤਕਾਲ ਨਹੀਂ ਹੋਊਗਾ ਮੈਂ ਨਹੀਂ ਰਜਿਸਟਰੀ ਕਰਨੀ। ਮੰਨ ਲਓ ਫੋਰ ਐਗਜ਼ਾਮਪਲ ਇਹ ਹੈਗਾ ਕਿ ਬੰਦੇ ਦਾ ਇੰਤਕਾਲ ਕਿਸੇ ਕਾਰਨ ਕਰਕੇ ਨਹੀਂ ਹੋ ਪਾਇਆ, ਉਹ ਤੁਹਾਨੂੰ ਪੁਰਾਣੀ ਰਜਿਸਟਰੀ ਪੇਸ਼ ਕਰ ਰਿਹਾ, ਤੁਸੀਂ ਕਹਿੰਦੇ ਹੋ ਤੁਹਾਡਾ ਇੱਕ ਇਹ ਬਣਿਆ ਹੋਇਆ ਵੀ ਤੁਸੀਂ ਨਹੀਂ ਕਰਦੇ ਰਜਿਸਟਰੀ ਤੋਂ ਰਜਿਸਟਰੀ ਜਦੋਂ ਤੱਕ ਇੰਤਕਾਲ ਨਹੀਂ ਹੁੰਦਾ, ਤਾਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਮੈਂ ਨਹੀਂ ਇਦਾਂ, ਮੈਂ ਕੋਈ ਵੀ ਰਜਿਸਟਰੀ ਨਹੀਂ ਕਰਦਾ ਜਿਹਦਾ ਇੰਤਕਾਲ ਨਾ ਹੋਇਆ ਹੋਵੇ। ਫਿਰ ਉਹ ਬੰਦੇ ਤੁਹਾਨੂੰ ਕੋਈ ਆਫਰ ਦੇ ਕੇ ਭੇਜਣਗੇ, ਕਿਸੇ ਹੋਰ ਦੇ ਥਰੂ ਭੇਜਣਗੇ, ਉਦੋਂ ਤੁਸੀਂ ਉਹ ਕੰਮ ਦੁਬਾਰਾ ਤੋਂ ਨਾ ਕਰੋ। ਮਤਲਬ ਜੇ ਤੁਸੀਂ ਉਦੋਂ ਕਰੋਗੇ ਫਿਰ ਤੁਹਾਡੀ ਇਮੇਜ ਜ਼ਰੂਰ ਉਹ ਖਰਾਬ ਹੋਊਗੀ, ਜਿਹੜਾ ਬੰਦਾ ਕਹੂਗਾ ਉਹਦੇ ਦਿਮਾਗ ਦੇ ਵਿੱਚ ਵੀ ਇਹ ਜਾਊਗਾ। ਤੇ ਮਤਲਬ ਮੋਸਟਲੀ ਅਸੀਂ ਇਹ ਕਰਦੇ ਹੈਗੇ ਆ ਕਿ ਮੈਂ ਪਰਸਨਲੀ ਇਹ ਕਰਦਾ ਕਿ ਜਿਹਦਾ ਵੀ ਜਿਹੜਾ ਕੋਈ ਕੰਮ ਹੁੰਦਾ ਹੈਗਾ ਮੈਂ ਉਹਨੂੰ ਨੋਟ ਕਰਕੇ ਰੱਖ ਲੈਣਾ ਹੈਗਾ। ਜਿਹੜੀ ਵੀ ਕੋਈ ਸਿਫਾਰਿਸ਼ ਮੇਰੇ ਕੋਲ ਆਈ ਹੁੰਦੀ ਹੈਗੀ, ਜੇ ਅੱਜ ਆਈ ਹੈ ਤਾਂ ਮੈਂ ਅੱਜ ਹੀ ਉਸ ਨੂੰ ਇੱਕ ਅਲੱਗ ਜਗ੍ਹਾ ਤੇ ਨੋਟ ਕਰਕੇ ਰੱਖ ਲੈਣਾ ਕਿ ਇਹ ਵਾਲੇ ਬੰਦੇ ਨੇ ਮੈਨੂੰ ਇਹ ਕੰਮ ਕਿਹਾ ਸੀਗਾ ਤੇ ਇਹ ਇਸ ਦਾ ਕੰਮ ਹੈਗਾ, ਤੇ ਉਹ ਮੇਰੇ ਥੋੜਾ ਜਿਹਾ ਆਪਾਂ ਨੂੰ ਆਈਡੀਆ ਹੁੰਦਾ ਕਿ ਇਸ ਨੂੰ ਇਹ ਕਰਕੇ ਮਨਾ ਕੀਤਾ ਹੈਗਾ। ਉਹ ਮੋਸਟਲੀ ਤੁਹਾਨੂੰ ਕਿਸੇ ਹੋਰ ਰੂਟ ਦੇ ਥਰੂ ਆਉਂਦਾ ਹੈਗਾ, ਉਹ ਕਿਸੇ ਹੋਰ ਰੂਟ ਦੇ ਥਰੂ ਜਦੋਂ ਤੁਹਾਡੇ ਕੋਲ ਆਉਂਦਾ ਤਾਂ ਤੁਹਾਨੂੰ ਡਾਊਟ ਜਿਹਾ ਹੁੰਦਾ ਵੀ ਇਹ ਕੰਮ ਕਿਸੇ ਨੇ ਮੈਨੂੰ ਹੋਰ ਕਿਹਾ ਸੀ, ਤਾਂ ਤੁਸੀਂ ਉਹਨੂੰ ਜੇ ਇਹੀ ਰਿਪਲਾਈ ਕਰੋ ਕਿ ਇਹ ਕੰਮ ਲਈ ਮੈਨੂੰ ਫਲਾਣੇ ਬੰਦੇ ਨੇ ਆਲਰੇਡੀ ਕਿਹਾ ਹੈਗਾ ਕਿ ਮੈਂ ਉਹਨਾਂ ਨੂੰ ਇਹ ਕਹਿ ਕੇ ਮਨਾ ਕੀਤਾ ਸੀ, ਤਾਂ ਉਹ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਕਿ ਇਸ ਦਾ ਮਤਲਬ ਇਹ ਕੰਮ ਸਾਡਾ ਐਕਚੁਅਲ ਦੇ ਵਿੱਚ ਹੀ ਨਹੀਂ ਹੋਣ ਵਾਲਾ ਹੈਗਾ। ਤਾਂ ਉਹ ਬੰਦੇ ਤੁਹਾਨੂੰ ਜ਼ਿਆਦਾ ਤੰਗ ਨਹੀਂ ਕਰਦੇ ਹੈਗੇ। ਥੋੜੀ ਦੇਰ ਬਾਅਦ ਸ਼ੁਰੂ ਦੇ ਵਿੱਚ ਹੀ ਦਿੱਕਤ ਆਉਂਦੀ ਹੁੰਦੀ ਹੈ, ਉਸ ਤੋਂ ਬਾਅਦ ਸਾਰੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਤੁਹਾਡੀ ਵਰਕਿੰਗ ਦਾ। ਉਹ ਮੋਸਟਲੀ ਮੈਂ ਹੁਣ ਇਹ ਵੀ ਦੇਖਿਆ ਕਿ ਕਾਫੀ ਵਾਰ ਲੋਕਲ ਪੋਲੀਟੀਕਲ ਬੰਦੇ ਹੀ ਮਨਾ ਕਹਿ ਦਿੰਦੇ, ਕਹਿ ਕੇ ਮਨਾ ਕਰ ਦਿੰਦੇ ਵੀ ਜੋ ਉਹਨਾਂ ਨੇ ਮਨਾ ਕੀਤਾ ਤਾਂ ਮਤਲਬ ਨਹੀਂ ਹੋਣ ਵਾਲਾ ਹੋਣਾ। ਤਾਂ ਉਹ ਤੁਹਾਡੀ ਇਮੇਜ ਇੰਨੀ ਠੀਕ ਹੋ ਜਾਂਦੀ ਹੈ ਕਿ ਉਹ ਆਪਣੇ ਆਪ ਆਪਦੇ ਲੈਵਲ ਤੇ ਹੀ ਲੋਕਾਂ ਨੂੰ ਕਹਿਣ ਲੱਗ ਜਾਂਦੇ ਆ ਵੀ ਜੇ ਹੋਣ ਵਾਲਾ ਹੁੰਦਾ ਤਾਂ ਉਹ ਕਰ ਦਿੰਦੇ ਆਪਣੇ ਆਪ। ਤਾਂ ਉਹ ਤੁਹਾਨੂੰ ਬੜੀ ਅੱਛੀ ਫੀਲਿੰਗ ਦਿੰਦਾ। ਕਾਫੀ ਵਾਰੀ ਬੰਦੇ ਤੁਹਾਡੇ ਕੋਲ ਖੁਦ ਆ ਕੇ ਕਹਿੰਦੇ ਆ ਵੀ ਜੀ ਮੈਂ ਇਹ ਕੰਮ ਕਰਵਾਉਣ ਲਈ ਫਲਾਣੇ ਪੋਲੀਟੀਕਲ ਬੰਦੇ ਕੋਲ ਗਿਆ ਸੀ ਤੇ ਉਹ ਪੋਲੀਟੀਸ਼ੀਅਨ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਜੇ ਤੇਰਾ ਕੰਮ ਹੋਣ ਵਾਲਾ ਹੋਊਗਾ ਤਾਂ ਹੋ ਜਾਊਗਾ, ਵੀ ਮੇਰੇ ਬਿਨਾਂ ਕਹੀ ਹੋ ਜਾਊਗਾ, ਤੇ ਜੇ ਨਹੀਂ ਹੋਣ ਵਾਲਾ ਤਾਂ ਮੇਰੇ ਕਹੇ ਤੋਂ ਵੀ ਨਹੀਂ ਹੋਣਾ ਹੈਗਾ, ਵੀ ਇਸ ਕਰਕੇ ਕੋਈ ਮਤਲਬ ਇਦਾਂ ਦੀ ਗੱਲ ਉਹ ਤੁਹਾਨੂੰ ਬੰਦਾ ਹੀ ਆ ਕੇ ਦੱਸਦਾ ਹੈਗਾ ਵੀ ਮੈਨੂੰ ਲੋਕਲ ਪੋਲੀਟੀਕਲ ਬੰਦੇ ਨੇ ਵੀ ਇਹ ਗੱਲ ਮੈਨੂੰ ਕਹੀ ਹੈਗੀ ਹੈ। ਤਾਂ ਉਹ ਤੁਹਾਨੂੰ ਵੀ ਅੱਛਾ ਫੀਲ ਹੁੰਦਾ ਵੀ ਉਹ ਤੁਹਾਡੇ ਤੇ ਫੇਥ ਕਰਦੇ ਹੈਗੇ, ਇੰਨਾ ਫੇਥ ਕਰਦੇ ਆ ਕਿ ਉਹਨਾਂ ਨੂੰ ਪਤਾ ਹੈਗਾ ਕਿ ਤੁਸੀਂ ਜੇ ਕੰਮ ਹੋਣ ਵਾਲਾ ਹੋਊਗਾ ਤਾਂ ਆਪਣੇ ਆਪ ਹੀ ਕਰ ਦੋਗੇ। ਤਾਂ ਇਹ ਚੀਜ਼ਾਂ ਆਈ ਥਿੰਕ ਗੇਨ ਕਰਨ ਦੇ ਵਿੱਚ ਕੁਝ ਟਾਈਮ ਲੱਗਦਾ ਹੈਗਾ, ਬਟ ਜਦੋਂ
ਇਹ ਚੀਜ਼ਾਂ ਤੁਹਾਡੇ ਕੋਲੇ ਆਉਂਦੀਆਂ ਵਾਪਿਸ ਆਉਂਦੀਆਂ ਤਾਂ ਬੜਾ ਅੱਛਾ ਤੁਸੀਂ ਫੀਲ ਕਰਦੇ ਹੋ ਆਪਣੀ ਜੌਬ ਦੇ ਵਿੱਚ। ਬੜੇ ਚੀਜ਼ਾਂ ਨੇ ਕਿ ਬੜੇ ਸਟ੍ਰੈਸਿਸ ਰਹਿੰਦੇ ਨੇ, ਬੜਾ ਚੀਜ਼ਾਂ ਹੁੰਦੀਆਂ ਨੇ, ਬਟ ਜਦੋਂ ਤੁਸੀਂ ਜੇ ਮੈਨੂੰ ਲੱਗਦਾ ਪਬਲਿਕ ਡੀਲਿੰਗ ਅੱਛੇ ਢੰਗ ਨਾਲ ਕਰ ਲਓ, ਲੋਕਾਂ ਨੂੰ ਅੱਛੇ ਢੰਗ ਨਾਲ ਡੀਲ ਕਰ ਲਓ, ਆਪਣੇ ਸਬੋਰਡੀਨੇਟ ਸਟਾਫ ਨੂੰ ਅੱਛੇ ਢੰਗ ਨਾਲ ਡੀਲ ਕਰ ਲਓ, ਸੀਨੀਅਰਸ ਨੂੰ, ਲੋਕਲ ਪੋਲੀਟੀਕਲ ਬੰਦਿਆਂ ਨੂੰ, ਜਿਹੜੇ ਵੀ ਕੋਈ ਨੇ, ਤਾਂ ਉਹਨਾਂ ਨੂੰ ਅੱਛੇ ਢੰਗ ਨਾਲ ਡੀਲ ਕਰ ਲਓ ਤਾਂ ਤੁਹਾਡਾ ਵਰਕਿੰਗ ਜਿਹੜੀ ਹੈ ਬੜੀ ਸਮੂਥ ਹੋ ਜਾਂਦੀ ਹੈ, ਬੜਾ ਤੁਸੀਂ ਸੈਟਿਸਫੈਕਟਰੀ ਜਾਂ ਫੀਲ ਕਰਦੇ ਹੋ। ਕੁਛ ਪਰਸਨਲ ਲੈਵਲ ਤੇ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਜਿਹੜੀਆਂ ਕਿ ਮੈਂ ਖੁਦ ਫੋਲੋ ਕਰਦਾ, ਕਿ ਜਦੋਂ ਤੁਸੀਂ ਆਫਿਸ ਜਾਓ ਤਾਂ ਇੱਕ ਵਾਰੀ ਆਪਾਂ ਜਿੱਦਾਂ ਲੋਕ ਪੂਜਾ ਕਰਦੇ ਆ, ਕੁਝ ਹੋਰ ਕਰਦੇ ਆ, ਤਾਂ ਇੱਕ ਵਾਰੀ ਸਿੰਪਲੀ ਆਪਾਂ ਆਪਦੇ ਆਪ ਨੂੰ ਰਿਮਾਈਂਡ ਕਰਵਾ ਦਈਏ ਕਿ ਜਿੰਨੇ ਵੀ ਲੋਕ ਅੱਜ ਮੈਨੂੰ ਮਿਲਣ ਆਉਣਗੇ ਤਾਂ ਮੈਂ ਕੋਸ਼ਿਸ਼ ਕਰਾਂ ਕਿ ਉਹਨਾਂ ਦੇ ਵਿੱਚੋਂ ਜ਼ਿਆਦਾ ਮਤਲਬ ਲੋਕ ਦੁਖੀ ਨਾ ਜਾਣ। ਮਤਲਬ ਐਟ ਦੀ ਐਂਡ ਜਿਹੜਾ ਬੰਦਾ ਆਊਗਾ, ਦੁਖੀ ਹੀ ਬੰਦੇ ਕਾਫੀ ਆਉਂਦੇ ਆ ਆਪਣੇ ਕੋਲੇ, ਕਾਫੀ ਬੰਦੇ ਪਟਵਾਰੀਆਂ ਤੋਂ ਖੱਜਲ ਖਵਾਰ ਹੋਏ ਹੁੰਦੇ ਆ, ਲੀਡ ਰਾਈਟਰਸ ਤੋਂ ਹੋਏ ਹੁੰਦੇ ਆ, ਵੈਸੇ ਉਹਨਾਂ ਦਾ ਕੋਈ ਡਿਸਪਿਊਟ ਚੱਲਦਾ ਹੁੰਦਾ ਆਲਰੇਡੀ, ਤਾਂ ਆਪਾਂ ਉਹਨਾਂ ਦੀਆਂ ਜਿਹੜੀਆਂ ਆਲਰੇਡੀ ਉਹ ਸਫਰਿੰਗ ਹੈ ਉਹਦੇ ਵਿੱਚ ਐਡ ਆਨ ਨਾ ਕਰੀਏ। ਜਿਹੜੀ ਉਹਨਾਂ ਦਾ ਦੁੱਖ ਤਕਲੀਫ ਚੱਲ ਰਿਹਾ ਉਹਨੂੰ ਆਪਾਂ ਵਧਾ ਕੇ ਨਾ ਭੇਜੀਏ, ਉਹਨਾਂ ਨੂੰ ਆਪਾਂ ਥੋੜਾ ਜਿਹਾ ਘਟਾ ਕੇ ਭੇਜੀਏ। ਜਦੋਂ ਬੰਦਾ ਤੁਹਾਡੇ ਆਫਿਸ ਚੋਂ ਜਾਵੇ, ਉਹ ਥੋੜਾ ਜਿਹਾ ਜਦੋਂ ਤੁਹਾਡੇ ਆਫਿਸ ਦੇ ਵਿੱਚ ਐਂਟਰ ਕਰੇ ਤੇ ਜਦੋਂ ਉਹ ਬਾਹਰ ਨਿਕਲੇ, ਜਿਵੇਂ ਉਹ ਐਂਟਰ ਕੀਤਾ ਸੀ ਉਹਦੀ ਕੰਡੀਸ਼ਨ ਉਸ ਤੋਂ ਥੋੜੀ ਜੀ ਅੱਛੀ ਹੋਵੇ, ਉਸ ਤੋਂ ਉਹ ਥੋੜਾ ਜਿਹਾ ਇਦਾਂ ਨਾ ਹੋਵੇ ਕਿ ਤੁਸੀਂ ਉਸ ਨੂੰ ਥੋੜਾ ਜਿਹਾ ਹੋਰ ਦੁਖੀ ਕਰ ਦਿਓ। ਤਾਂ ਮੇਬੀ ਉਹਦਾ ਕੰਮ ਨਹੀਂ ਵੀ ਹੋਣ ਵਾਲਾ ਤਾਂ ਵੀ ਉਸ ਨੂੰ ਰਿਸਪੈਕਟਫੁਲੀ ਆਪਾਂ ਡੀਲ ਕਰੀਏ। ਉਸ ਨੂੰ ਈਵਨ ਮੈਂ ਤਾਂ ਇਹ ਕੋਸ਼ਿਸ਼ ਕਰਦਾ ਕਿ ਜਿਹੜੇ ਕਿਸੇ ਦਾ ਕੰਮ ਹੋਣ ਵਾਲਾ ਹੈ ਉਸ ਨੂੰ ਭਾਵੇਂ ਮੈਂ ਚਾਹ ਪਾਣੀ ਪਿਆਵਾਂ ਨਾ ਪਿਆਵਾਂ, ਜਿਹਦਾ ਕੰਮ ਨਹੀਂ ਹੋਣ ਵਾਲਾ ਉਹਨੂੰ ਜ਼ਰੂਰ ਮੈਂ ਬਿਠਾ ਲਾਂ, ਇੱਕ ਵਾਰੀ ਉਹਦੇ ਤੇ ਜ਼ਰੂਰ 2 ਮਿੰਟ ਐਕਸਟਰਾ ਲਗਾ ਦਾਂ, ਜਾਂ ਆਪਦੇ ਸਟਾਫ ਨੂੰ ਕਹਿ ਦਾਂ ਵੀ ਤੁਸੀਂ ਇਹਨੂੰ ਸਮਝਾ ਦਿਓ ਥੋੜਾ ਜਿਹਾ ਬਿਠਾ ਕੇ, ਤਾਂ ਕਿ ਉਸ ਬੰਦੇ ਨੂੰ ਆਏ ਨਾ ਲੱਗੇ ਵੀ ਮੇਰਾ ਕੰਮ ਇਸ ਕਰਕੇ ਨਹੀਂ ਹੋਇਆ, ਵੀ ਮੈਂ ਕੁਝ ਇਹਨਾਂ ਦਾ ਕੁਝ ਐਕਸਟਰਾ ਪੇ ਨਹੀਂ ਕੀਤਾ ਜਾਂ ਕੁਝ ਵੀ, ਜਾਂ ਮੇਰੀ ਸਿਫਾਰਿਸ਼ ਨਹੀਂ ਸੀ, ਜਾਂ ਇਦਾਂ ਨਾ ਉਹਨੂੰ ਫੀਲ ਹੋਵੇ। ਤਾਂ ਉਹ ਬੰਦੇ ਦਾ ਕੰਮ ਹਰ ਇੱਕ ਨੂੰ ਪਤਾ ਹੀ ਹੁੰਦਾ ਕਿ ਮੇਰਾ ਕੰਮ ਦੇ ਵਿੱਚ ਥੋੜੀ ਜਿਹੀ ਕਮੀ ਹੈਗੀ ਹੈ, ਉਹ ਜਸਟ ਤੁਹਾਨੂੰ ਲਿਆ ਕੇ ਭਾਵੇਂ ਸ਼ੋਅ ਕਰਨ ਵੀ ਸਾਡਾ ਕੰਮ ਸਹੀ ਹੈ, ਬਟ ਅੰਦਰ ਖਾਤੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਕੰਮ ਦੇ ਵਿੱਚ ਕੁਝ ਨਾ ਕੁਝ ਕਮੀ ਹੈ। ਬਟ ਜੇ ਤੁਸੀਂ ਉਹਦੇ ਨਾਲ ਡੀਲ ਅੱਛੇ ਢੰਗ ਨਾਲ ਕਰ ਲਓਗੇ ਤਾਂ ਉਹ ਬੰਦਾ ਤੁਹਾਡੇ ਪ੍ਰਤੀ ਉਹ ਅੱਛਾ ਜਿਹੜਾ ਓਪੀਨੀਅਨ ਲੈ ਕੇ ਜਾਊਗਾ, ਸ਼ਿਕਾਇਤ ਵੀ ਨਹੀਂ ਕਰੂਗਾ, ਬਲਕਿ ਕਾਫੀ ਵਾਰੀ ਤਾਂ ਉਹ ਤੁਹਾਨੂੰ ਐਂਡ ਦੇ ਜਾਣ ਲੱਗੀ ਕਹਿ ਜਾਂਦੇ ਹਾਂਜੀ ਸਰ ਸਾਨੂੰ ਪਤਾ ਸੀ ਕੰਮ ਤਾਂ ਸਾਡਾ ਨਹੀਂ ਹੋਣਾ, ਪਰ ਤੁਸੀਂ ਸਾਨੂੰ ਸਮਝਾਤਾ, ਇੰਨਾ ਹੀ ਤੁਹਾਡਾ ਧੰਨਵਾਦ। ਤੇ ਇਸ ਕਰਕੇ ਇਦਾਂ ਤੁਸੀਂ ਥੋੜਾ ਜਿਹਾ ਰੱਖੋ। ਇੱਕ ਇਹ ਜ਼ਰੂਰ ਰੱਖੋ ਕਿ ਸੀਨੀਅਰ ਆਫੀਸਰਸ ਜਦੋਂ ਆਪਾਂ ਨੂੰ ਕਾਫੀ ਵਾਰ ਇਦਾਂ ਹੁੰਦਾ ਕਿ ਬੜਾ ਪ੍ਰੈਸਿੰਗ ਜਿਹਾ ਕਹਿ ਦਿੰਦੇ ਜੀ ਆਹ ਚੀਜ਼ ਹਫਤੇ ਦੇ ਵਿੱਚ ਹੋਣੀ ਚਾਹੀਦੀ ਹੈ, ਆਪਾਂ ਨੂੰ ਪਤਾ ਹੁੰਦਾ ਕਿ ਉਹ ਨਹੀਂ ਹੋ ਸਕਦੀ, 3 ਦਿਨਾਂ ਦੇ ਵਿੱਚ ਰਿਪੋਰਟ ਦਿਓ, 1 ਦਿਨ ਦੇ ਵਿੱਚ ਰਿਪੋਰਟ ਦਿਓ, ਸ਼ਾਮ ਤੱਕ ਰਿਪੋਰਟ ਦਿਓ। ਆਪਾਂ ਨੂੰ ਵੀ ਪਤਾ ਵੀ ਇਹ ਕੰਮ ਨਹੀਂ ਹੋਣ ਵਾਲਾ, ਆਪਾਂ ਉੱਪਰੋਂ ਕਹਿ ਦਿੰਦੇ ਹਾਂ ਠੀਕ ਹੈ ਸਰ ਮੈਂ ਟਰਾਈ ਕਰ ਲੈਂਦਾ, ਪੋਸੀਬਲ ਤਾਂ ਘੱਟ ਹੈਗਾ ਬਟ ਸਟਿਲ ਕਿ ਮੈਂ ਟਰਾਈ ਕਰਦਾ। ਉਹ ਤੁਸੀਂ ਵਿੱਚ ਵਿਚਾਲੇ ਨਾ ਇੱਕ ਕੰਮ ਤੁਸੀਂ ਆਪਦੇ ਸਟਾਫ ਦੇ ਲਈ ਇੱਕ ਸ਼ੌਕ ਐਬਜ਼ੋਰਬਰ ਦਾ ਕੰਮ ਕਰੋ। ਜੇ ਐਸਡੀਐਮ ਸਾਹਿਬ ਨੇ ਜਾਂ ਡੀਸੀ ਸਾਹਿਬ ਨੇ ਕੰਮ ਕਿਹਾ ਹੈਗਾ, ਤੁਸੀਂ ਉਹਨੂੰ ਉਹਨਾਂ ਨੇ ਆਪਾਂ ਨੂੰ ਪ੍ਰੈਸ਼ਰਾਈਜ਼ ਕੀਤਾ, ਆਪਾਂ ਹੋਰ ਵੱਧ ਪ੍ਰੈਸ਼ਰਾਈਜ਼ ਨਾ ਕਰਦੀ ਆਪਦੇ ਲੋਅਰ ਸਟਾਫ ਨੂੰ, ਤਾਂ ਉਹਨਾਂ ਲਈ ਥੋੜਾ ਜਿਹਾ ਉਹਨਾਂ ਨੂੰ ਮਤਲਬ ਰੀਅਲਿਸਟਿਕ ਜੀਆਂ ਉਹ ਦਈਏ ਜਿਹੜੀਆਂ ਡੈਡਲਾਈਨਸ ਨੇ। ਤਾਂ ਉਦੋਂ ਉੱਪਰ ਵਾਲਾ ਜਿਹੜੀ ਚੀਜ਼ ਹੈ ਸ਼ੌਕ ਐਬਜ਼ੋਰਬਰ, ਮਤਲਬ ਖੁਦ ਡੀਲ ਕਰ ਲਓ, ਉਹਨਾਂ ਲਈ ਇੱਕ ਸ਼ੀਲਡ ਦਾ ਕੰਮ ਕਰੋ ਸੀਨੀਅਰ ਆਫੀਸਰਸ ਦੇ ਤੋਂ, ਜਦੋਂ ਪਤਾ ਆਪਾਂ ਨੂੰ ਕਿ ਕੰਮ ਤਾਂ ਹੋਣਾ ਹੀ ਨਹੀਂ ਹੈ ਉਹ ਸ਼ਾਮ ਤੱਕ, ਤਾਂ ਉਹ ਜਿੰਨਾ ਕੁ ਕੰਮ ਉਹਨਾਂ ਨੇ ਕਰ ਲਿਆ ਉਹਨਾਂ ਕੁ ਠੀਕ ਹੈ, ਬਾਕੀ ਆਪਦੇ ਸੀਨੀਅਰ ਆਫੀਸਰ ਨੂੰ ਦੱਸ ਦਈਏ ਆਪਾਂ ਕਿ ਦੇਖੋ ਸਰ ਮੈਂ ਇੰਨਾ ਕੰਮ ਕਰਵਾ ਲਿਆ, ਇੰਨਾ ਕੀ ਹੋਣਾ ਸੀਗਾ, ਮੈਂ ਕੋਲ ਬੈਠ ਕੇ ਵੀ ਦੇਖ ਲਿਆ ਉਹਨਾਂ ਦੇ। ਹੁਣ ਜਿਹੜੀ ਚੀਜ਼ ਲਾਈਕ ਜਿਵੇਂ ਕਰਜ਼ਾ ਮਾਫੀ ਦੀ ਸੀ, ਪਹਿਲਾਂ ਉਹ ਬੜੀਆਂ ਅਨਰੀਅਲਿਸਟਿਕ ਜਿਹੇ ਡੈਡਲਾਈਨ ਆਉਂਦੀਆਂ ਸੀ ਜੀ, ਇਹਨਾਂ ਦਾ ਡਾਟਾ ਇੰਨੀ ਦੇਰ ਤੱਕ ਫੀਡ ਕਰੋ, ਇਹ ਕਰੋ ਉਹ ਕਰੋ, ਤਾਂ ਉਹਦੇ ਵਿੱਚ ਇਹ ਹੁੰਦਾ ਸੀ ਕਿ ਮੋਸਟਲੀ ਆਪਾਂ ਉਹਨਾਂ ਨੂੰ ਕਿਉਂਕਿ ਮੋਸਟਲੀ ਆਪਣੇ ਸੀਨੀਅਰ ਆਫੀਸਰਸ ਨਹੀਂ ਸਮਝਦੇ ਉਸ ਗੱਲ ਨੂੰ ਕਿ ਆਪਣਾ ਪਟਵਾਰੀ ਤੇ ਕਿੰਨਾ ਪ੍ਰੈਸ਼ਰ ਹੈ, ਕਾਨੂੰਗੋਸ ਤੇ ਕਿੰਨਾ ਪ੍ਰੈਸ਼ਰ ਹੈ, ਕਲੈਰੀਕਲ ਸਟਾਫ ਤੇ ਕਿੰਨਾ ਪ੍ਰੈਸ਼ਰ ਹੈ, ਪਰ ਆਪਾਂ ਆਫਿਸ ਦੇ ਵਿੱਚ ਬੈਠੇ ਆਪਾਂ ਸਮਝਦੇ ਹਾਂ ਉਸ ਗੱਲ ਨੂੰ। ਤਾਂ ਆਪਾਂ ਉਹ ਜਿਹੜਾ ਪ੍ਰੈਸ਼ਰ ਉਹ ਪਾ ਰਹੇ ਆਪਣੇ ਤੇ, ਆਪਾਂ ਉਸ ਨੂੰ ਵਧਾ ਕੇ ਨਾ ਨੀਚੇ ਨੂੰ ਭੇਜੀਏ, ਆਪਾਂ ਉਸ ਨੂੰ ਥੋੜਾ ਜਿਹਾ ਆਪਦੇ ਲੈਵਲ ਤੇ ਐਬਜ਼ੋਰਬ ਕਰ ਲਈਏ। ਤਾਂ ਆਈ ਥਿੰਕ ਇਹ ਮੇਰੇ ਆਪਣੇ ਓਪੀਨੀਅਨ ਸੀ, ਕਾਫੀ ਜਗ੍ਹਾ ਤੇ ਮੈਂ ਗਲਤ ਹੋ ਸਕਦਾ ਹਾਂ, ਤੇ ਕਾਫੀ ਜਗ੍ਹਾ ਤੇ ਮੈਂ ਚਾਹੂੰਗਾ ਵੀ ਕਿ ਮੈਨੂੰ ਜਿਹੜੇ ਵੀ ਆਪਣੇ ਹੋਰ ਆਫੀਸਰਸ ਨੇ ਉਹ ਆਪਣੇ ਓਪੀਨੀਅਨਸ ਦੇਣ, ਮੈਨੂੰ ਕਰੈਕਟ ਕਰਨ ਜਾਂ ਆਪਣੇ ਐਕਸਪੀਰੀਅੰਸਿਸ ਦੱਸਣ, ਕਿਉਂਕਿ ਕੁਝ ਵੀ ਸਹੀ ਜਾਂ ਗਲਤ ਐਜ਼ ਇਟ ਇਜ਼ ਨਹੀਂ ਹੁੰਦਾ, ਆਪਣੇ ਐਕਸਪੀਰੀਅੰਸਿਸ ਹੁੰਦੇ ਨੇ। ਮੇਰੇ ਐਕਸਪੀਰੀਅੰਸ ਦਾ ਕਾਫੀ ਤਜਰਬਾ ਘੱਟ ਹੈ, ਜਿਵੇਂ ਗੁਰਤੇਜ ਸਿੰਘ ਜੀ ਬੈਠੇ ਨੇ, ਇਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ, ਆਪਣੇ ਪ੍ਰਧਾਨ ਸਰ ਬੈਠੇ ਹੋਏ ਹੈਗੇ, ਧੰਮ ਸਰ, ਕਾਫੀ ਹੋਰ ਸੀਨੀਅਰ ਆਫੀਸਰਸ ਨੇ, ਨੀਲਮ ਮੈਮ ਨੇ, ਤਾਂ ਮੈਂ ਚਾਹੂੰਗਾ ਕਿ ਸਾਰੇ ਆਪਣੇ ਆਪਣਾ ਓਪੀਨੀਅਨ ਜ਼ਰੂਰ ਰੱਖਣ, ਆਪਣੇ ਜਿਹੜੇ ਐਕਸਪੀਰੀਅੰਸਿਸ ਨੇ, ਜਿਹੜੇ ਉਹ ਟੈਕਨੀਕਸ ਅਪਣਾਉਂਦੇ ਨੇ, ਉਹ ਜ਼ਰੂਰ ਸ਼ੇਅਰ ਕਰਨ, ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲੇ ਇਸ ਬਾਰੇ। ਤਾਂ ਜਿਨ੍ਹਾਂ ਨੇ ਵੀ ਮੈਨੂੰ ਸੁਣਿਆ ਥੈਂਕ ਯੂ, ਕਾਫੀ ਲੰਬੀ ਟਾਕ ਸੀਗੀ, ਤਕਰੀਬਨ ਪੌਣੇ ਘੰਟੇ ਦੀ, ਜਿਨ੍ਹਾਂ ਨੇ ਵੀ ਸੁਣਿਆ ਥੈਂਕ ਯੂ ਸੋ ਮਚ। ਹਾਂਜੀ ਪਲੀਜ਼ ਧੰਮ ਸਰ,
ਹਮਸਰ ਨੇ ਮੀਟਿੰਗ ਦੇ ਵਿੱਚ ਹੈ ਨਹੀਂ ਮੀਟਿੰਗ 'ਚ। ਚਲੇ ਗਏ, ਵਿੱਚੋਂ ਆਏ ਸੀ ਹੈ ਨਾ ਸਰ? ਨਹੀਂ, ਮੈਂ ਦੇਖਿਆ ਹੀ ਨਹੀਂ ਉਹਨਾਂ ਦਾ। ਓਕੇ, ਨਹੀਂ ਆ ਰਿਹਾ ਸੀ ਨਾਮ ਗੁਰਦੇਵ ਸਿੰਘ ਲਿਖਿਆ ਹੋਇਆ। ਓਕੇ ਹਾਂਜੀ ਡਾਕਟਰ ਸਾਹਿਬ। ਜੀ ਜੀ ਇੰਦਰਦੇਵ ਸਰ ਜੀ। ਹਾਂਜੀ ਹਾਂਜੀ, ਚਲੋ ਆਪਣਾ ਬਹੁਤ ਵਧੀਆ ਤੁਸੀਂ ਜਿਹੜੀ ਹੈਗੀ ਹੈ ਨਾ ਐਕਸਪੀਰੀਅੰਸ ਆਪਣਾ ਦਿੱਤਾ ਹੈਗਾ। ਹਾਂਜੀ ਥੈਂਕ ਯੂ। ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਨਾ ਉਹ ਵਰਥ ਮੈਂਸ਼ਨਿੰਗ ਹੈਗੀਆਂ ਨੇ। ਜੀ ਗੈਲੈਕਸੀ M31 ਪਲੀਜ਼ ਮਿਊਟ ਕਰ ਲਓ, ਗੈਲੈਕਸੀ M31 ਤੋਂ ਜਿਹੜੇ। ਹਾਂਜੀ ਥੈਂਕ ਯੂ। ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਆਰ ਓਵਰਆਲ ਇੰਚਾਰਜ ਆਫ ਦਾ ਤਹਿਸੀਲ। ਜਿਹੜੀਆਂ ਤੁਸੀਂ ਚੀਜ਼ਾਂ ਦਿੱਤੀਆਂ ਨੇ ਉਹਦੇ ਵਿੱਚ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਦੀ ਕੋਆਰਡੀਨੇਸ਼ਨ ਕੋਆਪਰੇਸ਼ਨ ਬਹੁਤ ਜ਼ਰੂਰੀ, ਕਿਉਂਕਿ ਜਦੋਂ ਆਪਾਂ ਰਜਿਸਟ੍ਰੇਸ਼ਨ ਵਰਕ ਕਰਦੇ ਆ, ਇੱਕ ਹਫਤਾ ਤਹਿਸੀਲਦਾਰ ਕਰਦਾ, ਇੱਕ ਹਫਤਾ ਨਾਇਬ ਤਹਿਸੀਲਦਾਰ ਕਰਦਾ। ਆਮ ਤੌਰ ਤੇ ਹੁਣ ਮੇਰਾ ਐਕਸਪੀਰੀਅੰਸ ਤੇ ਇਹੋ ਹੀ ਹੈਗਾ ਹੈ ਕਿ ਜੋ ਪ੍ਰੈਕਟੀਕਲੀ ਹੋ ਰਿਹਾ ਤਹਿਸੀਲਾਂ ਦੇ ਵਿੱਚ, ਉਹਦੇ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆਪਣੇ ਆਪਣੇ ਹਫਤੇ ਦੇ ਵਿੱਚ ਕੰਮ ਨਿਬੇੜਨ ਦੀ ਕੋਸ਼ਿਸ਼ ਕਰਦੇ ਆ ਵੀ ਮੇਰਾ ਹਫਤਾ ਜਿਹੜਾ ਹੈਗਾ ਵਧੀਆ ਨਿਕਲ ਜਾਵੇ। ਜਿਹੜੀਆਂ ਚੀਜ਼ਾਂ ਆਪਾਂ ਪਬਲਿਕ ਦੀ ਕਨਵੀਨੀਅੰਸ ਵਾਸਤੇ ਦੇਣੀਆਂ ਚਾਹੁੰਦੇ ਆ, ਉਹ ਜਿੰਨੀ ਦੇਰ ਤੱਕ ਆਪਾਂ ਦੋਵੇਂ ਜਾਣੇ ਬੈਠ ਕੇ ਪੂਰੀ ਲਗਨ ਦੇ ਨਾਲ ਮਿਹਨਤ ਦੇ ਨਾਲ ਆਪਾਂ ਇਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਉਦੋਂ ਤੱਕ ਨਹੀਂ ਹੋ ਸਕਦਾ। ਸੈਕੰਡ ਹੈਗਾ ਜੀ ਫਾਈਨੈਂਸ਼ੀਅਲ ਕੰਸਟ੍ਰੇਂਟ। ਪੈਸੇ ਦੀ ਬੜੀ ਪ੍ਰੋਬਲਮ ਆਉਂਦੀ ਹੈ ਕਿ ਇਸ ਕੰਮ ਵਾਸਤੇ ਪੈਸਾ ਕਿੱਥੋਂ ਆਪਾਂ ਜਨਰੇਟ ਕਰਨਾ ਹੈ, ਕਿਉਂਕਿ ਸਰਕਾਰ ਵੱਲੋਂ ਕੋਈ ਇਹੋ ਜਿਹੀਆਂ ਸਹੂਲਤਾਂ ਦੇਣ ਵਾਸਤੇ ਪੈਸਾ ਕਦੀ ਆਇਆ ਨਹੀਂ ਤੇ ਨਾ ਹੀ ਕਦੀ ਆਉਣਾ। ਜੋ ਹਾਲਾਤ ਹੈ ਤਹਿਸੀਲਾਂ ਦੇ ਅੱਜ ਕੱਲ੍ਹ, PLRS ਦੇ ਵਿੱਚੋਂ ਸਾਨੂੰ ਪੈਸਾ ਆਉਂਦਾ, ਪਰ ਉਹਨੂੰ ਖਰਚਣ ਵਾਸਤੇ ਸਾਨੂੰ ਕੋਈ ਵਧੀਆ ਜਿਹੜਾ ਤਰੀਕਾ ਨਹੀਂ ਲੱਭਿਆ ਵੀ ਉਹਨੂੰ ਆਪਾਂ ਕਿਸ ਤਰੀਕੇ ਨਾਲ ਖਰਚੀਏ। ਉਹਦੇ ਵਾਸਤੇ ਸਾਨੂੰ ਕਈ ਜਗ੍ਹਾ ਤੇ ਸਾਨੂੰ ਫੇਸ ਕਰਨਾ ਪੈਂਦਾ, ਤੁਸੀਂ ਆ ਕਿਉਂ ਪੁੱਛਿਓ ਬਗੈਰ ਕਰ ਦਿੱਤਾ ਖਰਚਾ, ਜਾਂ ਤਾਂ ਕਿਤੇ ਦੇਰ ਬਾਅਦ ਆਉਂਦਾ ਹੀ ਨਹੀਂਗਾ। PLRS ਦੇ ਵਿੱਚੋਂ ਇਹਨਾਂ ਕੰਮਾਂ ਵਾਸਤੇ ਪੈਸੇ ਰੱਖੇ ਹੁੰਦੇ ਆ ਸਰਕਾਰ ਨੇ, ਸੁਸਾਇਟੀ ਵੱਲੋਂ ਆਉਂਦੇ ਆ, ਪਰ ਆਪਾਂ ਨੂੰ ਖਰਚਣ ਵਾਸਤੇ ਬੜਾ ਜਦੋਜਹਿਦੀ ਕਰਨੀ ਪੈਂਦੀ ਹੈ, ਜਿਹਦੇ ਵਿੱਚ ਆਪਾਂ ਨੂੰ ਸਾਨੂੰ ਆਪਣਾ ਐਸੋਸੀਏਸ਼ਨ ਲੈਵਲ ਦੇ ਉੱਤੇ ਕੁਝ ਡਾਇਰੈਕਟ ਖਰਚਾ ਕਰਨ ਵਾਸਤੇ ਆਪਣੇ ਕੋਲ ਪਾਵਰ ਹੋਣੀ ਚਾਹੀਦੀ ਹੈ। ਤਹਿਸੀਲਦਾਰ ਕੋਲ, ਨਾਇਬ ਤਹਿਸੀਲਦਾਰ ਕੋਲ, ਦੋਵਾਂ ਕੋਲ। ਸਬ ਤਹਿਸੀਲ ਦੇ ਵਿੱਚ ਨਾਇਬ ਤਹਿਸੀਲਦਾਰ ਓਵਰਆਲ ਇੰਚਾਰਜ ਆ, ਉੱਥੇ ਉਹਦੇ ਕੋਲ ਹੋਣੀ ਚਾਹੀਦੀ ਹੈ। ਲੇਕਿਨ ਕੋਈ ਇਹੋ ਜਿਹੀ ਆਪਾਂ ਨੂੰ ਇੰਡੀਪੈਂਡੈਂਟ ਪਾਵਰ ਹੈ ਨਹੀਂ ਕਿਤੇ। ਜਿੰਨੀ ਦੇਰ ਤੱਕ ਮੈਂ ਤਹਿਸੀਲਦਾਰੀ ਕੀਤੀ ਹੈ, ਮੈਂ ਤੇ ਉਹੀ ਦੇਖਦਾ ਰਿਹਾ ਕਿ ਆਪਾਂ ਉੱਪਰਲੇ ਅਫਸਰਾਂ ਵੱਲ ਹੀ ਵੇਖਦੇ ਰਹਿੰਦੇ ਆ ਕਿ ਸਾਨੂੰ ਉਹ ਇਜਾਜ਼ਤ ਦੇਣ ਆ ਖਰਚਾ ਕਰਨ ਵਾਸਤੇ। ਉਨੀ ਦੇਰ 'ਚ ਸਾਡਾ ਜਿਹੜਾ ਮੂਡ ਜਿਹੜਾ ਬਦਲ ਜਾਂਦਾ ਵੀ ਆ ਕੀ ਫਾਇਦਾ ਇਹੋ ਜਿਹੇ ਕੰਮ ਦਾ, ਜਿਹਦੇ ਵਿੱਚ ਸਾਨੂੰ ਉੱਪਰਲੇ ਅਫਸਰਾਂ ਦੇ ਸਾਨੂੰ ਤਰਲੇ ਜੇ ਮਾਰਨੇ ਪੈਣੇ ਨਹੀਂ ਦੇਰ ਤੱਕ। ਅੱਗੇ ਹੈ ਜੀ ਸਾਡੇ ਕੋਲ, ਚਲੋ ਇਹ ਤਾਂ ਹੈ ਤੁਹਾਡੇ ਜਿਹੜੇ ਤੁਸੀਂ ਸਾਨੂੰ ਐਕਸਪੀਰੀਅੰਸ ਦਿੱਤੇ ਆ ਉਹਦੇ ਬਾਰੇ, ਜੋ ਤੁਸੀਂ ਸਾਨੂੰ ਸਪੀਚ ਦਿੱਤੀ ਹੈ, ਸਪੀਚ ਬਹੁਤ ਵਧੀਆ ਹੈ ਔਰ ਪ੍ਰੈਕਟੀਕਲ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਸਹੂਲਤ ਜਿਹੜੀ ਹੈ ਇਸ ਤਰੀਕੇ ਨਾਲ ਮਿਲੇ ਕਿ ਆਪਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਆਫਿਸ ਦੇ ਵਿੱਚ ਗਏ ਆ, ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਨਹੀਂ ਗਏ, ਜਿੱਥੇ ਆਪਾਂ ਇੰਨੇ ਪੈਸੇ ਵੀ ਦਿੰਨੇ ਆ, ਕਿਉਂਕਿ ਆਪਾਂ ਹੁਣ ਉਹਨਾਂ ਕੋਲ ਯੂਜ਼ਰ ਚਾਰजेस ਵੀ ਲੈਣੇ ਆ, ਕੰਪਿਊਟਰਾਈਜੇਸ਼ਨ ਦੇ ਪੈਸੇ ਵੀ ਲੈ ਰਹੇ ਆ, ਔਰ ਉਹਨਾਂ ਨੂੰ ਆਪਾਂ ਉਹ ਸਹੂਲਤਾਂ ਨਹੀਂ ਦੇ ਸਕੇ ਜਿੰਨਾ ਖਰਚਾ ਉਹ ਸਾਡੇ ਕੋਲ ਕਰਕੇ ਆ ਰਹੇ। ਥਰਡ ਹੈ ਜੀ ਸਾਡੇ ਕੋਲ ਕਿ ਸਰਕਾਰ ਨੇ ਜਿੰਨੀਆਂ ਵੀ ਕੰਮ ਨਵੇਂ ਸ਼ੁਰੂ ਕੀਤੇ ਆ, ਸਾਡੇ ਟਾਈਮ ਦੇ ਉੱਤੇ ਰਜਿਸਟਰੀਆਂ ਜਿਹੜੀਆਂ ਪਹਿਲਾਂ ਮੈਨੂਅਲ ਹੁੰਦੀਆਂ ਰਹੀਆਂ ਨੇ, ਬੰਦਾ ਆਉਂਦਾ ਵੀ ਨਹੀਂ ਸੀ ਹੁੰਦਾ, ਆਪਾਂ ਘਰੇ ਬਹਿ ਕੇ ਕਈ ਵਾਰ ਰਜਿਸਟਰੀਆਂ ਕਰਦੇ ਰਹੇ ਆ। ਮੈਂ ਜਦੋਂ ਸਟਾਰਟਿੰਗ ਕੀਤੀ ਸੀ 90-91 ਦੀ ਗੱਲ ਕਰਦਾ ਪਿਆ ਵਾਂ, ਔਰ ਉਸ ਤੋਂ ਬਾਅਦ ਫਿਰ ਕੈਮਰੇ ਨਾਲ ਫੋਟੋਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਫਿਰ ਆਪਾਂ ਪ੍ਰਿਜ਼ਮ ਤੇ ਆ ਗਏ। ਹੁਣ ਆਪਾਂ ਜਿਹੜਾ ਹੁਣ ਅੱਜ ਕੱਲ੍ਹ ਚੱਲਦਾ ਪਿਆ ਵਾ ਆਨਲਾਈਨ ਸਿਸਟਮ ਜਿਹੜਾ, ਉਹਦੇ ਤੇ ਆ ਗਏ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਇੱਕ ਪਬਲਿਕ ਨੂੰ ਸਹੂਲਤ ਦੇਣ ਵਾਸਤੇ ਆਪਾਂ ਰੈਵੋਲੂਸ਼ਨ ਜਿਹਾ ਲਿਆਂਦਾ ਰਜਿਸਟ੍ਰੇਸ਼ਨ ਵਰਕ ਦੇ ਵਿੱਚ, ਬਟ ਕੀ ਪਬਲਿਕ ਨੂੰ ਇਹਦੇ ਨਾਲ ਸਹੂਲਤ ਮਿਲੀ ਹੈ? ਮੈਂ ਨਹੀਂ ਸਮਝਦਾ ਵੀ ਕਿਸੇ ਵੀ ਪਬਲਿਕ ਨੇ ਇੰਨੀ ਖੁਸ਼ੀ ਜ਼ਾਹਰ ਕੀਤੀ ਹੋਵੇ ਆਨਲਾਈਨ ਰਜਿਸਟਰੀਆਂ ਸ਼ੁਰੂ ਹੋ ਗਈਆਂ। ਇਹਦੇ ਵਿੱਚ ਫਰਾਡ ਘਟਿਆ, ਉਹ ਵੀ ਉੱਥੇ ਦਾ ਉੱਥੇ ਤੁਰਿਆ ਫਿਰਦਾ, ਔਰ ਪਬਲਿਕ ਨੂੰ ਵੀ ਕੋਈ ਕਿਸੇ ਕਿਸਮ ਦੀ ਸਹੂਲਤ ਨਹੀਂ ਮਿਲੀ, ਸਗੋਂ ਜ਼ਿਆਦਾ ਟਾਈਮ ਜਿਹੜਾ ਲੋਕਾਂ ਦਾ ਵੇਸਟ ਹੋ ਰਿਹਾ। ਔਰ ਇੱਕ ਰਜਿਸਟਰੀ ਕਰਾਉਣ ਵਾਸਤੇ ਬੰਦੇ ਨੂੰ 3-3 4-4 ਵਾਰੀ ਆਪਣੀ ਤਹਿਸੀਲ ਦੇ ਵਿੱਚ ਵਸੀਕਾ ਨਵੀਸ ਕੋਲ ਪਹਿਲਾਂ ਅਪਾਇੰਟਮੈਂਟ ਨਹੀਂ ਮਿਲਦੀ, ਪਹਿਲਾਂ ਪਟਵਾਰੀ ਕੋਲੋਂ ਫਰਦ ਨਹੀਂ ਮਿਲਦੀ, ਜੇ ਪਟਵਾਰੀ ਕੋਲ ਫਰਦ ਮਿਲਦੀ ਕਈ ਵਾਰੀ ਗਲਤ ਮਿਲ ਜਾਂਦੀ ਆ। ਆ ਸਾਰਾ ਸਿਸਟਮ ਜਿਹੜਾ ਹੈਗਾ ਪਬਲਿਕ ਦੀ ਸਹੂਲਤ ਨਹੀਂ ਹੋਈ, ਉਹਦੇ ਨਾਲ ਪਬਲਿਕ ਸਗੋਂ ਹਰਾਸ ਹੋ ਰਹੀ ਹੈ। ਇਹਦੇ ਵਾਸਤੇ ਸਾਨੂੰ ਐਸੋਸੀਏਸ਼ਨ ਲੈਵਲ ਤੇ ਗਵਰਨਮੈਂਟ ਨਾਲ ਗੱਲ ਕਰਨੀ ਚਾਹੀਦੀ ਆ। ਮੈਂ ਤੇ ਆਪ ਕੀਤੀ ਸੀ FCR ਦੇ ਨਾਲ ਵੀ ਆਨਲਾਈਨ ਸਿਸਟਮ ਜਿਹੜਾ ਤੁਸੀਂ ਸ਼ੁਰੂ ਤੇ ਕਰ ਦਿੱਤਾ ਵਾ, ਲੇਕਿਨ ਇਹਨੂੰ ਤੁਸੀਂ ਪਬਲਿਕ ਦੇ ਵਿੱਚ ਸਹੂਲਤ ਦੇਣ ਵਾਸਤੇ ਕੀਤਾ ਸੀ, ਇਹ ਤਾਂ ਸਗੋਂ
ਸੇਵਾ ਦੀ ਜਗ੍ਹਾ ਤੇ ਨਾ ਸੇਵਾ ਹੀ ਹੋ ਗਈ ਪਬਲਿਕ ਦੀ। ਸੇਮ ਇਜ਼ ਦਾ ਕੇਸ ਵਿਦ ਸੇਵਾ ਕੇਂਦਰ ਤੇ। ਹੁਣ ਸੇਵਾ ਕੇਂਦਰ ਜਿਹੜੇ ਆ ਸਾਡੇ ਸਿਸਟਮ ਦੇ ਉੱਤੇ, ਤਹਿਸੀਲਦਾਰਾਂ ਦੇ ਉੱਤੇ, ਈਵਨ ਡੀਸੀ ਦੇ ਉੱਤੇ ਵੀ ਹਾਵੀ ਹੋ ਚੁੱਕੇ। ਲੋਕਾਂ ਦੀ ਇੰਨੀ ਖੱਜਲ ਖੁਆਰੀ ਹੋ ਰਹੀ ਹੈ, ਫੀਸਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ, ਲੋਕ ਸੇਵਾ ਕੇਂਦਰ ਨੂੰ ਬਿਲਕੁਲ ਹੀ ਸਭ ਤੋਂ ਮਾੜੀ ਸੇਵਾ ਸਮਝਦੇ ਆ। ਕੋਈ ਸੇਵਾ ਨਹੀਂ ਹੈਗੀ ਉੱਥੇ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਜਿਹੜਾ ਸੇਵਾ ਕੇਂਦਰ ਦਾ ਇੰਚਾਰਜ ਹੈ ਉਹ ਤਹਿਸੀਲਦਾਰਾਂ ਦੇ ਆਖੇ ਨਹੀਂ ਲੱਗਦਾ, ਐਸਡੀਐਮ ਦੇ ਆਖੇ ਨਹੀਂ ਲੱਗਦਾ, ਔਰ ਕੋਈ ਨਾ ਕੋਈ ਹਰ ਕੰਮ ਦੇ ਵਿੱਚ ਨੁਕਸ ਪਾ ਕੇ ਤੇ ਅੱਗੇ ਰੱਖ ਦਿੰਦਾ ਜੀ ਆਹ ਕੰਮ ਇਸ ਤਰ੍ਹਾਂ ਨਹੀਂ ਹੋਣਾ ਹੈਗਾ। ਕਿਸੇ ਨੂੰ ਉਹਨੇ ਟਾਈਮ ਸਿਰ ਸਰਵਿਸ ਦੇਣੀ ਨਹੀਂ ਹੈਗੀ। ਔਰ ਆਪਾਂ ਇਹ ਜਿਹੜਾ ਹੈਗਾ ਸੇਵਾ ਕੇਂਦਰ ਦੇ ਨਾਂ ਤੇ ਸੇਵਾ ਖੋਲ ਦਿੱਤੇ ਆ, ਔਰ ਆਪਾਂ ਇਹਦਾ ਕੋਈ ਬਿਲਕੁਲ ਵਿਰੋਧ ਨਹੀਂ ਕੀਤਾ ਹਲੇ ਤੱਕ, ਕਿਉਂਕਿ ਪਬਲਿਕ ਜਿਹੜੀ ਹੈ ਬਹੁਤ ਜ਼ਿਆਦਾ ਉੱਥੇ ਖਰਾਬ ਹੋਈ। ਨਾ ਉੱਥੇ ਬੈਠਣ ਨੂੰ ਜਗ੍ਹਾ, ਨਾ ਉੱਥੇ ਖਲੋਣ ਨੂੰ ਜਗ੍ਹਾ, ਇੰਨੀਆਂ ਸੇਵਾਵਾਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ, ਉਹ ਆਪ ਹੀ ਪਜ਼ਲ ਹੋਏ ਫਿਰਦੇ ਆ ਵੀ ਇਹਦਾ ਕੀ ਕਰਨਾ ਹੈ। ਤੋ ਅੱਗੇ ਹੈ ਜੀ ਸਾਡੇ ਕੋਰਟ ਕੇਸਿਸ। ਸਾਰੇ ਤਹਿਸੀਲਦਾਰਾਂ ਕੋਲ ਸਰਕਾਰ ਦੇ ਕੋਰਟ ਕੇਸਿਸ ਦੀ ਪੈਰਵਾਈ ਕਰਨ ਵਾਸਤੇ ਕੇਸ ਆ ਜਾਂਦੇ, ਭਾਵੇਂ ਉਹਨੂੰ ਤਹਿਸੀਲਦਾਰ ਨੂੰ ਉਹਦੇ ਵਿੱਚ ਪਾਰਟੀ ਬਣਾਇਆ, ਭਾਵੇਂ ਨਹੀਂ ਬਣਾਇਆ। ਇੰਨੇ ਔਖੇ ਹੋ ਕੇ ਜਵਾਬ ਤਿਆਰ ਕੀਤੇ ਜਾਂਦੇ ਆ ਤਹਿਸੀਲਦਾਰਾਂ ਵੱਲੋਂ, ਔਰ ਉਸ ਨੂੰ ਇਹਦਾ ਇੱਕ ਕੋਈ ਵੀ ਉਹਦਾ ਮੁੱਲ ਨਹੀਂ ਧਾਰਦਾ ਵੀ ਤੁਸੀਂ ਇਹ ਐਡਾ ਵੱਡਾ ਕੰਮ ਜਿਹੜਾ ਵਾ ਫਾਈਨੈਂਸ਼ੀਅਲ ਕਮਿਸ਼ਨਰ ਲੈਵਲ ਦੇ ਉੱਤੇ ਤੁਸੀਂ ਜਵਾਬ ਤਿਆਰ ਕਰਦੇ ਆ, ਸਾਰੇ ਜਾਣੇ ਕਰਦੇ ਆ, ਔਰ ਉਹਦੇ ਵਿੱਚ ਕਿਸੇ ਸਟਾਫ ਦੀ ਕੋਈ ਕੋਆਰਡੀਨੇਸ਼ਨ ਨਹੀਂ ਹੁੰਦੀ, ਨਾ ਦਾ ਰਿਕਾਰਡ ਲੱਭਦੇ ਆ ਪੁਰਾਣੇ ਸੇਲ ਦੇ ਕੇਸ ਹੋਣ, ਉਹਦੇ ਵਿੱਚ ਆਪਾਂ ਨੂੰ ਫਾਈਲਾਂ ਲੱਭ ਕੇ ਆਪਣੇ ਕਲਰਕਾਂ ਦੇ ਤਰਲੇ ਮਾਰ ਕੇ ਆਪਾਂ ਨੂੰ ਕੰਮ ਕਰਨਾ ਪੈਂਦਾ। ਕੋਰਟ ਕੇਸਿਸ ਵਾਸਤੇ ਜਿਹੜਾ ਇੱਕ ਡੀਸੀ ਆਫਿਸ ਦੇ ਵਿੱਚ ਇੱਕ ਲੀਗਲ ਐਡਵਾਈਜ਼ਰ ਜਾਂ ਰੱਖਿਆ ਹੁੰਦਾ, ਉਹ ਸਾਡੀ 1% ਵੀ ਕਿਸੇ ਵੀ ਤਹਿਸੀਲਦਾਰ ਦੀ ਹੈਲਪ ਨਹੀਂ ਕਰਦਾ। ਹਾਲਾਂਕਿ ਗਵਰਨਮੈਂਟ ਨੇ ਉਹਨੂੰ ਅਪਾਇੰਟ ਹੀ ਇਸੇ ਕਰਕੇ ਕੀਤਾ ਕਿ ਕੋਰਟ ਕੇਸਿਸ ਦੇ ਵਿੱਚ ਉਹਨੇ ਜਵਾਬ ਦਾਵੇ ਤਿਆਰ ਕਰਨੇ ਆ, ਔਰ ਸਰਕਾਰ ਨੂੰ ਡਿਫੈਂਡ ਉਹਨੇ ਕਰਵਾਉਣਾ ਹੈਗਾ ਸਰਕਾਰੀ ਲੈਵਲ ਤੇ। ਪਰ ਆਪਾਂ ਇਸ ਬਾਰੇ ਕਦੀ ਸੋਚਿਆ ਹੀ ਨਹੀਂ, ਆਪਾਂ ਆਪ ਹੀ ਉਲਝੇ ਰਹਿੰਦੇ ਆ ਵੀ ਕੋਰਟ ਕੇਸ ਦੇ ਵਿੱਚ ਤਹਿਸੀਲਦਾਰ ਵਿਚਾਰੇ ਕਦੀ ਕੋਰਟਾਂ ਦੇ ਚੱਕਰ ਮਾਰਦੇ ਆ, ਕਦੀ ਕਿਸੇ ਕੋਲੋਂ ਜਵਾਬ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਵੀ ਦਿੰਦੇ ਆ, ਨਾ ਉਹਦਾ ਕੋਈ ਫੰਡ ਹੈਗਾ, ਨਾ ਉਹਦਾ ਕੋਈ ਪੈਸਾ ਹੈਗਾ ਕਿਸੇ ਪਾਸੇ ਵੀ। ਫਿਰ ਤਰਲੇ ਤੁਰਲੇ ਮਾਰ ਕੇ ਆਰਸੀ ਨੂੰ ਕਹਿ ਕੇ, ਰੀਡਰ ਨੂੰ ਕਹਿ ਕੇ ਯਾਰ ਤੂੰ ਕਰਾ ਦੇ, ਜਾਂ ਪਟਵਾਰੀ ਨੂੰ ਕਹਿ ਕੇ ਤੂੰ ਕਰਵਾ ਦੇ, ਐਤਕੀ ਅਗਲੀ ਵਾਰੀ ਕਿਸੇ ਹੋਰ ਕੋ ਕਰਵਾ ਲਾਂਗੇ ਆਪਾਂ। ਫਿਰ ਚੰਡੀਗੜ੍ਹ ਦੇ ਚੱਕਰ ਲਾਉਣੇ, ਉੱਥੇ ਸਾਨੂੰ ਪਤਾ ਹੀ ਹੈ ਸਰਕਾਰੀ ਵਕੀਲ ਕਿੰਨੇ ਕੁ ਵਧੀਆ ਨੇ ਤੇ ਕਿੰਨਾ ਕੁ ਸਾਨੂੰ ਕੋਆਪਰੇਟ ਕਰਦੇ ਹੈ। ਇਹਨਾਂ ਚੀਜ਼ਾਂ ਦੀ ਇਹ ਪ੍ਰੈਕਟੀਕਲੀ ਇਹ ਹੈਗਾ ਕਿ ਇਹਦੇ ਬਾਰੇ ਸਾਨੂੰ ਸੋਲੂਸ਼ਨ ਜਿਹੜੇ ਆ ਨਾ ਫਾਈਂਡ ਆਊਟ ਕਰ ਲੈਣੇ ਚਾਹੀਦੇ ਆ। ਔਰ ਇਹ ਤਾਂ ਹੈ ਕਿ ਕੋਰਟ ਕੇਸ ਜਿਹੜੇ ਸਰਕਾਰ ਦੇ ਆ, ਕੁਝ ਕੋਰਟ ਕੇਸ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਸਾਨੂੰ ਬਤੌਰ ਗਵਾਹ ਰੱਖਿਆ ਹੁੰਦਾ ਵਾ, ਐਵੀਡੈਂਸ ਦੇਣ ਵਾਸਤੇ ਕੋਰਟਾਂ ਦੇ ਵਿੱਚ, ਲੋਕਲ ਕੋਰਟ ਹੋਵੇ ਜਾਂ ਦੂਜੀ ਸੈਸ਼ਨ ਕੋਰਟ ਹੋਵੇ, ਉਹਦੇ ਜਦੋਂ ਸੰਮਨ ਆਉਂਦੇ ਆ ਉਹਦੇ ਵਿੱਚ ਸਾਨੂੰ ਕਿਸੇ ਪਾਸਿਓਂ ਕੋਈ ਕੋਆਪਰੇਸ਼ਨ ਨਹੀਂ ਮਿਲਦੀ, ਆਪੇ ਹੀ ਜਾਓ। ਈਵਨ ਐਸਡੀਐਮ ਦਾ ਸੰਮਨ ਹੋਵੇ ਤਾਂ ਵੀ ਆਪੇ ਜਾਓ, ਡੀਸੀ ਦਾ ਸੰਮਨ ਹੋਵੇ ਤਾਂ ਵੀ ਆਪੇ ਜਾਓ, ਔਰ ਉੱਥੇ ਜਾ ਕੇ ਡੀਸੀ ਵੱਲੋਂ ਉੱਥੇ ਆਪਾਂ ਐਵੀਡੈਂਸ ਦੇਣ ਤੁਰ ਪੈਂਦੇ। ਇਸ ਚੀਜ਼ ਦਾ ਬਹੁਤ ਜ਼ਰੂਰੀ ਹੈ। ਸਾਰੇ ਮੈਂ ਆਪਣੇ ਕੋਲੀਗਸ ਨੂੰ ਇਹੀ ਸਮਝ ਲਓ ਬੇਨਤੀ ਕਰਦਾ ਕਿ ਮੈਂ ਬਹੁਤ ਬੁਰੀ ਤਰ੍ਹਾਂ ਫੇਸ ਕੀਤਾ ਹੋਇਆ ਕੋਰਟ ਨੂੰ। ਮੇਰੇ ਨਾਲ ਮੇਰੇ ਕੋਲੀਗ ਹੈਗੇ ਸੀ ਰਾਮ ਸਿੰਘ, ਉਹਨਾਂ ਨੇ ਵੀ ਬੜੀ ਬੁਰੀ ਤਰ੍ਹਾਂ ਫੇਸ ਕੀਤਾ। ਰਾਜੀਵ ਵਰਮਾ ਸੀਗੇ, ਉਹਨਾਂ ਨੇ ਵੀ ਬੜੀ ਬੁਰੀ ਤਰ੍ਹਾਂ ਫੇਸ ਕੀਤਾ। ਅਸੀਂ ਤਿੰਨਾਂ ਨੇ ਹੀ ਕੋਰਟ ਵਿੱਚੋਂ ਸਜ਼ਾਵਾਂ ਜਿਹੜੀਆਂ ਨੇ ਉਹ ਸੁਣੀਆਂ ਹੋਈਆਂ ਆਪਣੇ ਅਗੇਂਸਟ। ਰਾਮ ਸਿੰਘ ਤੇ ਤੁਹਾਨੂੰ ਪਤਾ ਹੀ ਆ ਅੰਦਰ ਵੀ ਰਹਿ ਆਇਆ, ਉਸਨੇ ਇੱਕ ਕਿਤਾਬ ਵੀ ਲਿਖੀ ਹੈ ਮੈਜਿਸਟ੍ਰੇਟ ਮੁਜਰਿਮ। ਉਹ ਮੈਂ ਸਾਰੇ ਕੋਲੀਗਸ ਨੂੰ ਇਹੀ ਕਹਾਂਗਾ ਇੱਕ ਵਾਰੀ ਉਹਨੂੰ ਪੜ੍ਹ ਲਓ ਤੇ ਪਤਾ ਲੱਗ ਜਾਵੇਗਾ ਕਿ ਤਹਿਸੀਲਦਾਰ ਨੇ ਕੰਮ ਕੀ ਕੀਤਾ ਹੁੰਦਾ ਤੇ ਉਹਨੂੰ ਸਜ਼ਾ ਕੋਰਟ ਨੇ ਕਿਹੜੇ ਹਿਸਾਬ ਨਾਲ ਦੇ ਦਿੱਤੀ। ਬੜਾ ਸਿੰਪਲ ਜਿਹਾ ਕੇਸ ਸੀਗਾ, ਕੋਈ ਉਹਦੇ ਵਿੱਚ ਕੰਪਲਿਕੇਸ਼ਨ ਨਹੀਂ ਸੀ। ਮੇਰੇ ਵਾਲਾ ਕੇਸ ਵੀ ਬੜਾ ਸਿੰਪਲ ਸੀਗਾ, ਰਾਜੀਵ ਵਰਮੇ ਦਾ ਵੀ ਇੱਕ ਰਜਿਸਟਰੀ ਦਾ ਕੇਸ ਸੀਗਾ, ਮੇਰਾ ਇੰਤਕਾਲ ਦਾ ਕੇਸ ਸੀਗਾ, ਔਰ ਰਾਮ ਸਿੰਘ ਨੇ ਤੇ ਕੀਤਾ ਹੀ ਕੱਖ ਨਹੀਂ ਸੀਗਾ, ਜਿਹਦੇ ਵਿੱਚ ਕੋਰਟ ਦੇ ਆਰਡਰ ਦੀ ਇੰਪਲੀਮੈਂਟੇਸ਼ਨ ਵਿਚਾਰਾ ਕਰਨ ਗਿਆ ਸੀ। ਕੋਰਟ ਨੇ ਪੰਚਾਇਤ ਦੀ ਜ਼ਮੀਨ ਖਾਲੀ ਕਰਾਉਣ ਵਾਸਤੇ ਵਾਰੰਟ ਆਫ ਪੋਜੈਸ਼ਨ ਜਿਹੜਾ ਉਹ ਜਾਰੀ ਕੀਤਾ, ਤਹਿਸੀਲਦਾਰ ਨੂੰ ਕਹਿ ਦਿੱਤਾ ਗਿਆ ਕਿ ਜਾਓ ਉੱਥੇ ਜਾ ਕੇ ਪੰਚਾਇਤ ਨੂੰ ਕਬਜ਼ਾ ਦਿਵਾ ਦਿਓ, ਔਰ ਕੋਰਟ ਦੇ ਆਰਡਰ ਦੀ ਇੰਪਲੀਮੈਂਟੇਸ਼ਨ ਕਰਨ ਗਿਆ। ਉੱਥੇ ਜਾ ਕੇ ਉਹਨੇ ਕਬਜ਼ਾ ਦਿਵਾਉਣ ਵਾਸਤੇ ਨਾਲ ਪੁਲਿਸ ਖੜੀ, ਨਾਲ ਉੱਥੇ ਸਰਪੰਚ, ਪਟਵਾਰੀ, ਕਾਨੂੰਗੋ ਤੇ ਆਪ ਚਲਾ। ਕਬਜ਼ਾ ਤਾਂ ਝੁੱਗੀਆਂ ਝੋਂਪੜੀਆਂ ਨੇ ਖਾਲੀ ਕਰ ਦਿੱਤਾ। ਜਦੋਂ ਵਾਪਸ ਆ ਗਏ, ਇੱਕ ਝੁੱਗੀ ਵਾਲੇ ਨੇ ਆਪਣੀ ਝੁੱਗੀ ਨੂੰ ਅੱਗ ਲਾ ਦਿੱਤੀ ਤੇ ਕੇਸ ਕੀ ਪਾ ਦਿੱਤਾ ਵੀ ਤਹਿਸੀਲਦਾਰ ਨੇ ਸਾਡੀ ਝੁੱਗੀਆਂ ਨੂੰ ਅੱਗ ਲਵਾ ਦਿੱਤੀ ਇੱਥੇ ਆ। ਔਰ ਰਾਮ ਸਿੰਘ ਨੂੰ ਇਸ ਚੀਜ਼ ਦਾ ਚੇਤਾ ਵੀ ਨਹੀਂ ਹੈਗਾ ਸੀ ਕਿ ਅੱਗੇ ਜਾ ਕੇ ਕੀ ਹੋਣਾ ਹੈ। ਕੋਰਟ ਦੇ ਵਿੱਚ ਜਾ ਕੇ ਉਹਨੇ ਕਿਹਾ ਮੈਂ ਕੋਰਟ ਦਾ ਆਰਡਰ ਇੰਪਲੀਮੈਂਟ ਕੀਤਾ, ਕੋਈ ਉਹਨਾਂ ਕੋਲ ਐਵੀਡੈਂਸ ਵੀ ਹੈ ਨਹੀਂ ਸੀਗਾ ਕਿ ਇਹਨੇ ਅੱਗ ਲਵਾਈ ਹੈ।
ਲੇਕਿਨ ਹਾਈ ਕੋਰਟ ਜਿਹੜੀ ਹੈਗੀ ਸੈਸ਼ਨ ਕੋਰਟ ਸੀਗੀ, ਉਹਨਾਂ ਨੇ ਰਾਮ ਸਿੰਘ ਨੂੰ ਖੜੇ ਖਲੋਤੇ ਉੱਥੇ 5 ਸਾਲ ਦੀ ਸਜ਼ਾ ਸੁਣਾ ਦਿੱਤੀ ਵੀ ਤੁਸੀਂ ਅੱਗ ਲਾਈ ਹੈ। ਹੀ ਵਾਸ ਨੋਟ ਅਵੇਅਰ ਕਿ ਮੈਨੂੰ ਉੱਥੇ ਹੋਣਾ ਕੀ ਹੈ। ਪਰ ਇਸ ਕੇਸ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿੰਨੀ ਜਲਦੀ ਤੁਸੀਂ ਇਹਨਾਂ ਕੋਰਟ ਕੇਸਾਂ ਜਿਹੜੇ ਤੁਹਾਡੇ ਅਗੇਂਸਟ ਆਪਣੇ ਬਤੌਰ ਐਵੀਡੈਂਸ ਆਉਂਦੇ ਆ ਜਾਂ ਤੁਹਾਨੂੰ ਇੰਪਲੀਮੈਂਟੇਸ਼ਨ ਆਉਂਦੇ ਆ, ਉਹਦਾ ਪੂਰਾ ਪ੍ਰੀਕਾਸ਼ਨ ਨਾਲ ਕੰਮ ਕਰਿਓ ਜੇ, ਕਿਉਂਕਿ ਕੋਰਟਾਂ ਜਿਹੜੀਆਂ ਨੇ ਉਹ ਪਤਾ ਨਹੀਂ ਕਿੱਧਰ ਨੂੰ ਤੁਰੀਆਂ ਫਿਰਦੀਆਂ ਨੇ, ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਅਸੀਂ ਇਸ ਅਫਸਰ ਦੇ ਅਗੇਂਸਟ ਕਿਸ ਤਰੀਕੇ ਨਾਲ ਕੰਮ ਕਰਦੇ। ਸੋ ਮੈਂ ਇੰਨਾ ਕੀ ਕਹਿੰਦਾ ਹੋਇਆ ਤੇ ਵਿਨੇ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਕਿ ਇੱਕ ਤੁਸੀਂ ਬਹੁਤ ਵਧੀਆ ਲੈਕਚਰ ਦਿੱਤਾ, ਔਰ ਮੈਂ ਚਾਹੁੰਦਾ ਕਿ ਸਾਰੇ ਇੰਪਲੀਮੈਂਟ ਹੋਵੇ ਹਰ ਜਗ੍ਹਾ ਦੇ ਉੱਤੇ, ਔਰ ਸਾਰੇ ਆਪਾਂ ਜਿਹੜੇ ਹੈਗੇ ਆ ਵਧੀਆ ਮਾਹੌਲ ਦੇ ਵਿੱਚ ਕੰਮ ਕਰੀਏ। ਮੇਰੀ ਫੇਰ ਬੇਨਤੀ ਹੈ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਕੋਆਰਡੀਨੇਸ਼ਨ ਜਿਹੜੀ ਹੈ ਨਾ ਹਰ ਤਹਿਸੀਲ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ। ਜਿੱਥੇ ਸਬ ਰਜਿਸਟਰਾਰ ਦੀ ਪੋਸਟ ਹੈ, ਚਲੋ ਉੱਥੇ ਤੇ ਉਹ ਓਵਰਆਲ ਇੰਚਾਰਜ ਆਪਣੇ ਦਫ਼ਤਰ ਦਾ, ਉਹਨੇ ਆਪੇ ਕਰ ਲੈਣਾ ਸਾਰਾ ਕੁਝ, ਬਟ ਤਹਿਸੀਲ ਤੇ ਨਾਇਬ ਤਹਿਸੀਲਦਾਰ ਦੇ ਵਿੱਚ ਤਹਿਸੀਲ ਦੇ ਵਿੱਚ ਦੋਨੇ ਜਣੇ ਜਿਹੜੇ ਹੈ ਨੇ ਆਪਸ ਦੇ ਵਿੱਚ ਪੂਰੀ ਕੋਆਰਡੀਨੇਸ਼ਨ ਨਾਲ ਕੰਮ ਕਰਨ। ਇਹ ਨਾ ਸਮਝਣ ਕਿ ਉਹਦਾ ਕੰਮ ਉਹ ਕਰਕੇ ਚਲਾ ਗਿਆ, ਉਸ ਤੋਂ ਬਾਅਦ ਮੇਰਾ ਕੰਮ ਸ਼ੁਰੂ ਹੋ ਗਿਆ, ਫਿਰ ਅਗਲੇ ਹਫਤੇ ਉਹਦਾ ਆ ਗਿਆ, ਉਹ ਆਪੇ ਕਰਕੇ ਚਲਾ ਗਿਆ। तो मैं सारिਆਂ ਨੂੰ ਹੁਣ ਧੰਨਵਾਦ ਕਰਦਾ ਕਿ ਮੇਰਾ ਇੰਨਾ ਕੀ ਹੈ ਸੀ। ਔਰ ਸਾਰਿਆਂ ਨੂੰ ਇੱਕ ਕੋਈ ਹੋਰ ਵੀ ਇੱਕ ਮੈਂ ਬੇਨਤੀ ਕਰਨੀ ਹੈ ਕਿ ਸਾਰੇ ਇਨ ਸਰਵਿਸ ਹੈਗੇ ਆ, ਔਰ ਆਪਣੇ ਜੀਪੀ ਫੰਡ ਦੀ ਜਿਹੜੀ ਹੈਗੀ ਹੈ ਉਹ ਪੂਰੀ ਸਟੇਟਮੈਂਟ ਜਿਹੜੀ ਹਰ ਮਹੀਨੇ ਜਿਹੜੀ ਹੈ ਨਾ ਉੱਪਰ ਭੇਜੀ ਜਾਇਆ ਕਰੋ, ਔਰ ਉਸ ਦੀ ਅਪਡੇਸ਼ਨ ਜਿਹੜੀ ਹੈ ਉਹ ਵੀ ਕਰਵਾਉਂਦੇ ਰਹੋ, ਕਿਉਂਕਿ ਬੰਦਾ ਜਦੋਂ ਰਿਟਾਇਰ ਹੋ ਜਾਂਦਾ ਸਿਰਫ ਆਪਾਂ ਕਰੰਟ ਕਮਾਈ ਵੱਲ ਧਿਆਨ ਨਾ ਰੱਖੀਏ, ਆਪਾਂ ਰਿਟਾਇਰਮੈਂਟ ਤੋਂ ਬਾਅਦ ਵਾਲੀ ਲਾਈਫ ਹੈ ਨਾ ਜਿਹੜੀ ਉਹਦੇ ਵੱਲ ਵੀ ਧਿਆਨ ਰੱਖੀਏ। ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਇਹਨਾਂ ਨੂੰ ਅਪਡੇਸ਼ਨ ਕਰਨ ਵਾਸਤੇ ਔਰ ਪੈਨਸ਼ਨ ਲਵਾਉਣ ਵਾਸਤੇ, ਅਸੀਂ ਫੇਸ ਕਰ ਰਹੇ ਹਾਂ। ਚਲੋ ਜਿੰਨਾ ਕੁ ਮਸਲਾ ਹੱਲ ਹੁੰਦਾ ਅਸੀਂ ਕਰਵਾ ਲਿਆ, ਬਟ ਇਟ ਟੇਕਸ ਅ ਲੋਟ ਆਫ ਟਾਈਮ ਕਿ ਜਦੋਂ ਅਸੀਂ ਰਿਟਾਇਰ ਹੋ ਜਾਂਦੇ ਹਾਂ ਸਾਨੂੰ ਆਪਣੀਆਂ ਹੀ ਤਹਿਸੀਲਾਂ ਦੇ ਵਿੱਚ ਲੱਗੇ ਹੋਏ ਸਟਾਫ ਜਿਹੜੇ ਆ ਪੁਰਾਣੇ ਹੁੰਦੇ ਆ, ਉਹ ਇੰਨਾ ਕੋਆਪਰੇਟ ਨਹੀਂ ਕਰਦੇ ਜਿੰਨੇ ਕਰਨੇ ਚਾਹੀਦੇ। तो मैं सारे बेनती करांगा कि अपनी अपनी सैलरी स्टेटमेंट जी है वो जो जीपी फंड वगैरह कटिया होंगे वो तुसी जरूर नाल दी नाल जिहड़ा है उन्होंने अपडेशन करके अपने अकाउंट दे विच जमा करवा दिया करो, और ताकि अखीर ते जाके तुहानू अपनी स्टेटमेंट तैयार करवाउण दे विच तहसीलां दे चक्कर ना मारने। थैंक यू वेरी मच। थैंक यू सो मच इंद्रदेव सर, ते बड़ा डिटेल दे विच सर ने गाइड किया सारिਆਂ ਨੂੰ। ਤਾਂ ਆਈ ਥਿੰਕ ਸਰ ਦੇ ਪੁਆਇੰਟਸ ਬੜੇ ਵੈਲਿਡ ਹੈਗੇ। ਇੱਕ ਤਾਂ ਉਹਨਾਂ ਨੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਦੀ ਕੋਆਰਡੀਨੇਸ਼ਨ ਦੀ ਗੱਲ ਕੀਤੀ, ਤਾਂ ਹਾਂਜੀ ਬਿਲਕੁਲ ਮਤਲਬ ਮੈਂ ਮੇਰਾ ਐਕਸਪੀਰੀਅੰਸ ਤਲਵੰਡੀ ਸਾਬੋ ਰਿਹਾ ਹੈਗਾ। ਮੈਂ ਕਾਫੀ ਦੇਰ ਮੈਂ ਤੇ ਸੁਖਜੀਤ ਜੀ ਅੱਜ ਹੈ ਨਹੀਂਗੇ, ਸੁਖਜੀਤ ਜੀ ਸੀਗੇ ਉਦੋਂ ਨਾਇਬ ਤਹਿਸੀਲਦਾਰ, ਉਦੋਂ ਪਹਿਲਾਂ ਜਿਹੜੇ ਦੂਸਰੇ ਸਿੰਗਲਾ ਜੀ ਸੀਗੇ ਸੁਰਿੰਦਰ ਸਿੰਗਲਾ ਜੀ ਉਹ ਰਿਟਾਇਰ ਹੋ ਗਏ। ਬਟ ਅਸੀਂ ਮਤਲਬ ਜੇ ਦੋਨਾਂ ਦਾ ਕੋਆਰਡੀਨੇਸ਼ਨ ਬਹੁਤ ਅੱਛਾ ਹੋਵੇ ਤਾਂ ਬੜਾ ਵਧੀਆ ਰਹਿੰਦਾ। ਅਸੀਂ ਵੀ ਇਦਾਂ ਬੈਠ ਕੇ ਡਿਸਾਈਡ ਕੀਤਾ ਹੋਇਆ ਸੀ ਕਿ ਇਹ ਚੀਜ਼ਾਂ ਕਰਨੀਆਂ ਇਹ ਚੀਜ਼ਾਂ ਨਹੀਂ ਕਰਨੀਆਂ। ਈਵਨ ਅਸੀਂ ਉਹਦੇ ਡੇਜ਼ ਦੇ ਅਕੋਰਡਿੰਗਲੀ ਵੀ ਨਹੀਂ ਕੰਮ ਕਰਦੇ ਸੀ, ਜਿਹੜੇ ਡੇਜ਼ ਮਤਲਬ ਆਪਣੀ ਐਕਚੁਅਲ ਦੇ ਵਿੱਚ ਹੁੰਦੇ। ਅਸੀਂ ਕਾਫੀ ਵਾਰ ਉਹਨਾਂ ਦੇ ਡੇਜ਼ ਦੇ ਵਿੱਚ ਮੈਂ ਬੈਠ ਜਾਂਦਾ ਸੀ, ਮੇਰੇ ਡੇਜ਼ ਦੇ ਵਿੱਚ ਉਹ ਬੈਠ ਜਾਂਦੇ ਸੀ, ਤਾਂ ਕਿ ਬਾਹਰ ਵਾਲਿਆਂ ਨੂੰ ਵੀ ਇੱਕ ਤਾਂ ਇਹ ਮੈਸੇਜ ਜਾਂਦਾ ਸੀ ਕਿ ਇਹਨਾਂ ਦੀ ਕਾਫੀ ਇੱਕ ਦੂਜੇ ਦੇ ਨਾਲ ਬਣਦੀ ਹੈਗੀ ਹੈ। ਜਿੱਦਾਂ ਦਾ ਕੰਮ ਮਤਲਬ ਉਹ ਉਦਾਂ ਦਾ ਕੰਮ ਨਹੀਂ ਲੈ ਕੇ ਆਉਂਦੇ ਸੀ ਵੀ ਇਹ ਨਾਇਬ ਤਹਿਸੀਲਦਾਰ ਦੇ ਟਾਈਮ 'ਚ ਹੋਏਗਾ, ਇਹ ਤਹਿਸੀਲਦਾਰ ਦੇ ਟਾਈਮ 'ਚ ਹੋਏਗਾ। ਤੇ ਕਾਫੀ ਵਾਰੀ ਮਤਲਬ ਜੇ ਇਦਾਂ ਦੀ ਕੋਆਰਡੀਨੇਸ਼ਨ ਰਹਿੰਦੀ ਹੈ ਤੁਹਾਡੀ ਆਪਸ ਦੇ ਵਿੱਚ ਤਾਂ ਉਹ ਬੜਾ ਅੱਛਾ ਬਾਹਰ ਮੈਸੇਜ ਜਾਂਦਾ ਹੈਗਾ। ਤੇ ਵੈਸੇ ਵੀ ਤੁਹਾਡੀ ਆਫਿਸ ਦਾ ਮਾਹੌਲ ਕਾਫੀ ਅੱਛਾ ਰਹਿੰਦਾ ਹੈਗਾ। ਇੱਕ ਸਰ ਨੇ ਫੰਡਸ ਦੀ ਗੱਲ ਕੀਤੀ ਕਿ ਫੰਡਸ ਦਾ ਕੰਸਟ੍ਰੇਂਟ ਰਹਿੰਦਾ ਹੈਗਾ। ਬਿਲਕੁਲ ਆਪਾਂ ਜਿਹੜੇ ਫੰਡਸ ਹੈਗੇ ਵੀ ਉਹਨੂੰ ਵੀ ਆਪਾਂ ਆਪਦੀ ਡਿਸਕ੍ਰਿਪਸ਼ਨ ਤੇ ਯੂਜ਼ ਨਹੀਂ ਕਰ ਸਕਦੇ। ਇਹਦੇ ਵਿੱਚ ਕੁਛ ਜਿਹੜਾ ਮੇਰਾ ਪਰਸਨਲ ਮੈਂ ਕੀ ਕਰ ਮੋਸਟਲੀ ਫੋਲੋ ਕਰਦੇ ਹਾਂ ਕਿ ਮੈਂ ਇੱਕ ਫੰਡ ਕੁਛ ਜਿੱਦਾਂ ਆਪਣੀ ਪੇ ਜਿੰਨੀ ਵੀ ਹੈ ਤਾਂ ਉਹਦੇ ਵਿੱਚੋਂ ਆਪਾਂ ਜੇ ਕੁਛ ਐਕਸਟਰਾ ਰੱਖ ਲੈਣੇ ਹੈਗੇ ਆ, ਜੇ ਮੰਨ ਲਓ ਮਹੀਨੇ ਦਾ 1000 2000 ਵੀ ਆਪਾਂ ਰੱਖ ਲਈ ਐਕਸਟਰਾ ਕਿ ਇਹਨੂੰ ਆਪਾਂ ਸਿਰਫ ਆਫਿਸ ਦੇ ਲਈ ਖਰਚ ਕਰਨਾ ਹੈਗਾ, ਤਾਂ ਉਹ 2000 ਰੁਪਇਆ ਵੀ ਕਾਫੀ ਹੋ ਜਾਂਦਾ ਹੈ। ਜਿਵੇਂ ਹੁਣ ਫਿਲਹਾਲ ਅਸੀਂ ਬਠਿੰਡਾ ਦੇ ਵਿੱਚ ਵੇਟਿੰਗ ਏਰੀਆ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਸੀ, ਪਬਲਿਕ ਲਾਇਬ੍ਰੇਰੀ, ਤਾਂ ਉਹਦੇ ਵਿੱਚ ਸਾਡਾ ਟੋਟਲ ਖਰਚਾ ਹੀ 1000 ਰੁਪਏ ਹੋਇਆ ਸੀ। 1000 ਰੁਪਏ ਦੀਆਂ ਮਤਲਬ ਬੁੱਕਸ ਜਿਹੜੀਆਂ ਸੀਗੀਆਂ ਨਾ ਮੋਸਟਲੀ ਛੋਟੀਆਂ ਬੁੱਕਸ 10 20 ਰੁਪਏ ਵਾਲੀਆਂ ਪੁਰਾਣੀਆਂ ਮੈਗਜ਼ੀਨਸ ਉਦਾਂ ਦੀਆਂ ਲਿਆ ਕੇ ਰੱਖ ਲਈਆਂ, 1000 ਰੁਪਏ ਦੇ ਵਿੱਚ ਸੈਟਅਪ ਹੋ ਗਿਆ। ਤਾਂ ਇਦਾਂ ਹੀ ਜੇ ਤੁਸੀਂ ਕੁਝ ਐਕਸਟਰਾ ਚੀਜ਼ਾਂ ਕੋਈ ਸੀਨਰੀਜ਼ ਲਗਾਉਣੀ ਹੈ, ਜੇ 2-2000 ਰੁਪਇਆ ਵੀ ਲਗਾਉਂਦੇ ਹੋ ਫਿਰ ਤੁਹਾਡਾ ਸਟਾਫ ਵੀ ਤੁਹਾਡੇ ਨਾਲ ਲੱਗ ਜਾਂਦਾ ਹੈਗਾ। ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਆਪਾਂ ਇਹ ਖਰਚਾ ਜਿਹਾ ਕਰ ਦਿੰਦੇ ਹੈਗੇ, ਕਾਫੀ ਵਾਰ ਤੁਸੀਂ ਉਹਨਾਂ ਤੋਂ ਵੀ ਕਰਵਾ ਲੈਂਦੇ ਹੋ ਜਾਂ ਕਿਸੇ ਬਾਹਰਲੇ ਨੂੰ ਵੀ ਕਹਿ ਕੇ ਆਪਣੇ ਲੀਡ ਰਾਈਟਰ ਨੂੰ ਵੀ ਆਪਾਂ ਮਿਲ ਕੇ ਆਹ ਪਬਲਿਕ ਦੀ ਫੈਸਿਲਿਟੀ ਲਈ ਕੰਮ ਕਰ ਲਈਏ। ਤਾਂ ਜੇ ਥੋੜਾ ਜਿਹਾ ਉਦਾਂ ਦੇ ਐਂਗਲ ਤੋਂ ਚੀਜ਼ਾਂ ਆਪਾਂ ਕਰ ਸਕਦੇ ਹੈਗੇ, ਥੋੜਾ ਜਿਹਾ ਆਪਦੀ ਜੇਬ ਚੋਂ ਪਾ ਕੇ ਥੋੜਾ ਜਿਹਾ ਇਧਰੋਂ ਉਧਰੋਂ ਨਾਲ ਕੋਆਰਡੀਨੇਸ਼ਨ ਕਰਵਾ ਕੇ
ਕਾਫੀ ਵਾਰ ਆਪਣੇ ਨਾਲ ਐਨਜੀਓਜ਼ ਹੁੰਦੀਆਂ, ਕਾਫੀ ਵਾਰ ਆਪਣੇ ਨਾਲ ਹੋਰ ਸਟਾਫ ਤੇ ਬਾਹਰ ਵਾਲੇ ਵੀ ਲੀਡ ਰਾਈਟਰਸ ਐਡਵੋਕੇਟਸ ਹੁੰਦੇ, ਉਹ ਵੀ ਵਿੱਚ ਕਰ ਲੈਂਦੇ ਹੈਗੇ ਆ। ਤਾਂ ਉਦਾਂ ਆਪਾਂ ਕਰ ਸਕਦੇ ਹਾਂ ਬਾਅਦ ਦੇ, ਜਾਂ ਕਈ ਵਾਰੀ ਇਹ ਹੁੰਦਾ ਕਿ ਆਪਾਂ ਇੱਕ ਵਾਰੀ ਆਪਦੇ ਵੱਲੋਂ ਖਰਚਾ ਕਰ ਦਈਏ, ਬਾਅਦ ਦੇ ਵਿੱਚ ਉਹਦੇ ਬਿੱਲਸ ਭੇਜੇ ਜਾਂਦੇ, ਕਾਫੀ ਵਾਰ ਆ ਵੀ ਜਾਂਦੇ ਆ, ਕਾਫੀ ਵਾਰ ਨਹੀਂ ਵੀ ਆਉਂਦੇ। ਤਾਂ ਆਪਾਂ ਥੋੜਾ ਜਿਹਾ ਇਹ ਰੱਖ ਸਕਦੇ ਹਾਂ ਵੀ ਚਲ ਜੇ ਨਾ ਵੀ ਆਏ ਤਾਂ ਵੀ ਆਪਾਂ ਐਵੇਂ ਕਰ ਲਾਂਗੇ ਉਸ ਸਿਸਟਮ ਦੇ ਵਿੱਚ। ਉਹਦੇ ਵਿੱਚ ਆਪਾਂ ਉਹ ਕੰਮ ਕਰ ਸਕਦੇ ਹੈਗੇ ਆ। ਇੱਕ ਆਨਲਾਈਨ ਸਿਸਟਮ ਦਾ ਤਾਂ ਬਿਲਕੁਲ ਸਰ ਨੇ ਜਿੱਦਾਂ ਦੱਸਿਆ ਕਿ ਉਹਦੇ ਨਾਲ ਟਾਈਮ ਵਧਿਆ ਹੈਗਾ ਇਹ ਲੋਕਾਂ ਦਾ। ਤੇ ਸੇਵਾ ਕੇਂਦਰ ਦਾ ਵੀ ਇਹੀ ਹੈਗਾ ਕਿ ਸੇਵਾ ਕੇਂਦਰ ਦਾ ਨਾਲ ਦਿੱਕਤ ਆਉਂਦੀ ਹੈ, ਬਟ ਕੁਛ ਨਾ ਕੁਛ ਮੀਟਿੰਗਸ ਨਾਲ ਜਾਂ ਡੀਸੀ ਸਾਹਿਬ ਦੇ ਧਿਆਨ ਚ ਲਿਆ ਕੇ, ਜਾਂ ਸੇਵਾ ਕੇਂਦਰ ਦੇ ਹੈਡਸ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਕੇ, ਜਿਵੇਂ ਫਿਲਹਾਲ ਬਠਿੰਡਾ ਦਾ ਜਿਹੜਾ ਚੱਲ ਰਿਹਾ ਹੈਗਾ, ਉਹਦਾ ਸੇਵਾ ਕੇਂਦਰ ਦਾ ਜਿਹੜਾ ਹੈਡ ਹੈਗਾ ਉਹ ਅੱਛਾ ਹੈਗਾ ਬੰਦਾ, ਤਾਂ ਉਹਨੂੰ ਅਸੀਂ ਬੁਲਾ ਕੇ ਮੋਸਟਲੀ ਉਹਨੂੰ ਧਿਆਨ ਚ ਲਿਆ ਦਿੰਦੇ ਨੇ ਵੀ ਆਹ ਪ੍ਰੋਬਲਮਸ ਹੈਗੀਆਂ, ਤਾਂ ਉਹ ਸੋਰਟ ਆਊਟ ਕਰ ਲੈਂਦਾ ਹੁੰਦਾ ਆਪਦੇ ਲੈਵਲ ਤੇ। ਕਾਫੀ ਵਾਰ ਕਰ ਲੈਂਦਾ, ਕਾਫੀ ਵਾਰ ਨਹੀਂ ਵੀ ਹੋ ਪਾਉਂਦੀਆਂ ਹੈਗੀਆਂ, ਬਟ ਜੇ ਐਫਰਟਸ ਕਰਦੇ ਰਹੀਏ ਕੁਛ ਨਾ ਕੁਛ ਉਹਦੇ ਚ ਇੰਪਰੂਵਮੈਂਟ ਹੋ ਜਾਂਦੀ ਹੈਗੀ ਹੈ। ਕੋਰਟ ਕੇਸਿਸ ਵੀ ਜਿਵੇਂ ਸਰ ਨੇ ਕਿਹਾ ਕਿ ਜਿਹੜੀਆਂ ਰਿਪਲਾਈਜ਼ ਬਣਾਉਣੀਆਂ ਹੈਗੀਆਂ, ਉਹਦੇ ਚ ਜਿਹੜੇ ਤਾਂ ਡੈਜ਼ਿਗਨੇਟਿਡ ਹੁੰਦੇ ਆ ਕੋਈ ਐਡਵੋਕੇਟਸ ਵਗੈਰਾ, ਉਹ ਤਾਂ ਨਹੀਂ ਹੈਲਪ ਕਰਦੇ ਹੈਗੇ, ਬਟ ਮੋਸਟਲੀ ਤਹਿਸੀਲ ਦੇ ਵਿੱਚ ਇਹੀ ਹੁੰਦਾ ਵੀ ਇੱਕ ਅੱਧਾ ਬੰਦਾ ਹੁੰਦਾ ਹੈਗਾ ਕੋਈ ਐਡਵੋਕੇਟ ਜਿਹੜਾ ਭਾਵੇਂ ਹੁੰਦਾ ਪ੍ਰਾਈਵੇਟ ਹੀ ਹੈ, ਪਰ ਉਹ ਆਪਣੀ ਗੱਲ ਮੰਨ ਲੈਂਦਾ ਹੈਗਾ, ਉਹ ਉਦਾਂ ਦੀ ਚੀਜ਼ ਤਿਆਰ ਕਰਵਾ ਦਿੰਦਾ ਹੈਗਾ। ਤਾਂ ਕੋਈ ਨਾ ਕੋਈ ਕਲੈਰੀਕਲ ਬੰਦਾ ਥੋੜਾ ਜਿਹਾ ਕਈ ਵਾਰੀ ਉਹਦਾ ਐਕਸਪੀਰੀਅੰਸ ਹੁੰਦਾ ਹੈਗਾ ਕੋਰਟ ਕੇਸਿਸ ਦੇ ਵਿੱਚ, ਉਹਦੀ ਇੰਗਲਿਸ਼ ਦੀ ਵੀ ਅੱਛਾ ਹੁੰਦਾ ਵੀ ਉਹ ਥੋੜੀ ਬਹੁਤ ਲਿਖ ਵੀ ਲੈਂਦਾ ਹੈਗਾ, ਤੇ ਪੜ੍ਹ ਕੇ ਉਹਦਾ ਐਨਾਲਿਸਿਸ ਵੀ ਕਰ ਲੈਂਦਾ ਹੈ, ਆਪਣੇ ਨਾਲ ਡਿਸਕਸ ਕਰਕੇ ਕਰ ਲੈਂਦਾ। ਤਾਂ ਅਸੀਂ ਮੋਸਟਲੀ ਇਦਾਂ ਕਰਦੇ ਹੁੰਦੇ ਕਿ ਇੱਕ ਦੋ ਬੰਦਿਆਂ ਨੂੰ ਡੈਜ਼ਿਗਨੇਟ ਕਰ ਦਿੰਨੇ ਹੈਗੇ, ਤਾਂ ਉਹਨਾਂ ਨੂੰ ਰਿਕੁਐਸਟ ਕਰਕੇ ਜਾਂ ਕਈ ਵਾਰੀ ਥੋੜਾ ਬਹੁਤ ਪੇ ਕਰਕੇ ਵੀ ਉਹਨਾਂ ਤੋਂ ਕੰਮ ਕਰਵਾ ਲੈਂਦੇ ਆ। ਬਟ ਓਵਰਆਲ ਹੈ ਇਹ ਥੋੜਾ ਕੰਮ ਇਦਾਂ ਹੀ, ਬਟ ਕਿਵੇਂ ਨਾ ਕਿਵੇਂ ਫਿਰ ਉਹ ਕਰਨਾ ਪੈਂਦਾ, ਜਾਂ ਫਿਰ ਐਜ਼ ਪਬਲਿਕ ਵਿਟਨੈਸ ਜਿਵੇਂ ਸਰ ਨੇ ਕਿਹਾ। ਤਾਂ ਇਹਨੂੰ ਅਸੀਂ ਥੋੜੇ ਦਿਨ ਪਹਿਲਾਂ ਮੈਂ ਹੋਰ ਵੀ ਅਸੀਂ ਡਿਸਕਸ ਕਰ ਰਹੇ ਸੀ ਕਿ ਬੜੇ ਇਦਾਂ ਦੇ ਰਿਸਕ ਨੇ ਜਿਹਦੇ ਵਿੱਚ ਆਪਾਂ ਖੁਦ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ, ਬਟ ਆਪਾਂ ਨੂੰ ਉਸ ਦੀ ਸਜ਼ਾ ਭੁਗਤਣੀ ਪੈਂਦੀ ਹੈ, ਭਾਵੇਂ ਦੀ ਉਹ ਕੋਰਟ ਦੇ ਵਿੱਚੋਂ ਹੋਵੇ ਸਜ਼ਾ, ਮਤਲਬ ਜਿਹੜਾ ਐਕਸਟ੍ਰੀਮ ਲੈਵਲ ਹੋ ਗਿਆ, ਭਾਵੇਂ ਦੀ ਝਿੜਕਾਂ ਦੇ ਰੂਪ ਦੇ ਵਿੱਚ ਹੋਵੇ ਆਪਣੇ ਸੀਨੀਅਰ ਆਫੀਸਰਸ ਤੋਂ, ਭਾਵੇਂ ਦੀ ਕੋਈ ਖੱਜਲ ਖਵਾਰੀ ਹੋਵੇ ਆਪਣੀ, ਜਿਹੜੀ ਕਿ ਆਪਣਾ ਵਿਦਆਊਟ ਐਨੀ ਇਨਵੋਲਵਮੈਂਟ ਸ਼ੋ ਕੋਜ਼ ਨੋਟਿਸ ਸ਼ੋ ਹੋ ਜੇ ਆਪਣੇ ਲਈ, ਆਪਾਂ ਨੂੰ ਉਹਦੇ ਰਿਪਲਾਈ ਦੇਣੀ ਪਵੇ। ਤਾਂ ਇਹ ਸੋਰਟ ਆਫ ਨਾ ਜਿਵੇਂ ਆਕੂਪੇਸ਼ਨਲ ਹੈਜ਼ਰਡ ਨੇ, ਜਿਹੜੇ ਜਿਵੇਂ ਹੁਣ ਹਰ ਇੱਕ ਕੋਈ ਵੀ ਬੰਦਾ ਕੁਝ ਵੀ ਕਰ ਰਿਹਾ ਹੈਗਾ, ਜੇ ਕੋਈ ਡਰਾਈਵਰ ਹੈ ਤਾਂ ਉਹਨੂੰ ਐਕਸੀਡੈਂਟ ਹੋਣ ਦਾ ਡਰ ਹੈਗਾ ਹਨਾ, ਜੇ ਕੋਈ ਬੰਦਾ ਡਾਕਟਰ ਕਰ ਰਿਹਾ ਤਾਂ ਉਹਨੂੰ ਇਨਫੈਕਸ਼ਨ ਹੋਣ ਦਾ ਡਰ ਹੈਗਾ ਉਸ ਬਿਮਾਰੀ ਤੋਂ। ਤਾਂ ਇਸ ਕਰਕੇ ਮੈਨੂੰ ਲੱਗਦਾ ਤਹਿਸੀਲਦਾਰ ਦੀ ਤਾਂ ਇਹ ਆਕੂਪੇਸ਼ਨਲ ਹੈਜ਼ਰਡ ਹੀ ਹੈ ਵੀ ਉਹਨੂੰ ਕਦੇ ਵੀ ਕਿਸੇ ਵੀ ਕੰਮ ਕਰਕੇ ਸਾਹਮਣਾ ਕਰਨਾ ਪੈ ਸਕਦਾ ਹੈਗਾ, ਕਿਉਂਕਿ ਪਬਲਿਕ ਡੀਲਿੰਗ ਹੀ ਇੰਨੇ ਵੱਡੇ ਲੈਵਲ ਤੇ ਹੈ, ਕੰਮ ਹੀ ਇੰਨੇ ਜ਼ਿਆਦਾ ਕਰਨੇ ਪੈਣੇ ਹੈਗੇ, ਜਿਹਦੇ ਵਿੱਚ ਹਰ ਇੱਕ ਚੀਜ਼ ਤੁਸੀਂ ਪੜ੍ਹ ਨਹੀਂ ਸਕਦੇ, ਬਿਨਾਂ ਦੇਖੇ ਤੁਹਾਨੂੰ ਸਾਈਨ ਕਰਨੇ ਹੀ ਪੈਣੇ ਹੈਗੇ ਆ, ਆਪਦੇ ਸਬੋਰਡੀਨੇਟ ਸਟਾਫ ਤੇ ਫੇਥ ਕਰਨਾ ਹੀ ਪੈਣਾ, ਨਾ ਕਰੋਗੇ ਤਾਂ ਫਿਰ ਕੰਮ ਹੀ ਨਹੀਂ ਹੋਣਾ। ਤਾਂ ਇਸ ਕਰਕੇ ਉਹ ਕੰਮ ਕਰਨੇ ਪੈਣੀ ਹੈ, ਕਿਤੇ ਨਾ ਕਿਤੇ ਫਸਣ ਦੇ ਚਾਂਸਿਸ ਹੈਗੀ ਹੈ। ਤੇ ਮੈਂ ਤਾਂ ਇਹ ਸੋਚਦਾ ਵੀ ਉਹ ਸੋਚ ਹੀ ਲਓ ਕਿ ਹਾਂ ਫਸਾਂਗੀ ਕਦੇ ਨਾ ਕਦੇ, ਤੇ ਉਸ ਨੂੰ ਪਹਿਲਾਂ ਹੀ ਪ੍ਰੀਪੇਅਰ ਕਰ ਲਓ ਆਪਦੇ ਆਪ ਨੂੰ। ਤਾਂ ਮੈਂ ਆਪਦਾ ਪਰਸਨਲੀ ਇਹ ਦੇਖਦਾ ਹੁੰਦਾ ਵੀ ਇੱਕ ਮੈਂ ਟ੍ਰੈਂਡ ਜਿਹਾ ਬਣਾਇਆ, ਮੈਂ ਸੋਚਿਆ ਵੀ 4 ਸਾਲਾਂ 'ਚ ਬੰਦਾ ਇੱਕ ਚੀਜ਼ 'ਚ ਫਸਦਾ ਹੈਗਾ, ਤੇ ਉਹ ਹੁਣ ਮੈਂ ਹਿਸਾਬ ਕਿਤਾਬ ਜਿਹਾ ਲਾ ਲੈਣਾ ਵੀ ਮੈਨੂੰ ਹੁਣ ਟੋਟਲ ਮਿਲਾ ਕੇ ਜੋਬ 'ਚ 8 ਸਾਲ ਹੋ ਗਏ, 2 ਵਾਰੀ ਫਸਣ ਦਾ ਟਾਈਮ ਆ ਗਿਆ। ਤਾਂ ਉਦਾਂ ਕਰਕੇ ਥੋੜਾ ਜਿਹਾ ਆਪਦੇ ਆਪ ਨੂੰ ਮਤਲਬ ਮਨ ਨੂੰ ਹੀ ਸਮਝਾਉਣਾ ਹੈਗਾ, ਤਾਂ ਕਿਉਂਕਿ ਉਹਦੇ ਵਿੱਚ ਕੁਝ ਕੀਤਾ ਹੀ ਨਹੀਂ ਜਾ ਸਕਦਾ। ਇਹ ਹੈ ਕਿ ਜਦੋਂ ਤੁਸੀਂ ਫੇਥ ਤੇ ਕੰਮ ਕਰਨਾ ਹੈਗਾ ਹੈ, ਤੇ ਇੰਨੇ ਵੱਡੇ ਲੈਵਲ ਤੇ ਪਬਲਿਕ ਡੀਲਿੰਗ ਕਰਨੀ ਹੈ, ਇੰਨੇ ਵੱਡੇ ਲੈਵਲ ਤੇ ਕੰਮ ਕਰਨਾ ਹੈਗਾ, ਤਾਂ ਉਹ ਆਪਾਂ ਆਲਦੋ ਯੂਨੀਅਨ ਲੈਵਲ ਤੇ ਹਮੇਸ਼ਾ ਆਪਾਂ ਨਾਲ ਵਧੀਆ ਪਲੇਟਫਾਰਮ ਬਣਿਆ, ਆਪਾਂ ਧਿਆਨ ਦੇ ਵਿੱਚ ਲਿਆਣੇ ਰਹਿੰਦੇ ਹੈਗੇ ਆਪਣੇ ਸੀਨੀਅਰ ਆਫੀਸਰ ਦੇ, ਤੇ ਜੇ ਕਿਤੇ ਕਿਸੇ ਆਫੀਸਰ ਨੂੰ ਦਿੱਕਤ ਆਉਂਦੀ ਹੈ ਤਾਂ ਆਪਾਂ ਸਾਰੇ ਮਿਲ ਕੇ ਖੜੇ ਵੀ ਹੁੰਦੇ ਆ। ਬਟ ਉਸ ਚੀਜ਼ ਨੂੰ ਆਪਾਂ ਥੋੜਾ ਜਿਹਾ, ਕਿਉਂਕਿ ਹਮੇਸ਼ਾ ਡਰ ਦੇ ਵਿੱਚ ਰਵਾਂਗੇ ਤਾਂ ਉਹ ਜਿਵੇਂ ਹੁੰਦਾ ਨਾ ਬੰਦਾ ਕਿ ਡਰ ਦੇ ਨਾਲ ਹੀ ਮਰ ਜਾਂਦਾ, ਫਿਰ ਐਕਚੁਅਲ ਚ ਪ੍ਰੋਬਲਮ ਜਦੋਂ ਨੂੰ ਆਣੀ ਹੁੰਦੀ ਹੈ ਉਦੋਂ ਤਾਂ ਆਉਂਦੀ ਹੈ, ਬਟ ਉਹ ਪਹਿਲਾਂ ਬੰਦਾ ਡਰਦਾ ਹੀ ਰਹਿੰਦਾ ਵੀ ਇਹ ਨਾ ਹੋ ਜੇ, ਇਹ ਨਾ ਹੋ ਜੇ। ਤਾਂ ਉਹਦੇ ਲਈ ਥੋੜਾ ਜਿਹਾ ਆਪਾਂ ਮੈਂਟਲੀ ਇਹ ਕਰ ਸਕਦੇ ਹੈਗੇ ਕਿ ਆਪਦੇ ਆਪ ਨੂੰ ਤਿਆਰ ਕਰ ਲਈਏ। ਬਾਕੀ ਜਿਵੇਂ ਸਰ ਨੇ, ਇੰਦਰਦੇਵ ਸਰ ਨੇ ਬੜਾ ਵਧੀਆ ਉਹਨਾਂ ਦੀ ਸੁਜੈਸ਼ਨ ਸੀਗੇ ਕਿ ਆਪਾਂ ਓਵਰਆਲ ਜੇ ਪਹਿਲਾਂ ਤੋਂ ਹੀ ਥੋੜਾ ਯੂਨੀਅਨ ਲੈਵਲ ਤੇ ਇਹਨੂੰ ਟੇਕ ਅਪ ਕਰਾਂਗੇ ਤਾਂ ਉਹ ਅੱਛਾ ਵੀ ਰਹੇਗਾ। ਤੇ ਬਾਕੀ ਜੀਪੀ ਫੰਡ ਦਾ ਵੀ ਸਰ ਨੇ ਕਿਹਾ, ਤਾਂ ਜੀਪੀ ਫੰਡ ਬਿਲਕੁਲ 2004 ਤੋਂ ਪਹਿਲਾਂ ਵਾਲੇ, 2004 ਤੋਂ ਬਾਅਦ ਤਾਂ ਦੂਜਾ ਆਪਣਾ ਸੀਪੀਐਫ ਹੀ ਆ ਗਿਆ। ਸੀਪੀਐਫ ਕਾਫੀ ਅੱਛਾ ਹੈਗਾ ਵੈਸੇ, ਆਨਲਾਈਨ ਸਾਰਾ ਕੁਝ ਆਪਾਂ ਦੇਖ ਸਕਦੇ ਹਾਂ ਉਹ, ਬਟ ਜਰੂਰ ਚੈੱਕ ਕਰਦੇ ਰਹੋ ਆਨਲਾਈਨ ਸਿਸਟਮ ਦੇ ਵਿੱਚ ਹੀ, ਉਹ ਦੇਖ ਸਕਦੇ ਹੋ ਤੁਸੀਂ ਕਿੰਨੇ ਫੰਡਸ ਨੇ, ਉਹਦੀ ਰਿਟਰਨ ਵੀ ਅੱਛੀ ਆ ਰਹੀ ਹੈ। ਇੱਕ ਦੋ ਚੀਜ਼ਾਂ ਜਿਹੜੀਆਂ ਜਿਵੇਂ ਸਰ ਨੇ ਵੀ ਕਿਹਾ, ਇੱਕ ਨਾ ACR ਤੇ ਇੱਕ ਸਰਵਿਸ ਵੈਰੀਫਿਕੇਸ਼ਨ, ਉਹ ਮੈਨੂੰ ਲੱਗਦਾ ਆਪਾਂ ਨੂੰ ਫ੍ਰੀਕੁਐਂਟਲੀ ਕਰਵਾਉਂਦੇ ਰਹਿਣੇ ਚਾਹੀਦਾ ਹੈਗਾ, ਨਵੇਂ ਆਫੀਸਰਸ ਨੂੰ ਘੱਟ ਉਹਦੀ ਨੌਲੇਜ ਹੁੰਦੀ ਹੈ,
ਤੇ ਕਿਉਂਕਿ ਆਪਣੀਆਂ ਸਰਵਿਸ ਬੁੱਕਸ ਹੈ ਜਿਹੜੀਆਂ ਉਹ ਹੈਗੀਆਂ ਹੈਡ ਆਫਿਸ ਦੇ ਵਿੱਚ ਚੰਡੀਗੜ੍ਹ, ਮੋਸਟਲੀ ਆਪਾਂ ਨੂੰ ਪਤਾ ਨਹੀਂ ਲੱਗਦਾ, ਕਈ ਵਾਰ ਉਹਨਾਂ ਨੇ ਐਂਟਰੀਜ਼ ਹੀ ਨਹੀਂ ਕੀਤੀਆਂ ਹੁੰਦੀਆਂ। ਮਤਲਬ ਮੈਂ ਖੁਦ ਹੀ ਦੇਖ ਰਿਹਾ ਸੀ ਸਰਵਿਸ ਬੁੱਕ, ਤਾਂ ਉਹਦੇ ਵਿੱਚ ਕਾਫੀ ਐਂਟਰੀਜ਼ ਪੈਂਡਿੰਗ ਸੀਗੀਆਂ। ਮੈਂ ਜਦੋਂ ਦਾ ਜੁਆਇਨ ਕੀਤਾ, ਮੇਰੇ ਲਈ ਜਿਹੜੀਆਂ ਪੋਸਟਿੰਗਸ ਹੋਈਆਂ ਹਰ ਇੱਕ ਦੀ ਐਂਟਰੀ ਹੋਣੀ ਹੁੰਦੀ ਹੈ ਉਸ ਦੇ ਵਿੱਚ, ਸਰਵਿਸ ਬੁੱਕ ਦੇ ਵਿੱਚ, ਤੇ ਸਰਵਿਸ ਵੈਰੀਫਾਈ ਵੀ ਟਾਈਮ ਟੂ ਟਾਈਮ ਹੋਣੀ ਹੁੰਦੀ ਹੈ। ਤਾਂ ਉਹ ਕਾਫੀ ਚੀਜ਼ਾਂ ਮੈਂ ਖੁਦ ਦੇਖੀਆਂ ਪੈਂਡਿੰਗ ਸੀਗੀਆਂ, ਫਿਰ ਮੈਂ ਹੁਣ ਉਹ ਠੀਕ ਕਰਵਾਈਆਂ। ਤਾਂ ਹੁਣ ਫਿਲਹਾਲ ਜਿਹੜਾ FCR ਆਫਿਸ ਦਾ ਸਟਾਫ ਹੈ ਉਹ ਹੈ ਵੀ ਅੱਛਾ, ਉਹਨਾਂ ਨੂੰ ਨੌਲੇਜ ਵੀ ਹੈ, ਸੁਪਰਡੈਂਟ ਵੀ ਅੱਛੇ ਨੇ, ਸਟਾਫ ਵੀ ਠੀਕ ਹੈਗਾ ਇਹ। ਤੇ ਬਲਕਿ ਜਿਵੇਂ ਇੰਦਰਦੇਵ ਸਰ ਨੇ ਕਿਹਾ, ਸਾਰੇ ਜਾਣੇ ਇੱਕ ਵਾਰੀ ਜਾ ਕੇ ਜਦੋਂ ਚੱਕਰ ਲੱਗੇ ਚੰਡੀਗੜ੍ਹ, ਤਾਂ ਇੱਕ ਵਾਰੀ ਆਪਦੀ ਸਰਵਿਸ ਬੁੱਕ ਉਹਨਾਂ ਨੂੰ ਪੁੱਛ ਲਓ ਕਿ ਇਹਦੇ 'ਚ ਕੋਈ ਕਮੀ ਤਾਂ ਨਹੀਂ ਰਹਿੰਦੀ ਹੈਗੀ, ਕੋਈ ਮੇਰੀ ਪਹਿਲਾਂ ਵਾਲੀ ਸਰਵਿਸ ਵੈਰੀਫਿਕੇਸ਼ਨ ਪਈ ਹੋਵੇ, ACR ਪਈ ਹੋਵੇ, ਕੋਈ ਮੇਰੀ ਕੋਈ ਹੋਰ ਮਤਲਬ ਮੇਨਲੀ ਸਰਵਿਸ ਵੈਰੀਫਿਕੇਸ਼ਨ ਹੁੰਦੀ ਹੈ ਜਾਂ ACR ਹੁੰਦੀ ਹੈਗੀ ਹੈ। ਤੇ ਇਹੀ ਚੀਜ਼ਾਂ ਇਹ ਨਵੇਂ ਆਫਿਸਰਸ ਲਈ, ਕਿਉਂਕਿ GP ਫੰਡ ਦਾ ਤਾਂ ਕੋਈ ਆਪਣੇ 'ਚ ਹੈ ਨਹੀਂਗਾ। ਆਪਣੇ ਦਾ CPF ਹੁੰਦਾ, CPF ਤਾਂ ਉਹ ਆਟੋਮੈਟਿਕਲੀ ਕੱਟਿਆ ਜਾਂਦਾ ਤੇ ਆਟੋਮੈਟਿਕਲੀ ਉਹ ਤੁਹਾਡੇ ਪ੍ਰੈਨ ਨੰਬਰ ਦੇ ਅਗੇਂਸਟ ਅਪਡੇਟ ਹੋ ਜਾਂਦਾ। ਬਾਕੀ ਤਪਨ ਸਰ ਵੀ ਇੱਕ ਆਪਣੀ ਤਪਨ ਸਰ ਕਾਫੀ ਇਸ ਦੇ ਵਿੱਚ ਹੈਗੇ ਆ, ਐਕਸਪਰਟ ਹੈਗੇ ਆ, CA ਨਿਕਲ ਸਰਕੁਤ, ਤਾਂ ਉਹ ਵੀ ਆਪਾਂ ਨੂੰ ਇਸ ਦੇ ਬਾਰੇ ਗਾਈਡ ਵੀ ਕਰਦੇ ਰਹਿੰਦੇ ਆ। ਤੇ ਨੈਕਸਟ ਲੈਕਚਰ ਵੀ ਹੈ ਉਹਨਾਂ ਦਾ, ਤਾਂ ਉਦੋਂ ਵੀ ਆਪਾਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਵੀ ਜਿਹੜੇ ਸਰਵਿਸ ਆਪਣੇ ਪਰਟੀਕੁਲਰਲੀ ਪਰਸਨਲ ਲੈਵਲ ਦੇ ਜਿਹੜੇ ਇਸ਼ੂਜ਼ ਨੇ ਉਹਦੇ ਬਾਰੇ ਉਹ ਆਪਾਂ ਨੂੰ ਹੋਰ ਦੱਸ ਦੇਣ, ਇੰਕਲੂਡਿੰਗ ਇਨਕਮ ਟੈਕਸ ਜਿਹੜਾ ਹੈ उसके बारे में। ਤਾਂ ਥੈਂਕ ਯੂ ਇੰਦਰਦੇਵ ਸਰ। ਉਸ ਤੋਂ ਬਾਅਦ ਕੋਈ ਕਾਈਂਡਲੀ ਇਦਾਂ ਹੀ ਜਿੱਦਾਂ ਸਰ ਨੇ ਆਪਣੇ ਵਿਚਾਰ ਸ਼ੇਅਰ ਕੀਤੇ, ਕੋਈ ਹੋਰ ਵੀ ਆਫੀਸਰ ਕਾਈਂਡਲੀ ਗਾਈਡ ਕਰਨ। ਤਪਨ ਸਰ ਅਨਮਿਊਟ ਕਰ ਲਓ। ਹਾਂਜੀ 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 ਜੀ ਹਾਂਜੀ ਵੀਰੇ ਜੀ, ਮੋਸਟਲੀ ਸਾਰੀਆਂ ਚੀਜ਼ਾਂ ਮੈਂ ਸੁਣ ਰਿਹਾ ਸੀ, ਤੁਸੀਂ ਕਾਫੀ ਕੁਝ ਦੱਸਿਆ, ਜਿਵੇਂ ਆਪਣਾ ਕੋਆਰਡੀਨੇਸ਼ਨ ਬਾਰੇ ਵੀ। ਹੁਣ ਮੇਰੇ ਖਿਆਲ ਨਾਲ ਜੇ ਆਪਾਂ ਸਾਰੇ ਜਿੰਨੇ ਮੈਂਬਰਸ ਹੈਗੇ, ਜਿਹੜੇ ਪਾਰਟਿਸਿਪੈਂਟਸ ਨੇ, ਉਹਨਾਂ ਕੋਲ ਕਿ ਉਹਨਾਂ ਦੀ ਸਪੈਸੀਫਿਕ ਕੁਐਰੀਜ਼ ਵਗੈਰਾ ਲੈ ਲਈਏ ਤਾਂ ਜ਼ਿਆਦਾ ਬੈਟਰ ਰਹੂਗਾ। ਕਿ ਕੋਈ ਸਿਚੁਏਸ਼ਨਲ ਮੈਟਰਸ, ਕਿਉਂਕਿ ਇਹ ਜ਼ਿਆਦਾ ਕਿ ਕਿਹੜੀ ਸਿਚੁਏਸ਼ਨ ਤੇ ਕਿਸ ਤਰ੍ਹਾਂ ਕਰਨਾ, ਸੋ ਇਹਨਾਂ ਨੂੰ ਜੇ ਕੋਈ ਆਪਾਂ ਡਿਸਕਸ ਉਸ ਪੁਆਇੰਟ ਨੂੰ ਲੈ ਕੇ ਕਰੀਏ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਬੈਟਰ ਹੋਊਗਾ। ਰਾਈਟ ਸਰ, ਠੀਕ ਹੈ ਸਰ। ਹੁਣ ਕੁਝ ਇਦਾਂ ਕੁਐਰੀਜ਼ ਲੈ ਲੈਣੇ ਫਿਰ, ਜਿਨ੍ਹਾਂ ਦੀਆਂ ਵੀ ਕੁਝ ਹੈ, ਕੋਈ ਵੀ ਹਾਂ ਕੁਐਰੀਜ਼ ਜਾਂ ਕੋਈ ਡਿਸਕਸ਼ਨ ਫਾਰਮ 'ਚ ਕਰੀਏ ਤਾਂ ਮੇਰੇ ਖਿਆਲ ਨਾਲ ਉਹ ਜ਼ਿਆਦਾ ਹਾਂਜੀ ਯੂਜ਼ਫੁਲ ਡਿਸਕਸ਼ਨ, ਜਾਂ ਕਿਸੇ ਦਾ ਕੋਈ ਐਕਸਪੀਰੀਅੰਸ ਹੋਵੇ, ਜਾਂ ਕਿਸੇ ਨੇ ਕੋਈ ਨਵਾਂ ਇਨੀਸ਼ੀਏਟਿਵ ਲਿਆ ਹੋਵੇ ਰਿਲੇਟਡ ਟੂ ਪਬਲਿਕ ਦੇ ਡੀਲਿੰਗ ਦੇ ਰਿਲੇਟਡ, ਜਾਂ ਆਪਣੇ ਸਟਾਫ ਨਾਲ ਕੋਆਰਡੀਨੇਸ਼ਨ ਰਿਲੇਟਡ ਕਿਸੇ ਦਾ ਕੋਈ ਐਕਸਪੀਰੀਅੰਸ ਹੋਵੇ, ਉਹ ਆਪਣਾ ਸ਼ੇਅਰ ਕਰ ਸਕਦਾ ਹੈਗਾ। ਹਾਂ ਬਸ ਮੈਂ ਸੌਰੀ ਵਿਨੇ ਜੀ, ਮੈਂ ਇੰਟਰਪਟ ਕੀਤਾ। ਮੈਂ ਤਾਂ ਇੱਕ ਦੋ ਚੀਜ਼ਾਂ ਬਸ ਇਹੀ ਸੀਗਾ ਕਿ ਸਟਾਫ ਨੂੰ ਲੈ ਕੇ ਤੁਸੀਂ ਆਲਰੇਡੀ ਈਵਨ ਪਹਿਲਾਂ ਤਾਂ ਆਪਾਂ ਆਪਣੇ ਜਿਹੜੇ ਕੁਲੀਗ ਹੈ ਉਹਨਾਂ ਦੇ ਨਾਲ ਗੱਲ ਕਰੀਏ। ਜਿਵੇਂ ਅਸੀਂ ਆਫਿਸ ਦੇ ਵਿੱਚ ਆਈ ਐਮ ਤਹਿਸੀਲਦਾਰ, ਸੋ ਸਾਡੇ ਕੁਲੀਗ ਨਾਇਬ ਤਹਿਸੀਲਦਾਰ ਹੁੰਦੇ ਆ, ਤੇ ਜਿਹੜੇ ਨਾਇਬ ਤਹਿਸੀਲਦਾਰ ਸਾਹਿਬਾਨ ਨੇ ਉਹਨਾਂ ਦੇ ਕੁਲੀਗ ਫਰਸਟ ਕੁਲੀਗ ਤਾਂ ਉਹਨਾਂ ਦੇ ਤਹਿਸੀਲਦਾਰ ਸਾਹਿਬਾਨ ਨੇ। ਸੋ ਆਪਾਂ ਕੋਆਰਡੀਨੇਸ਼ਨ ਦੀ ਤੁਸੀਂ ਬਹੁਤ ਵਧੀਆ ਗੱਲ ਦੱਸੀ ਕਿ ਪਬਲਿਕ ਦੇ ਵਿੱਚ ਐਟਲੀਸਟ ਇੱਕ, ਈਵਨ ਸਟਾਫ ਦੇ ਵਿੱਚ ਐਂਡ ਪਬਲਿਕ ਦੇ ਵਿੱਚ ਇੱਕ ਇਹ ਮੈਸੇਜ ਕਿ ਹਾਂਜੀ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਮਿਸਅੰਡਰਸਟੈਂਡਿੰਗ ਨਹੀਂ ਹੈ, ਤੇ ਫੁੱਲ ਕੋਆਰਡੀਨੇਸ਼ਨ ਨਾਲ ਇਹਨਾਂ ਨੇ ਕੰਮ ਕਰਨਾ। ਈਵਨ ਵਰਕਿੰਗ ਡੇਜ਼ ਦਾ ਵੀ ਜਿਵੇਂ ਹੈਗਾ ਕਿ ਕੋਈ ਉਹਦੀ ਐਜ਼ ਇਟ ਇਜ਼ ਹਾਰਡ ਐਂਡ ਫਾਸਟ ਡਿਸਟਿੰਕਸ਼ਨ ਨਹੀਂ ਆ। ਐਟਲੀਸਟ ਜਿਹੜੇ ਬਾਹਰ ਵਸੀਕਾ ਨਵੀਸ ਹੈਗੇ ਆ ਉਹਨਾਂ ਨੂੰ ਇੱਕ ਇਹ ਮੈਸੇਜ ਜਾਵੇ ਕਿ ਹਾਂ ਜੇ ਗਲਤ ਕੰਮ ਇੱਕ ਨੇ ਰਿਫਿਊਜ਼ ਕੀਤਾ ਤੇ ਦੂਸਰੇ ਨੇ ਵੀ ਰਿਫਿਊਜ਼ ਹੀ ਕਰਨਾ। ਉਹਦੇ ਨਾਲ ਕਾਫੀ ਈਵਨ, ਕਿਉਂਕਿ ਜਿਹੜਾ ਆਪਣਾ ਨਾ ਰਜਿਸਟ੍ਰੇਸ਼ਨ ਦਾ ਕੰਮ ਹੈ, ਇਹਦੇ ਵਿੱਚ ਲੋਕਾਂ ਨੂੰ ਜੇ ਕੋਈ ਆਪਣੇ ਲੂਪ ਹੋਲਸ ਪਤਾ ਲੱਗ ਜਾਂਦੇ ਆ, ਈਵਨ ਚਾਹੇ ਆਫਿਸ ਦੇ ਮੈਟਰਸ ਨੂੰ ਲੈ ਕੇ, ਚਾਹੇ ਆਪਣੀ ਪਰਸਨਲ ਮਿਸਅੰਡਰਸਟੈਂਡਿੰਗ ਨੂੰ ਲੈ ਕੇ, ਉਹਦਾ ਬਹੁਤ ਆਪਾਂ ਨੂੰ ਅਲਟੀਮੇਟਲੀ ਲਾਸ ਹੁੰਦਾ ਹੈਗਾ। ਸੋ ਜਦੋਂ ਮੈਂ ਟ੍ਰੇਨਿੰਗ ਤੇ ਸੀਗਾ, ਉੱਥੋਂ ਸੀਮਾ ਮੈਡਮ ਸੀਗੇ, ਉਸ ਤੋਂ ਬਾਅਦ ਇੰਡੀਪੈਂਡੈਂਟ ਚਾਰਜ ਜਦੋਂ ਲਿੱਤਾ ਹੈਗਾ, ਉਦੋਂ ਜਿੰਨੇ ਵੀ ਸਾਡੇ ਨਾਇਬ ਸਾਹਿਬਾਨ ਰਹੇ ਆ, ਕਾਫੀ ਮੇਰਾ ਵਧੀਆ ਉਹਨਾਂ ਨਾਲ ਰਿਹਾ ਹੈਗਾ। ਔਰ ਉਸ ਚੀਜ਼ ਦਾ ਸਾਨੂੰ ਨਾਇਬ ਸਾਹਿਬਾਨ ਨੂੰ ਵੀ ਤੇ ਮੈਨੂੰ ਵੀ ਬਹੁਤ ਫਾਇਦਾ ਰਿਹਾ। ਸੋ ਇਹ ਚੀਜ਼ ਸਪੈਸ਼ਲੀ ਮੈਂ ਕਰੂੰਗਾ ਕਿ ਇਹ ਚੀਜ਼ ਆਪਾਂ ਰੱਖੀਏ। ਸੈਕਿੰਡ, ਸਟਾਫ ਦੇ ਨਾਲ ਵੀ, ਸਟਾਫ ਆਪਣਾ ਦੇਖੋ, ਆਪਾਂ ਘਰ ਦੇ ਨਾਲੋਂ ਜ਼ਿਆਦਾ ਟਾਈਮ ਸਟਾਫ ਦੇ ਨਾਲ ਸਪੈਂਡ ਕਰਦੇ ਹਾਂ। ਸੋ ਸਟਾਫ ਦੇ ਨਾਲ ਬੜਾ ਕੋਰਡੀਅਲ ਰਿਲੇਸ਼ਨ ਰੱਖ ਕੇ, ਔਰ ਤਹਿਸੀਲਾਂ ਦੇ ਵਿੱਚ ਸਟਾਫ ਦੇ ਇੱਕ ਅੱਧਾ ਬੰਦਾ ਹੀ ਕੰਮ ਦਾ ਦਿੰਦੇ ਆ, ਬਾਕੀ ਤਾਂ ਚਲੋ ਏਦਾਂ ਹੀ ਹੁੰਦਾ ਹੈਗਾ। ਬਟ ਸਟਿਲ ਕੋਈ ਬੰਦਾ ਜਿਹੜਾ ਬਹੁਤ ਵੀ ਯੂਜ਼ਲੈਸ, ਮਤਲਬ ਸਟਾਫ ਮੈਂਬਰ ਦਾ ਕੰਮ ਦਾ ਤਰੀਕਾ ਬਹੁਤ ਹੀ ਇਦਾਂ ਦਾ ਵੀ ਹੈਗਾ। ਬਟ ਆਪਾਂ ਉਹ ਦੇਖ ਸਕਦੇ ਹਾਂ ਕਿ ਹੁਣ ਮੇਰੇ ਕੋਲ ਇੱਕ ਬੰਦਾ ਸੀ, ਉਹ ਹੋਰ ਕੁਝ ਕੰਮ ਨਹੀਂ ਸੀ ਕਰ ਸਕਦਾ, ਬਟ ਉਹਨੂੰ ਅਸੀਂ ਕੋਰਟਸ ਵਗੈਰਾ ਦੇ ਵਿੱਚ ਆਫ ਕੋਰਸ ਖਰਚਾ ਅਸੀਂ ਦੇ ਦਿੰਦੇ ਹੁੰਦੇ ਸੀਗੇ, ਨਾਇਬ ਸਾਹਿਬ ਜਾਂ ਮੈਂ, ਤੇ ਉੱਥੇ ਕੋਰਟ ਦਾ ਕੰਮ ਉਹਨਾਂ ਕੋਲ ਲੈਂਦੇ ਹੁੰਦੇ ਸੀ, ਤਾਂ ਉਹਦੇ ਵਿੱਚ ਉਹ ਕਾਫੀ ਐਕਸਪਰਟ ਸੀਗਾ।
ਕਿ ਸਾਨੂੰ ਵੈਟਿੰਗ ਕਰਾਉਣ ਨੂੰ ਜਾਂ ਕਿਸੇ ਚੀਜ਼ ਨੂੰ ਜਾਂ ਕਈ ਵਾਰੀ ਡੇਟ ਵਗੈਰਾ ਲੈਣੀ ਹੁੰਦੀ ਸੀ ਕੋਰਟ 'ਚ, ਉਹਦੀ ਕਦੀ ਪ੍ਰੋਬਲਮ ਨਹੀਂ ਸੀ ਆਉਂਦੀ। ਸੋ ਇਸ ਤਰ੍ਹਾਂ ਦੇ ਬੰਦੇ ਨੂੰ ਇਹ ਕੰਮ ਦੇ ਦਈਏ, ਸੋ ਜਿਸ ਵੇ ਆਪਾਂ ਕਰ ਸਕਦੇ ਹਾਂ। ਬਾਕੀ ਹੋਰ ਮੈਂਬਰਸ ਆਪਣਾ ਜਿਹੜਾ ਹੈਗਾ, ਮੈਂ ਦੇਖ ਰਿਹਾ ਹੁੰਦਲ ਜੀ ਹੈਗੇ ਆ, ਸਰਵੇਸ਼ ਰਾਜਨ ਜੀ ਹੁਸ਼ਿਆਰਪੁਰ ਸੀਗੇ, ਇਹ ਵੀ ਹੈਗੇ ਆ। ਸੋ ਇਹਨਾਂ ਤੋਂ ਆਪਾਂ ਐਕਸਪੀਰੀਅੰਸ ਦੇਖਦੇ ਹਾਂ ਕੀ ਕਹਿੰਦੇ ਹੈਗੇ। ਹਾਂਜੀ, ਥੈਂਕ ਯੂ ਸਰ। ਬਿਲਕੁਲ ਜਿੱਦਾਂ ਸਰ ਨੇ, ਤਪਨ ਸਰ ਨੇ ਕਿਹਾ। ਉਸ ਤੋਂ ਬਾਅਦ ਹੁੰਦਲ ਸਾਹਿਬ ਤੁਸੀਂ। ਓਕੇ, ਹੋਰ ਕੋਈ ਆਪਣੀ ਤਨਵੀਰ ਮੈਮ? ਹਾਂਜੀ ਸਰ। ਤੁਹਾਡੀ ਕੋਈ ਕੁਐਰੀ ਹੋਵੇ ਜਾਂ ਕੋਈ ਆਬਜ਼ਰਵੇਸ਼ਨ, ਜਾਂ ਤੁਸੀਂ ਨਵੇਂ ਹੀ, ਜਿੱਦਾਂ ਵੈਸੇ ਅੰਡਰ ਟ੍ਰੇਨਿੰਗ ਹੋ ਤਾਂ, ਬਟ ਫਿਰ ਵੀ ਤੁਸੀਂ ਉੱਥੇ ਕਾਫੀ ਐਕਟਿਵ ਰਹਿੰਦੇ ਹੋ, ਤੁਹਾਡਾ ਕੋਈ ਆਬਜ਼ਰਵੇਸ਼ਨ ਜਾਂ ਕੁਐਰੀ ਕੁਝ ਵੀ ਹੋਵੇ? ਸਰ ਤੁਸੀਂ ਸਾਰੇ ਪੁਆਇੰਟਸ ਵੈਸੇ ਕਲੀਅਰ ਕਰ ਹੀ ਦਿੱਤੇ ਨੇ, ਤਾਂ ਮੈਂ ਸਰ ਤੁਹਾਡੇ ਕੋਲ ਹੀ ਕਰ ਰਹੀ ਹਾਂ ਟ੍ਰੇਨਿੰਗ, ਤਾਂ ਮਤਲਬ ਕੋਈ ਡਾਊਟ ਨਹੀਂ ਹੈ ਸਰ ਏਦਾਂ ਤਾਂ ਮੈਨੂੰ, ਤੁਸੀਂ ਮਤਲਬ ਕਰ ਦਿੱਤੇ ਪਹਿਲਾਂ ਹੀ ਸਰ ਸਾਰੇ ਪੁਆਇੰਟਸ ਕਲੀਅਰ। ਓਕੇ, ਥੈਂਕ ਯੂ ਜੀ। ਸ਼ੀਸ਼ਪਾਲ ਸਰ। ਸ਼ੀਸ਼ਪਾਲ ਸਰ ਅਨਮਿਊਟ ਕਰ ਲਓ ਤੁਸੀਂ, ਮੈਨੂੰ ਲੱਗਦਾ ਹੈਂਡ ਰੇਜ਼ ਤਾਂ ਕੀਤਾ ਸੀਗਾ ਉਹਦੇ ਵਿੱਚ, ਮਿਊਟਡ ਹੋ ਤੁਸੀਂ। ਹੈਲੋ ਜੀ ਸਰ, ਆ ਰਹੀ ਹੈ ਆਵਾਜ਼ ਜੀ? ਹਾਂਜੀ ਆ ਰਹੀ ਹੈ ਸਰ, ਆ ਰਹੀ ਹੈ। ਤੇ ਸਾਡਾ ਉਰੇ ਪ੍ਰੋਬਲਮ ਆ ਪਟਵਾਰੀਆਂ ਨਾਲ ਚੱਲ ਰਹੀ ਹੈ ਵੀ ਉਰੇ ਦੇ ਪਟਵਾਰੀਆਂ ਜਿਹੜੇ ਉਹ ਗਲਤ ਕੰਮ ਕਰਾਉਂਦੇ ਕਾਫੀ ਆਤੀਆਂ। ਪਹਿਲਾਂ ਸਾਡੇ ਚੋਂ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਈ ਅਫਸਰਾਂ ਜਿਵੇਂ ਖਾਸ ਕਰਕੇ ਤਬਾਦਲੇ 1 ਕਿੱਲੇ ਦਾ 10 ਕਿੱਲੇ ਨਾਲ ਕਰਤਾ, 20 ਕਿੱਲਿਆਂ ਨਾਲ ਤਬਾਦਲਾ ਕਰਤਾ, ਜਾਂ ਇਸ ਤਰ੍ਹਾਂ ਦੇ ਆਦੀ ਰਹੇ ਨੇ। ਉਹ ਹੁਣ ਸਾਡੇ ਤੋਂ ਵੀ ਐਕਸਪੈਕਟ ਕਰਦੇ ਆ, ਤੇ ਅਸੀਂ ਉਹ ਬੰਦ ਕਰਨ ਦੀ, ਮੈਂ ਕਹਤਾ ਮੈਂ ਜ਼ਿਆਦਾ ਤੋਂ ਨਹੀਂ, ਵੱਧੋ ਵੱਧ ਜਿਵੇਂ ਵੀ ਤੁਸੀਂ 2-4 ਮਰਲਿਆਂ ਦਾ ਫਰਕ ਪੈ ਗਿਆ, ਚਲੋ ਮੈਂ ਇੱਥੇ ਤੱਕ ਕਰ ਦੂੰਗਾ। ਨਹੀਂ ਜੀ, ਪਹਿਲਾਂ ਕਰਦੇ ਰਹੇ, ਤੁਸੀਂ ਨਵਾਂ ਸੁਭਾਅ ਪਾਉਂਦੇ ਹੋ ਜਾਂ ਹੋਰ ਪਾਉਂਦੇ ਹੋ, ਇਸ ਤਰੀਕੇ ਦੀਆਂ ਪ੍ਰੋਬਲਮ ਆ ਰਹੀਆਂ ਨੇ ਮੈਨੂੰ। ਤੇ ਉਂਝ ਵੀ ਇਹਨਾਂ ਨੇ ਪਹਿਲਾਂ ਪਾਂਡੇ ਸਾਹਿਬ ਦੇ ਖਿਲਾਫ ਧਰਨਾ ਲਾਇਆ, ਜੈਨ ਸਾਹਿਬ ਦੇ ਖਿਲਾਫ ਲਾਇਆ, ਹੁਣ ਨਾਇਬ ਸਾਹਿਬ ਤੇ ਮੇਰੇ ਖਿਲਾਫ ਵੀ ਧਰਨਾ ਲਾਤਾ ਵੀ ਇਹ ਕਹਿੰਦੇ ਆ ਵੀ ਸਾਡੇ ਮੁਤਾਬਕ ਚੱਲੇ ਤਹਿਸੀਲਦਾਰ, ਅਸੀਂ ਉਹਦੇ ਪੱਲੇ ਵੀ ਨਹੀਂ। ਜੇ ਮੈਂ ਕਹਤਾ ਮੈਂ ਸਭ ਕੁਝ ਯਾਰ ਫ੍ਰੀ ਕਰ ਦੇਣਾ, ਤੁਸੀਂ ਜੋ ਮਰਜ਼ੀ ਲੈ ਲਓ, ਨਾ ਜੀ ਇਸ ਤਰ੍ਹਾਂ ਵੀ ਨਹੀਂ ਜੀ। ਵੀ ਇਹਨੂੰ ਕਿਸ ਤਰ੍ਹਾਂ ਹੈਂਡਲ ਕਰੀਏ, ਕਿਸ ਤਰ੍ਹਾਂ ਉਹ ਕਰੀਏ, ਫਿਰ ਤਾਂ ਜਲੀਲ ਹੋ ਕੇ ਜੌਬ ਕਰਨ ਵਾਲੀ ਗੱਲ ਹੋ ਗਈ ਇੱਥੇ। ਹੋਰ ਕਿਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਖਾਸ ਕਰਕੇ ਇੱਥੇ ਵੀ ਹਰੇਕ ਅਫਸਰ ਦੇ ਖਿਲਾਫ ਧਰਨਾ ਲਾਣਾ, ਪਹਿਲਾਂ ਵੀ 4-5 ਦੇ ਖਿਲਾਫ ਲਾ ਚੁੱਕੇ ਆ। ਇਹ ਗਰਦੌਰੀਆਂ ਆਪਣੇ ਨਾਲ ਬਦਲ ਦਿੰਦੇ ਆ। ਹੋਰ ਇੱਕ ਹੁਣ ਮੇਰੇ ਲਵੇ ਆਪਣੇ ਅਮਰਜੀਤ ਜੀ ਤਹਿਸੀਲਦਾਰ ਸੀ, ਜੋ ਜਲੰਧਰ ਰਹਿੰਦੇ ਆ, ਰਿਟਾਇਰ ਹੋ ਗਏ। ਉਹ ਇੱਕ ਦਿਨ ਕੇਸ ਲੈ ਕੇ ਆਏ, ਚਲੋ ਜਿੰਨੀ ਹੈਲਪ ਹੋ ਸਕੇ ਸੀ DC ਸਾਹਿਬ ਨੂੰ ਵੀ ਮਿਲੇ। ਉਹ 'ਚ 7 ਕਨਾਲ 8 ਮਰਲੇ ਜਗ੍ਹਾ ਵੇਚੀ ਹੋਈ ਸੀ, ਪਰ ਪਟਵਾਰੀ ਨੇ ਆਪਣੇ ਮਾਈਂਡ 'ਚ ਪ੍ਰੀ ਪਲਾਨ ਕਰ ਲਿਆ, ਤੇ ਉਹ ਕਰਕੇ ਉਸਨੇ ਉਹਦਾ 78 ਕਨਾਲ ਕੁਛ ਮਰਲੇ ਕਰਤੇ ਜੀ। ਉਹ 'ਚ ਨਾਮ ਦੇ ਵੀ ਜਿਹੜਾ ਉਸਨੇ ਤਸੀਮਾ ਬਣਾਇਆ ਹੋਇਆ ਸੀ, ਉਹਦੇ ਵਿੱਚ ਇੰਤਕਾਲ 'ਚ ਉਹ ਵੀ ਕੱਟਤਾ, ਤੇ ਏਰੀਏ ਉਰੀਏ ਆਪਣੇ ਉਸ ਤਰੀਕੇ ਨਾਲ। ਉਹ ਸਿੱਟ ਬੈਠੀ ਸੀ, ਉਸ ਲਵੇ ਗਿਆ ਕੇਸ, ਉਹਨੇ ਇਹ ਕਹਿਤਾ ਵੀ ਇਹ ਗਲਤ ਹੋਇਆ। ਤੇ ਹੁਣ ਉਹ ਨਾਇਬ ਸਾਹਿਬ ਤੇ ਤਹਿਸੀਲਦਾਰ ਸਾਹਿਬ, ਜਿਹੜੇ ਨਾਇਬ ਸਾਹਿਬ ਸੀਗੇ ਉਸ ਟਾਈਮ ਦੇ, ਉਸ ਟਾਈਮ ਉਹ ਪਹਿਲਾਂ ਕਾਨੂੰਗੋ ਸੀਗੇ, ਉਹਨਾਂ ਨੇ ਮੈਨੂੰ ਦਿਖਾਇਆ। ਮੈਨੂੰ ਵੀ ਲੱਗਿਆ ਯਾਰ ਇਹ ਬਿਲਕੁਲ ਪਟਵਾਰੀ ਆ। ਉਹ ਪਟਵਾਰੀ ਹੁਣ ਵੀ ਹੈ, ਉਹ ਜਲਾਲਾਬਾਦ ਪ੍ਰਧਾਨ ਹੈ ਇਸ ਟਾਈਮ, ਤੇ ਕੋਈ ਡਰ ਭੈ ਨਹੀਂ। ਉਹ ਤਹਿਸੀਲਦਾਰ ਨੂੰ ਕਹਿੰਦਾ ਤੁਸੀਂ ਪਰਵਾਹ ਨਾ ਕਰੋ ਜੀ, ਮੈਂ ਆਪਣਾ ਕਰ ਰੱਖਿਆ ਜਾਂ ਹੋਰ ਹੈ। ਹੁਣ ਅਸੀਂ ਕਹਿ ਕੇ ਮੈਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਆਪਣੇ ਆਪ ਇਨਕੁਆਰੀ ਲਵਾ ਲਓ, ਕੱਲ ਨੂੰ ਤਹਿਸੀਲਦਾਰ ਨੂੰ ਕੋਈ ਪ੍ਰੋਬਲਮ ਨਾ ਆ ਜੇ। ਜਾਂ ਹੋਰ ਅਸੀਂ DC ਸਾਹਿਬ ਨੂੰ ਮਿਲੇ, ਮੈਂ ਸੀ, ਬਹਿਲ ਸਾਹਿਬ ਸੀ, ਅਸੀਂ ਸਾਰੇ ਜਾ ਕੇ DC ਸਾਹਿਬ ਨੂੰ ਮਿਲੇ, ਉਹਨਾਂ ਤੋਂ ਇਨਕੁਆਰੀ SDM ਸਾਹਿਬ ਨੂੰ ਮਾਰਕ ਕਰਾਈ। ਤੇ ਹੁਣ ਅਸੀਂ ਉਹ ਗਰਦੌਰੀਆਂ ਆਪਣੇ ਆਪੇ ਬਦਲ ਦਿੰਦੇ ਆ, ਰੌਲੇ ਵਾਲੀਆਂ ਹੋਰ ਹੈ। ਅੱਛਾ, ਆਪਣੇ ਲਈ ਉਹਨਾਂ ਟਾਈਮ ਵੀ ਨਹੀਂ ਹੁੰਦਾ, ਆਪਾਂ ਏਰੀਏ ਦੇ ਭੇਤੀ ਵੀ ਨਹੀਂ ਹੁੰਦੇ। ਬਾਅਦ ਚ ਇਹ ਆਪਣੇ ਵਿਰੁੱਧ ਵੀ ਚਾਹਨ, ਬੰਦਿਆਂ ਨੂੰ ਜਾਣਦੇ ਹੁੰਦੇ ਆ, ਲੋਕਲਾਂ ਨੂੰ ਜਦੋਂ ਮਰਜ਼ੀ ਜਿੰਦਾਬਾਜ਼ ਮੁਰਦਾਬਾਜ਼ ਜਾਂ ਕਿਸੇ ਤੋਂ ਕੋਈ ਸ਼ਿਕਾਇਤ ਕਰਵਾਉਣਾ ਚਾਹਣ, ਉਹ ਕਰਵਾ ਦਿੰਦੇ ਆ। ਵੀ ਇਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਹੈਂਡਲ ਕਰੀਏ, ਜੋ ਮੇਰੀ ਲੇਟੈਸਟ ਹੁਣ ਪ੍ਰੋਬਲਮ ਚੱਲ ਰਹੀ ਹੈ। ਹਾਂਜੀ ਸਰ, ਵੈਸੇ ਤਾਂ ਮੈਂ ਬਾਕੀ ਕਾਫੀ ਸਾਰੇ ਆਫੀਸਰ ਤੁਹਾਡੇ ਆਪਣੇ ਓਪੀਨੀਅਨ ਦੱਸ ਸਕਦੇ। ਮੇਰਾ ਥੋੜਾ ਜਿਹਾ ਇਹ ਹੈ ਸਬਮਿਸ਼ਨ ਇਸ ਦੇ ਵਿੱਚ, ਮੈਂ ਵੀ ਥੋੜਾ ਫੇਸ ਕੀਤਾ। ਮੈਂ ਅੰਡਰ ਟ੍ਰੇਨਿੰਗ ਗਿਆ ਸੀਗਾ, ਸੰਗਤ ਲਗਾਇਆ ਸੀ ਮੈਂ, ਤਾਂ ਉੱਥੇ ਥੋੜਾ ਜਿਹਾ ਇਦਾਂ ਦਾ ਹੀ ਸੀਗਾ। ਉੱਥੇ ਇੱਕ ਆਲਰੇਡੀ ਕਾਫੀ ਦੇਰ ਤੋਂ ਇੱਕ ਤਾਂ ਆਫੀਸਰ ਆਇਆ ਨਹੀਂ ਸੀ ਪ੍ਰੋਪਰ, ਮਤਲਬ ਕੋਈ ਨਾਇਬ ਤਹਿਸੀਲਦਾਰ ਖਾਲੀ ਜਿਹੀ ਰਹਿੰਦਾ ਸੀਗਾ।
ਤਾਂ ਉੱਥੇ ਵੀ ਪਟਵਾਰੀ ਦੇ ਇਦਾਂ ਹੀ ਪ੍ਰਧਾਨ, ਤੁਸੀਂ ਵੀ ਸਰ ਤੁਹਾਨੂੰ ਵੀ ਸ਼ਾਇਦ ਏਰੀਆ ਦਾ ਪਤਾ ਹੀ ਹੋਊਗਾ, ਤਾਂ ਉੱਥੇ ਇੱਕ ਪ੍ਰਧਾਨ ਵੀ ਸੀ ਪਟਵਾਰੀ ਐਵੇਂ ਆਪਣੀ ਯੂਨੀਅਨ ਦੇ, ਤੇ 7-8 ਪਟਵਾਰੀ ਸੀ। ਉਹਨਾਂ ਦਾ ਇਹੀ ਐਟੀਟਿਊਡ ਹੁੰਦਾ ਸੀ ਕਿ ਉਹ ਸੁਣਦੇ ਹੀ ਨਹੀਂ ਸੀ ਗੱਲ। ਮਤਲਬ ਮੈਂ ਮੀਟਿੰਗ ਬੁਲਾਈ ਤਾਂ ਉਹ ਮੀਟਿੰਗ 'ਚ ਹੀ ਨਹੀਂ ਆਉਂਦੇ ਸੀ। ਇੱਕ ਤਾਂ ਰੀਜ਼ਨ ਇਹ ਹੋ ਗਿਆ ਵੀ ਸਾਰੇ ਵੱਧ ਏਜ ਦੇ ਸੀਗੇ, ਮਤਲਬ ਤੇ ਸਾਰਿਆਂ ਦਾ ਆਪਦਾ ਹੋਲਡ ਸੀਗਾ, ਕੋਈ ਆਫੀਸਰ ਰਿਹਾ ਹੀ ਨਹੀਂ ਸੀ, ਓਵਰਆਲ ਉਹੀ ਇੰਚਾਰਜ ਹੁੰਦੇ ਸੀਗੇ, ਤੇ ਕੋਈ ਐਡੀਸ਼ਨਲ ਚਾਰਜ 1-2 ਦਿਨ ਆਉਂਦਾ ਸੀ ਤੇ ਉਹ ਉਹਨਾਂ ਤੋਂ ਕਰਵਾ ਲੈਂਦੇ ਸੀ ਕੰਮ, ਜਿਵੇਂ ਵੀ ਹੁੰਦਾ ਸੀ। ਤਾਂ ਮੈਂ ਥੋੜਾ ਜਿਹਾ ਹੋਲਡ ਬਣਾਉਣ ਦੀ ਕੋਸ਼ਿਸ਼ ਕੀਤੀ ਉੱਥੇ, ਤੇ ਉਹ ਇਦਾਂ ਹੁੰਦਾ ਸੀ ਮੇਰੇ ਲਈ ਕਿ 8 ਪਟਵਾਰੀ ਸੀਗੇ, ਤੇ ਜਦੋਂ ਮੈਂ ਕਿਸੇ ਮੀਟਿੰਗ ਲਈ ਬੁਲਾਵਾਂ ਤਾਂ 1 ਪਟਵਾਰੀ ਆਵੇ ਜਾਂ 2 ਪਟਵਾਰੀ ਆਣ, ਉਹਨਾਂ ਵਿੱਚੋਂ ਆਉਂਦੀ ਨਹੀਂ ਸੀ। ਮੈਂ ਉਹਨਾਂ ਦਾ ਥੋੜਾ ਜਿਹਾ ਸਟ੍ਰਿਕਟਨੈਸ ਕੀਤੀ। ਉਦੋਂ ਸਾਖੀ ਸਾਨੀ ਮੈਮ ਹੁੰਦੇ ਸੀਗੇ ਆਪਣੇ ਜਿਹੜੇ CS ਦੇ ਹੁਣ ਸਪੈਸ਼ਲ ਆਫੀਸਰ ਨੇ, ਤਾਂ ਉਹ ਉਦੋਂ SDM ਹੁੰਦੇ ਸੀਗੇ, ਉਹਨਾਂ ਦੀ ਫਸਟ ਪੋਸਟਿੰਗ ਹੀ ਸੀਗੀ SDM ਬਠਿੰਡਾ, ਤਾਂ ਉਹ SDM ਸੀਗੇ। ਤੇ ਮੈਂ ਇਹ ਸੀਗਾ, ਮੈਂ ਉਹ ਮੈਮ ਨੂੰ ਜਾ ਕੇ ਦੱਸਿਆ, ਮੈਂ ਕਿਹਾ ਮੈਮ ਬੜੀ ਦਿੱਕਤ ਆ ਰਹੀ ਹੈ ਮੈਨੂੰ, ਤਾਂ ਕੋਈ ਉੱਥੇ ਮੈਂ ਕਰਾਂ ਕੀ, ਤੇ ਉਹ ਤਾਂ ਪਟਵਾਰੀ ਤਾਂ ਆਪਦਾ ਉਹ ਕਰੀ ਜਾਂਦੇ ਆ ਮੈਡਮ। ਮੈਂ ਕਿਹਾ ਮੈਡਮ ਥੋੜੀ ਜਿਹੀ ਸਟ੍ਰਿਕਟਨੈਸ ਕਰਨੀ ਹੈ ਮੈਂ, ਤੇ ਉਹ ਮੈਮ ਕਹਿੰਦੇ ਸ਼ੋਅ ਕੋਜ਼ ਨੋਟਿਸ ਕੱਢ ਦੋ। ਤੇ ਮੈਂ ਕਿਹਾ ਠੀਕ ਹੈ। ਉਹ ਮੈਂ ਸ਼ੋਅ ਕੋਜ਼ ਨੋਟਿਸ ਕੱਢਤੇ ਸਾਰੇ ਪਟਵਾਰੀ। ਮੈਂ ਇੱਕ ਦਿਨ 11 ਵਜੇ ਗਿਆ, ਮੈਂ ਚੈਕਿੰਗ ਕੀਤੀ, ਕੋਈ ਵੀ ਪਟਵਾਰੀ ਪ੍ਰੈਜ਼ੈਂਟ ਨਹੀਂ ਸੀ, ਮੈਂ ਸਾਰਿਆਂ ਨੂੰ ਸ਼ੋਅ ਕੋਜ਼ ਨੋਟਿਸ ਕੱਢਤੇ। ਉਹਨਾਂ ਨੇ ਆਪਦਾ ਇਸ਼ੂ ਬਣਾ ਲਿਆ, ਸ਼ੋਅ ਕੋਜ਼ ਨੋਟਿਸ ਨਾਇਬ ਤਹਿਸੀਲਦਾਰ ਸਾਨੂੰ ਕੱਢ ਨਹੀਂ ਸਕਦਾ, ਸਾਨੂੰ ਅਪਾਇੰਟਿੰਗ ਅਥਾਰਟੀ ਕੱਢ ਸਕਦੀ ਹੈ, ਉਹ ਅਸੀਂ ਧਰਨਾ ਲਾਵਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਤੇ ਉਹ ਸਿਚੁਏਸ਼ਨ ਮੇਰੇ ਲਈ ਵੀ ਆਲਮੋਸਟ ਸੇਮ ਜੀ ਬਣ ਗਈ ਸੀਗੀ। ਬਟ ਉਹਦੇ ਵਿੱਚ ਥੋੜਾ ਜਿਹਾ ਇਹ ਸੀਗਾ, ਅਸੀਂ ਉਦੋਂ ਜਿਵੇਂ ਹੈਂਡਲ ਕੀਤਾ ਕਿ ਥੋੜਾ ਜਿਹਾ ਅਲੱਗ-ਅਲੱਗ ਪਟਵਾਰੀਜ਼ ਨੂੰ ਬੁਲਾ ਕੇ, ਕਿਉਂਕਿ ਨਾ ਜਦੋਂ ਯੂਨਿਟੀ 'ਚ ਹੁੰਦੇ ਆ ਤਾਂ ਪਟਵਾਰੀ ਸਾਰੇ ਆਪਾਂ ਨੂੰ ਉਹ ਕਰਦੇ ਹੈਗੇ ਆ, ਫਿਰ ਇਕੱਠੇ ਹੋ ਕੇ ਨਾ, ਫਿਰ ਨਾ ਤਾਂ ਵੀ ਆਪਾਂ ਐਂ ਕਰੀਏ, ਫਿਰ ਉਹਨਾਂ ਨੂੰ ਮੈਂ ਥੋੜਾ ਜਿਹਾ ਕਿਸੇ ਦੇ ਥਰੂ ਜਿਵੇਂ ਮੈਸੇਜ ਦੇ ਕੇ ਵੀ ਆਓ ਬੁਲਾਓ ਆ, ਜਿਹੜੇ ਪਹਿਲਾਂ ਠੀਕ ਲੱਗਦੇ ਸੀ ਮੈਨੂੰ ਵੀ ਇਹ ਬੰਦੇ ਠੀਕ ਹੈ, ਉਹਨਾਂ ਨੂੰ ਬੁਲਾ ਕੇ ਕਿਹਾ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਹੈ। ਉਹ ਕਹਿੰਦੇ ਵੀ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਤਾਂ ਆਏ, ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਤੁਹਾਡੇ ਤੋਂ। ਫਿਰ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਹੈ, ਵੀ ਤੁਹਾਡਾ ਸ਼ੋਅ ਕੋਜ਼ ਨੋਟਿਸ ਲਿਖ ਕੇ ਦੇ ਦਿਓ ਮੈਨੂੰ, ਤੇ ਮੈਂ ਵਾਪਿਸ ਲੈ ਲੂੰਗਾ, ਤੇ ਵੀ ਲਿਖ ਦਿਓ ਵੀ ਅੱਗੇ ਤੋਂ ਅਸੀਂ ਗਲਤੀ ਨਹੀਂ ਕਰਾਂਗੇ। ਉਹ ਇੱਕ ਇੱਕ ਕਰਕੇ ਅਸੀਂ ਤੋੜਨੇ ਸ਼ੁਰੂ ਕਰ ਲਏ। ਫਿਰ ਉਹ ਜਿਹੜੇ ਬੰਦੇ 1-2 ਪ੍ਰਧਾਨ ਸੀਗੇ ਉਹ ਵੀ ਆਪਣੇ ਆਪ ਠੀਕ ਹੋ, ਫਿਰ ਅਸੀਂ ਉਹਨਾਂ ਨੂੰ ਬਿਠਾ ਕੇ ਮੀਟਿੰਗ ਕਰਕੇ ਵੀ ਸਮਝਾਇਆ ਵੀ ਐਂ ਕੰਮ ਚੱਲਣਾ ਨਹੀਂ, ਐਂ ਕਰਕੇ ਚੱਲੂਗਾ। ਫਿਰ ਉਹ ਸਮਝ ਗਏ ਥੋੜਾ ਜਿਹਾ। ਮਤਲਬ ਇਹਦੇ ਵਿੱਚ ਉਹ ਜਿਵੇਂ ਹੈ ਵੀ ਤਾਂ ਤੁਸੀਂ ਇਕੱਠਿਆਂ ਨਾਲ ਗੱਲ ਕਰਨ ਦੀ ਬਜਾਏ ਨਾ ਥੋੜੇ ਬੰਦੇ ਜਿਹੜੇ ਤੁਹਾਡੇ ਮਤਲਬ ਲੱਗਦਾ ਕਿ ਉਹਨਾਂ ਵਿੱਚੋਂ ਸਾਰੇ ਖਰਾਬ ਤਾਂ ਹੋਣੇ ਨਹੀਂ, ਕੁਝ ਬੰਦਿਆਂ ਨੂੰ ਸਮਝਾ ਲਓ ਬਿਠਾ ਕੇ ਵੀ ਤੁਸੀਂ ਕਿਉਂ ਆਏ, ਤੁਸੀਂ ਤਾਂ ਮਤਲਬ ਤਿਆਰ ਹੀ ਹੋਏ ਇਦਾਂ ਕਰਨ ਲਈ। 1-2 ਬੰਦੇ ਹੋਣਗੇ ਜਿਨ੍ਹਾਂ ਦੇ ਕੰਮ ਪੈਂਡਿੰਗ ਹੋਣਗੇ, ਜਿਨ੍ਹਾਂ ਦੇ ਕੋਈ ਮਤਲਬ ਉਹਨਾਂ ਨੇ ਕੰਮ ਫੜੇ ਹੋਏ ਹੋਣਗੇ ਉਦਾਂ ਦੇ ਉਲਟ ਉਹ ਕਰਨ ਵਾਲੇ ਤਬਾਦਲੇ, ਉਹਨਾਂ ਦਾ ਕੁਝ ਨਾ ਕੁਝ ਇੱਕ ਵਾਰੀ ਕਿਸੇ ਪਾਸੇ ਤੋੜ ਦੋ, ਜਾਂ ਤਾਂ ਤੁਸੀਂ ਉਹਦੀ ਕੁਐਰੀ ਪਾ ਕੇ ਮਤਲਬ ਇਦਾਂ ਜੇ ਕੁਝ ਨਾ ਕੁਝ ਵਿੱਚ ਚੱਲ ਮਿਡਲ ਵੇ ਲੱਗਦਾ ਕਰਨਾ ਪਊਗਾ। ਇਕੱਠੀ ਉਸ ਦੇ ਨਾਲ ਸਾਰਿਆਂ ਨਾਲ ਇਕੱਠਿਆਂ ਨਾਲ ਨਹੀਂ ਜੀ, ਮੈਂ ਤੁਹਾਡੇ ਵਾਲਾ ਕਿਸੇ ਦਾ ਬਹਿ ਦਾ ਤਬਦੀਲ ਮਲਕੀਤ ਦਾ ਕੋਈ ਇੰਤਕਾਲ ਪੈਂਡਿੰਗ ਨਹੀਂ ਮੇਰੇ ਨਾ ਹੋ ਰਿਹਾ। ਪਿੰਡ ਮੈਂ ਇੰਤਕਾਲ ਕਰੀ ਜਾਣਾ ਤਾਂ ਕਿ ਪਬਲਿਕ ਡੀਲਿੰਗ ਦਾ ਕੋਈ ਕੰਮ ਨਾ ਰੁਕੇ। ਪਰ ਜਿੱਥੇ ਗਲਤ ਦਾ ਸਵਾਲ ਆਉਂਦਾ, ਇੱਕ ਦਿਨ ਲੈ ਆ 2 ਕਨਾਲ ਦਾ ਉਸਨੇ 10 ਕਨਾਲ ਨਾਲ ਦਰਜ ਕਰਤਾ ਸੀ। ਮੈਂ ਕਿਹਾ ਯਾਰ 5 ਗੁਣਾ ਇਹ ਹੋ ਰਿਹਾ, ਫਿਰ ਤਾਂ ਕਿਸੇ ਨੇ ਰਜਿਸਟਰੀ ਨਹੀਂ ਕਰਾਣੀ, ਉਰੇ ਤਾਂ ਹੀ ਚੱਲਦਾ। ਚਲੋ ਫਿਰ ਕਹਿਣ ਲੱਗੇ ਆ ਦਰਜ ਹੈ ਜੀ, ਆ ਤਾਂ ਕਰ ਦੋ, ਮੈਨੇ ਉਹ ਕਰਤਾ, ਚਲੋ ਜੀ। ਤੇ ਉਸ ਤੋਂ ਮਗਰੋਂ ਮਤਲਬ ਇਹੀ ਚੀਜ਼ ਭਾਲਦੇ ਆ, ਤਕਸੀਮ 'ਚ ਹਿੱਸਾ ਘੱਟ ਹੋਊਗਾ ਉਹਨੂੰ ਜ਼ਿਆਦਾ ਪਾ ਦੇਣਾ। ਵੀ ਸਾਡੇ ਤੋਂ ਪਹਿਲਾਂ ਸ਼ਾਇਦ ਇਸ ਤਰੀਕੇ ਕਰਦੇ ਰਹੇ ਹੋਣਗੇ ਕੁਝ ਅਫਸਰ, ਜਾਂ ਜਿਸਨੇ ਮਾੜਾ ਮੋਟਾ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਉਹਦਾ ਮੰਨਦੇ ਵੀ ਨਹੀਂ। ਫਿਰ ਅੱਛਾ ਦੂਸਰੀ ਗੱਲ, ਚਲੋ ਆਪਾਂ ਨੂੰ ਇਹ ਵੀ ਲਾਲਚ ਨਹੀਂ ਜਿਹਨੇ ਤਕਸੀਮ 'ਚ ਹੈ, ਪਤਾ ਨਹੀਂ ਇਹ ਕੀ ਲੈਂਦੇ ਆ ਕੀ ਨਹੀਂ। ਤਹਿਸੀਲਦਾਰ ਨੂੰ ਕਹਿ ਦਿੰਦੇ ਆ ਵੀ 200 ਰੁਪਏ ਕਿੱਲਾ ਲੈ ਲਓ, 4 ਕਿੱਲਿਆਂ ਦੀ ਹੋਗੀ 800 ਰੁਪਏ ਲੈ ਲਓ। ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਕਿਉਂ ਆਪਣੀ ਜ਼ਮੀਰ ਵੇਚਾਂ, ਤੁਸੀਂ ਸਾਡੇ 200-400 ਪਿੱਛੇ ਮਤਲਬ 10-20 ਹਜ਼ਾਰ ਲੈਣੇ ਹੋ, ਮੇਰੇ ਤੋਂ ਫਰੀ ਇਹ ਕਰਾ ਲਿਆ ਕਰੋ। ਉਸ ਗੱਲ ਤੇ ਵੀ ਨਹੀਂ ਆਉਂਦੇ, ਨਹੀਂ ਜੀ ਤੁਸੀਂ ਆਪਣਾ ਇਹ ਕਰੋ ਜੋ ਸਾਡਾ ਸਿਸਟਮ ਚੱਲਦਾ ਹੈ ਉਹ ਲਓ ਜੀ। ਵਿੱਚ ਨਾ ਤੁਸੀਂ ਇਹ ਕਰ ਸਕਦੇ ਹੋ, ਅਸੀਂ ਵੀ ਇਦਾਂ ਦਾ ਅੱਛਾ ਬੰਦੇ ਬੁਲਾਉਣ ਵਾਸਤੇ ਕਿਹਾ ਇੱਕ ਸਾਰੀਆਂ ਪਾਰਟੀ ਨੂੰ ਬੁਲਾ ਕੇ। ਪ੍ਰਵੀਨ ਕੁਮਾਰ ਜੀ ਥੋੜਾ ਮੈਨੂੰ ਲੱਗਦਾ ਉਹ ਦੱਸਣਾ ਚਾਹੁੰਦੇ ਬੜਾ ਜਿਹਾ ਮੈਂ ਹੋਰ ਦੱਸਦਾ ਜੀ ਵਿਨੇ ਜੀ। ਇਹ 'ਚ ਜਿਵੇਂ ਇੱਕ ਤਕਸੀਮ ਸੀ 20-22 ਬੰਦਿਆਂ ਦੀ, ਬੰਦੇ ਬੁਲਾਉਣ ਨੂੰ ਕਿਹਾ ਉਸ ਵਾਸਤੇ ਜੀ। ਆ ਤੁਸੀਂ ਜਦੋਂ ਨੰਬਰਦਾਰ ਨੇ ਕਰਤੀ ਠੀਕ ਹੈ, ਉਹ 'ਚ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ 2 ਬੰਦਿਆਂ ਦੇ ਸਾਈਨ ਵੀ ਨਹੀਂ ਸੀ, ਉਸ ਗੱਲ ਦਾ ਬੁਰਾ ਬਣਾ ਗਏ ਜੀ। ਸਰ ਨਾਮ ਮਨਜ਼ੂਰ ਕਰੋ ਫਿਰ। ਵੀ ਅਫਸਰ ਨੂੰ ਆਂਦੀ ਉਰੇ ਇੰਨਾ ਉਹ ਕਰ ਲਓ ਵੀ ਸਾਡੇ ਮੁਤਾਬਕ ਕੰਮ ਕਰੀ ਚੱਲੇ, ਜੋ ਅਸੀਂ ਦੇਤਾ ਚੁੱਪ ਕਰਕੇ ਪਾਲੇ। ਉਹ ਸਰ ਨਾਮ ਮਨਜ਼ੂਰ ਕਰੋ ਨਾ, ਥੋੜੇ ਜਿਹੇ ਇਦਾਂ ਦੇ ਗਲਤ ਜਿਹੜੇ ਕੇਸਿਸ ਆ ਕਾਹਦੇ ਵਾਸਤੇ ਆਪਾਂ ਰੱਖਣੇ, ਨਾਮ ਮਨਜ਼ੂਰ ਨਾਲ ਦੀ ਨਾਲ ਕਰੀਏ ਆਪਾਂ। ਨਹੀਂ ਕਰਨਾ ਨਹੀਂ ਚਾਹੀਦਾ ਸੀਗਾ। ਕਰੋਗੇ ਕਿਵੇਂ ਜੀ, ਜਿਹੜਾ ਇੰਨੇ ਦਾ ਹੁਣ ਦਰਜ ਕਰਦਾ, ਜਿਹੜੇ ਪਿਛਲੇ ਕਰਕੇ ਸੀ ਮੈਂ ਕਰਤੇ, ਅਗਲੇ ਵੀ ਕਹਿੰਦੇ ਆ ਵੀ ਸਾਨੂੰ ਐਸੇ ਤਰੀਕੇ ਨਾਲ ਕਰੋ, ਅੱਗੇ ਹੋਰ ਦਰਜ ਕਰੀਏ। ਸਰ ਪਿਛਲੇ ਵੀ ਮੇਰੇ ਅਕੋਰਡਿੰਗਲੀ ਨਾ ਕਰਦੇ, ਇੱਕੋ ਸਟੈਂਡ ਹੀ ਰੱਖ ਲੈਂਦੇ। ਉਹ ਇੱਕ ਵਾਰੀ ਆਪਾਂ ਸ਼ੁਰੂ 'ਚ ਥੋੜਾ ਜਿਹਾ ਕਰ ਦਿੰਨੇ ਆ, ਉਹ ਫਿਰ ਉਹਨਾਂ ਨੂੰ ਲੱਗਦਾ ਵੀ ਕਰ ਦੇਣਗੇ ਪ੍ਰੈਸ਼ਰ ਪਾ ਕੇ। ਇੱਕ ਤਾਂ ਚਲੋ, ਪਰ ਜਿਵੇਂ ਇਹੀ ਗਲਤੀ ਕਰਤੀ।
ਨਹੀਂ ਗੱਲ ਤਾਂ ਇਹ ਹੈ, ਚਲੋ ਆਪਾਂ ਇਹ ਸੋਚਦੇ ਆ ਵੀ ਚਲੋ ਇਹਨਾਂ ਨੇ ਕਰਕੇ ਦਰਜ ਯਾਰ ਹੁਣ ਕਰਦੀ ਹੈ ਵੀ ਕਿਹੜਾ ਕੰਮ ਨੇ ਅੱਗੇ ਤੋਂ ਵਾਰਨਿੰਗ ਦੇਤੀ ਵੀ ਕਰੋ ਨਾ, ਅੱਗੇ ਤੋਂ ਕਿਹੜਾ ਕਰਕੇ ਇਹ ਕਰਾਂਗੇ ਵੀ ਚਲੋ ਅੱਗੇ ਤੋਂ ਨਹੀਂ ਕਰਦੇ, ਉਹ ਫਿਰ ਇਸ ਚੀਜ਼ ਨੂੰ ਮਤਲਬ ਉਹ ਕਰ ਰਹੇ ਆ ਵੀ ਹੁਣ ਆ ਅੱਗੇ ਵੀ ਕਰੋ ਜੀ। ਡਾਕਟਰ ਸਾਹਿਬ ਜੀ ਪ੍ਰਵੀਨ ਕੁਮਾਰ ਸਿੰਘਲਾ। ਹਾਂਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜਿਹੜਾ ਲੈਕਚਰ ਦਿੱਤਾ ਪਬਲਿਕ ਡੀਲਿੰਗ ਤੇ, ਤੁਹਾਡੇ ਸੁਝਾਅ ਜਿਹੜੇ ਪ੍ਰੈਕਟੀਕਲ ਸੀ, ਮਿਨਹਾਜ ਸਰ ਨੇ ਪ੍ਰੈਕਟੀਕਲ ਐਕਸਪੀਰੀਅੰਸ ਚੋਂ ਜਿਹੜਾ ਸ਼ੇਅਰ ਕੀਤਾ ਬਹੁਤ ਚੰਗਾ ਲੱਗਿਆ। ਹੁਣ ਜਿਹੜੀ ਪ੍ਰੋਬਲਮਸ ਸ਼ੇਅਰ ਕਰ ਰਹੇ ਸੀਗੇ ਸ਼ੀਸ਼ਪਾਲ ਜੀ, ਜੇ ਇਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ, ਉਹਦੇ ਲਈ ਕਈ ਵਿੰਗਸ ਨੇ ਜਿਹੜੇ ਅਸੀਂ ਓਪਨ ਕਰ ਸਕਦੇ ਹਾਂ। ਕੁਝ ਗੱਲਾਂ ਹੁੰਦੀਆਂ ਵੀ ਇਹ ਅਜਿਹਾ ਕਿਉਂ ਹੁੰਦਾ ਹੈਗਾ, ਇਹ ਅਜਿਹਾ ਵਾਤਾਵਰਨ ਕਈ ਵਾਰ ਨਾ ਸਾਡੇ ਕੋਈ ਸੀਨੀਅਰ, ਕੋਈ ਪੋਲੀਟੀਕਲ, ਕੋਈ ਮੋਟੀਵੇਟਡ ਹੁੰਦੇ ਆ, ਕਿਸੇ ਨੂੰ ਕੋਈ ਸ਼ਹਿ ਦੇ ਦਿੰਦੇ ਆ, ਸ਼ਹਿ ਦੇਣ ਨਾਲ ਉਹ ਅਗਰੈਸਿਵ ਹੋ ਜਾਂਦੇ ਆ, ਲਾਈਨ ਅਪ ਹੋ ਜਾਂਦੇ ਆ। ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਕਿਵੇਂ ਕਰਨਾ, ਉਹ ਜਿਸ ਤਰ੍ਹਾਂ ਇਹਨਾਂ ਦੀਆਂ ਥੋੜਾ ਜਿਹਾ ਜ਼ਿਆਦਾ ਹੋਇਆ ਵਾ, ਉਹ ਮੈਂ ਇਹਨਾਂ ਨਾਲ ਸੈਪਰੇਟ ਵੀ ਸ਼ੀਸ਼ਪਾਲ ਜੀਆਂ ਨਾਲ ਸੈਪਰੇਟ ਫੋਨ ਤੇ ਕਰ ਲਾਂਗਾ। ਕਈ ਗੱਲਾਂ ਇਸ ਤਰ੍ਹਾਂ ਗਰੁੱਪ ਦੇ ਵਿੱਚ ਮੰਨ ਲਓ ਹੁਣ ਇਸ ਟਾਈਮ ਤੇ ਠੀਕ ਨਹੀਂ ਲੱਗਣੀਆਂ। ਤੇ ਮੈਂ ਇੱਕ ਹੋਰ ਜਿਹੜੀ ਲੈਕਚਰ ਦੇ ਵਿੱਚ ਐਡ ਕਰਨਾ ਚਾਹਣਾ, ਜਿਸ ਤਰ੍ਹਾਂ ਦੇ ਵਿੱਚ ਤੁਸੀਂ ਦੱਸਿਆ, ਇੱਕ ਜਿਹੜੀ ਪਬਲਿਕ ਦੀ ਹੀਅਰਿੰਗ ਹੈ ਉਹ ਸੁਣਨਾ ਸਭ ਤੋਂ ਵਧੀਆ ਗੱਲ ਹੈ, ਸੁਣਿਆ ਜਾਵੇ, ਯਾਨੀ ਕਿ ਉਸ ਨੂੰ ਇਹ ਨਾ ਹੋਵੇ ਵੀ ਇਹਨੂੰ ਬਾਹਰ ਖੜਾ ਲਾ, ਇਹਨੂੰ 10 ਮਿੰਟ, ਅੱਧਾ ਘੰਟਾ, ਘੰਟਾ, ਉਹਨੂੰ 1 ਬਾਈ 1 ਕਰਕੇ ਜਦੋਂ ਅਸੀਂ ਹੀਅਰਿੰਗ, ਹੈਲੋ ਆ ਰਹੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਜੀ ਆਵਾਜ਼। ਉਹਦੀ ਹੀਅਰਿੰਗ ਆ ਜਿਹੜੀ ਉਹਦੀ ਪ੍ਰੋਪਰ ਹੋ ਜਾਏ, ਉਹਦਾ ਮਸਲੇ ਦਾ ਹੱਲ ਹੋਣਾ ਨਹੀਂ ਹੋਣਾ। ਜੇ ਕਿਸੇ ਦੀ ਤੁਸੀਂ ਸੁਣਵਾਈ ਕਰ ਦਿੰਦੇ ਹੋ ਤਾਂ ਉਹਦੀ ਜਿਹੜੀ ਪ੍ਰੋਬਲਮ ਹੈ ਉਹ 75% ਦੇ ਕਰੀਬ ਰਿਲੀਫ ਮਿਲ ਜਾਂਦੀ ਹੈ ਉਸਨੂੰ। ਦੂਸਰਾ, ਜਿਹੜੇ ਵੇਟਿੰਗ ਹਾਲ ਹੈ, ਇਹਦੇ ਵਿੱਚ ਨੇਚਰ ਨਾਲ ਰਿਲੇਟਡ ਜਿਹੜੀਆਂ ਜੇ ਪੇਂਟਿੰਗਸ ਲਾਈਆਂ ਜਾਣ ਤਾਂ ਐਂਟਰੀ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ, ਬੈਕਗ੍ਰਾਉਂਡ ਮਿਊਜ਼ਿਕ ਦਾ ਥੋੜਾ ਜਿਹਾ ਹੋ ਜੇ ਤਾਂ ਜਿਹੜੇ ਉਸ ਨੂੰ ਲੁੱਕ ਜਾਨੀ ਕਿ ਕਾਰਪੋਰੇਟ ਆਫਿਸ ਵਰਗੀ ਲੱਗੇ, ਤਾਂ ਉਹ ਉਸ ਨੂੰ ਔਨ ਸਟੈਪ ਇਨ ਕਰਨ ਤੇ ਹੀ ਸਕੂਨ ਮਿਲੇਗਾ। ਤੇ ਉਹਦੇ ਨਾਲ ਜਿਹੜਾ ਸਟਾਫ ਅੰਦਰ ਕੰਮ ਵੀ ਕਰ ਰਿਹਾ, ਉਸ ਤੇ ਵੀ ਉਹਦਾ ਪੋਜ਼ਿਟਿਵਿਟੀ ਆਏਗੀ, ਉਹ ਉਸ ਦਾ ਕੰਮ ਜਲਦੀ ਕਰੇਗਾ, ਕਿਉਂਕਿ ਉਹਦਾ ਮਾਹੌਲ ਉਸ ਤਰ੍ਹਾਂ ਦਾ ਜਿਹੜਾ এনवायरमेंट ਆ ਕ੍ਰੀਏਟ ਹੋ ਗਿਆ। ਸੋ ਇਸ ਕਰਕੇ ਜਿਹੜੇ ਤੁਹਾਡੇ ਲੈਕਚਰ ਹੈ, ਮਤਲਬ ਬਹੁਤ ਅੱਛਾ, ਇਹਦੇ ਵਿੱਚ ਇੰਨਾ ਕੁ ਐਡ ਵੀ ਉਹਦੀ ਹੀਅਰਿੰਗ ਜਿਹੜੀ ਆ ਪਬਲਿਕ ਦੀ, ਜਿਹੜੀ ਆ ਸੁਣਵਾਈ ਹੈ, ਜਿਹੜੀ ਆ, ਕੋਈ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਸਗੋਂ ਗਰੀਬ ਦੀ ਜਿਹੜਾ ਜਿਹਦਾ ਕੋਈ ਨਹੀਂ ਸੁਣਦਾ, ਮੇਰਾ ਤਾਂ ਇਹ ਹੈ ਵੀ ਜਿਹਦਾ ਕੋਈ ਨਹੀਂ ਸੁਣਦਾ ਉਸ ਦੀ ਸੁਣਵਾਈ ਸਭ ਤੋਂ ਪਹਿਲਾਂ ਕਰੋ, ਉਸ ਦੀ ਸੁਣਵਾਈ ਸਭ ਤੋਂ ਪਹਿਲਾਂ ਕਰੋ, ਜਿਹੜਾ ਉਹ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਲਾਅ ਦੇ ਮੁਤਾਬਕ ਜਿੰਨਾ ਹੋ ਸਕੇ। ਉਨੀ ਵੀ ਕਈ ਵਾਰੀ ਉਸ ਦਾ ਉਹਨੂੰ ਇਹ ਲੱਗੇ ਵੀ ਰਿਲੀਫ ਮਿਲੀ ਹੈ ਤਾਂ ਉਹ ਤੁਹਾਨੂੰ ਉਹਦਾ ਕੰਮ ਤਾਂ ਹੋਣਾ ਹੀ ਹੈ, ਉਹ ਤੁਹਾਨੂੰ ਦੁਆ ਵੀ ਦੇਊਗਾ ਵੀ ਵੱਧਦਾ ਫੁੱਲਦਾ ਰਹੇ, ਪਰਿਵਾਰ ਬਾਰੇ, ਬੱਚਿਆਂ ਬਾਰੇ ਉਹ ਇੰਨਾ ਤੁਹਾਡੇ ਬਾਰੇ ਦੁਆਵਾਂ ਦੇਊਗਾ, ਜਿਹਦੇ ਨਾਲ ਤੁਹਾਨੂੰ ਇੱਕ ਦੋ ਸ਼ਬਦ ਤਾਂ ਤੁਹਾਡੇ ਸਾਹਮਣੇ ਕਹੂਗਾ, ਉਹ ਸ਼ਬਦ ਵੀ ਤੁਹਾਨੂੰ ਅੱਗੇ ਇੰਸਪਾਇਰ ਕਰਨਗੇ ਵੀ ਅੱਗੇ ਮੈਂ ਜੌਬ ਜਿਹੜੀ ਆ ਵਧੀਆ ਕਰਾਂ ਤੇ ਪਬਲਿਕ ਨੂੰ ਜਿਹਦੇ ਨਾਲ ਰਿਲੀਫ ਮਿਲੇ। ਧੰਨਵਾਦ। ਹਾਂਜੀ ਬਿਲਕੁਲ, ਬਹੁਤ ਵਧੀਆ ਗੱਲ ਕਹੀ ਪ੍ਰਵੀਨ ਸਰ ਨੇ ਕਿ ਇਦਾਂ ਆਪਾਂ ਨੂੰ ਕਰਨਾ ਚਾਹੀਦਾ, ਮਿਊਜ਼ਿਕ ਵੀ ਤੇ ਹੀਅਰਿੰਗ ਵੀ ਕਰਨੀ ਚਾਹੀਦੀ ਹੈ। ਬਿਲਕੁਲ ਆਪਾਂ ਨੂੰ ਨਾਲੇ ਇਹ ਲੱਗਣਾ ਨਹੀਂ ਚਾਹੀਦਾ ਕਿ ਆਪਾਂ ਕਿਸੇ ਦੀ ਫੇਵਰ ਕਰ ਰਹੇ ਹਾਂ। ਕਾਫੀ ਵਾਰ ਰਜਿਸਟ੍ਰੇਸ਼ਨ 'ਚ ਵੀ ਇਦਾਂ ਹੁੰਦਾ ਕਿ ਕਈ ਵਾਰੀ ਕੋਈ ਲੀਡ ਰਾਈਟਰ ਨੂੰ ਇਹ ਹੁੰਦਾ ਸਾਡੀ ਪਹਿਲਾਂ ਕਰ ਦਿਓ, ਆਊਟ ਆਫ ਦੀ ਟਰਨ ਕਰ ਦਿਓ, ਜਿਹੜਾ ਬੰਦਾ ਸਿੱਧਾ ਆਇਆ ਉਹਦੀ ਬਾਅਦ 'ਚ ਕਰ ਦਿਓ, ਬਟ ਇਦਾਂ ਨਹੀਂ ਹੋਣਾ ਚਾਹੀਦਾ। ਕਈ ਵਾਰੀ ਕਈ ਸਿਚੁਏਸ਼ਨ ਥੋੜਾ ਬਹੁਤ ਅੱਗੇ ਪਿੱਛੇ ਕਰਨਾ ਵੀ ਪੈਂਦਾ, ਬਟ ਇਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਹੀ ਕਿ ਇੱਕ ਬੰਦੇ ਦੀ ਸੁਣਵਾਈ ਕਰ ਹੀ ਨਹੀਂ ਰਹੇ ਆਪਾਂ, ਜਾਂ ਕਿਸੇ ਕੋਰਟ ਕੇਸ ਹੈ ਭਾਵੇਂ ਦੀ ਕੋਈ ਰਜਿਸਟ੍ਰੇਸ਼ਨ ਹੈ ਤੇ ਦੂਜੇ ਬੰਦਾ ਦੀ ਆਪਾਂ ਲਗਾਤਾਰ ਉਹਨਾਂ ਦਾ ਹੀ ਕੰਮ ਕਰ ਰਹੇ ਹੈਗੇ। ਤਾਂ ਸਾਰਾ ਥੋੜਾ ਮਤਲਬ ਉਦਾਂ ਹੋਣਾ ਚਾਹੀਦਾ, ਸਿਸਟਮ ਵਾਈਜ਼ ਹੋਣਾ ਚਾਹੀਦਾ। ਜਿਹੜਾ ਬੰਦਾ ਪਹਿਲਾਂ ਆਇਆ ਉਹਦਾ ਪਹਿਲਾਂ ਕੰਮ ਖਤਮ ਹੋਣਾ ਚਾਹੀਦਾ। ਜੇ ਕਿਸੇ ਦੀ ਸਿਫਾਰਿਸ਼ ਨਹੀਂ ਵੀ ਹੈਗੀ ਉਹਦਾ ਵੀ ਕੰਮ, ਉਹਨੂੰ ਵੀ ਸੁਣਵਾਈ ਬਲਕਿ ਉਦੋਂ ਵੱਧ ਮਿਲਣੀ ਚਾਹੀਦੀ ਹੈ ਜਿੰਨੀ ਨੋਰਮਲ ਹੈ। ਹਾਂਜੀ, ਥੈਂਕ ਯੂ ਪ੍ਰਵੀਨ ਜੀ। ਹੋਰ ਕੌਣ ਆਪਣੇ ਸੁਝਾਅ ਦੇਣੇ ਚਾਹੇਗਾ? ਲਾਰਸਨ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕਸ ਕਰਨਾ ਚਾਹੂੰਗਾ, ਸੀਨੀਅਰ ਆਫੀਸਰਸ ਦਾ ਤੇ ਆਪਣੇ ਕਲੀਗਸ ਦਾ। ਮੈਂ ਜਿਸ ਦਿਨ ਦਾ ਐਸ ਤਹਿਸੀਲਦਾਰ ਜੁਆਇਨ ਕੀਤਾ ਹੈ, ਹਰ ਜਗ੍ਹਾ ਤੇ ਵਾਰਮ ਵੈਲਕਮ ਵੀ ਮਿਲਿਆ ਤੇ ਸਾਰੇ ਬੰਦੇ ਗਾਈਡ ਕਰਨ ਵਾਲੇ ਹੀ ਮਿਲੇ ਨੇ। ਧੰਮ ਸਰ ਨਾਲ ਇੱਕ ਵਾਰੀ ਮੀਟਿੰਗ ਹੋਈ ਹੈ, ਵਿਨय ਸਰ ਨਾਲ 3-4 ਵਾਰੀ ਮੀਟਿੰਗ ਹੋਈ ਹੈ, ਤੇ ਬਾਕੀ ਜਿੰਨੇ ਵੀ ਕਲੀਗਸ ਨਾਲ ਮੀਟਿੰਗ ਹੋਈ ਹੈ ਸਾਰੇ ਬੰਦੇ ਸਹੀ ਗਾਈਡ ਕਰਦੇ ਨੇ। ਮੈਂ ਇਸ ਲਈ ਤੁਹਾਡਾ ਥੈਂਕਸ ਹੀ ਕਰਨਾ ਚਾਹੂੰਗਾ। ਥੈਂਕਸ ਕਰਨ ਵਾਸਤੇ ਮੈਂ ਮਾਈਕ ਓਪਨ ਕੀਤਾ ਸੀ। ਥੈਂਕਸ ਅ ਲਾਟ।
ਬਾਕੀ ਅੱਜ ਦਾ ਸੈਸ਼ਨ ਵੀ ਕਾਫੀ ਅੱਛਾ ਸੀ ਤੇ ਉਮੀਦ ਕਰਦਾ ਕਿ ਅਗਲੇ ਸੈਸ਼ਨਸ ਵੀ ਮੈਂ ਪ੍ਰੋਪਰ ਅਟੈਂਡ ਕਰਾਂ ਤੇ ਅਗਲੇ ਸੈਸ਼ਨਸ ਵੀ ਇਦਾਂ ਹੀ ਫਰੂਟਫੁਲ ਰਹਿਣ। ਥੈਂਕ ਯੂ ਲਾਰਸਨ ਜੀ। ਹਰਸਿਮਰਨ ਸਰ ਕਾਫੀ ਅੱਗੇ ਪਹਿਲਾਂ ਕਰਦੇ ਹੁੰਦੇ ਹੈਗੇ ਪਾਰਟਿਸਿਪੇਟ, ਅੱਜ ਉਹਨਾਂ ਦੀ ਵੀਡੀਓ ਆਫ ਹੈ। ਹਰਸਿਮਰਨ ਸਰ ਐਡ ਕਰੋਗੇ ਕੁਝ ਤੁਸੀਂ? ਓਕੇ, ਅਨੂਦੀਪ ਜੀ। ਹਾਂਜੀ ਹਾਂਜੀ ਸਰ ਮੈਂ ਸੁਣ ਰਹੀ ਸੀਗੀ ਸੈਸ਼ਨ ਦੇ ਵਿੱਚ ਮਤਲਬ ਜਿਹੜੀਆਂ ਤੁਸੀਂ ਚੀਜ਼ਾਂ ਕਹੀਆਂ, ਕੁਝ ਸਾਈਕੋਲੋਜੀਕਲ ਆਪਾਂ ਐਸਪੈਕਟਸ ਵੀ ਲੈ ਕੇ ਚੱਲੇ ਆ ਨਾ, ਹਿਊਮਨ ਸਾਈਕੋਲੋਜੀ ਹੁੰਦੀ ਹੈ, ਮਤਲਬ ਦੈਟ ਇਜ਼ ਰੀਅਲੀ ਵੈਰੀ ਗੁੱਡ। ਔਰ ਡੈਫੀਨੇਟਲੀ ਇਹ ਚੀਜ਼ਾਂ ਜਦੋਂ ਆਪਾਂ ਪ੍ਰੈਕਟੀਕਲੀ ਅਪਲਾਈ ਕਰਦੇ ਆ ਨਾ ਤਾਂ ਫਰੂਟਫੁਲ ਵੀ ਹੁੰਦੀਆਂ ਨੇ। ਬਟ ਇੱਕ ਚੀਜ਼ ਮੈਨੂੰ ਥੋੜੀ ਜਿਹੀ ਲੱਗਦੀ ਹੈ ਜੋ ਮਤਲਬ ਮੈਂ ਖੁਦ ਫੀਲ ਕੀਤੀ ਹੈ ਕਿ ਜਦੋਂ ਆਪਾਂ ਬਿਗਨਿੰਗ ਦੇ ਵਿੱਚ ਜਿਵੇਂ ਇਸ ਪੋਸਟ ਤੇ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕਰਦੇ ਆ ਨਾ ਤਾਂ ਸਮਟਾਈਮਸ ਹੁੰਦਾ ਕਿ ਅਸੀਂ ਬਹੁਤ ਹੀ ਮਤਲਬ ਕੋਸ਼ਿਸ਼ ਕਰਦੇ ਆ ਕਿ ਬੜੇ ਮੈਨਰਸ ਦੇ ਨਾਲ ਬੜਾ ਸੌਫਟਲੀ ਅਸੀਂ ਚੀਜ਼ਾਂ ਨੂੰ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਸਟਾਫ ਤੋਂ ਵੀ, ਪਬਲਿਕ ਤੋਂ ਵੀ। ਬਟ ਸਮਟਾਈਮਸ ਕਿਤੇ ਮਤਲਬ ਵੈਰੀ ਰੇਅਰ ਹੋਇਆ ਐਕਸੈਪਸ਼ਨਸ ਨੇ ਕਿ ਤੁਹਾਨੂੰ ਨਾ ਫੋਰ ਗ੍ਰਾਂਟਡ ਵੀ ਲੈ ਲਿਆ ਜਾਂਦਾ। ਮੈਨੂੰ ਇਹ ਚੀਜ਼ ਲੱਗੀ, ਪਤਾ ਨਹੀਂ ਇਹ ਕਿਤੇ ਨਾ ਕਿਤੇ ਉਹ ਚੀਜ਼ ਹੋ ਜਾਂਦੀ ਹੈ ਕਿ ਲੇਡੀ ਆਫੀਸਰਸ ਨੇ ਜਾਂ ਕੀ ਹੈਗਾ। ਤੇ ਉੱਥੇ ਕਿਤੇ ਜਾ ਕੇ ਮੈਨੂੰ ਲੱਗਦਾ ਵੀ ਥੋੜੇ ਜਿਹੇ ਸਟ੍ਰਿਕਟ ਮੈਜਰ ਥੋੜੇ ਅਪਣਾਉਣੇ ਪੈਂਦੇ ਆ। ਮਤਲਬ ਜਿਵੇਂ ਤੁਸੀਂ ਕਿਹਾ ਵਿਨੇ ਸਰ ਨੇ ਕਿ ਉਹਨੂੰ ਆਪਾਂ ਔਨ ਪੇਪਰ ਨਾ ਲੈ ਕੇ ਆਈਏ, ਅਦਰਵਾਈਜ਼ ਪਹਿਲਾਂ ਉਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰੀਏ। ਤੇ ਇਹ ਚੀਜ਼ ਮੈਨੂੰ ਲੱਗਦੀ ਹੈ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਸਟ੍ਰਿਕਟ ਤਾਂ ਹੋਣਾ ਪੈਂਦਾ ਹੀ ਆ, ਨਹੀਂ ਤਾਂ ਫਿਰ ਫੋਰ ਗ੍ਰਾਂਟਡ ਲੈ ਕੇ ਨਾ ਉਹ ਸਿਸਟਮ ਕਿਸੇ ਹੋਰ ਹੀ ਪਾਸੇ ਤੁਰ ਪੈਂਦਾ। ਹਾਂਜੀ ਹੁਣ ਬਾਕੀ ਬਿਲਕੁਲ। ਪਤਾ ਨਹੀਂ ਬਾਕੀ ਹੋਰ ਵੀ ਲੇਡੀ ਆਫੀਸਰਸ ਹੈਗੇ ਆ, ਆਈ ਡੋਂਟ ਥਿੰਕ ਵੀ ਹੁਣ ਉਹਨਾਂ ਨੂੰ ਇਹ ਚੀਜ਼ ਫੀਲ ਹੋਣੀ ਹੈ ਕਿ ਨਹੀਂ ਹੋਈ। ਪਰ ਇਹ ਗੱਲ ਮੈਨੂੰ ਲੱਗੀ ਆ ਵੀ ਜਦੋਂ ਫਿਰ ਉਸੇ ਚੀਜ਼ ਨੂੰ ਤੁਸੀਂ ਥੋੜਾ ਸਟ੍ਰਿਕਟਲੀ ਇਹਨਾਂ ਨਾਲ ਹੈਂਡਲ ਕੀਤਾ ਨਾ ਆਪਣੇ ਸਟਾਫ ਨੂੰ ਵੀ ਜਾਂ ਪਬਲਿਕ ਨੂੰ ਵੀ, ਫਿਰ ਉਹ ਥੋੜਾ ਸਿੱਧੇ ਵੀ ਹੋ ਜਾਂਦੇ ਆ ਕਿ ਠੀਕ ਹੈ। ਬਿਲਕੁਲ ਮੈਮ ਇਦਾਂ ਹੈਗਾ ਕਿ ਨਾ ਲੇਡੀਜ਼ ਵਰਸਸ ਜੈਂਟਸ ਐਜ਼ ਅ ਆਫੀਸਰ ਹੈ ਨਾ, ਮੈਂ ਪਹਿਲਾਂ ਤਨਵੀਰ ਮੈਮ ਨਾਲ ਵੀ ਇੱਕ ਦੋ ਵਾਰੀ ਡਿਸਕਸ ਕੀਤਾ ਹੈਗਾ ਤੇ ਈਵਨ ਮੈਂ ਖੁਦ ਵੀ ਆਬਜ਼ਰਵ ਕਰਦਾ ਰਹਿਣਾ। ਬਟ ਇਹ ਹੁੰਦਾ ਕਿ ਲੇਡੀ ਆਫੀਸਰਸ ਜੇ ਐਡਮਿਨਿਸਟ੍ਰੇਟਰ ਹੁੰਦੇ ਆ ਤਾਂ ਉਹ ਬਹੁਤ ਜ਼ਿਆਦਾ ਅੱਛੇ ਹੁੰਦੇ ਆ। ਜਿਵੇਂ ਇੰਦਰਾ ਗਾਂਧੀ ਜੀ ਦੇ ਲਈ ਮਸ਼ਹੂਰ ਹੈਗਾ ਕਿ ਉਹ ਪਹਿਲਾਂ ਬਿਲਕੁਲ ਸਾਇਲੈਂਟ ਸੀਗੇ ਤੇ ਉਦੋਂ ਬਾਅਦ ਜਦੋਂ ਉਹ ਫਿਰ ਆਏ ਤਾਂ ਉਹਨਾਂ ਨੇ ਬਿਲਕੁਲ ਹੀ ਮਤਲਬ ਸਭ ਤੋਂ ਵਧੀਆ ਉਹਨਾਂ ਨੂੰ ਕਿਹਾ ਜਾਂਦਾ ਐਡਮਿਨਿਸਟ੍ਰੇਟਰ ਹੋ ਸਕਦੇ। ਤਾਂ ਈਵਨ ਆਪਾਂ ਵਿਨੀ ਮਹਾਜਨ ਮੈਮ ਦੀ ਗੱਲ ਕਰੀਏ ਹਾਂਜੀ ਹਾਂ ਬਿਲਕੁਲ ਹੈਨਾ, ਤਾਂ ਉਹ ਕਈ ਆਫੀਸਰਸ ਜਿਹੜੇ ਲੇਡੀ ਆਫੀਸਰਸ ਨੇ ਨਾ ਉਹਨਾਂ ਕੋਲ ਇੱਕ ਐਡਵਾਂਟੇਜ ਵੀ ਹੁੰਦੀ ਹੈਗੀ ਹੈ ਲੇਡੀ ਆਫੀਸਰ ਕੋਲ ਕਿ ਮੇਲ ਨੂੰ ਤਾਂ ਉਹ ਕਈ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਮੰਨ ਲਓ ਕੋਈ ਰਿਲੇਸ਼ਨਸ਼ਿਪ ਲੱਭ ਲੇ, ਕਿਸੇ ਨੇ ਕੋਈ ਬੁਰਾ ਵੀ ਬੋਲਤਾ, ਪੋਲੀਟੀਕਲ ਬੰਦਿਆਂ ਨੇ ਵੀ ਕਰ ਲਿਆ, ਲੇਡੀ ਆਫੀਸਰ ਜਦੋਂ ਆਪਦਾ ਤੁਸੀਂ ਸ਼ੋਅ ਕੀਤਾ ਵੀ ਅਸੀਂ ਤਾਂ ਆਹੀਂ ਕਰਾਂਗੇ ਹੈਨਾ, ਜਿਵੇਂ ਹੁਣ ਉਹ ਫਿਰ ਬਹੁਤਾ ਤੁਹਾਨੂੰ ਨਹੀਂ ਪ੍ਰੈਸ਼ਰਾਈਜ਼ ਕਰ ਸਕਦੇ। ਇੱਕ ਤਾਂ ਉਹਦੇ ਕਾਰਨ ਹਿਊਮਨ ਸਾਈਕੋਲੋਜੀ ਕੀ ਹੁੰਦਾ ਜੀ, ਹਰ ਕੋਈ ਬੰਦਾ ਜੇ ਪਟਵਾਰੀ ਨੂੰ ਮੰਨ ਲਓ ਮੇਲ ਆਫੀਸਰ ਝਿੜਕਦਾ ਨਾ ਉਹ ਘੱਟ ਗੁੱਸਾ ਮੰਨੂਗਾ, ਉਹਨੂੰ ਇਹ ਹੁੰਦਾ ਹਮੇਸ਼ਾ ਵੀ ਫੀਮੇਲ ਆਫੀਸਰ ਮੈਨੂੰ ਝਿੜਕਣਾ ਦੇਵੇ ਕਿਤੇ। ਬਹੁਤ ਈਗੋ ਪ੍ਰੋਬਲਮ ਹੁੰਦੀ ਹੈ ਸਰ, ਬਹੁਤ ਜ਼ਿਆਦਾ। ਉਹ ਨਾ ਮਤਲਬ ਉਸ ਚੀਜ਼ ਤੋਂ ਡਰਦੇ ਵੀ ਹੈ ਨਾ, ਫਿਰ ਉਹ ਨਹੀਂ ਡਰਦੇ ਵੀ ਹੈਗੇ ਆ, ਪਰ ਉੱਥੇ ਨਾ ਕਿਤੇ ਫਿਰ ਉਹ ਸਾਈਕੋਲੋਜੀਕਲੀ ਤੁਹਾਨੂੰ ਚੀਜ਼ ਲੈ ਕੇ ਆਣੀ ਪੈਂਦੀ ਹੈ ਕਿ ਤੁਸੀਂ ਮਤਲਬ ਕਿਤੇ ਨਾ ਕਿਤੇ ਆਪਣੇ ਆਪ ਨੂੰ ਇੰਪੋਜ਼ ਵੀ ਕਰਨਾ ਹੈਗਾ, ਪਰ ਉਹਨਾਂ ਨੂੰ ਫਿਰ ਨਾਲ ਪਟਵਾਰੀ ਸਾਹਿਬ ਵੀ ਕਹਿ ਦੇਣਾ ਜਿੰਨਾ ਮਰਜ਼ੀ ਸਟ੍ਰਿਕਟਲੀ ਗੱਲ ਕਹਿ ਕੇ, ਫਿਰ ਉਹ ਥੋੜਾ ਠੀਕ ਹੋਇਆ ਹੈਂਡਲ ਹੋ ਜਾਂਦੇ ਆ। ਹਾਂਜੀ ਬਾਕੀ ਠੀਕ ਹੈ ਸਰ, ਅਜੇ ਤਾਂ ਠੀਕ ਚੱਲ ਰਿਹਾ ਹੈਗਾ। ਮਤਲਬ ਮੈਂ ਇਹੀ ਹੈ ਕਿ ਲੇਡੀ ਆਫੀਸਰ ਮੈਂ ਦੇਖਿਆ ਕਿ ਜਿਹੜੇ ਕਰਦੇ ਆ ਬਹੁਤ ਹੀ ਅੱਛਾ ਕਰਦੇ ਆ। ਮਤਲਬ ਜਾਂ ਦੋ ਐਂਡਸ ਹੀ ਦੇਖੇ ਮੈਂ ਕਿ ਜਿਹੜੇ ਕਰਦੇ ਆ ਉਹ ਬਹੁਤ ਅੱਛਾ ਪਰਫਾਰਮ ਕਰਦੇ ਆ, ਕਾਫੀ ਘੱਟ ਹੁੰਦੇ ਜਿਹੜੇ ਨਹੀਂ ਉਹ ਕਰ ਪਾਉਂਦੇ, ਬਟ ਜਿਹੜੇ ਕਰ ਜਾਂਦੇ ਆ ਕੋਪ ਅਪ ਤਾਂ ਜਿਹੜਾ ਜਿਵੇਂ ਤੁਸੀਂ ਲੱਭ ਰਹੇ ਹੋ ਆਪਣਾ ਮਤਲਬ ਉਸ ਨੂੰ ਰਸਤਾ, ਤਾਂ ਉਹ ਜਿਹੜੇ ਕੋਈ ਕਰ ਜਾਂਦੇ ਮੈਨੇਜ ਉਹ ਬਹੁਤ ਹੀ ਅੱਛਾ ਕਰਦੇ ਹੈਗੇ, ਵਧੀਆ ਤਰੀਕੇ ਨਾਲ ਹੋ ਜਾਂਦਾ ਸਰ, ਬੜੇ ਹੈਲਦੀ ਵੇ ਨਾਲ ਮੈਨੇਜ ਹੋ ਜਾਂਦਾ, ਕੋਈ ਐਸਾ ਇੰਨੀ ਵੀ ਨਹੀਂ ਆਉਂਦੀ ਪ੍ਰੋਬਲਮ। ਬਾਕੀ ਲੈਟਸ ਸੀ। ਬਾਕੀ ਤਪਨ ਸਰ ਬਾਕੀ ਥੈਂਕਸ ਅ ਲੋਟ ਸਰ, ਥੈਂਕਸ ਅ ਲੋਟ ਫॉर योर इनिशिएटिव। ਤਪਨ ਸਰ ਕੁਝ ਐਡ ਕਰਨਾ ਚਾਹੁੰਦੇ ਉਹਨਾਂ ਨੇ? ਹਾਂ, ਮੈਂ ਅਨੂ ਮੈਮ ਸਾਡੇ ਨਾਲ ਮੇਰੇ ਕੋਲੀਗ ਰਹੇ ਹੈਗੇ। ਸ਼ੀ ਵਾਸ ਆਫਿਸ ਕਨਵੋ when I was in training, ਫਿਰ ਉਸ ਤੋਂ ਬਾਅਦ ਸਾਡੇ ਕੋਲ ਰਹੇ ਹੈਗੇ ਆ। she has excellent way of working। ਮੈਂ ਮੈਮ ਨੂੰ ਕਹਿਣਾ ਚਾਹੁੰਦਾ ਵੀ you can take help of ਪੰਜਾਬ ਪੁਲਿਸ also। obviously sir their way of handling the matters is different। ਤੁਸੀਂ ਉਹ ਵੀ ਤੁਹਾਡੇ ਦਾ ਘਰ ਹੀ ਸਾਡੇ ਭਾਈ ਸਾਹਿਬ ਹੈਗੇ ਆ, ਸੋ ਹਾਂਜੀ ਹਾਂ। ਬਟ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਇੱਕ ਆਪਾਂ ਵਿਨੀ ਮਹਾਜਨ ਮੈਮ ਦੀ ਗੱਲ ਕਰ ਰਹੇ ਸੀ, ਇੱਕ ਹੋਰ ਇੱਥੇ ਸਾਡੇ ਮੈਮ ਕਮਿਸ਼ਨਰ ਗੁਰਪ੍ਰੀਤ ਸਪਰਾ ਮੈਮ ਆਏ ਆ। ਸੋ ਲਾਸਟ ਵੀਕ ਦੀ ਗੱਲ ਹੀ ਆ, ਤੇ ਉਹਨਾਂ ਕੁਝ ਐਡਵੋਕੇਟ ਸੀਗੇ ਮੇਰੇ ਕੋਲ ਆਏ, ਮੇਰੇ ਕੋਰਟ ਚ ਆਏ ਸੀ, ਐਂਡ ਉਹ ਮੈਮ ਦੀ ਇੰਨੀ ਤਾਰੀਫ ਕਰ ਰਹੇ ਸੀ ਕਿ ਉਹ ਕਹਿ ਰਹੇ ਸੀ ਸ਼ੀ ਇਜ਼ ਅ ਮੈਨ, ਦ ਵੇ ਸ਼ੀ ਹੋਲਡਸ ਦਾ ਕੋਰਟ, ਸ਼ੀ ਇਜ਼ ਅ ਮੈਨ। ਔਰ ਉਹਨਾਂ ਦਾ ਇੰਨਾ ਦਬਕਾ ਹੈਗਾ ਆ, ਔਰ ਉਹ ਇੰਨੇ ਫੇਅਰ ਹੈਗੇ ਹਰੇਕ ਗੱਲ ਨੂੰ ਲੈ ਕੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਮ। ਤੇ ਸੈਕਿੰਡ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ, ਉਹ ਕਈ ਵਾਰੀ ਅਨਚਾਹੀ ਸਾਡੇ ਕੋਲ ਹੁੰਦੀ ਹੈ, ਨਾਟ ਇਨ ਕੇਸ ਆਫ ਲੇਡੀ ਆਫੀਸਰਸ,
ਸਾਰਿਆਂ ਲਈ ਹੋ ਜਾਂਦਾ ਹੈ ਕਿ ਆਪਾਂ ਆਪਣੇ ਆਫਿਸ ਵਿੱਚ ਕੋਈ ਇੱਕ ਪਰਸਨ ਨੂੰ ਇੰਨੀ ਕੁ ਇੰਪੋਰਟੈਂਸ ਦੇ ਦਿੰਦੇ ਆਪਣੇ ਸਟਾਫ ਨੂੰ ਕਿ ਉਹ ਇੱਕ ਨਾ ਸੁਪਰ ਬੌਸ ਬਣ ਜਾਂਦਾ ਹੈਗਾ। ਔਰ ਕਈ ਵਾਰੀ ਇਹ ਸਾਨੂੰ ਜਦੋਂ ਅਸੀਂ ਟ੍ਰੇਨਿੰਗ ਤੇ ਸੀਗੇ, ਜਸਵੰਤ ਸਿੰਘ ਸਰ ਨੇ ਗੱਲ ਕਹੀ ਸੀ ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ, ਕਈ ਵਾਰੀ ਕਈ ਆਫੀਸਰਸ ਦੀ ਇਹ ਵੀ ਆਦਤ ਹੋ ਜਾਂਦੀ ਹੈ ਕਿ ਤੁਹਾਡੇ ਜਿਹੜੇ ਇਵਨ ਪੀਐਨਸ ਦੇ ਨਾਲ ਇੰਨਾ ਖੁੱਲ ਜਾਂਦੇ ਹੈਗੇ ਆ, ਹਾਸੇ ਮਜ਼ਾਕ ਕਰਨੇ ਸ਼ੁਰੂ ਕਰ ਦਿੰਦੇ ਆ ਕਿ ਉਹ ਇੱਕ ਨਾ ਬੜਾ ਉਹ ਬਾਅਦ ਚ ਪੀਐਨਸ ਤੁਹਾਡੇ ਤੇ ਹਾਵੀ ਹੋ ਜਾਂਦੇ। ਮਤਲਬ ਮੈਂ ਕਿਸੇ ਨੂੰ ਡੀਗ੍ਰੇਡ ਨਹੀਂ ਕਰਦਾ ਪਿਆ, ਸਾਰਿਆਂ ਦਾ ਆਪਣਾ ਰੋਲ ਹੁੰਦਾ ਆਫਿਸ ਨੂੰ ਚਲਾਉਣ ਦੇ ਵਿੱਚ, ਔਰ ਹਰੇਕ ਦਾ ਰੋਲ ਇੰਪੋਰਟੈਂਟ ਹੈ। ਬਟ ਯੈਸ ਇੱਕ ਚੀਜ਼ ਹੈਗੀ ਆ ਕਿ ਆਪਾਂ ਸਾਰਿਆਂ ਨੂੰ ਐਜ਼ ਫੈਮਿਲੀ ਮੈਂਬਰ ਤਾਂ ਟਰੀਟ ਕਰਨਾ ਹੈ, ਬਟ ਜਿਹੜੀ ਹਾਇਰਾਰਕੀ ਐਸਟੈਬਲਿਸ਼ ਹੋਈ ਹੈ ਉਹਦੇ ਲਈ ਇਨਫੈਕਟ ਮੈਂ ਆਪਣੀ ਵੀ ਗੱਲ ਕਰਾਂ, ਕਈ ਵਾਰੀ ਮੈਨੂੰ ਆਪ ਵੀ ਲੱਗਦਾ ਕਿ ਮੈਂ ਥੋੜਾ ਜਿਹਾ ਜ਼ਿਆਦਾ ਲੈਕਸ ਹੋ ਗਿਆ, ਬਟ ਉਹ ਕੌਨਸ਼ੀਅਸਲੀ ਥੋੜੀ ਦੇਰ ਬਾਅਦ ਆਪਣੇ ਆਪ ਨੂੰ ਵੀ ਰਿਵਿਊ ਕਰ ਲੈਣਾ ਚਾਹੀਦਾ ਹੈਗਾ ਕਿ ਆਪਾਂ ਕੋਈ ਆਫਿਸ ਨੂੰ ਏਦਾਂ ਤਾਂ ਨਹੀਂ ਬਣਾ ਲਿਆ। ਔਰ ਸੈਕੰਡਲੀ ਅਨਫੋਰਚੂਨੇਟ ਇੱਕ ਐਸਪੈਕਟ ਮੈਂ ਹੋਰ ਦੱਸਣ ਲੱਗਿਆ, ਆਪਣੇ ਜਿਹੜੇ ਨਾ ਕਈ ਆਫਿਸਰਸ ਏਦਾਂ ਦੇ ਆ ਜਿਨ੍ਹਾਂ ਨੇ ਇੱਕ ਆਪਣਾ ਪ੍ਰਾਈਵੇਟ ਪੀਏ ਟਾਈਪ ਬੰਦਾ ਰੱਖਿਆ ਹੁੰਦਾ। ਕਈਆਂ ਨੇ ਰਿਟਾਇਰਡ ਕਾਨਗੋ ਰੱਖਿਆ ਹੋਇਆ, ਕਈਆਂ ਨੇ ਕੋਈ ਹੋਰ ਰਿਟਾਇਰਡ ਕੋਈ ਕਲਰਕ ਰੱਖ ਲੈਂਦੇ, ਜਾਂ ਕਈਆਂ ਨੇ ਤਾਂ ਆਪਣੇ ਡਰਾਈਵਰ ਨੂੰ ਜਿਹੜੇ ਹੈਗੇ ਆ ਪ੍ਰਾਈਵੇਟ ਉਹਨਾਂ ਨੂੰ ਹੀ ਕੰਮ ਸਿਖਾ ਕੇ ਵੀ ਹਾਂ ਵੀ ਤੂੰ ਆਨਲਾਈਨ ਐਂਟਰੀਜ਼ ਦਾ ਕਰੀ ਜਾ, ਮੈਰਿਜਸ ਕਰੀ ਜਾ, ਉਹਨਾਂ ਨੂੰ ਥੋੜਾ ਸਿਖਾ ਦਿੰਦੇ ਹੈਗੇ ਆ। ਸੋ ਉਹ ਵੀ ਕਈ ਵਾਰੀ ਤੁਹਾਡੇ ਲਈ ਨੈਗੇਟਿਵ ਜਾਂਦਾ ਆ। ਉਹ ਕਿੱਦਾਂ ਜਾਂਦਾ ਮੈਂ ਦੱਸਦਾ, ਇੱਕ ਕੋਈ ਮੇਰੀ ਮਤਲਬ ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਥੋੜਾ ਜਿਹਾ ਐਗਜ਼ਾਮਪਲ ਸੀਗੀ ਕਿ ਉਦੋਂ ਮੈਂ ਨਵਾਂ ਹੀ ਆਇਆ ਸੀ। ਉਹ ਇੱਕ ਆਫੀਸਰ ਸੀਗੇ, ਉਹ ਕਹਿੰਦੇ ਸੀ ਨਹੀਂ ਇਹਨਾਂ ਦੇ ਨਾਲ ਜਿਹੜੇ ਕਾਨਗੋ ਸਾਹਿਬ ਹੈ ਨਾ, ਤੁਸੀਂ ਬਜਾਏ ਕਿ ਉਹਨਾਂ ਨੂੰ ਮਿਲਣ ਨੂੰ ਉਹ ਕਾਨਗੋ ਸਾਹਿਬ ਨੂੰ ਮਿਲ ਲਓ, ਜੇ ਉਹਨਾਂ ਨੇ ਯੈਸ ਕਰਤੀ ਤਾਂ ਹੀ ਕੰਮ ਹੋਣਾ ਆ, ਨਹੀਂ ਤਾਂ ਨਹੀਂ, ਨੋ ਕੀਤਾ ਦਾ ਮਤਲਬ ਨਹੀਂ ਹੋਣਾ। ਉਹ ਇੱਕ ਨਾ ਵਰਚੁਅਲੀ ਇੱਕ ਸੁਪਰ ਬੌਸ ਜੇ ਬਣ ਗਏ ਸੀ ਉਹ ਕਾਨਗੋ ਸਾਹਿਬ, ਔਰ ਬਿਹੇਵ ਵੀ ਉਹ ਏਦਾਂ ਹੀ ਕਰਦੇ ਹੁੰਦੇ ਸੀ। ਇਵਨ ਜਿਹੜੇ ਬਾਕੀ ਪਟਵਾਰੀ ਕਾਨਗੋ ਸੀ ਜਾਂ ਉੱਥੋਂ ਇਵਨ ਲੋਕਲ ਲੀਡਰਸ਼ਿਪ ਵੀ ਸੀ, ਉਹ ਵੀ ਤੰਗ ਸੀਗੀ। ਸੋ ਚਲੋ ਇਹ ਉਹਨਾਂ ਦਾ ਆਪਣਾ ਆਫੀਸਰ ਜਿਹੜੇ ਸੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ, ਬਟ ਮੈਨੂੰ ਇਹ ਚੀਜ਼ ਜ਼ਿਆਦਾ ਨਹੀਂ ਜੱਚਦੀ ਲੱਗਦੀ। ਆਪਾਂ ਆਪਣੀ ਅਥਾਰਟੀ ਜਿਹੜੀ ਨਾ ਉਹਨੂੰ ਕੰਪਰੋਮਾਈਜ਼ ਨਾ ਕਰੀਏ, ਜਿਹੜਾ ਆਫਿਸ ਦਾ ਮਾਹੌਲ ਰੱਖਣਾ ਹੈਗਾ ਆ ਉਹ ਆਪਣੇ ਹੱਥ ਦੇ ਵਿੱਚ ਹੈਗਾ ਆ। ਔਰ ਚਲੋ ਕਈ ਵਾਰੀ ਏਦਾਂ ਹੁੰਦਾ ਕਿ ਸਾਰੇ ਕੁਲੀਗਸ ਨੂੰ ਏਦਾਂ ਨਾਲ ਲੈ ਕੇ ਚੱਲਣਾ ਚਾਹੀਦਾ ਮੇਰੇ ਖਿਆਲ ਨਾਲ, ਕਿ ਕੋਸ਼ਿਸ਼ ਕਰੋ ਕਿ ਅਗਲਾ ਤੁਹਾਡੇ ਨਾਲ ਬਜਾਏ ਕਿ ਕਿਸੇ ਚੈਨਲ ਦੇ ਥਰੂ ਆਵੇ, ਡਾਇਰੈਕਟਲੀ ਤੁਹਾਡੇ ਨਾਲ ਗੱਲ ਕਰ ਸਕਦਾ ਹੋਵੇ। ਕਈ ਵਾਰੀ ਇਵਨ ਚਲੋ ਮੈਂ ਅਨੂ ਮੈਮ ਨੂੰ ਪਤਾ ਵੀ ਹੈ ਸਰਵਿਸ ਮੈਟਰਸ ਦੇ ਦੌਰਾਨ ਕੁਝ ਪ੍ਰੋਬਲਮ ਆਂਦੀ ਸੀ, ਬਟ ਉਹ ਮੇਰਾ ਚਲੋ ਫੋਰਚੂਨੇਟਲੀ ਸਟਾਫ ਵੀ ਬੜਾ ਵਧੀਆ ਸੀਗਾ ਔਰ ਮੇਰੇ ਨਾਲ ਡਾਇਰੈਕਟਲੀ ਗੱਲ ਕਰਦੇ ਰਹੇ ਆ ਔਰ ਅਸੀਂ ਸੌਰਟ ਆਊਟ ਕਰਦੇ ਰਹੇ ਮਿਲ ਕੇ। ਸੋ ਇਦਾਂ ਦਾ ਮਾਹੌਲ ਥੋੜਾ ਜਿਹਾ ਬਣਾਈਏ ਕਿ ਕਿਸੇ ਦੀ ਇੱਕ ਦੂਜੇ ਦੀ ਨਾ ਕੰਪਲੇਂਟ ਵੀ ਹੋਵੇ ਤਾਂ ਅਗਲਾ ਇਦਾਂ ਹੀ ਕਰੇ ਕਿ ਹਾਂ ਚਲੋ ਇੱਕ ਬ੍ਰਦਰ ਜਾਂ ਸਿਸਟਰ ਨੂੰ ਕਰਦੇ ਪਏ ਹੈਗੇ। ਬਿਲਕੁਲ ਨਹੀਂ ਸਰ, ਆਪਣੇ ਤਾਂ ਇੱਥੇ ਜਦੋਂ ਆਪਾਂ ਰਹੇ ਹੈਗੇ ਕਈ ਤਰ੍ਹਾਂ ਦੀਆਂ ਸਿਚੁਏਸ਼ਨਸ ਆਈਆਂ, ਜਿੱਦਾਂ ਹੁਣ ਸ਼ੀਸ਼ਪਾਲ ਸਰ ਕਹਿ ਰਹੇ ਆ ਕਿ ਬਟਵਾਰੀਜ਼ ਦੇ ਇਸ਼ੂਜ਼ ਨੇ, ਮਤਲਬ ਕਈ ਹੁੰਦੇ ਸਰ ਬੜੀ ਪਰਸਨੈਲਿਟੀਜ਼ ਇਦਾਂ ਦੀਆਂ ਹੁੰਦੀਆਂ ਵੀ ਉਹਨਾਂ ਨੇ ਨੈਗੇਟਿਵ ਹੀ ਲੈ ਕੇ ਚੱਲਣਾ ਹੁੰਦਾ, ਬਟ ਤੁਸੀਂ ਤਾਂ ਬਹੁਤ ਗ੍ਰੇਸਫੁਲੀ ਮਤਲਬ ਕਾਫੀ ਸੀਰੀਅਸ ਸਿਚੁਏਸ਼ਨ। ਮੈਮ ਦਾ ਵੈਸੇ ਸਾਡਾ ਜੁਆਇੰਟ ਇੱਕ ਐਕਸਪੀਰੀਅੰਸ ਸੀਗਾ, ਮੈਂ ਨਾਮ ਨਹੀਂ ਲੈਣਾ ਉਸ ਪਟਵਾਰੀ ਸਾਹਿਬ ਦਾ, ਔਰ ਮੈਮ ਵਾਸ ਕਾਨਗੋ, ਸ਼ੀ ਵਾਸ ਬੌਸ ਆਫ ਦੈਟ ਪਟਵਾਰੀ, ਬਟ ਉਹਨਾਂ ਨੇ ਮਤਲਬ ਗੱਲਾਂ ਹੀ ਇਦਾਂ ਦੀਆਂ ਕਰਨੀਆਂ ਕਿ ਇਹਨਾਂ ਨੂੰ ਵੀ ਡੀਗ੍ਰੇਡ ਕਰਨ ਦੀ, ਜਾਂ ਸਾਡੇ ਨਾਇਬ ਸਾਹਿਬ ਨੂੰ ਤਾਂ ਬਹੁਤ ਹੀ ਜ਼ਿਆਦਾ। ਬਟ ਕਈ ਵਾਰੀ ਉਹ ਮੈਮ ਨੇ ਵੀ ਅਸੀਂ ਪਰਮਾਤਮਾ ਤੇ ਗੱਲ ਛੱਡਤੀ, ਬਟ ਕੰਮ ਗਲਤ ਨਹੀਂ ਹੋਣ ਦਿੱਤਾ, ਮੈਮ ਨੇ ਵੀ ਨਹੀਂ ਹੋਣ ਦਿੱਤਾ। ਔਰ ਬਜਾਏ ਕਿ ਉਹਨਾਂ ਦੀ ਮੈਡਮ ਦੀ ਸੀਗੀ ਆਪਣੀ ਪ੍ਰਮੋਸ਼ਨ ਡਿਊ ਸੀ, ਉਹ ਵੀ ਬੜਾ ਬਚ ਬਚਾ ਕੇ ਨਿਕਲੇ। ਅਲਟੀਮੇਟਲੀ ਜਿਹੜਾ ਸੀ, ਚਲੋ ਮੈਂ ਵੀ ਨਹੀਂ ਕਹਿੰਦਾ, ਬਟ ਪ੍ਰਮਾਤਮਾ ਨੇ ਉਸ ਬੰਦੇ ਨੂੰ ਉਹਦੇ ਕਰਨੀ ਦਾ ਫਲ ਵੀ ਦਿੱਤਾ ਹੈਗਾ। ਠੀਕ ਹੈ ਨਾ ਜੀ। ਸੋ ਮੇਰੇ ਖਿਆਲ ਨਾਲ ਥੋੜਾ ਜਿਹਾ ਆਪਾਂ ਨੂੰ ਪ੍ਰਮਾਤਮਾ ਤੇ ਵੀ ਛੱਡ ਦੇਣਾ ਚਾਹੀਦਾ। ਬਿਲਕੁਲ ਕੰਮ ਕਰਦੇ ਆ ਤੇ ਉਹ ਦੇਖਦਾ ਹੈ, ਸਾਰੀ ਚੀਜ਼ ਦੇਖਦਾ। ਕਈ ਵਾਰੀ ਅਣਜਾਣੇ ਚ ਗਲਤ ਕੰਮ ਵੀ ਹੋ ਜਾਂਦਾ, ਉਹ ਵੀ ਬਚਾ ਲੈਂਦਾ ਹੈਗਾ। ਮੇਰਾ ਤਾਂ ਇਹ ਸੋਚ ਹੈ। ਬਿਲਕੁਲ ਸਰ, ਉਹੀ ਹੈ ਜਦੋਂ ਅਣਜਾਣੇ ਦੇ ਵਿੱਚ ਗਲਤ ਹੁੰਦਾ ਸਰ, ਉਹ ਨੈਚੁਰਲੀ ਕਿਤੇ ਨਾ ਹੋ ਜਾਂਦਾ ਐਡਜਸਟ। ਜਿਹੜੀਆਂ ਡੈਲੀਬਰੇਟ ਚੀਜ਼ਾਂ ਨੇ ਸਰ, ਉਹ ਤਾਂ ਨੈਚੁਰਲੀ ਆਪਾਂ ਨੂੰ ਰੀਪੇਮੈਂਟ ਤਾਂ ਕਰਨੀ ਪੈਂਦੀ ਹੈ, ਮਤਲਬ ਕੋਈ ਸਪਿਰਚੁਅਲ ਜਿਹੜੀ ਪਾਵਰ ਹੈ ਜਾਂ ਅਲਮਾਈਟੀ ਉਹ ਤਾਂ ਹੈ ਹੀ ਹੈ। ਬਾਕੀ ਤਾਂ ਬਿਲਕੁਲ ਜੋ ਸ਼ੀਸ਼ਪਾਲ ਸਰ ਦੱਸਦੇ ਉਹੀ ਕੰਡੀਸ਼ਨ ਆ ਗਈ ਸੀ ਸਾਡੇ, ਉਹੀ ਕੰਡੀਸ਼ਨ ਸੀ। ਬਿਲਕੁਲ ਉਹੀ ਸਾਰਿਆਂ ਦੀ ਉਹਨੇ ਮਤਲਬ ਬੜਾ ਗਲਤ ਤਰੀਕੇ ਨਾਲ ਕੰਪਲੇਂਟ ਵੀ ਕੀਤੀ, ਬਟ ਕਹ ਲੋ ਇੱਕ ਕੌੜਾ ਘੁੱਟ ਕੱਢਣ ਵਾਲੀ ਗੱਲ ਸੀ। ਮੈਡਮ ਵੀ, ਮੈਂ ਵੀ, ਸਾਡੇ ਨਾਇਬ ਸਾਹਿਬ ਵੀ, ਉਹ ਰਿਟਾਇਰਮੈਂਟ ਤੇ ਵਿਚਾਰੇ ਸੀਗੇ, ਸਾਰਿਆਂ ਨੇ ਮਤਲਬ ਬੜਾ ਰਲ ਮਿਲ ਕੇ ਅਸੀਂ ਟਾਈਮ ਉਹ ਕੱਢਿਆ। ਬਟ ਅਲਟੀਮੇਟਲੀ ਸਾਰਾ ਮੈਟਰ ਹੁਣ ਮੈਮ ਦੇ ਸਾਹਮਣੇ ਆ, ਤੁਸੀਂ ਜਾਣਦੇ ਹੀ। ਬਿਲਕੁਲ ਉਹ ਸਭ ਕੁਝ ਬਿਲਕੁਲ ਹੀ ਹੁਣ ਤਾਂ ਕਲੀਅਰ ਹੀ ਹੋ ਗਿਆ ਸਰ, ਬਿਲਕੁਲ ਓਕੇ ਹੋ ਗਿਆ ਹੁਣ ਤਾਂ। ਚਲੋ ਉਹ ਵੀ ਬੜਾ ਵਧੀਆ ਐਕਸਪੀਰੀਅੰਸ ਸੀਗਾ ਸਰ, ਤੁਹਾਡੇ ਤੋਂ ਵੀ ਬੜਾ ਕੁਝ ਸਿੱਖਿਆ, ਤੁਹਾਡੀਆਂ ਹੁਣ ਵੀ ਕਾਫੀ ਗੱਲਾਂ ਯਾਦ ਆਉਂਦੀਆਂ। ਮੈਂ ਕਿਹਾ ਸਰ ਕਹਿੰਦੇ ਹੁੰਦੇ ਸੀ ਹੁਣ ਤਾਂ ਕੁਝ ਸਟ੍ਰੈਸ ਨਹੀਂ ਆ ਤੁਹਾਨੂੰ, ਫਿਰ ਅੱਗੇ ਤੁਸੀਂ ਐਕਸਪੀਰੀਅੰਸ ਕਰੋਗੇ। ਵਾਕਈ ਉਹ ਸਟ੍ਰੈਸ ਹੁਣ ਜਦੋਂ ਆਉਂਦਾ ਨਾ ਤਾਂ ਡੈਫੀਨੇਟਲੀ ਮੈਂ ਯਾਦ ਕਰਦੀ ਹੁੰਦੀ ਤੁਹਾਨੂੰ। ਉਹ ਆਨਸਰੇਬਿਲਟੀ ਆਪਣੀ ਹੋ ਜਾਂਦੀ।
ਹੋ ਜਾਂਦੀ ਹੈ ਬਿਲਕੁਲ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕਸ। ਠੀਕ ਹੈ ਜੀ, ਥੈਂਕ ਯੂ ਤਪਨ ਸਰ, ਤੇ ਥੈਂਕ ਯੂ ਸ਼ੀਸ਼ਪਾਲ ਸਰ, ਤਨਵੀਰ ਮੈਮ, ਅਨੂਦੀਪ ਮੈਮ, ਸਾਰਿਆਂ ਦਾ, ਰਜੀਵ ਖੋਸਲਾ ਜੀ, ਹਰਮਿੰਦਰ ਪੋਲ ਜੀ, ਜਸਵਿੰਦਰ ਜੀ, ਇੰਦਰਦੇਵ ਸਰ, ਜਗਤਾਰ ਸਿੰਘ ਜੀ। ਤਾਂ ਫਿਰ ਆਪਾਂ ਜਸਵਿੰਦਰ ਸਿੰਘ ਜੀ, ਆਪਾਂ ਸਾਰੇ ਕਲੋਜ਼ ਕਰਦੇ ਹਾਂ ਫਿਰ ਅੱਜ ਦੀ ਮੀਟਿੰਗ। ਕਾਫੀ ਤਕਰੀਬਨ 2 ਘੰਟੇ ਦੀ ਮੀਟਿੰਗ ਹੋ ਗਈ ਹੈ। ਆਈ ਹੋਪ ਵਿਨੇ ਜੀ ਸੌਰੀ, ਜੀ ਸਰ, ਆਰਟੀਆਈ ਦੇ ਰਿਗਾਰਡਿੰਗ ਸੀਗਾ, ਜੀ ਸਰ, ਜਿਨ੍ਹਾਂ ਦੇ ਵੀ ਫਰੈਂਡਸ ਦੇ ਜੋ ਕੋਈ ਵੀ ਆਰਟੀਆਈ ਜਾਂ ਉਦੋਂ ਨੂੰ ਇੱਕ ਐਚਯੂਐਫ ਵਾਲਾ ਮੈਟਰ ਕਹਿੰਦੇ ਸੀ, ਕੋਈ ਪਾਰਟਨਰਸ਼ਿਪ ਦਾ, ਕੋਈ ਕੰਪਨੀ ਲਾਅ ਦਾ, ਕਿਸੇ ਚੀਜ਼ ਦਾ ਵੀ ਉਹ ਸਮਝਦੇ ਹੋਣ ਕਿ ਜੇ ਆਈ ਐਮ ਹੈਲਪਫੁਲ, ਤਾਂ ਉਹ ਕੁਐਰੀਜ਼ ਜਿਹੜੀਆਂ ਕਾਈਂਡਲੀ ਮੈਨੂੰ ਨਾ ਟਿਊਜ਼ਡੇ, ਵੈਨਸਡੇ, ਥਰਸਡੇ 3 ਦਿਨ ਜੇ ਪਾ ਦਿਓ, ਮੰਡੇ ਜਾਂ ਅੱਜ ਤੋਂ ਹੀ, ਸੋ ਦੈਟ ਕਿ ਮੈਨੂੰ ਨਾ ਥੋੜਾ ਪੜ੍ਹਨਾ ਪੈਣਾ, ਤਾਂ ਮੈਂ ਥੋੜਾ ਪ੍ਰੀਪੇਅਰਡ ਆਊਂਗਾ, ਉਹ ਥੋੜਾ ਜ਼ਿਆਦਾ ਵਧੀਆ ਹੋ ਜਾਊਗਾ। ਬਾਕੀ ਧੰਮ ਸਰ ਹੋਣੇ, ਬੈਂਸ ਸਾਹਿਬ ਹੋਣੇ ਸਾਡੀ ਹੈਲਪ ਵਾਸਤੇ, ਬਟ ਸਟਿਲ ਜੇ ਪਹਿਲਾਂ ਇੱਕ ਵਾਰੀ ਆ ਜਾਣ ਤਾਂ ਬੈਟਰ ਹੋ ਜਾਏਗਾ। ਠੀਕ ਹੈ ਜੀ। ਸਰ ਨੇ ਜਿੱਦਾਂ ਆਰਟੀਆਈ, ਸਰ ਆਰਟੀਆਈ ਪਲਸ ਐਚਯੂਐਫ, Yes, on the same day, I can manage both these topics, RTI and forms of organization. If you say, HUF plus partnership firm plus वो सारा कवर होएगा? हाँ, सारा ही कवर कर दूंगा, तो कोई इशू नहीं है। बेसिक आपका फोकस, we will keep our focus on RTI, ਬਾਕੀ ਜਿਹੜਾ ਹੈਗਾ ਉਹ ਆਪਾਂ ਨਾਲ ਸਾਰੇ ਬਾਕੀ ਆਈ ਥਿੰਕ ਸਰ ਤੁਸੀਂ ਇੱਕ ਵਾਰ ਪਹਿਲਾਂ ਵੀ ਕਵਰ ਕੀਤਾ ਸੀ ਇਹ ਟੌਪਿਕ ਹੈ ਨਾ ਜਿਹੜਾ। ਯੈਸ, ਦੈਟਸ ਵਾਈ ਆਈ ਐਮ ਸੇਇੰਗ ਕਿ ਆਰਟੀਆਈ ਪ੍ਰੋਪਰਲੀ ਕਰ ਲਾਂਗੇ, ਸਟਾਰਟ ਉਹਦੇ ਤੋਂ ਕਰ ਲਾਂਗੇ, ਤੇ ਬਾਕੀ ਉਹ ਥੋੜੇ ਜੇ ਨਾ ਮੈਂ ਸਟੈਂਡਰਡ ਰਿਪਲਾਈਜ਼ ਜੇ ਬਣਾਏ ਹੋਏ ਉਹ ਮੈਂ ਸ਼ੇਅਰ ਕਰ ਦੂੰਗਾ ਕਿ ਰਿਫਿਊਜ਼ ਕਰਨਾ ਤਾਂ ਇਦਾਂ ਕਰ ਲਓ, ਜੇ ਪ੍ਰੋਵਾਈਡ ਕਰਨੀ ਇਨਫੋਰਮੇਸ਼ਨ ਫਿਰ ਤਾਂ ਵੈਲਿਡ। ਓਕੇ ਜੀ, ਠੀਕ ਹੈ ਸਰ। ਫਿਰ ਨੈਕਸਟ ਵੀਕਐਂਡ ਆਪਾਂ ਤੁਹਾਡਾ ਲੈਕਚਰ ਜਿਹੜਾ ਆਰਟੀਆਈ ਪਲਸ ਉਸ ਤੇ, ਬਾਕੀ ਤੁਸੀਂ ਧੰਮ ਸਰ ਨਾਲ ਡਿਸਕਸ ਕਰ ਲਿਓ, ਜਿਹੜੇ ਕੁਐਸਚਨਸ ਵਗੈਰਾ ਕਾਈਂਡਲੀ ਮੇਰੀ ਰਿਕੁਐਸਟ ਹੈ ਉਹ ਜੇ ਪਹਿਲਾਂ ਆ ਜਾਣ ਤਾਂ ਥੋੜਾ ਬੈਟਰ ਹੋ ਜਾਵੇ। ਠੀਕ ਹੈ ਜੀ, ਠੀਕ ਹੈ ਸਰ। ਉਹ ਆਪਾਂ ਗਰੁੱਪ 'ਚ ਵੀ ਪਾ ਦਾਂਗੇ ਇੱਕ ਵਾਰੀ, ਤੇ ਬਾਕੀ ਜਿਹੜੇ ਪਾਰਟਿਸਪੈਂਟਸ ਹੈ ਉਹ ਵੀ। ਓਕੇ, ਥੈਂਕ ਯੂ ਸੋ ਮਚ। ਠੀਕ ਹੈ, ਥੈਂਕ ਯੂ ਜੀ ਸਾਰੇ ਆਫਿਸਰ ਦਾ। ਰਿਕਾਰਡਿੰਗ ਇਸ ਦੀ ਹੋਈ ਵੀ ਹੈ, ਵੀਡੀਓ ਦੀ, ਮੈਂ ਉਹ ਵੀ ਸ਼ੇਅਰ ਕਰ ਲੂੰਗਾ ਗਰੁੱਪ ਦੇ ਵਿੱਚ। ਤੇ ਥੈਂਕ ਯੂ, ਉਮੀਦ ਕਰਦੇ ਹਾਂ ਕਿ ਇਹ ਜਿਹੜੇ ਦੁਬਾਰਾ ਸੈਸ਼ਨ ਸ਼ੁਰੂ ਹੋਏ ਹੈ ਇਦਾਂ ਹੀ ਚੱਲਦੇ ਰਹਿਣਗੇ। ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ।